ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:16 ਹੋਏ ਨੇ ਤੇ 16 ਅਗਸਤ ਦਾ ਦਿਨ ਆ, ਬਰਾ 2022 ਦਾ ਮੰਗਲਵਾਰ ਹੈ। ਸੌਣ ਮਹੀਨੇ ਦੀ ਅੱਜ 32 ਤਾਰੀਖ ਲਿਖੀ ਹੋਈ ਹੈ। ਨਾਨਕਸ਼ੇ ਸਮਤ 554। ਨਿੱਘਾ ਹਾਰਦਿਕ ਸਵਾਗਤ ਹੈ। ਕੱਲ ਨੂੰ ਸੰਕਰਾਂਤ ਹੋਣੀ ਹੈ। ਚੱਲਾਂਗੇ ਪੰਜਾਬ ਨੂੰ। ਦੇਸ਼ ਪੰਜਾਬ ਦੇ ਝਰੋਖੇ 'ਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਕਰਨਗੇ ਗੱਲਬਾਤ, ਤੇ ਉਸ ਤੋਂ ਬਾਅਦ ਸਰਦਾਰ ਹਰਦੀਪ ਸਿੰਘ ਡਿਬਡਵਾ ਸਿੱਖ ਸੰਘਰਸ਼ ਦੇ ਸੱਚ ਦੀ ਕਹਾਣੀ, 1984 ਤੋਂ ਬਾਅਦ ਦਾ ਜਿਹੜਾ ਸਮਾਂ ਪੰਥ ਨੇ ਕੀ ਕੀਤਾ, ਕਿਹੜੇ ਲੀਡਰ ਨੇ ਕੀ ਕਮਾਇਆ, ਸੰਯੁਕਤ ਅਕਾਲੀ ਦਲ ਜਿਸ ਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਬਣਾ ਦਿੱਤੇ ਗਏ ਭਾਗਲਪੁਰ ਜੇਲ੍ਹ 'ਚ, ਇੱਥੇ ਤੱਕ ਗੱਲ। ਉੱਥੋਂ ਅੱਗੇ ਤੁਰਾਂਗੇ 99 ਦੀਆਂ ਇਲੈਕਸ਼ਨਾਂ ਦੇ ਵਿੱਚ ਕਿਸ ਤਰ੍ਹਾਂ ਜਿੱਤੇ, ਬਾਕੀ ਰਾਜਨੀਤਿਕ ਬੰਦੇ ਜਿਹੜੇ ਮਨਫੀ ਹੋ ਗਏ ਸੀ, ਜਮਾ ਹੀ ਖੂੰਜੇ ਖਿਲਾਤੇ ਸੀ, ਉਹਨਾਂ ਦੀ ਕਹਾਣੀ ਅੱਜ ਸਰਦਾਰ ਡਿਬਡਵਾ ਦੇ ਨਾਲ ਗੱਲਬਾਤ ਹੋਏਗੀ। ਆਖਰੀ ਘੰਟੇ ਦੇ ਵਿੱਚ ਧਰਮੀ ਦਿਖਣ ਵਾਲੇ ਬੰਦਿਆਂ ਵੱਲੋਂ ਦੁਸ਼ਟ ਜਿਹੜੇ ਕਰਮ ਕੀਤੇ ਜਾਂਦੇ ਨੇ, ਨਾਸਤਿਕ ਬੰਦਿਆਂ ਵਾਲੇ, ਜਿਹੜੇ ਨਾਸਤਿਕ ਵਾਲੇ ਵੀ ਨਾ ਕਹਾਂ, ਨਾਸਤਿਕ ਵੀ ਨਹੀਂ ਇਹ ਕਰਦੇ, ਜਿਹੜੇ ਗੈਰ ਮਨੁੱਖਤਾ ਵਾਲੇ ਕੰਮ ਨੇ, ਮਨੁੱਖੀ ਸਾਂਚੇ 'ਚ ਨਹੀਂ ਦੀਂਦੇ। ਕਿਊਬੈਕ ਤੋਂ ਖਬਰਾਂ ਆ ਰਹੀਆਂ ਨੇ, ਉਹ ਬੰਦਾ ਆਰਚੀ ਬਿਸ਼ਪ ਜਿਹੜਾ ਲਾਈਨ ਦੇ ਵਿੱਚ ਲੱਗਿਆ ਹੈ ਕਿ ਪੋਪ ਹੋਣ ਵਾਲੇ ਤੋਂ ਬਾਅਦ ਉਹਦਾ ਨੰਬਰ ਲੱਗੇਗਾ, ਉਹਨੇ 60ਵਿਆਂ ਦੇ ਵਿੱਚ ਜਦ ਉਹਦੀ ਉਮਰ ਅਬਾਊਟ 60 ਸਾਲ ਸੀ, ਤਾਂ 20 ਵਰ੍ਹਿਆਂ ਦੀ ਇੱਕ ਏਜੰਟ ਜਿਹੜੀ ਬਣ ਜਾ ਰਹੀ ਸੀ ਇਹਨਾਂ ਦੀ, ਜਿਹੜੀ ਇਹਨਾਂ ਦੀ ਸੰਸਥਾ ਹੈ ਪਾਦਰੀਆਂ ਦੀ, ਉਹਨਾਂ ਨਾਲ ਕੀ ਕੀਤਾ। ਤੇ 40 ਸਾਲ ਉਹ ਵੱਡਾ ਤੇ ਉਹ 20 ਸਾਲ ਦੀ, ਤੇ ਕਿਸ ਤਰ੍ਹਾਂ ਉਹਨਾਂ ਨਾਲ ਧੱਕਾ ਕੀਤਾ। ਇਹ ਆਰਚੀ ਬਿਸ਼ਪ ਵਾਲਟ, ਇਸ ਦਾ ਨਾਮ ਹੈ ਮਾਰਕ ਵਾਲਟ, ਉਸ ਦੀਆਂ ਖਬਰਾਂ ਅੱਜ ਛਪੀਆਂ ਨੇ। ਤੇ ਅੱਗੇ ਵੀ ਇੱਕ ਦਿਨ ਆਪਾਂ ਇਹ ਗੱਲ ਕੀਤੀ, ਇਸ 'ਤੇ ਗੱਲਬਾਤ ਮੈਂ ਅੱਜ ਕਰਨੀ ਚਾਹੁੰਦਾ। ਜਿਹੜੀਆਂ ਨਸ਼ੇ ਵਾਲੀਆਂ ਦਵਾਈਆਂ ਦੇ ਨਾਲ ਬਹੁਤ ਮੌਤਾਂ ਹੋ ਰਹੀਆਂ, 10,000 ਦੇ ਕਰੀਬ 16 ਤੋਂ ਲੈ ਕੇ 22 ਤੱਕ 6 ਸਾਲਾਂ 'ਚ 10,000 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ। ਕੋਰਨਰ ਜਿਹੜੇ ਸਾਡੇ BC ਦੇ ਨੇ, ਉਹਨਾਂ ਨੇ ਖਬਰਾਂ ਦਿੱਤੀਆਂ। ਇਹਦੇ 'ਤੇ ਵੀ ਥੋੜ੍ਹੀ ਜਿਹੀ ਮੈਂ ਅੱਜ ਗੱਲ ਕਰਨੀ ਚਾਹੁੰਦਾ। 6 ਮੌਤਾਂ ਐਵਰੇਜ ਹਰ ਰੋਜ਼ ਹੋ ਰਹੀਆਂ ਨੇ, ਤੇ ਡਰੱਗ ਆ ਕਿੱਥੋਂ ਰਹੀ ਹੈ ਇਹ ਤਾਂ ਟਰੂਡੋ ਹੀ ਦੱਸ ਸਕਦਾ। ਦੇਸ਼ ਦੀਆਂ ਸਰਹੱਦਾਂ ਹੀ ਸੁਰੱਖਿਅਤ ਨਹੀਂ, ਉਹ ਦੇਸ਼ ਦਾ ਬਣੂ ਕੀ? ਇੱਥੇ ਤਾਂ ਬਣਦੀ ਨਹੀਂ, ਕਿਤੋਂ ਆਉਂਦੀ ਹੈ। ਇੱਥੇ ਟਨ ਦੇ ਕਰੀਬ 10-10 ਕੁਆਂਟਲ ਫੀਮ ਸਰੀ 'ਚ ਉਤਰਦੀ ਹੈ। RCMP ਧੂ ਨਹੀਂ ਕੱਢਦੀ, ਕਿਹਦੀ ਸੀ, ਕਿੱਥੇ ਗਈ? ਲੱਦੀ ਕਹਿੰਦੀ ਬੱਚਿਆ ਤਮਾਮ ਸੱਚੀਆਂ, ਵੈਰ ਲੈ ਲਾ ਛਾਤੀਆਂ ਠਰਨ ਮੱਚੀਆਂ, ਲੋਹੇ ਜੈਸੀ ਪੱਕੀ ਗੱਲ ਝੂਠ ਨਾ ਜਰਾ, ਤੇਰੇ ਦਾਦੇ ਲਾਲ ਖਾਂ ਜਲਾਲ ਦੋ ਭਰਾ, ਰੋਣ ਡਹਿਗੀ ਨੀਰ ਨਾ ਅੱਖਾਂ ਦਾ ਥੰਮਿਆ, ਤੇਰਾ ਬਾਪ ਸੀ ਜਲਾਲ ਖਾਂ ਦੇ ਜੰਮਿਆ, ਲਾਲ ਖਾਂ ਦੇ ਘਰੇ ਪੁੱਤ ਹੋਇਆ ਰਾ ਅਲੀ ਰਾ ਫਰੀਦ, ਦੋਵੇਂ ਇੱਕੋ ਜਿਹੇ ਬਲੀ, ਲੁੱਟ ਕੇ ਸੁਨਿਆਰ ਤੇ ਕਰਾੜ ਵੀ, ਨਿੱਤ ਧਾੜ ਮਾਰ ਕੇ ਲਿਆਉਂਦੇ ਧਾੜ ਵੀ, ਤੇ ਸ਼ਰੀਕ ਇੱਕ ਦੂਜੇ ਦੀ ਸਹਿਣ ਨਾ, ਇੱਕ ਮਿਆਨ ਦੋ ਤਲਵਾਰਾਂ ਪੈਣ ਨਾ, ਕਿਸੇ ਗੱਲੋਂ ਜੂਤ ਦੋਹਾਂ ਦਾ ਖੜਕਿਆ, ਪਤੀ ਅਲੀ ਰਾਹ ਨੂੰ ਕੁੱਟ ਕੇ ਦੜਕਿਆ, ਛੱਡ ਗਏ ਨਗਰੀ ਹਰਖ ਮੰਨਿਆ, ਉਹਨੇ ਜਾ ਕੇ ਗੜ੍ਹ ਸੀ ਗੰਧਾਲੀ ਬੰਨਿਆ, ਅਲੀ ਰਾਹ ਨੇ ਰੱਖੀ ਗੱਲ ਵਿੱਚ ਦਿਲ ਦੇ, ਬਾਦਸ਼ਾਹ ਨੂੰ ਘੋੜੇ ਲੈ ਲਾਹੌਰ ਮਿਲਦੇ, ਇੱਕ ਗੱਲ ਪੁੱਤ ਭੁੱਲ ਗਈ ਵਿਚਾਲਿਓ, ਤੇਰੇ ਪਿਓ ਨੇ ਦੇਤਾ ਸੀ ਜਵਾਬ ਹਾਲਿਓ, ਜਾ ਕੇ ਕੋਕੇ ਜੜ ਤੇ ਸ਼ਿਕਾਇਤ ਕਰਤੀ, ਮਾਮਲਾ ਫਰੀਦ ਘਰੇ ਜਾਵੇ ਵਰਤੀ, ਇੱਕ ਦਿਨ ਸੁੱਤੇ ਨਾਲ ਸੀ ਆਰਾਮ ਦੇ, ਲੱਥੇ ਆ ਕੇ ਕਟਕ ਉਧਾਲੇ ਗਾਮ ਦੇ, ਹੋ ਗਏ ਸੀ ਨਿਸਾਰੂ ਵੀ ਬਦੀ ਦੇ ਬੋਏ ਵੇ, ਬਾਪ ਪੁੱਤ ਫੜ ਲਏ ਸ਼ਰਾਬੀ ਹੋਏ ਵੇ, ਗੱਲ ਕੀ ਕਸੂਤੀਆਂ ਕਵੇਲੇ ਛਿੜੀਆਂ, ਲੈ ਗਏ ਸੀ ਲਾਹੌਰ ਵਿੱਚ ਲਾ ਕੇ ਬੇੜੀਆਂ, ਵਿੱਚ ਫੂਸ ਭਰਤਾ ਲੋਹਾ ਕੇ ਚਮੜੀ, ਸੇਖੂ ਦੀ ਝੰਗਾਵੀ ਲਾ ਲਈ ਤੇਰੀ ਅਮੜੀ, ਇਹੋ ਦਾਰੂ ਮੇਰੇ ਵੇ ਗਮਾਂ ਦੇ ਤਾਪ ਦਾ, ਵੈਰ ਲੈ ਲੈ ਬੱਚਿਆ ਫਰੀਦ ਬਾਪ ਦਾ, ਸਿਰੀ ਵੱਢ ਲੈਣੀ ਵਾਲੀ ਰਾਹ ਖਰਾਬ ਦੀ, ਇੱਕ ਮੱਟੀ ਰਵੇ ਚੜੀ ਵੇ ਸ਼ਰਾਬ ਦੀ, ਗਿੱਠ ਬੱਕਰੇ ਬਣਾ ਕੇ ਛੋਟੇ ਵੇ, ਡਾਂਦੀ ਟੰਗਾਂ ਬਾਹਾਂ ਦੇ ਬਣਾ ਕੇ ਟੋਟੇ ਵੇ, ਗੇਂਦ ਸਿੱਟ ਉਸ ਦੀ ਸਿਰੀ ਦੀ ਮੜ ਕੇ,
ਪਿੰਡ ਵਿੱਚ ਖੇਡਦੇ ਫਿਰਨ ਲੜਕੇ ਰਜਬਲੀ ਅੱਗੋਂ ਦੀ ਨਿਗਾਹ ਦੇ ਲਾਲ ਜੇ, ਫੇਰ ਠੰਡ ਪੈ ਜੇ ਮਾਂ ਬੁੱਢੀ ਦੇ ਕਾਲਜੇ। ਰਜਬਲੀ ਅੱਗੋਂ ਦੀ ਨਿਗਾਹ ਦੇ ਲਾਲ ਜੇ, ਫੇਰ ਠੰਡ ਪੈ ਜੇ ਮਾਂ ਬੁੱਢੀ ਦੇ ਕਾਲਜੇ। ਮਾਂ ਕਹਿੰਦੀ ਹੈ ਦੁੱਲੇ ਨੂੰ ਬਈ ਗੇਂਦ ਜਿਹੜੀ ਆ ਸਿਰ ਦੀ ਬਣਾਉਣੀ ਆ, ਸਿਰੀ ਨੂੰ ਮੜ ਕੇ। ਪਿੰਡਾਂ 'ਚ ਜਵਾਕ ਖੇਡਦੇ ਫਿਰਨ। ਰਜਬਲੀ ਜੀ ਦੁੱਲੇ ਦੀ ਕਹਾਣੀ ਲਿਖਦਾ। ਇੱਥੇ ਤਾਂ ਕਹਿੰਦੇ ਕੁਛ ਨਹੀਂ। ਪੰਜਾਬ ਦੇ ਵਿੱਚ ਇੱਕ ਜੂਨੀਅਰ ਵਾਲੇ ਕਹਿੰਦੇ ਆਰ ਦੇ ਨਾਲ, ਇੱਕ ਉਹ ਹੁੰਦੇ ਜਿਹੜੇ ਸਵੇਰੇ ਰੋਟੀ ਦਾ ਡੱਬਾ ਘਰੋਂ ਲਿਜਾਂਦੇ ਡੰਡਾ ਮਰਸਰੀ 'ਚ। ਇੱਕ ਉਹ ਹੁੰਦੇ ਨਾਗ ਦੀਆਂ ਬੱਚੀਆਂ ਜਿਹੜੀਆਂ ਸ਼ਾਮ ਨੂੰ ਤੇ ਕਲਕੱਤੇ ਨੂੰ ਚੜ੍ਹਦੀਆਂ LP, ਜੇ ਉਹਦੇ 'ਚ ਗੇਅਰ ਦੀ ਆਵਾਜ਼ ਹੁੰਦੀ, ਕੂਣੀ ਦੀ ਅੱਖ ਤੇ ਰੈਂਚ ਲੱਗਦਾ, ਫਿਰ ਰੈਂਚ ਘੁਮਾ ਕੇ, ਜਾਂ ਫੁੱਟ ਲੰਮਾ ਜਿਹੜਾ ਪੇਚ ਕਸ ਹੁੰਦਾ ਤੇ ਲੱਗੇ ਹੋਏ ਤੇ ਝਰਨਾਟਾ ਜਦ ਪੈਰਾਂ ਤੋਂ ਸਿਰ ਨੂੰ ਚੜ੍ਹਦਾ, ਗਾਲ ਵੀ ਨਹੀਂ ਕੱਢ ਸਕਦਾ ਮੂਹਰੇ, ਫਿਰ ਇੱਕ ਹੋਰ ਲੱਗਦਾ। ਆਵਾਜ਼ ਨਹੀਂ ਉਹ ਆਉਣ ਦਿੰਦੇ ਭੋਰਾ ਵੀ ਗੇਅਰ ਦੀ। ਟ੍ਰੇਨਿੰਗਾਂ ਉੱਥੇ ਹੀ ਹੁੰਦੀਆਂ, ਇੱਥੇ ਤਾਂ ਸਵਾਦ ਹੀ ਹੈ, ਆਟੋਮੈਟਿਕ ਨੇ ਲੱਗੇ ਹੋਏ, ਤੇ ਇੱਕ ਵਾਰ ਠਿੱਲ ਕੇ ਮੁੜ ਕੇ ਚਲੋ ਚੱਲ ਹੈ। I-5 ਜਾਂ ਲੰਘ ਜਾਣਾ ਇੱਕ ਵਾਰ ਐਸ਼ਲੈਂਡ ਦੀ ਪਹਾੜੀ, ਫਿਰ ਕਿਹੜਾ ਪੁੱਛਦਾ। ਜਿੱਥੇ ਜਾ ਕੇ ਸੜਕ ਮੁੱਕਦੀ ਆ ਉੱਥੇ ਤੱਕ ਸਿੱਧੇ ਹੀ ਜਾਂਦੇ ਆ, ਸ਼ਿਕਾਟ ਪੈਂਦਾ। ਤੇ ਚਲਦੇ ਆ ਪੰਜਾਬ ਨੂੰ। ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਨਵਕਿਰਨ ਸਿੰਘ ਪੱਤੀ ਸੇਖਵਾਂ ਬਰਨਾਲੇ ਬੈਠੇ ਆ। ਧੰਨਵਾਦ ਬਾਈ ਜੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਅੱਛਾ, ਪਿਛਲੇ 3 ਸਾਲਾਂ ਦੀ ਗੱਲ ਜਿਹੜੀ ਚੱਲੀ ਆ ਨਾ, 5 ਸਾਲਾਂ ਦੀ, 15 ਅਗਸਤ ਤੇ 14 ਅਗਸਤ ਤੇ 15 ਅਗਸਤ ਭਾਰਤ ਤੇ ਪਾਕਿਸਤਾਨ ਆਜ਼ਾਦੀ ਦੇ ਦਿਨ ਤਾਂ ਮਨਾਉਂਦਾ, ਪਰ ਉਹਦੇ 'ਚ ਪੰਜਾਬ ਦੀ ਹੋਈ ਵੰਡ ਦੇ ਵਿੱਚ ਜਿਹੜੇ 10 ਲੱਖ ਬਿਲਕੁਲ ਨਿਰਦੋਸ਼ ਇਸ ਭੱਠੀ ਦੇ ਵਿੱਚ ਚਾੜ੍ਹਤੇ। ਉੱਧਰ ਨਹਿਰੂ ਆਰਾਮ ਨਾਲ ਦਿੱਲੀ ਬਹਿ ਗਿਆ, ਜਿਨਾਹ ਲਾਹੌਰ ਬਹਿ ਗਿਆ, ਦੋਨਾਂ ਦੀ ਬੱਲੇ ਬੱਲੇ, ਤੇ ਗਬਲੇ ਮਾਰੇ ਗਏ। ਕਿੱਲਿਆਂ ਦੇ, ਹਵੇਲੀਆਂ ਦੇ, ਕਿਲਿਆਂ ਦੇ ਮਾਲਕ ਲੱਖੋਂ ਕੱਖ ਦੇ ਹੋ ਕੇ ਆ ਕੇ ਬਹਿ ਗਏ। ਤੇ ਇਸ ਦੇ ਹਿਸਾਬ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਹੋਈ ਹੈ ਜੀ। ਜੀ ਗਿੱਲ ਸਾਹਿਬ, ਇਹ ਪਹਿਲੀ ਵਾਰ ਹੋਇਆਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਅਰਦਾਸ ਆ ਗਈ, ਜਿਹੜੀ 10 ਲੱਖ ਉਹਨਾਂ ਪੰਜਾਬੀਆਂ ਦੀ ਯਾਦ ਦੇ ਵਿੱਚ ਜਿਹੜੇ ਬੇਕਸੂਰ 1947 ਦੀ ਇਸ ਆਜ਼ਾਦੀ ਦੇ ਮੌਕੇ ਦੇ ਉੱਤੇ ਮਾਰੇ ਗਏ। ਇਹ ਬਹੁਤ ਚੰਗਾ ਕਦਮ ਆ ਜੀ। ਸਿੱਖ ਫਲਸਫਾ ਗਾ ਜਿਹੜਾ ਉਹ ਵੀ ਇਸੇ ਪਾਸੇ ਗੱਲ ਕਰਦਾ, ਔਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਇੱਕ ਬਹੁਤ ਚੰਗਾ ਕਦਮ ਹੈ ਕਿ ਉਹਨਾਂ ਲੋਕਾਂ ਨੂੰ, ਅਸਲ 'ਚ ਉਹ ਸ਼ਹੀਦ ਨੇ, ਉਹਨਾਂ ਲੋਕਾਂ ਨੂੰ ਯਾਦ ਕੀਤਾ ਗਿਆ ਜਿਹੜੇ 1947 ਦੀ ਇਸ ਵੰਡ ਦਾ ਸੰਤਾਪ ਝੱਲਿਆ। ਜਿਵੇਂ ਗਿੱਲ ਸਾਹਿਬ ਤੁਸੀਂ ਜ਼ਿਕਰ ਕੀਤਾ, ਅਸਲ ਦੇ ਵਿੱਚ ਇਹ ਤਰਾਸਦੀ ਹੈਗੀ ਕਿ ਵੰਡ 1947 ਦੇ ਵਿੱਚ ਜਿਹੜੀ ਭਾਰਤ ਪਾਕਿਸਤਾਨ ਦੀ ਕਹੀ ਜਾਂਦੀ, ਅਸਲ 'ਚ ਉਹ ਵੰਡ ਪੰਜਾਬ ਤੇ ਬੰਗਾਲ ਦੀ ਸੀ। ਪੰਜਾਬ ਵੰਡਿਆ ਗਿਆ, ਬੰਗਾਲ ਵੰਡਿਆ ਗਿਆ। ਪੰਜਾਬ ਦਾ ਵੱਡਾ ਹਿੱਸਾ ਪਾਕਿਸਤਾਨ 'ਚ ਰਹਿ ਗਿਆ, ਇੱਕ ਹਿੱਸਾ ਗਾ ਜਿਹੜਾ ਉਹ ਭਾਰਤ ਦੇ ਵਿੱਚ ਰਹਿ ਗਿਆ। ਔਰ 10 ਲੱਖ ਪੰਜਾਬੀਆਂ ਦਾ ਉਹਨਾਂ 2-4 ਦਿਨਾਂ ਦੇ ਵਿੱਚ ਕਤਲੇਆਮ ਹੋਇਆ। ਤੇ ਉਸ ਸਮੇਂ ਲੱਖਾਂ ਔਰਤਾਂ ਦੇ ਨਾਲ ਬਲਾਤਕਾਰ ਹੋਏ, ਬੇਪਤੀ ਹੋਈ, ਉਜਾੜੇ ਦਾ ਸ਼ਿਕਾਰ ਹੋਏ ਪੰਜਾਬੀ। ਔਰ ਗਿੱਲ ਸਾਹਿਬ, ਉਹਦੇ ਜ਼ਖਮ ਅੱਜ ਤੱਕ ਰਿਸਦੇ ਨੇ। ਆਪਾਂ 4 ਦਿਨ ਪਹਿਲਾਂ ਜ਼ਿਕਰ ਕਰਕੇ ਹਟਿਆ ਕਿ 82 ਸਾਲਾਂ ਨੂੰ ਢੁੱਕਿਆ ਭਤੀਜਾ 92 ਸਾਲਾਂ ਨੂੰ ਢੁੱਕੇ ਚਾਚੇ ਨੂੰ ਮਿਲਿਆ। ਤਾਂ ਇਹ ਜਿਹੜੇ ਵੰਡ ਦੇ ਜ਼ਖਮ ਅੱਜ ਤੱਕ ਅਸੀਂ ਸੰਤਾਪ ਹੰਢਾਉਂਦੇ ਆ ਰਹੇ ਹਾਂ, ਉਹਨਾਂ ਦਾ ਜ਼ਿਕਰ ਘੱਟ ਹੁੰਦਾ ਹੈ। ਆਜ਼ਾਦੀ ਦਿਵਸ ਦਾ ਜ਼ਿਕਰ ਹੈਗਾ ਜਿਹੜਾ ਉਹ ਵੱਧ ਹੁੰਦਾ ਹੈਗਾ। ਤਾਂ ਇਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੱਜ 10 ਲੱਖ ਪੰਜਾਬੀਆਂ ਦੀ ਯਾਦ ਦੇ ਵਿੱਚ ਸਮੂਹਿਕ ਅਰਦਾਸ ਕੀਤੀ ਗਈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਸ ਅਰਦਾਸ ਦੇ ਵਿੱਚ ਸ਼ਾਮਲ ਹੁੰਦਿਆਂ ਭਾਰਤ ਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਆਖਿਆ ਕਿ ਉਹ ਵੰਡ ਵੇਲੇ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਆਪੋ ਆਪਣੀਆਂ ਸੰਸਦ ਵਿੱਚ ਸ਼ੋਕ ਮਤੇ ਪਾਸ ਕਰਨ ਜੀ। ਉਸ ਵੇਲੇ ਉਜਾੜੇ ਦਾ ਸ਼ਿਕਾਰ ਹੋਏ ਲੋਕਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਆਪਣੀ ਜਨਮ ਭੋਏ ਵੇਖਣ ਵਾਸਤੇ ਵੀਜ਼ੇ ਦਿੱਤੇ ਜਾਣ। ਉਹਨਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆਂ 75 ਵਰ੍ਹੇ ਬੀਤ ਗਏ ਤੇ ਆਜ਼ਾਦੀ ਦੇ ਜਸ਼ਨ ਮਨਾਉਂਦਿਆਂ ਇਹ ਆਜ਼ਾਦੀ ਦਿਵਸ ਧੂਮ ਧੜੱਕੇ ਤੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਪਰ ਅਫਸੋਸ ਦੀ ਗੱਲ ਹੈ ਕਿ ਉਸ ਵੇਲੇ ਵੰਡ ਵਿੱਚ ਮਾਰੇ ਗਏ ਲੋਕਾਂ ਨੂੰ ਯਾਦ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅੱਜ ਇਹਨਾਂ ਮਾਰੇ ਗਏ ਲੋਕਾਂ ਦੀ ਯਾਦ ਦੇ ਵਿੱਚ ਸਮੂਹਿਕ ਅਰਦਾਸ ਕੀਤੀ ਗਈ ਹੈ। ਇਹ ਅਰਦਾਸ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੀ ਨਹੀਂ, ਤਖਤ ਸ਼੍ਰੀ ਦਮਦਮਾ ਸਾਹਿਬ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਹੋਰ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਵੀ ਕੀਤੀ ਗਈ ਹੈ।
ਉਹਨਾਂ ਦਾਅਵਾ ਕੀਤਾ ਕਿ ਦੇਸ਼ ਦੀ ਆਜ਼ਾਦੀ ਵਿੱਚ ਜਿਨ੍ਹਾਂ ਦੋ ਸੂਬਿਆਂ ਪੰਜਾਬ ਤੇ ਬੰਗਾਲ ਨੇ ਅਹਿਮ ਭੂਮਿਕਾ ਨਿਭਾਈ ਸੀ, ਉਹਨਾਂ ਦੋਹਾਂ ਸੂਬਿਆਂ ਨੂੰ ਹੀ ਵੰਡ ਵੇਲੇ ਸਜ਼ਾ ਦਿੱਤੀ ਗਈ ਹੈ। ਇਹ ਦੋਹਾਂ ਸੂਬਿਆਂ ਦੇ ਵਿੱਚ ਵੰਡ ਹੋਈ ਹੈ ਤੇ ਲੋਕ ਵੰਡੇ ਗਏ ਨੇ। ਵੰਡ ਵੇਲੇ ਲੋਕਾਂ ਨੂੰ ਆਪਣੇ ਘਰ, ਕਾਰੋਬਾਰ ਤੇ ਪਰਿਵਾਰਾਂ ਦਾ ਵੀ ਨੁਕਸਾਨ ਝੱਲਣਾ ਪਿਆ। ਜਥੇਦਾਰ ਸਾਹਿਬ ਨੇ ਕਿਹਾ ਕਿ ਵੰਡ ਵੇਲੇ ਦੇ ਪ੍ਰਭਾਵ ਤੇ ਲੋਕ ਅੱਜ ਇਸ ਵੇਲੇ ਵਡੇਰੀ ਉਮਰ ਦੇ ਵਿੱਚ ਨੇ ਤੇ ਆਪਣੀ ਜੰਮਣ ਭੋਏ ਦੇਖਣਾ ਚਾਹੁੰਦੇ ਨੇ। ਸਰਕਾਰਾਂ ਨੂੰ ਚਾਹੀਦਾ ਕਿ ਜਿਹੇ ਲੋਕਾਂ ਨੂੰ ਆਪਣੀ ਜੰਮਣ ਭੋਏ ਦੇਖਣ ਵਾਸਤੇ ਸੁਖਾਲੇ ਵੀਜ਼ੇ ਦੇਣ ਦਾ ਪ੍ਰਬੰਧ ਹੈਗਾ ਜਿਹੜਾ ਉਹ ਕੀਤਾ ਜਾਵੇ। ਗਿੱਲ ਸਾਹਿਬ, ਇੱਕ ਚੰਗੀ ਗੱਲ ਅੱਜ ਦੀ ਇਸ ਸਮੂਹਿਕ ਅਰਦਾਸ ਦੀ ਇਹ ਸੀ ਕਿ ਇਸ ਅਰਦਾਸ ਦੇ ਵਿੱਚ ਸਿੱਖ ਭਾਈਚਾਰੇ ਤੋਂ ਇਲਾਵਾ ਹਿੰਦੂ ਮੁਸਲਿਮ ਭਾਈਚਾਰੇ ਦੇ ਲੋਕ ਵੀ ਜਿਹੜੇ ਸ਼ਾਮਲ ਹੋਏ। ਜੀ ਗਿੱਲ ਸਾਹਿਬ। ਅੱਛਾ ਜੀ, ਆਮ ਆਦਮੀ ਪਾਰਟੀ ਦੇ ਮੰਤਰੀ ਕਹਿੰਦੇ ਵੀ ਸਾਡਾ ਜਿਹੜਾ ਰੈਕਡ ਜਿਹੜਾ ਹੈ ਵੀ ਉਹ ਚੈੱਕ ਕਰੋ, ਰਿਪੋਰਟ ਕਾਰਡ ਬਣਾ ਰਹੇ ਨੇ, ਕਾਰਡ। ਜੀ ਅੱਜ 5 ਮਹੀਨੇ ਪੂਰੇ ਹੋ ਗਏ ਜੀ ਇਹਨਾਂ ਦੀ ਸਰਕਾਰ ਨੂੰ, ਭਗਵੰਤ ਮਾਨ ਹੋਰਾਂ ਦੀ ਬਣੀ ਨੂੰ, ਔਰ 5 ਮਹੀਨੇ ਪੂਰੇ ਹੋਣ ਤੇ 5 ਮੰਤਰੀ ਅੱਜ ਮੀਡੀਆ ਦੇ ਸਾਹਮਣੇ ਆਏ। ਬੜਾ ਗਿੱਲ ਸਾਹਿਬ ਇਹਨਾਂ ਨੇ ਅੰਕੜਾ ਜੋੜ ਕੇ ਰੱਖਿਆ 5 ਵਾਲਾ। 5 ਮਹੀਨੇ ਤੇ 5 ਮੰਤਰੀ ਤੇ 5 ਨੇ ਰਿਪੋਰਟ ਕਾਰਡ ਆ ਜਿਹੜਾ ਸਰਕਾਰ ਦਾ ਪੇਸ਼ ਕੀਤਾ। 5 ਮਹੀਨਿਆਂ 'ਚ ਖੈਰ ਹੋਇਆ ਤਾਂ ਬਹੁਤ ਕੁਛ ਹੈ ਗਿੱਲ ਸਾਹਿਬ। ਮੁੱਖ ਮੰਤਰੀ ਦਾ ਵਿਆਹ ਵੀ ਹੋ ਗਿਆ 5 ਮਹੀਨਿਆਂ ਦੇ ਵਿੱਚ, ਬੜੀਆਂ ਚੀਜ਼ਾਂ ਵਾਪਰੀਆਂ। ਇਹਨਾਂ ਦਾ ਆਪਦਾ ਇੱਕ ਮੰਤਰੀ ਇਹਨਾਂ ਨੇ ਫੜ ਕੇ ਅੰਦਰ ਕੀਤਾ, ਉਹ ਬਾਹਰ ਆ ਗਿਆ, ਦੁਬਾਰੇ ਫਿਰ ਸਰਕਾਰੀ ਸਮਾਗਮਾਂ ਦਾ ਹਿੱਸਾ ਬਣ ਰਿਹਾ। ਖੈਰ ਇਹ ਗੱਲਾਂ ਤਾਂ 5 ਮੰਤਰੀਆਂ ਨੇ ਕਾਹਨੂੰ ਕਰਨੀਆਂ ਨੇ। 5 ਮੰਤਰੀਆਂ ਨੇ ਜਿਹੜਾ ਰਿਪੋਰਟ ਕਾਰਡ ਪੇਸ਼ ਕੀਤਾ, ਉਸ ਰਿਪੋਰਟ ਕਾਰਡ ਦੇ ਵਿੱਚ ਸਭ ਤੋਂ ਪਹਿਲਾਂ ਬੋਲਿਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ। ਉਹਨੇ ਕਿਹਾ ਕਿ ਪੰਜਾਬ ਸਰਕਾਰ ਨੇ 5 ਮਹੀਨਿਆਂ ਦੇ ਵਿੱਚ 10,739 ਕਰੋੜ ਰੁਪਏ ਦਾ ਕਰਜ਼ਾ ਲਿਆ ਤੇ 5 ਮਹੀਨਿਆਂ 'ਚ ਸਰਕਾਰ ਨੇ 12,339 ਕਰੋੜ ਰੁਪਏ ਦੇ ਕਰਜ਼ੇ ਵਾਪਸ ਕੀਤੇ ਨੇ। ਇਸ ਤੋਂ ਇਲਾਵਾ ਉਹਨਾਂ ਨੇ ਦਾਅਵਾ ਕੀਤਾ ਕਿ GST ਜਿਹੜੀ ਕਲੈਕਸ਼ਨ ਹੋਈ ਆ ਉਹਦੇ 'ਚ 24.15% ਦਾ ਵਾਧਾ ਹੋਇਆ ਔਰ 5 ਮਹੀਨਿਆਂ 'ਚੋਂ ਕਹਿੰਦੇ ਡਾਕਟਰਾਂ ਦੀਆਂ ਤਨਖਾਹਾਂ 'ਚ ਵਾਧਾ ਕੀਤਾ ਗਿਆ। ਸੂਬੇ 'ਚ 842 ਨਵੇਂ ਡਾਕਟਰ ਨਿਯੁਕਤ ਕੀਤੇ ਗਏ ਨੇ। ਔਰ ਦੂਜੇ ਨੰਬਰ ਤੇ ਸਿੱਖਿਆ ਮੰਤਰੀ ਦਾ ਜਿਹਦੇ ਕੋਲੇ ਅਹੁਦਾ ਹੈਗਾ, ਕੱਲਾ ਸਿੱਖਿਆ ਮੰਤਰੀ ਨਹੀਂ ਹੈਗਾ, ਉਹ ਜੇਲ੍ਹ ਮੰਤਰੀ ਵੀ ਆ, ਹੋਰ ਵੀ ਕਈ ਵਿਭਾਗ ਦਿੱਤੇ ਨੇ, ਹਰਜੋਤ ਸਿੰਘ ਬੈਂਸ ਜੀ। ਉਹਨੇ ਦੱਸਿਆ ਕਿ ਇਹਨਾਂ 5 ਮਹੀਨਿਆਂ 'ਚ ਜੇਲ੍ਹਾਂ ਦੇ ਵਿੱਚੋਂ ਅਸੀਂ 2829 ਮੋਬਾਈਲ ਬਰਾਮਦ ਕੀਤੇ ਨੇ। ਕੁਲਦੀਪ ਸਿੰਘ ਧਾਲੀਵਾਲ ਜਿਹੜਾ ਪੰਚਾਇਤ ਮੰਤਰੀ ਹੈ, ਉਹ ਤਾਂ ਗਿੱਲ ਸਾਹਿਬ ਉਸ ਦਿਨ ਦਾ ਇੱਕ ਮੁਹਿੰਮ ਲਈ ਫਿਰਦਾ। ਉਹ ਤਾਂ ਕਹਿੰਦਾ ਅਸੀਂ 9,053 ਕਿੱਲੇ ਜ਼ਮੀਨ ਛਡਾਈ ਆ। ਇਹ ਨਹੀਂ ਦੱਸਿਆ ਵੀ ਦੁਬਾਰੇ ਫਿਰ ਹਾਈ ਕੋਰਟ 'ਚ ਕਿੰਨੇ ਕੇਸ ਚਲੇ ਗਏ ਔਰ ਹਾਈ ਕੋਰਟ ਕਿੰਨਾ ਮਸਲਿਆਂ ਦੇ ਵਿੱਚ ਖਿਚਾਈ ਕਰ ਰਹੀ ਹੈ, ਪਰ 9,053 ਕਿੱਲੇ ਛਡਾਉਣ ਦਾ ਅੰਕੜਾ ਜ਼ਰੂਰ ਉਹਨਾਂ ਨੇ ਦੱਸਿਆ। ਖੈਰ ਚੰਗੀ ਗੱਲ ਹੈ, ਇਹ ਤੇ ਇਸ ਵਿਭਾਗ 'ਚ ਥੋੜਾ ਬਹੁਤਾ ਕੰਮ ਆ ਜਿਹੜਾ ਉਹ ਹੋਇਆਗਾ। ਇਸ ਤੋਂ ਇਲਾਵਾ ਪੰਜਾਬ 'ਚੋਂ ਕਹਿੰਦੇ ਖੁੱਲੇ 'ਚ ਜ਼ਮੀਨਾਂ ਦੀ ਬੋਲੀ ਸ਼ੁਰੂ ਹੋਈ ਹੈ ਔਰ 1760 ਕਰੋੜ ਰੁਪਏ ਉਹ ਕਹਿੰਦੇ ਕੇਂਦਰ ਕੋਲ ਸੀ, ਜਿਹੜੇ ਪੰਜਾਬ ਦੀਆਂ ਮੰਡੀਆਂ 'ਚ ਆ ਰਹੇ ਨੇ। ਪੰਜਾਬ ਦੀ ਪਸ਼ੂ ਮੰਡੀ ਤੇ ਕੰਮ ਕੀਤਾ ਗਿਆ ਹੈਗਾ। ਇਸ ਤੋਂ ਇਲਾਵਾ ਚੇਤਨ ਸਿੰਘ ਜੌੜਾ ਮਾਜਰਾ ਤੀਜਾ ਸਿਹਤ ਮੰਤਰੀ ਹੈ ਜੀ। ਪਹਿਲਾਂ ਵਿਜੇ ਸਿੰਗਲਾ, ਫਿਰ ਭਗਵੰਤ ਮਾਨ ਕੋਲ ਰਿਹਾ ਸਿਹਤ ਵਿਭਾਗ, ਹੁਣ ਚੇਤਨ ਸਿੰਘ ਜੌੜਾ ਮਾਜਰਾ। ਤਾਂ ਵਾਈਸ ਚਾਂਸਲਰ ਦੇ ਨਾਲ ਜਦੋਂ ਦਾ ਰੇੜਕਾ ਪਿਆ ਉਦੋਂ ਦਾ ਬਹੁਤ ਚਰਚਾ ਦੇ ਵਿੱਚ ਹੈ। ਭਗਵੰਤ ਮਾਨ ਵੀ ਕਹਿੰਦੇ ਇਹਦੇ ਪੱਖ ਦੇ ਵਿੱਚ ਨਹੀਂ ਹੈ। ਖੈਰ 5 ਜਿਹੜੇ ਮੰਤਰੀਆਂ ਨੇ ਰਿਪੋਰਟ ਕਾਰਡ ਪੇਸ਼ ਕੀਤਾ ਉਹਦੇ ਵਿੱਚ ਇਹ ਵੀ ਬੈਠਾ ਸੀ ਔਰ ਇਹਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੇ ਟੀਚੇ ਪੂਰੇ ਕੀਤੇ ਨੇ। 15 ਅਗਸਤ ਨੂੰ ਅਸੀਂ 75 ਕਿਹਾ ਸੀ, 100 ਮੁਹੱਲਾ ਕਲੀਨਿਕ ਖੋਲ੍ਹ ਦਿੱਤੇ। ਹੁਣ ਇਹ ਜਿਹੜੇ ਮੁਹੱਲਾ ਕਲੀਨਿਕ ਖੋਲ੍ਹੇ ਨੇ, ਕਿੰਨੀਆਂ ਡਿਸਪੈਂਸਰੀਆਂ ਦੇ ਬਾਹਰ ਮੁਹੱਲਾ ਕਲੀਨਿਕ ਲਿਖਤਾ ਜਾਂ ਆਮ ਆਦਮੀ ਕਲੀਨਿਕ, ਇਹ ਨਹੀਂ ਉਹਨਾਂ ਨੇ ਦੱਸਿਆ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕਈ ਗੱਲਾਂ ਨੇ ਜਿਹੜੀਆਂ ਉਹ ਰੱਖੀਆਂ ਨੇ। ਸੋ 5 ਮੰਤਰੀਆਂ ਨੇ 5 ਮਹੀਨਿਆਂ ਦਾ ਰਿਪੋਰਟ ਕਾਰਡ ਆ ਜਿਹੜਾ ਸਰਕਾਰ ਦਾ ਪੇਸ਼ ਕੀਤਾ। ਖੈਰ ਇਹ ਤਾਂ ਗਿੱਲ ਸਾਹਿਬ 5 ਮਹੀਨੇ ਕੀ 5 ਸਾਲ ਲੱਗਣਗੇ। 5 ਸਾਲ ਬਾਅਦ ਲੋਕ ਦੇਖਣਗੇ ਕਿ ਰਿਪੋਰਟ ਕਾਰਡ ਸਰਕਾਰ ਦਾ ਕੀ ਹੈ। ਅਕਾਲੀ ਭਾਜਪਾ ਸਰਕਾਰ ਦੇ ਵਾਂਗ ਜਾਂ ਕਾਂਗਰਸ ਦੀ ਸਰਕਾਰ ਦੇ ਵਾਂਗ ਜਾਂ ਉਦੋਂ ਕੁਝ ਵੱਖਰਾ। ਜੀ ਨਾ ਜੇ ਵਰਮਾ ਨੂੰ ਲੇਖ ਜਾਣਗੇ ਨਾਲੇ ਸਤੌਜ ਤੋਂ ਲੈ ਕੇ ਪਾਰਕ ਪਲਾਜ਼ਾ 5 ਤਾਰੇ ਹੋਟਲ ਦਾ ਸਫ਼ਰ ਭਗਵੰਤ ਮਾਨ ਦਾ ਕੌਣ ਰੋਕ ਲੂ ਡਾਢੇ ਦੀਆਂ, ਜਿਹਨੇ ਮੱਥੇ ਤੇ ਲਿਖਤੀਆਂ 20 ਬੰਦਿਆਂ 25 ਬੰਦਿਆਂ ਨੂੰ ਖੜ ਕੇ ਹਸਾਉਣਾ। ਅੱਜ 6ਵੀਂ ਮੰਜ਼ਿਲ ਤੇ ਮੁੱਖ ਮੰਤਰੀ ਸੁੱਤਾ ਪਿਆ ਪਾਰਕ ਪਲਾਜ਼ਾ 'ਚ 5 ਸਟਾਰ 'ਚ ਪੂਰੀ ਸਵੀਟ ਦੇ ਵਿੱਚ। ਉਹਦਾ 9 ਕਿਲਾ ਰਾਏਪੁਰ ਸਵੀਟਸ ਤੇ ਕਈ ਰੱਖੀਆਂ ਹੋਏ ਨੇ। ਥੱਲੜੀ ਜਿਹੜੇ ਮਾਤੜਾਂ ਨੇ ਥੱਲੀ ਸੜਕ ਤੋਂ ਲੰਘਣਾ ਸੀ ਮੋਪੜਾਂ ਤੇ, ਉਹ ਵੀ ਬੰਦ ਕਰਤੀ। ਕਹਿੰਦੇ ਉੱਪਰ ਮੁੱਖ ਮੰਤਰੀ ਸੁੱਤਾ ਪਿਆ, ਇੱਥੇ ਹਾਰ ਨਹੀਂ ਮਾਰ ਸਕਦੇ ਤੁਸੀਂ, ਪਾਂ ਪੀ ਨਹੀਂ ਕਰ ਸਕਦੇ। ਵਕਤ ਦੀਆਂ ਗੱਲਾਂ, ਵਕਤ ਦੀਆਂ ਖੇਡਾਂ। ਸਰਕਾਰੀ ਖਜ਼ਾਨੇ ਤੋਂ ਚੈੱਕ ਵੀ ਦੂਜੀ ਪਾਰਟੀ ਦੇ ਬੰਦੇ ਨੂੰ ਗਿਆ ਜੀ। ਉਹ ਕਹਿੰਦੇ ਹੈ ਵੀ ਦੂਜੀ ਪਾਰਟੀ ਦੇ ਬੰਦੇ ਦਾ ਜੀ। ਭੈਣ ਜੀ ਦੀਆਂ ਊਂ ਚੜ੍ਹ ਮੱਚੀਆਂ ਨੇ, ਦੇਖ ਲਾ 5-7 ਜਿਪਸੀਆਂ ਆਲੇ ਦੁਆਲੇ ਤੁਰੀਆਂ ਫਿਰਦੀਆਂ। ਬੱਲੇ ਬੱਲੇ, ਬੇਬੇ ਜੀ ਦੇ ਗੋਡੀ ਹੱਥ ਅੱਡ ਲੱਗਦੇ ਨੇ। ਅੱਛਾ ਅੱਗੇ ਨੂੰ ਤੁਰੀਏ,
ਇਉਂ ਦੱਸਿਓ ਜੀ ਬਈ ਪਹਿਲਾਂ ਤਾਂ ਇੱਕ ਮੰਤਰੀ ਹੋਰ ਪਲੇਟ ਲਾਈ ਫਿਰਦਾ ਸੀ ਫੋਰਚੂਨਰ ਤੇ, ਹੁਣ ਸਲਾਮੀ ਤੇ ਅਫਸਰ ਚੜੇ ਫਿਰਨ ਜਿਪਸੀ ਤੇ, ਉਹਦੇ ਤੇ ਵੀ ਜਾਲੀ ਪਲੇਟਾਂ। ਕਮਾਲ ਹੋ ਗਈ। ਜੀ ਜੀ ਗਿੱਲ ਸਾਹਿਬ, ਕਮਾਲ ਹੋ ਗਈ। 15 ਅਗਸਤ ਵਾਲੇ ਦਿਨ ਜਿਹੜੀ ਚਿੱਟੇ ਰੰਗ ਦੀ ਨਵੀਂ ਨਕੋਰ ਜਿਪਸੀ ਦੇ ਉੱਤੇ ਚੜ੍ਹ ਕੇ 2 ਅਫਸਰਾਂ ਨੇ ਪਰੇਡ ਤੋਂ ਸਲਾਮੀ ਲਈ, ਪਤਾ ਲੱਗਿਆ ਵੀ ਉਹ ਜਿਪਸੀ ਦੇ ਉੱਤੇ ਲੱਗੀ ਹੋਈ ਨੰਬਰ ਪਲੇਟ ਜਾਲੀ ਆ। ਚੱਕ ਗਿੱਲ ਸਾਹਿਬ, ਇਹ ਅਸਲ ਦੇ ਵਿੱਚ ਮੁਕੇਰੀਆਂ ਦਾ ਐਸਡੀਐਮ ਤੇ ਮੁਕੇਰੀਆਂ ਦਾ ਡੀਐਸਪੀ ਦੋਨੇ ਜਾਣੇ ਆਜ਼ਾਦੀ ਦਿਵਸ ਵਾਲੇ ਦਿਨ ਜਿਪਸੀ ਤੇ ਚੜ੍ਹੇ, ਪਰੇਡ ਤੋਂ ਸਲਾਮੀ ਲਈ। ਔਰ ਗਿੱਲ ਸਾਹਿਬ, ਬੜਾ ਮਤਲਬ ਉਸ ਦਿਨ ਸਲੂਟ ਇਹਨਾਂ ਨੂੰ ਵੱਜੇ। ਪਰ ਪਤਾ ਲੱਗਿਆ ਕਿ ਇਸ ਜਿਪਸੀ ਦੇ ਉੱਤੇ ਜਿਹੜੀ ਨੰਬਰ ਪਲੇਟ ਲੱਗੀ ਹੋਈ ਹੈ ਨਾ, ਨੰਬਰ ਪਲੇਟ ਦੇਖ ਸਕਦੇ ਹਾਂ ਆਪਾਂ, PV 11J0011, ਬੜਾ VIP ਨੰਬਰ ਹੈ। ਔਰ ਇਹ ਨੰਬਰ ਆ ਬਜਾਜ ਚੇਤਕ ਸਕੂਟਰ ਦਾ 1997 ਮਾਡਲ ਦਾ। ਪਟਿਆਲਾ ਜ਼ਿਲ੍ਹੇ ਨਾਲ ਸੰਬੰਧਿਤ ਹੈ PV 11 ਨੰਬਰ। ਔਰ ਪਟਿਆਲਾ ਦੇ RTA ਦਫ਼ਤਰ ਦੇ ਵਿੱਚ ਜਿਹੜੀ ਜਾਣਕਾਰੀ ਰਜਿਸਟਰਡ ਹੈ ਅੱਜ ਵੀ, ਉਹ ਇਹ ਹੈ ਕਿ ਅਪ੍ਰੈਲ 1997 ਦੇ ਵਿੱਚ ਜਿਹੜਾ ਬਜਾਜ ਚੇਤਕ ਸਕੂਟਰ ਕਢਾਇਆ ਸੀ ਕਿਸੇ ਨੇ, PV 11J0011 ਨੰਬਰ ਸੀ ਉਹਦਾ। ਔਰ ਅੱਜ ਵੀ ਉਹ ਸਕੂਟਰ ਦਾ ਨੰਬਰ ਹੈ ਬਜਾਜ ਚੇਤਕ ਦਾ। ਤੇ ਇਹ ਜਿਹੜੀ ਜਿਪਸੀ ਹੈ ਗਿੱਲ ਸਾਹਿਬ, ਇਹ ਪਤਾ ਲੱਗਿਆਗਾ ਕਿ ਉਸ ਦਿਨ ਕਿਸੇ ਤੋਂ ਮੰਗ ਕੇ ਲਿਆਏ ਸੀਗੇ। ਇਹ ਸਾਬਕਾ ਪੁਲਿਸ ਅਫਸਰ ਦੀ ਜਿਪਸੀ ਹੈ। ਆਮ ਤੌਰ ਦੇ ਉੱਤੇ ਜਿਪਸੀਆਂ ਨੇ ਜਿਹੜੀਆਂ ਸਰਕਾਰ ਕੋਲੇ ਉਨੀਆਂ ਹੈ ਨਹੀਂ ਗੀਆਂ, ਜਿਸ ਕਰਕੇ ਪਰੇਡ ਦੇ ਲਈ ਕਿਸੇ ਜਾਣਕਾਰ ਤੋਂ ਪੁਲਿਸ ਅਫਸਰ ਜਾਂ ਪ੍ਰਸ਼ਾਸਨਿਕ ਅਧਿਕਾਰੀ ਜਿਪਸੀ ਮੰਗ ਲੈਂਦੇ ਨੇ। ਇਹ ਜਿਪਸੀ ਪਹਿਲੀ ਵਾਰ ਨਹੀਂ ਮੰਗੀ, ਅੱਗੇ ਵੀ ਕਈ ਵਾਰ 15 ਅਗਸਤ ਦੇ ਉੱਤੇ, 26 ਜਨਵਰੀ ਦੇ ਉੱਤੇ ਜਿਪਸੀ ਮੰਗੀ ਹੈ ਇਹਨਾਂ ਨੇ। ਔਰ ਅੱਗੇ ਵੀ ਉਸ ਪੁਲਿਸ ਅਫਸਰ ਤੋਂ ਜਿਪਸੀ ਲੈ ਕੇ ਆਉਂਦੇ ਨੇ। ਹੁਣ ਸਭ ਤੋਂ ਵੱਡਾ ਸਵਾਲ ਇਹ ਉੱਠ ਖੜਿਆ ਕਿ ਉਸ ਪੁਲਿਸ ਅਫਸਰ ਨੂੰ ਪੁੱਛਣਾ ਚਾਹੀਦਾ ਕਿ ਭਾਈ ਇਹ ਜਿਪਸੀ ਤੂੰ ਕਿੱਥੋਂ ਲਈ ਸੀ, ਇਹ ਨੰਬਰ ਕਿਵੇਂ ਲੱਗਿਆ ਇਹਦੇ ਤੇ ਸਕੂਟਰ ਦਾ ਜਿਪਸੀ ਦੇ ਉੱਤੇ। ਸੋ ਇਹ ਬੜੇ ਸਵਾਲ ਨੇ ਜੀ। ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਫਾਰਚੂਨਰ ਗੱਡੀ ਗਿੱਲ ਸਾਹਿਬ ਕਿਸੇ ਢਾਬੇ ਤੋਂ ਚੋਰੀ ਹੋਈ ਸੀ, ਉਸ ਤੋਂ ਬਾਅਦ ਮਿਲ ਗਈ ਸੀ। ਫਿਰ ਇੱਕ ਥਾਣੇਦਾਰ ਵਰਤਦਾ ਜਿਹੜਾ ਨਜ਼ਰ ਆਇਆ ਸੀ, ਆਪਾਂ ਜ਼ਿਕਰ ਵੀ ਕੀਤਾ ਸੀ ਉਸ ਖਬਰ ਦਾ। ਤੇ ਅੱਜ ਇਹ ਖਬਰ ਧਿਆਨ ਮੰਗਦੀ ਹੈ ਜੀ ਗਿੱਲ ਸਾਹਿਬ। ਆਮ ਆਦਮੀ ਪਾਰਟੀ ਦੀ ਸਰਕਾਰ ਨਵੇਂ ਕੰਮ ਤੋਰਨ ਲੱਗੀ। ਵਿਰਸਾ ਸਿੰਘ ਬਲਟੋਇਆ ਨੇ ਬਿਲਕੁਲ ਬੱਖੀ ਤੇ ਲਾਈ ਇਹ ਵਾਲੀ ਦੇ ਪੂਰੀ ਕੂਹਣੀ। ਉਹ ਕਹਿੰਦਾ ਸੱਜਣਤਾ ਹੀ ਪਤਾ ਕੀ ਆ, ਕਿਸੇ ਦੇ ਕੀਤੇ ਨੂੰ ਭੁੱਲੀਏ ਨਾ। ਕਦੇ ਪਾਣੀ ਦਾ ਗਲਾਸ ਵੀ ਖਾਨਦਾਨੀ ਬੰਦੇ ਕਿਸੇ ਤੋਂ ਪੀ ਲੈਣ, ਉਹ ਕਹਿੰਦੇ ਅਸੀਂ ਨਹੀਂ ਭੁੱਲਦੇ। ਤੇ ਫਿਰ ਨਾਲ ਹੀ ਵੱਡਾ ਕਾਫਲਾ ਚੰਡੀਗੜ੍ਹੋਂ ਫਿਰ ਮਜੀਠੇ, ਬਿਕਰਮਜੀਤ ਮਜੀਠੇ ਦਾ ਪਹੁੰਚਿਆ ਸ਼੍ਰੀ ਦਰਬਾਰ ਸਾਹਿਬ। ਜੀ ਜੀ ਗਿੱਲ ਸਾਹਿਬ, ਬਿਕਰਮਜੀਤ ਮਜੀਠੀਆ ਨੇ ਜਿਹੜਾ ਸ਼ਕਤੀ ਪ੍ਰਦਰਸ਼ਨ ਇੱਕ ਤਰੀਕੇ ਦੇ ਨਾਲ ਕੀਤਾ, ਉਹ ਸ਼ਕਤੀ ਪ੍ਰਦਰਸ਼ਨ ਦੇ ਵਿੱਚ ਚੰਡੀਗੜ੍ਹੋਂ ਤੁਰੇ ਔਰ ਲਗਾਤਾਰ ਰਸਤੇ ਦੇ ਵਿੱਚ ਖਟਕੜ ਕਲਾਂ ਵੀ ਗਏ ਔਰ ਅੰਮ੍ਰਿਤਸਰ ਸਾਹਿਬ ਤੱਕ ਕਈ ਥਾਵਾਂ ਦੇ ਉੱਤੇ ਉਹਦਾ ਸਵਾਗਤ ਹੋਇਆ। ਗਿੱਲ ਸਾਹਿਬ, ਦਰਅਸਲ ਜਿਸ ਦਿਨ ਦਾ ਬਿਕਰਮਜੀਤ ਮਜੀਠੀਆ ਜੇਲ੍ਹ ਤੋਂ ਬਾਹਰ ਆਇਆ, ਉਸ ਦਿਨ ਦਾ ਸੁਖਬੀਰ ਬਾਦਲ ਦੀ ਇੱਕ ਵੀ ਸਟੇਟਮੈਂਟ ਨਹੀਂ ਆਈ ਬਿਕਰਮਜੀਤ ਮਜੀਠੀਆ ਦੀ ਰਿਹਾਈ ਤੇ। ਹਾਲਾਂਕਿ ਹਰਜੀਤ ਗਰੇਵਾਲ ਜਿਹੜਾ BJP ਦਾ ਲੀਡਰ ਆ, ਉਹਨੇ ਕਿਹਾ ਵਧੀਆ ਹੋਇਆ, ਮਤਲਬ ਵਧਾਈ ਵੀ ਦਿੱਤੀ ਭਾਜਪਾ ਨੇ ਹਰਜੀਤ ਗਰੇਵਾਲ ਦੇ ਰੂਪ ਦੇ ਵਿੱਚ। ਕਾਂਗਰਸੀ ਔਰ ਆਮ ਆਦਮੀ ਪਾਰਟੀ ਮੇਨੋ ਮੇਣੀ ਵੀ ਹੋਈ, ਕਈ ਅਕਾਲੀ ਲੀਡਰਾਂ ਦੇ ਬਿਆਨ ਵੀ ਆਏ। ਪਰ ਅਕਾਲੀ ਦਲ ਦਾ ਜਿਹੜਾ ਮੇਨ ਧੜਾ ਗਾ ਜਾਂ ਸੁਖਬੀਰ ਬਾਦਲ ਕਹਿ ਲਈਏ, ਅਜੇ ਤੱਕ ਨਾ ਤਾਂ ਸੁਖਬੀਰ ਬਾਦਲ ਮਿਲਿਆ ਮਜੀਠੀਆ ਨੂੰ ਜੇਲ੍ਹ ਚ ਆਉਣ ਤੋਂ ਬਾਅਦ, ਨਾ ਅਜੇ ਤੱਕ ਕੋਈ ਸਟੇਟਮੈਂਟ ਦਿੱਤੀ ਆ। ਔਰ ਮਜੀਠੀਆ ਦੇ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਅਕਾਲੀ ਦਲ ਦੀ 2 ਦਿਨ ਮੀਟਿੰਗ ਚੱਲੀ ਗਈ ਚੰਡੀਗੜ੍ਹ, ਮਜੀਠੀਆ ਨੂੰ ਉਹਦੇ ਚ ਵੀ ਨਹੀਂ ਬੁਲਾਇਆ ਗਿਆ। ਕਈ ਤਰ੍ਹਾਂ ਦੇ ਸਵਾਲ ਜਿਹੜੇ ਉੱਠਦੇ ਨੇ, ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਉੱਠ ਰਹੀਆਂ। ਮਜੀਠੀਆ ਦਾ ਇਸ ਸਮੇਂ ਇਸ ਤਰੀਕੇ ਨਾਲ ਸ਼ਕਤੀ ਪ੍ਰਦਰਸ਼ਨ ਕਰਦੇ ਜਾਣਾ, ਉੱਥੋਂ ਤੱਕ ਇਕੱਲਾ ਵੀ ਗੱਡੀ 'ਚ ਜਾ ਸਕਦਾ ਸੀਗਾ। ਔਰ ਇੱਕ ਬਕਾਇਦਾ ਪ੍ਰੋਗਰਾਮ ਲਿਖਿਆ ਗਿਆ, ਬਕਾਇਦਾ ਡਿਊਟੀਆਂ ਲਾਈਆਂ ਗਈਆਂ ਮਜੀਠੀਏ ਵੱਲੋਂ। ਔਰ ਜਿਵੇਂ ਉਹਨੇ ਅੱਧੇ ਪੰਜਾਬ ਦਾ ਗੇੜਾ ਕੱਢਿਆ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਦੱਸਣਾ ਚਾਹੁੰਦਾ ਹੈ, ਉਹ ਕਾਂਗਰਸ ਨੂੰ ਵੀ ਦੱਸਣਾ ਚਾਹੁੰਦਾ ਹੈ, ਉਹ ਆਪਦੀ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਦੱਸਣਾ ਚਾਹੁੰਦਾ ਹੈ ਕਿ ਮਜੀਠੀਆ ਜਿਸ ਤਰੀਕੇ ਦੇ ਨਾਲ ਗਿਆ ਗਾ। ਇਹ ਕਈ ਸਵਾਲ ਉੱਠਦੇ ਨੇ। ਬਾਕੀ ਜਿਹੜੇ ਸਵਾਗਤ ਕਰਨ ਵਾਲੇ ਨੇ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਕਈ ਸਵਾਲਾਂ ਨੂੰ ਸੰਬੋਧਨ ਜਿਹੜਾ ਉਹ ਹੋਣਾ ਹੀ ਚਾਹੀਦਾ ਕਿ ਪਹਿਲੀ ਵਾਰ ਹੋਇਆ ਕਿ ਅਕਾਲੀ ਦਲ ਦੇ ਕਿਸੇ ਸੀਨੀਅਰ ਆਗੂ ਦੇ ਉੱਤੇ ਨਸ਼ਿਆਂ ਦੇ ਮਸਲੇ ਦੇ ਵਿੱਚ ਜੇਲ੍ਹ ਦੇ ਵਿੱਚ ਰਹਿਣ ਦੀ ਗੱਲ ਸਾਹਮਣੇ ਆਈ ਹੋਵੇ। ਸ਼ਾਇਦ ਇਸੇ ਕਰਕੇ ਮਤਲਬ ਬਹੁਤ ਸਾਰੇ ਅਕਾਲੀ ਲੀਡਰ ਟਾਲਾ ਵੀ ਵੱਟ ਰਹੇ ਨੇ। ਇਸੇ ਦਰਮਿਆਨ ਗਿੱਲ ਸਾਹਿਬ ਕਈ ਗੱਲਾਂ ਕਹਿ ਗਿਆ ਮਜੀਠੀਆ, ਚੰਨੀ ਨਾਲ ਜੋੜ ਕੇ ਵੀ ਕਹੀਆਂ। ਕਹਿੰਦਾ ਛੱਲਾ ਮੁੜ ਕੇ ਨਹੀਂ ਆਇਆ, ਛੱਲਾ ਮੁੜ ਕੇ ਆਊਗਾ। ਤਾਂ ਇਹ ਚੰਨੀ ਦੇ ਉੱਤੇ ਕਟਾਕਸ਼ ਕਰ ਰਿਹਾ ਸੀ ਔਰ ਕਹਿੰਦਾ ਇੱਕ ਮੇਰੇ ਕੋਲ ਵੀਡੀਓ ਪਈ ਆ, ਜਦੋਂ ਛੱਲਾ ਮੁੜਿਆ ਉਦੋਂ ਚਲਾਵਾਂਗੇ।
ਉਹ ਵੀਡੀਓ ਕੀ ਹੈ, ਕਾਹਦੀ ਹੈ, ਕੀ ਕਹਾਣੀ ਪਾ ਗਿਆ ਬਿਕਰਮਜੀਤ ਮਜੀਠੀਆ ਚੰਨੀ ਨਾਲ ਜੋੜ ਕੇ, ਇਹ ਤਾਂ ਹੁਣ ਚੰਨੀ ਦੇ ਆਉਣ ਤੇ ਹੀ ਪਤਾ ਲੱਗੂਗਾ। ਬਾਕੀ ਕਈ ਥਾਵਾਂ ਦੇ ਉੱਤੇ ਹੋਰ ਵੀ ਕਈ ਗੱਲਾਂ ਬਾਤਾਂ ਜਿਹੜੀਆਂ ਬਿਕਰਮਜੀਤ ਮਜੀਠੀਆ ਹੋਰਾਂ ਨੇ ਕਹੀਆਂ ਨੇ। ਜੀ ਗੱਲ ਸਾਹਿਬ, ਕਹਾਣੀ ਇਹ ਹੈ ਵੀ ਜੀਜੇ ਦੀ ਲੱਤ ਉੱਪਰ ਹੁੰਦੀ ਹੈ, ਉਹ ਕਹਿੰਦਾ ਸਾਲਾ ਕਰੇ ਮੈਨੂੰ ਫੋਨ, ਨਾਲੇ ਹੁਣ ਮਿਲਣ ਦੀ ਨਹੀਂ ਨਾ ਲੋੜ ਜੀ, ਫੇਸ ਟਾਈਮ ਵਗੈਰਾ ਹੋ ਜਾਂਦਾ ਹੈ, ਬਿੱਥ ਬਣਾ ਕੇ ਚੱਲ ਕੇ। ਹੋ ਸਕਦਾ ਹੈ ਕਿ ਅਕਾਲੀ ਦਲ ਦੀ ਸਰਤਾਜਗੀ ਮਜੀਠੀਏ ਨੂੰ ਮਿਲਣ ਦੀ ਗੱਲ ਹੋਵੇ, ਯਾਲੀ ਹੋਣੀ ਤੇ ਚੰਦੂ ਮਾਜਰੇ ਉਹਨਾਂ ਨੂੰ, ਤੇ ਉਹਦੇ ਬਾਅਦ ਜਗਮੀਤ ਬਰਾੜ ਨੂੰ ਜਿਹੜਾ ਚਾਰੇ ਪਾਸੇ ਚੱਕਮਾ ਚੁੱਲ੍ਹਾ ਹੈ, ਉਹਨਾਂ ਨੂੰ ਪਰਾਂ ਕਰਨ ਦੀ ਕਹਾਣੀ ਹੋਵੇ, ਇਹ ਵੀ ਹੋ ਸਕਦਾ। ਤੇ ਨਾਲ ਇਹ ਦੱਸਿਓ ਬਈ ਜੱਜ ਜਿਹੜੇ ਨਿਯੁਕਤ ਕੀਤੇ ਨੇ ਉਹਨਾਂ ਦਾ ਰੌਲਾ ਪੈ ਗਿਆ। ਜੀ ਗੱਲ ਸਾਹਿਬ, ਇਹ ਜਿਹੜੇ 11 ਜੱਜਾਂ ਦਾ ਮਸਲਾ ਗਾ ਜਿਹੜਾ ਚਰਚਾ ਦਾ ਵਿਸ਼ਾ ਬਣ ਗਿਆ। ਦਰਅਸਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ 11 ਜੱਜ ਜਿਹੜੇ ਨਿਯੁਕਤ ਹੋਏ ਨੇ, ਉਹਨਾਂ ਦੇ ਵਿੱਚ ਇੱਕ ਵੀ ਸਿੱਖ ਨਹੀਂ ਹੈ। ਔਰ ਸੁਖਬੀਰ ਬਾਦਲ ਨੇ ਮਸਲਾ ਉਠਾਤਾ ਕਿ ਚੰਡੀਗੜ੍ਹ ਪੰਜਾਬ ਦਾ, ਤੁਸੀਂ ਪੰਜਾਬ ਨੂੰ ਨਹੀਂ ਦੇ ਰਹੇ, ਹੋਰ ਕਈ ਮਸਲੇ। ਔਰ ਜਿਹੜੀ ਇਹ ਭਰਤੀ ਕੀਤੀ ਹੈ, ਇਹਦੇ ਵਿੱਚ ਕੁਰਬਾਨੀਆਂ ਕਰਨ ਵਾਲੇ ਮਤਲਬ ਜਿਹੜੇ ਸਿੱਖ ਨੇ, ਉਹਨਾਂ ਨੂੰ ਤੁਸੀਂ ਜਿਹੜਾ ਗਾ ਉਹ ਕਾਊਂਟ ਨਹੀਂ ਕੀਤਾ। ਉਹ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖੀ ਹੈ। ਹੋਰ ਵੀ ਕਈ ਸੰਸਥਾਵਾਂ ਨੇ ਮਸਲਾ ਗਾ ਜਿਹੜਾ ਉਹ ਉਠਾਇਆ ਗਾ। ਖੈਰ ਗਿੱਲ ਸਾਹਿਬ, ਇਹ ਉਠਾਉਣਾ ਵੀ ਬਣਦਾ। ਬਾਕੀ ਦੂਸਰੀ ਗੱਲ ਇਹ ਵੀ ਹੈ ਕਿ ਵਿਦੇਸ਼ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਸਿੱਖ ਭਾਈਚਾਰਾ ਗਾ ਜਿਹੜਾ ਜਾ ਰਿਹਾ ਗਾ, ਇਹ ਵੀ ਇੱਕ ਕਾਰਨ ਹੈ। ਤੇ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਲੋਕ ਸਭਾ ਦੇ ਵਿੱਚ ਵੀ ਮਸਲਾ ਉਠਾਇਆ ਸੀ। ਉਹਨਾਂ ਨੇ ਸੁਪਰੀਮ ਕੋਰਟ ਦਾ ਉਠਾਇਆ ਸੀ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਜੱਜ ਨੇ ਉੱਥੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਕੋਈ ਨਹੀਂ ਹੈ। ਤੇ ਲੇਕਿਨ ਹੁਣ 11 ਜਿਹੜੇ ਜੱਜਾਂ ਦੀ ਨਿਯੁਕਤੀ ਹੋਈ ਹੈ ਹਾਈ ਕੋਰਟ ਦੇ ਵਿੱਚ, ਇਹ ਮਸਲਾ ਵੀ ਉੱਠ ਖੜਾ ਹੋਇਆ ਜੀ। ਅੱਛਾ ਜੀ, ਨਾਲ ਇਹ ਦੱਸਿਓ ਕਿ ਪੰਜਾਬ ਤੋਂ ਬਾਹਰ ਚੱਲਦੇ ਹਾਂ ਪਹਿਲਾਂ, ਪਰ ਪੰਜਾਬ ਦੀ ਗੱਲ, ਬਾਈਬਲ ਕਲਾਂ ਇਨਸਾਫ ਮੋਰਚਾ ਜਿਹੜਾ ਹੈ ਉਹ ਹਲੇ ਵੀ ਜਾਰੀ ਹੈ। 1 ਸਤੰਬਰ ਨੂੰ ਕਿਹਨੇ ਇਕੱਠ ਸੱਦ ਲਿਆ ਜੀ ਵੱਡਾ? ਜੀ ਗੱਲ ਸਾਹਿਬ, ਦੇਖੋ ਬਾਈਬਲ ਕਲਾਂ ਜਿਹੜਾ ਇਨਸਾਫ ਮੋਰਚਾ ਚੱਲ ਰਿਹਾ, ਮੋਰਚਾ ਉੱਥੇ ਉਵੇਂ ਜਿਵੇਂ ਚੱਲ ਰਿਹਾ ਗਾ। ਪਿਛਲੇ ਦਿਨਾਂ ਦੇ ਵਿੱਚ ਉੱਥੇ ਕੁਲਤਾਰ ਸਿੰਘ ਸੰਧਵਾਂ ਗਏ ਸੀ, ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ। ਉਹਨਾਂ ਨੇ ਜਾ ਕੇ ਕਿਹਾ ਸੀ ਕਿ ਸਾਨੂੰ ਥੋੜ੍ਹਾ ਟਾਈਮ ਦਿਓ। ਉਹਦੇ ਤੇ 15 ਦਿਨ ਦਾ ਟਾਈਮ ਆ ਜਿਹੜਾ ਉਹ ਮੋਰਚੇ ਵੱਲੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇ ਦਿੱਤਾ ਗਿਆ ਸੀ। ਔਰ ਅੱਜ ਦੁਬਾਰੇ ਇਕੱਠ ਹੈਗਾ ਜਿਹੜਾ ਉੱਥੇ ਸੱਦਿਆ ਗਿਆ ਸੀ। ਔਰ ਅੱਜ ਇਕੱਠ ਦੇ ਵਿੱਚ ਕਈ ਵਿਦਵਾਨ, ਕਈ ਸਿੱਖ ਆਗੂ ਜਿਹੜੇ ਉੱਥੇ ਪਹੁੰਚੇ। ਔਰ ਗਿੱਲ ਸਾਹਿਬ, ਉੱਥੇ ਬਾਈਬਲ ਕਲਾਂ ਮੋਰਚੇ ਦੇ ਵਿੱਚ ਜਿਹੜੇ ਬਾਈਬਲ ਕਲਾਂ ਗੋਲੀकांड 'ਚ ਸ਼ਹੀਦ ਹੋਏ ਸੀ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਦੇ ਪੁੱਤਰ ਸੁਖਰਾਜ ਸਿੰਘ ਤੇ ਸ਼ਹੀਦ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਤੋਂ ਇਲਾਵਾ ਬਾਈਬਲ ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਗਾ ਕਿ 1 ਸਤੰਬਰ ਨੂੰ ਭੋਗ ਪਾਏ ਜਾਣਗੇ ਸ੍ਰੀ ਸਹਿਜ ਪਾਠ ਦੇ। ਔਰ ਉਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਵੱਡੇ ਪੱਧਰ ਤੇ ਮਨਾਇਆ ਜਾਵੇਗਾ। ਉਸ ਦਿਨ ਅਗਲੇ ਸੰਘਰਸ਼ ਦੀ ਰੂਪ ਰੇਖਾ ਦਾ ਐਲਾਨ ਹੋਊਗਾ। ਉਸ ਦਿਨ ਇੱਕ ਵੱਡਾ ਇਕੱਠ ਹੈਗਾ ਜਿਹੜਾ ਉਹ ਬੁਲਾਇਆ ਗਿਆ 1 ਸਤੰਬਰ ਨੂੰ। ਔਰ ਉਸ ਦਿਨ ਵੱਡਾ ਐਲਾਨ ਹੈਗਾ ਜਿਹੜਾ ਉਹ ਹੋ ਸਕਦਾ ਗਾ। ਔਰ ਬਾਈਬਲ ਕਲਾਂ ਇਨਸਾਫ ਮੋਰਚਾ ਗਾ ਜਿਹੜਾ ਉਹ ਸਰਕਾਰ ਨੂੰ ਹੋਰ ਸਮਾਂ ਦੇਣ ਦੇ ਰੌਂ ਦੇ ਵਿੱਚ ਨਹੀਂ ਲੱਗਦਾ, ਕਿਉਂਕਿ ਸਰਕਾਰ ਨੇ ਗਿੱਲ ਸਾਹਿਬ ਕਿਤੇ 3 ਮਹੀਨੇ ਦਾ ਸਮਾਂ, ਕਿਤੇ 15 ਦਿਨ ਦਾ ਸਮਾਂ, ਕਿਤੇ ਕਿੰਨੇ ਮਹੀਨੇ ਦਾ ਸਮਾਂ, ਇਸ ਤਰੀਕੇ ਦੇ ਨਾਲ ਸਮਾਂ ਮੰਗਿਆ ਭਗਵੰਤ ਮਾਨ ਹੋਰਾਂ ਦੀ ਨੇ। ਔਰ ਪਹਿਲਾਂ ਗੱਲਾਂ ਇਹ ਸੀਗੀਆਂ ਚੋਣਾਂ ਵੇਲੇ ਕਿ ਸਰਕਾਰ ਬਣਦਿਆਂ ਹੀ ਜਿਹੜਾ ਇਨਸਾਫ ਹੈਗਾ ਉਹ ਦਿੱਤਾ ਜਾਊ। ਉਦੋਂ ਤਾਂ ਹਰਾ ਪੈਨ ਚਲਾਉਣ ਦੀਆਂ ਗੱਲਾਂ ਕਈ ਬੇਰੁਜ਼ਗਾਰਾਂ ਨਾਲ, ਕੱਚੇ ਕਾਮਿਆਂ ਨਾਲ ਵੀ ਹੋਈਆਂ ਸੀ, ਪਰ ਹੁਣ 5 ਮਹੀਨੇ ਦੇ ਰਿਪੋਰਟ ਕਾਰਡ ਦੇ ਵਿੱਚ ਉਹ ਗੱਲਾਂ ਸਾਹਮਣੇ ਨਹੀਂ ਆਈਆਂ। ਖੈਰ ਗਿੱਲ ਸਾਹਿਬ, ਬਾਈਬਲ ਕਲਾਂ ਇਨਸਾਫ ਮੋਰਚੇ ਦਾ ਸੰਘਰਸ਼ ਹੈ ਜਿਹੜਾ ਜਿਉਂਦਾ ਤਿਉਂ ਜਾਰੀ ਹੈ ਜੀ। ਅਧਿਆਪਕ ਨੇ ਕੁੱਟਮਾਰ ਕੀਤੀ ਜੀ ਰਾਜਸਥਾਨ 'ਚ, ਤੇ ਉਹ ਦਲਿਤ ਬੱਚੇ ਦੀ ਮੌਤ ਹੋ ਗਈ। ਕੀ ਕਹਾਣੀ ਆ ਜੀ ਇਹ? ਗਿੱਲ ਸਾਹਿਬ, ਬੜੀ ਮੰਦਭਾਗੀ ਘਟਨਾ ਹੈ ਇਹ ਘਟਨਾ ਨੇ ਕਈ ਚੀਜ਼ਾਂ ਨੇ ਜਿਹੜੀਆਂ ਉਜਾਗਰ ਕੀਤੀਆਂ ਨੇ। ਰਾਜਸਥਾਨ ਦੇ ਜਾਲੌਰ ਜ਼ਿਲ੍ਹੇ ਦੇ ਵਿੱਚ 9 ਸਾਲ ਦੇ ਇਸ ਦਲਿਤ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਤੇ ਹੋਰ ਕਈ ਸੈਕਸ਼ਨਾਂ ਦੇ ਵੱਲੋਂ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੈਂਡਲ ਮਾਰਚ ਵੀ ਅੱਜ ਰਾਜਸਥਾਨ ਦੇ ਵਿੱਚ ਕੀਤੇ ਗਏ ਨੇ। ਪੂਰੇ ਭਾਰਤ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ। ਦਰਅਸਲ ਗਿੱਲ ਸਾਹਿਬ, ਇਲਜ਼ਾਮ ਇਹ ਹੈ ਕਿ ਦਲਿਤ ਬੱਚੇ ਇੰਦਰ ਕੁਮਾਰ ਮੇਘਵਾਲ ਦੀ ਮੌਤ ਇੱਕ ਨਿੱਜੀ ਸਕੂਲ ਦੇ ਅਧਿਆਪਕ ਵੱਲੋਂ ਜਿਹੜੀ ਕੁੱਟਮਾਰ ਕੀਤੀ ਉਹਦੇ ਨਾਲ ਹੋਈ ਹੈ। ਗਿੱਲ ਸਾਹਿਬ, ਇਹ ਕੁੱਟਮਾਰ ਦਾ ਜਿਹੜਾ ਕਾਰਨ ਦੱਸਿਆ ਜਾ ਰਿਹਾ ਹੈਗਾ, ਜਿੰਨਾ ਗੱਲ ਸਾਹਮਣੇ ਆਈ ਹੈ, ਉਹ ਇਹ ਆਈ ਹੈ ਕਿ ਬੱਚਾ ਸਕੂਲ ਗਿਆ ਸੀ, ਪ੍ਰਾਈਵੇਟ ਸਕੂਲ ਹੈ, ਪ੍ਰਾਈਵੇਟ ਸਕੂਲ ਦਾ ਸੰਚਾਲਕ ਹੈ ਜਿਹੜਾ ਅਧਿਆਪਕ ਹੈ, ਉਹਨੇ ਆਪਦੇ ਪੀਣ ਦੇ ਲਈ, ਜਿਹੜਾ ਸੋ ਕਾਲਡ ਉੱਚ ਜਾਤੀ ਨਾਲ ਸੰਬੰਧਿਤ ਹੈ, ਆਪਦੇ ਪੀਣ ਦੇ ਲਈ ਇੱਕ ਪਾਣੀ ਦਾ ਘੜਾ ਹੈਗਾ ਜਿਹੜਾ ਉਹ ਰੱਖਿਆ ਹੋਇਆ ਸੀ। ਔਰ ਇਸ ਬੱਚੇ ਨੂੰ 11 ਕੁ ਵਜੇ ਪਿਆਸ ਲੱਗੀ
ਇਹਨੇ ਉਸ ਘੜੇ ਦੇ ਵਿੱਚੋਂ ਪਾਣੀ ਪੀ ਲਿਆ। ਓਹੋ। ਉਸ ਤੋਂ ਬਾਅਦ ਅਧਿਆਪਕ ਇਸ ਗੱਲ ਦੇ ਉੱਤੇ ਬੁਖਲਾ ਗਿਆ, ਉਹਨੇ ਬੁਰੀ ਤਰ੍ਹਾਂ ਬੱਚੇ ਦੀ ਕੁੱਟਮਾਰ ਕੀਤੀ। ਇਹ ਬੱਚੇ ਦੇ ਅੱਖ ਔਰ ਕੰਨ ਦੇ ਜਿਹੜਾ ਅੰਦਰੂਨੀ ਸੱਟ ਵੱਜੀ, ਅੱਖ ਦੀ ਬਹੁਤ ਸੁੱਜੀ ਹੋਈ ਸੀ, ਕੰਨ ਗਿੱਲ ਸਾਹਿਬ ਬਹੁਤ ਅੰਦਰੋਂ ਜਿਹੜਾ ਗਾ ਉਹ ਪੇਨ ਕਰ ਰਿਹਾ ਸੀ। ਮੇਲਦੇ ਹੋਏ ਬੱਚੇ ਨੂੰ ਜਿਹੜਾ ਘਰ ਦੇ ਲੈ ਕੇ ਗਏ, ਹਸਪਤਾਲ ਦਾਖਲ ਕਰਾਇਆ। 23 ਦਿਨ ਇਲਾਜ ਚੱਲਿਆ ਦਾ ਹਸਪਤਾਲ ਦੇ ਵਿੱਚ। 23 ਦਿਨ ਇਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਤੜਫਦਾ ਰਿਹਾ ਬੱਚਾ, ਔਰ ਅਖੀਰ ਇਹਦੀ ਮੌਤ ਆ ਗਈ ਜਿਹੜੀ ਉਹ ਹੋਈ ਹੈ। ਸੋ ਬੜੀ ਮੰਦਭਾਗੀ ਘਟਨਾ ਗਈ ਇਹ, ਜਿਹੜੀ ਰਾਜਸਥਾਨ ਦੇ ਜਲੌਰ ਜ਼ਿਲ੍ਹੇ ਦੇ ਵਿੱਚ ਵਾਪਰੀ ਹੈ ਕਿ 9 ਸਾਲ ਦਾ ਦਲਿਤ ਬੱਚਾ ਇੰਦਰ ਕੁਮਾਰ ਮੇਘਵਾਲ, ਜਿਹੜਾ 3rd ਕਲਾਸ ਦਾ ਵਿਦਿਆਰਥੀ ਸੀ, ਉਹਦੀ ਮੌਤ ਆ ਜਿਹੜੀ ਉਹ ਹੋਈ ਹੈ। ਹੁਣ ਗਿੱਲ ਸਾਹਿਬ ਇਸ ਵਿਸ਼ੇ ਦੇ ਉੱਤੇ ਅਧਿਆਪਕ ਦੇ ਖਿਲਾਫ ਕੇਸ ਦਰਜ ਕਰ ਲਿਆ, FIR ਦਰਜ ਕਰ ਲਈ। ਜਿਹੜਾ ਅਧਿਆਪਕ ਹੈ ਸ਼ੈਲ ਸਿੰਘ, ਉਹਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ। ਔਰ ਸ਼ੈਲ ਸਿੰਘ ਨੇ ਹੁਣ ਤੱਕ ਦੀ ਪੁੱਛਗਿੱਛ ਦੇ ਵਿੱਚ ਪੁਲਿਸ ਨੂੰ ਇਹ ਦੱਸਿਆ ਗਾ ਕਿ ਉਹਨੇ ਬੱਚੇ ਨੂੰ ਕੁੱਟਿਆ ਸੀ, ਪਰ ਉਹ ਕੁੱਟ ਦਾ ਕਾਰਨ ਹੋਰ ਦੱਸ ਰਿਹਾ। ਉਹ ਇਹ ਗੱਲ ਆ ਜਿਹੜੀ ਉਹ ਨਹੀਂ ਮੰਨ ਰਿਹਾ ਹਜੇ ਤੱਕ। ਪਰ ਜੋ ਗੱਲਾਂ ਸਾਹਮਣੇ ਆ ਜਾਂ ਜੋ ਕੁਝ ਵੀਡੀਓ ਸਾਹਮਣੇ ਆਈ, ਵੀਡੀਓ ਭਾਵੇਂ ਕੁੱਟਮਾਰ ਦੀ ਜਾਂ ਕੁੱਟਮਾਰ ਦੇ ਕਾਰਨ ਦੀ ਨਹੀਂ, ਲੇਕਿਨ ਬੱਚੇ ਦੀ ਜਿਸ ਤਰੀਕੇ ਦੇ ਨਾਲ ਤੜਫ ਰਿਹਾ ਬੱਚਾ, ਉਹ ਬੜਾ ਗਿੱਲ ਸਾਹਿਬ ਦੇਖਿਆ ਨਹੀਂ ਜਾਂਦਾ। ਕਿ ਅੱਜ ਦੇ ਸਮੇਂ ਦੇ ਵਿੱਚ ਵੀ ਜਦੋਂ ਮਨੁੱਖ ਨੇ ਚੰਦ ਤੇ ਪੈੜਾਂ ਪਾਤੀਆਂ, ਅੱਜ ਦੇ ਸਮੇਂ ਦੇ ਵਿੱਚ ਵੀ ਜਦੋਂ ਅਸੀਂ ਬਹੁਤ ਚੀਜ਼ਾਂ ਨੇ ਜਿਹੜੀਆਂ ਭਾਈਚਾਰਕ ਏਕਤਾ ਦੇ ਵਿੱਚ ਸਮਝ ਰਹੇ ਹਾਂ, ਉਦੋਂ ਜਾਤ ਪਾਤ ਦੇ ਆਧਾਰ ਦੇ ਉੱਤੇ ਤਾਂ ਵਿਤਕਰਾ ਉਹ ਵੀ ਪੜ੍ਹੇ ਲਿਖੇ ਵਰਗ ਦੇ ਵੱਲੋਂ। ਜੀ ਗਿੱਲ ਸਾਹਿਬ, ਪੰਜਾਬ 'ਚ ਇਹੋ ਜਿਹੀ ਗੱਲ ਹੋਈ ਹੁੰਦੀ, ਗਲਤ ਸ਼ਬਦ ਏ ਮਾੜਾ, ਤੇ ਇਹ ਜਾਤੀਆਂ ਜਿਹੜੀਆਂ ਬਣਾਈਆਂ ਕੰਮਾਂ ਕਰਕੇ ਇਹੋ ਜਿਹਾ ਕੁਛ ਹੁੰਦਾ। ਮਾਰ ਕੇ ਹੁੱਜਾਂ ਪਿੰਡ ਦੇ ਲੋਕਾਂ ਨੇ ਮਾਸਟਰ ਦੀ ਜੀਭ ਕੱਢ ਦੇਣੀ ਸੀ ਬਾਹਰ ਹੋਣ ਨੂੰ। ਬਾਹਰਲਿਆਂ ਸੂਬਿਆਂ ਦੇ ਵਿੱਚ ਇਹੀ ਆ, ਤਾਂ ਹੀ ਬਸਦਾ ਗੁਰਾਂ ਦੇ ਨਾਂ 'ਤੇ ਕਿਹਾ ਜਾਂਦਾ। ਬਿਲਕਿਸ ਬਾਨੋ ਦਾ ਅਦਾਲਤ ਕਹਿੰਦੀ ਫਿਰ ਬਲਾਤਕਾਰ ਹੋਇਆ ਨਹੀਂ ਜੀ। ਗਿੱਲ ਸਾਹਿਬ, ਅਦਾਲਤ ਨੇ ਤਾਂ ਸਜ਼ਾ ਦੇ ਦਿੱਤੀ ਸੀ। ਬਿਲਕਿਸ ਬਾਨੋ ਗੁਜਰਾਤ ਦੀ ਉਹ ਕੁੜੀ ਹੈ ਜਿਹਦਾ ਕੇਸ ਬਹੁਤ ਚਰਚਾ ਦਾ ਵਿਸ਼ਾ ਬਣਿਆ। ਜਦੋਂ ਗੁਜਰਾਤ ਦੇ 2002 ਦੇ ਦੰਗੇ ਹੋਏ, ਬਿਲਕਿਸ ਬਾਨੋ ਦੇ ਪਰਿਵਾਰ ਦੇ ਉੱਤੇ ਇੱਕ ਭੀੜ ਨੇ ਹਮਲਾ ਕੀਤਾ, ਔਰ ਇਸ ਦੌਰਾਨ 5 ਮਹੀਨਿਆਂ ਦੀ ਗਰਭਵਤੀ ਬਿਲਕਿਸ ਬਾਨੋ ਦੇ ਨਾਲ ਗੈਂਗ ਰੇਪ ਕੀਤਾ ਗਿਆ। ਉਹਦੀ 3 ਸਾਲ ਦੀ ਬੇਟੀ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਉਸ ਵੇਲੇ ਬਿਲਕਿਸ ਬਾਨੋ ਦੀ ਉਮਰ 20 ਸਾਲ ਦੀ ਸੀ। ਔਰ ਗਿੱਲ ਸਾਹਿਬ, ਇਹਨਾਂ ਦੰਗਿਆਂ ਦੇ ਵਿੱਚ ਬਿਲਕਿਸ ਬਾਨੋ ਦੀ ਮਾਂ, ਛੋਟੀ ਭੈਣ ਤੇ ਹੋਰ ਉਹਦੇ ਜਿਹੜੇ ਕਲੋਜ਼ ਰਿਸ਼ਤੇਦਾਰ ਸੀ, 14 ਜਾਣੇ ਮਾਰੇ ਗਏ। ਬਿਲਕਿਸ ਬਾਨੋ ਨੂੰ ਗੈਂਗ ਰੇਪ ਕਰਕੇ ਛੱਡ ਦਿੱਤਾ ਗਿਆ, ਔਰ ਇਹ ਮਸਲਾ ਚਰਚਾ ਦਾ ਵਿਸ਼ਾ ਬਣਿਆ। ਜਦੋਂ ਗੁਜਰਾਤ ਦੰਗਿਆਂ ਦੀ ਗੱਲ ਚੱਲਦੀ, ਜਦੋਂ ਗੁਜਰਾਤ ਦੰਗਿਆਂ ਦੇ ਉੱਤੇ ਫਿਲਮਾਂ ਬਣੀਆਂ, ਨਾਵਲ ਲਿਖੇ, ਕਹਾਣੀਆਂ ਲਿਖੀਆਂ, ਤੱਥ ਰਿਪੋਰਟਾਂ ਸਾਹਮਣੇ ਆਈਆਂ, ਬਿਲਕਿਸ ਬਾਨੋ ਦਾ ਹਰ ਥਾਂ ਜ਼ਿਕਰ ਹੋਇਆ। ਇਸੇ ਕਰਕੇ ਮਸਲਾ ਅਦਾਲਤਾਂ ਦੇ ਵਿੱਚ ਗਿਆ। ਬਿਲਕਿਸ ਬਾਨੋ ਨੇ ਅਦਾਲਤਾਂ ਦੇ ਵਿੱਚ ਗਵਾਹੀਆਂ ਦਿੱਤੀਆਂ, ਔਰ ਉਸ ਤੋਂ ਬਾਅਦ 11 ਜਣਿਆਂ ਨੂੰ ਉਮਰ ਕੈਦ ਹੋਈ ਅਦਾਲਤ ਦੇ ਵਿੱਚੋਂ। ਲੇਕਿਨ 15 ਅਗਸਤ ਦੇ ਦਿਨ ਉਹਨਾਂ ਨੂੰ ਸਰਕਾਰ ਨੇ ਰਿਹਾ ਕਰਨ ਦਾ ਫੈਸਲਾ ਲੈ ਲਿਆ। ਉਹਨਾਂ ਦੀ ਸਜ਼ਾ ਗਈ ਜਿਹੜੀ ਗਿੱਲ ਸਾਹਿਬ, ਉਹਨੂੰ ਘਟਾ ਦਿੱਤਾ ਗਿਆ। ਉਹਨਾਂ ਨੂੰ ਮਤਲਬ ਸਜ਼ਾ ਜਿਹੜੀ ਹੈਗੀ, ਕਿਉਂਕਿ ਉਮਰ ਕੈਦ ਦੀ ਸਜ਼ਾ ਹੋਈ ਸੀ, 14 ਸਾਲਾਂ ਬਾਅਦ ਸਰਕਾਰ, ਜੇਲ੍ਹ ਵਿਭਾਗ ਹੈਗਾ ਜਿਹੜਾ ਉਹ ਸਜ਼ਾ ਨੂੰ ਘਟਾ ਸਕਦਾ, ਰਿਹਾਈ ਕਰ ਸਕਦਾ ਦੋਸ਼ੀ ਦੀ। ਇਹ ਚੀਜ਼ ਨੂੰ ਮਤਲਬ ਮੱਦੇਨਜ਼ਰ ਰੱਖਦਿਆਂ ਸਰਕਾਰ ਨੇ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਕਰ ਦਿੱਤੀ ਆ। ਹੁਣ ਇਹ ਮਸਲਾ ਗੁਜਰਾਤ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ, ਪੂਰੇ ਭਾਰਤ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਵਿਰੋਧੀ ਧਿਰਾਂ ਦੋਸ਼ ਲਾ ਰਹੀਆਂ ਨੇ ਕਿ ਗੁਜਰਾਤ ਦੀਆਂ ਚੋਣਾਂ ਆ ਰਹੀਆਂ ਨੇ, ਗੁਜਰਾਤ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਭਾਜਪਾ ਦੀ ਸਰਕਾਰ ਨੇ ਇਹ ਕੀਤਾ ਗਾ। ਜੀ ਗਿੱਲ ਸਾਹਿਬ, ਆਖਰੀ ਖਬਰ ਜੀ, ਨਤੀਸ਼ ਕੁਮਾਰ ਦੀ ਸੁਣਾਇਓ। ਫਿਰ ਬਣਾਤਾ ਮੰਤਰੀ ਮੰਡਲ ਪੂਰਾ? ਜੀ ਗਿੱਲ ਸਾਹਿਬ, ਨਿਤਿਸ਼ ਕੁਮਾਰ ਨੇ ਪੂਰਾ ਮੰਤਰੀ ਮੰਡਲ ਬਣਾਤਾ ਜੀ। ਨਿਤਿਸ਼ ਕੁਮਾਰ ਤਾਂ ਹੁਣ ਥਾਪੀਆਂ ਮਾਰ ਰਿਹਾ ਹੈਗਾ। ਉਹ ਤਾਂ ਕਹਿ ਰਿਹਾ ਵੀ ਮੈਂ ਤਾਂ ਵਿਰੋਧੀ ਧਿਰਾਂ ਨੂੰ ਜਿਹੜਾ ਉਹ ਇਕੱਠਾ ਕਰੂੰਗਾ ਆਉਣ ਵਾਲੇ ਦਿਨਾਂ ਦੇ ਵਿੱਚ, ਔਰ ਵਿਰੋਧੀ ਧਿਰਾਂ ਨੂੰ ਇਕੱਠੀਆਂ ਕਰਕੇ ਅੱਗੇ ਵਧੂੰਗਾ। ਸੋ ਇਹ ਵੀ ਗਿੱਲ ਸਾਹਿਬ ਇਤਫਾਕ ਹੀ ਹੈ। ਤੁਸੀਂ ਦੇਖੋ ਕਿ ਨਿਤਿਸ਼ ਕੁਮਾਰ ਨੇ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਭਾਜਪਾ ਨਾਲੋਂ ਨਾਤਾ ਤੋੜ ਕੇ ਕਾਂਗਰਸ ਔਰ ਮੇਨਲੀ ਜਿਹੜਾ ਲਾਲੂ ਪ੍ਰਸਾਦ ਯਾਦਵ ਦੇ ਮੁੰਡੇ ਦੇ ਨਾਲ ਗੱਠਜੋੜ ਕਰਕੇ ਸਰਕਾਰ ਬਣਾਈ। ਹੁਣ ਜਿਹੜਾ ਗਿੱਲ ਸਾਹਿਬ ਇਹ ਨਵਾਂ ਮੰਤਰੀ ਮੰਡਲ ਨਿਤਿਸ਼ ਕੁਮਾਰ ਨੇ ਬਣਾਇਆ ਗਾ, ਉਸ ਮੰਤਰੀ ਮੰਡਲ ਦੇ ਵਿੱਚ ਕਾਂਗਰਸ ਨੂੰ ਵੀ ਨੁਮਾਇੰਦਗੀ ਦਿੱਤੀ ਗਈ ਆ, ਕਾਂਗਰਸ ਦੇ ਵੀ ਮੰਤਰੀ ਬਣਾਏ ਨੇ, ਔਰ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਦੇ ਵੀ ਮੰਤਰੀ ਨੇ ਜਿਹੜੇ ਉਹ ਬਣਾਏ ਗਏ ਨੇ। ਔਰ ਨਿਤਿਸ਼ ਕੁਮਾਰ ਨੇ ਜਿਹੜੇ 31 ਮੰਤਰੀਆਂ ਨੂੰ ਸਹੁੰ ਚੁਕਾਈ ਆ ਅੱਜ, ਉਹਨਾਂ ਦੇ ਵਿੱਚ ਉਹ ਚਿਹਰੇ ਨੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਨਿਤਿਸ਼ ਕੁਮਾਰ ਦੇ ਵੀ ਖਿਲਾਫ ਬੋਲਦੇ ਰਹੇ ਸੀ, ਜਿਹੜੇ BJP ਦੇ ਖਿਲਾਫ ਬੋਲਦੇ ਰਹੇ ਸੀਗੇ। ਸੋ 31 ਵਿਧਾਇਕਾਂ ਨੂੰ ਹੁਣ ਬਤੌਰ ਮੰਤਰੀ ਹੈ ਜਿਹੜੀ ਸਹੁੰ ਚੁਕਾਈ ਆ। ਔਰ ਮੰਤਰੀ ਮੰਡਲ ਦੇ ਵਿੱਚ ਮੇਨਲੀ ਰਾਸ਼ਟਰੀ ਜਨਤਾ ਦਲ ਦੇ ਤੇਜ ਪ੍ਰਤਾਪ ਯਾਦਵ
ਅਲੋਕ ਮਹਿਤਾ, ਜਨਤਾ ਦਲ ਯੂਨਾਈਟਿਡ ਦੇ ਵਿਜੇ ਕੁਮਾਰ ਚੌਧਰੀ, ਵਿਜੇਂਦਰ ਜਾਦਵ ਤੇ ਕਾਂਗਰਸ ਦੇ ਆਫਾਕ ਆਲਮ ਜਿਹੜੇ ਨੇ ਉਹ ਮੌਜੂਦ ਨੇ। ਜੀ ਗਿੱਲ ਸਾਹਿਬ। ਧੰਨਵਾਦ ਜੀ। ਕੱਲ ਸਵੇਰੇ ਫੇਰ ਸਾਂਝ ਪਵੇਗੀ ਤੇ ਧੰਨਵਾਦ ਬਹੁਤ ਬਹੁਤ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਸਰਦਾਰ ਨਵਕਿਰਨ ਸਿੰਘ ਪੱਤੀ ਸੇਖਵਾਂ ਬਰਨਾਲਿਓਂ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚ ਗੱਲਬਾਤ ਕਰ ਰਹੇ। ਕੱਲ ਪ੍ਰੋਫੈਸਰ ਕੁਲਦੀਪ ਸਿੰਘ ਪੇਲੀਆ ਜੀ ਆਏ ਸੀ, ਜਿਹੜੇ ਅੰਕੜੇ ਬਹੁਤ ਦਿੰਦੇ ਆ। ਅੱਜ ਉਹਨਾਂ ਨੇ ਅੰਕੜੇ ਭੇਜੇ। ਉਹ ਕਹਿੰਦੇ ਵੀ ਖਾਸ ਤੌਰ 'ਤੇ ਸਿਹਤ ਸੇਵਾਵਾਂ ਦੀ ਗੱਲ ਮੈਂ ਕਰਨੀ ਹੈ। ਉਹ ਕਹਿੰਦੇ ਜੇ ਯੂਰਪ ਦੇ ਐਵਰੇਜ ਦੇ ਨਾਲ ਆਪਾਂ ਦੇਖੀਏ ਤਾਂ ਸਾਨੂੰ ਕੈਨੇਡਾ ਦੇ ਵਿੱਚ 1,29,000 ਨਵੇਂ ਡਾਕਟਰ ਅਤੇ 95,000 ਬੈੱਡਾਂ ਦੀ ਜ਼ਰੂਰਤ ਹੈ। ਉਹਨਾਂ ਨੇ ਗਿਣਤੀ ਜਿਹੜੀ ਕੀਤੀ ਦੇਸ਼ ਦੇ ਹਿਸਾਬ ਨਾਲ ਸਿਹਤ ਦੇਖਭਾਲ ਦੀ ਲਾਗਤ ਪ੍ਰਤੀ ਵਿਅਕਤੀ ਪ੍ਰਤੀ ਸਾਲ ਅਮਰੀਕਨ ਡਾਲਰਾਂ 'ਚ, ਡਾਕਟਰਾਂ ਅਤੇ ਬੈੱਡਾਂ ਦੀ ਗਿਣਤੀ 1000 ਬੰਦੇ ਪਿੱਛੇ ਇਹ ਭੇਜੀ ਦੇਸ਼। ਉਹਦੇ ਬਾਅਦ ਆਪਾਂ ਇੱਕ ਬੰਦੇ ਦੀ ਤੇ ਲਾਗਤ ਕਿੰਨੀ ਲਾਉਂਦਾ ਦੇਸ਼, ਅਤੇ ਡਾਕਟਰਸ 1000 ਬੰਦੇ ਪਿੱਛੇ ਕਿੰਨੇ ਨੇ ਅਤੇ ਬੈੱਡ ਕਿੰਨੇ ਨੇ। ਪਹਿਲਾਂ ਉਹ UK ਦੇ ਵਿੱਚ ਕਹਿੰਦੇ ਨੇ ਵੀ $4315 ਇੱਕ ਜਣੇ 'ਤੇ ਉਹ ਖਰਚਦੇ ਆ। 5.8 5.8 ਡਾਕਟਰ ਨੇ 1000 ਬੰਦੇ ਪਿੱਛੇ ਅਤੇ 2.5 ਬੈੱਡ ਨੇ 1000 ਬੰਦੇ ਪਿੱਛੇ। ਫਰਾਂਸ ਦੇ ਵਿੱਚ 4690 ਖਰਚਦੇ ਆ। 6.5 ਡਾਕਟਰ ਨੇ 1000 ਬੰਦੇ ਪਿੱਛੇ, ਲਗਭਗ 6 ਬੈੱਡ ਨੇ 1000 ਬੰਦੇ ਪਿੱਛੇ। ਜਰਮਨੀ 'ਚ 5472 ਖਰਚਦੇ ਆ। 4.25 ਡਾਕਟਰ ਨੇ, 3.7 ਡਾਕਟਰ ਨਾ 4.3 ਡਾਕਟਰ, 4.25 ਡਾਕਟਰ 1000 ਪਿੱਛੇ ਅਤੇ 8 ਬੈੱਡ ਨੇ। ਨੈਦਰਲੈਂਡ ਦੇ ਵਿੱਚ, ਜਿਹਨੂੰ ਹਾਲੈਂਡ ਪੰਜਾਬੀ ਕਹਿੰਦੇ ਆ, $5300 ਖਰਚਦੇ ਆ ਅਤੇ 3.7 4.25 ਦੇ ਕਰੀਬ ਡਾਕਟਰ 1000 ਬੰਦੇ ਪਿੱਛੇ ਅਤੇ 3.25 ਜਿਹੜੇ ਨੇ ਉਹ ਬੈੱਡ ਨੇ। ਆਸਟ੍ਰੇਲੀਆ ਦੇ ਵਿੱਚ $5326 ਖਰਚਦੇ ਆ ਉਹ, ਅਤੇ 5.2 ਬੈੱਡ ਡਾਕਟਰ ਨੇ 1000 ਦੇ ਪਿੱਛੇ ਅਤੇ 7.3 7.25 ਦੇ ਕਰੀਬ ਬਿਸਤਰੇ ਨੇ, ਬੈੱਡ ਨੇ 1000 ਦੇ ਪਿੱਛੇ। ਇਟਲੀ 'ਚ ਸਿਰਫ 2999 ਖਰਚਦੇ ਆ ਅਤੇ 8 ਡਾਕਟਰ ਨੇ 1000 ਦੇ ਪਿੱਛੇ ਅਤੇ ਬੈੱਡ 3 ਨੇ। ਔਸਤ ਇਹਨਾਂ ਦੀ ਯੂਰਪ ਦੀ ਆ 4683 ਅਤੇ ਲਗਭਗ 6 ਡਾਕਟਰ ਅਤੇ 5 ਜਿਹੜੇ ਨੇ ਬੈੱਡ ਨੇ। ਕੈਨੇਡਾ ਦੇ ਵਿੱਚ $5000 ਔਸਤ ਖਰਚਦੇ ਨੇ। ਖਰਚਾ ਬਹੁਤ ਹੈ, ਅਫਸਰਸ਼ਾਹੀ ਨੇ ਪਰੋਨਿਆ ਪਿਆ ਦੇਸ਼। $5000 ਇੱਕ ਪਿੱਛੇ ਖਰਚਦੇ ਨੇ ਅਤੇ 2.5 ਡਾਕਟਰ ਨੇ, 2.4 ਹੀ ਨੇ, ਅਤੇ 2.5 ਜਿਹੜੇ ਨੇ ਬੈੱਡ ਨੇ। ਕੈਨੇਡਾ 'ਚ ਡਾਕਟਰਾਂ ਦੀ ਜਿਹੜੀ ਲੋੜ ਹੈ, ਐਵਰੇਜ ਜਿਹੜੀ ਹੈ 5.8 ਯੂਰਪ ਦੀ ਆ, ਉਹ 'ਚੋਂ 5.8 ਚੋਂ 2.4 ਕੱਢ ਦਈਏ ਤਾਂ 3.4 ਨੇ ਪ੍ਰਤੀ 1000 ਆਬਾਦੀ ਜਾਂ 3400 ਪ੍ਰਤੀ ਮਿਲੀਅਨ ਡਾਕਟਰ ਚਾਹੀਦੇ ਨੇ ਅਤੇ 38 ਮਿਲੀਅਨ ਆ ਅਸੀਂ। ਅਤੇ ਬੈੱਡਾਂ ਦੀ ਜ਼ਰੂਰਤ ਹੈ ਜਿਹੜੀ ਉਹ ਐਵਰੇਜ 5 ਆ ਯੂਰਪ ਦੀ, ਸਾਨੂੰ 2.5 ਨੇ 1000 ਪਿੱਛੇ, ਸੋ 2.5 ਹੋਰ ਚਾਹੀਦੇ ਨੇ। 2500 ਚਾਹੀਦਾ 1 ਮਿਲੀਅਨ ਲਈ ਅਤੇ 38 ਮਿਲੀਅਨ ਹੈ। ਇਹਦੇ ਲਈ 3400 ਨੂੰ 38 ਨਾਲ ਗੁਣਾ ਕਰੀਏ, 1,29,900 ਡਾਕਟਰ ਚਾਹੀਦੇ ਨੇ, ਅਤੇ 2500 ਬੈੱਡਾਂ ਨੂੰ 38 ਨਾਲ ਗੁਣਾ ਕਰੀਏ, 95,000 ਬੈੱਡ ਚਾਹੀਦਾ। BC 'ਚ ਸਿਰਫ 17,000 ਨਵੇਂ ਡਾਕਟਰ ਅਤੇ 12,500 ਬੈੱਡ ਚਾਹੀਦੇ ਨੇ। ਕੈਨੇਡਾ 'ਚ ਪ੍ਰਤੀ ਵਿਅਕਤੀ ਲਾਗਤ ਹੈ ਜਿਹੜੀ ਯੂਰਪੀਅਨ ਦੇਸ਼ਾਂ ਦੇ ਮੁਕਾਬਲੇ ਹੈ, ਪਰ ਡਾਕਟਰ 2.5 ਨੇ ਅਤੇ 2.5 ਹੋਏ ਬੈੱਡ ਨੇ 1000 ਪਿੱਛੇ। ਇਹਦੇ ਲਈ ਹੁਣ ਡਾਕਟਰਾਂ ਦੀ ਜ਼ਰੂਰਤ ਹੈ, ਹਸਪਤਾਲਾਂ ਦੀ ਜ਼ਰੂਰਤ ਹੈ, ਬਣਾਉਂਦੇ ਆ ਜਾਂ ਨਹੀਂ ਬਣਾਉਂਦੇ ਇਹ ਤਾਂ ਹੁਣ ਵਕਤ ਦੱਸੇਗਾ। ਪਰ ਪੇਲੀਆ ਜੀ ਉਹਨਾਂ ਨੇ ਅੰਕੜੇ ਪੂਰੇ ਕੱਢ ਕੇ ਭੇਜੇ ਆ। ਅਤੇ ਸਾਡਾ ਜਿਹੜਾ ਸਿਹਤ ਦਾ ਸਿਸਟਮ ਹੈ ਲਗਭਗ ਜਿਹੜਾ ਉਹ ਕਲੈਪਸਿੰਗ 'ਤੇ ਹੈ। ਜਦ 10-10 ਘੰਟੇ ਤੁਸੀਂ ਇੱਕ ਐਮਰਜੈਂਸੀ 'ਚ ਉਡੀਕਣਾ, 8-8 ਘੰਟੇ ਉਡੀਕਣਾ, ਅਤੇ ਕਮਿਊਨਿਟੀ ਕਲੀਨਿਕ ਖੁੱਲ੍ਹੇ ਨੇ, ਉਹ 'ਚ ਡਾਕਟਰ ਨਹੀਂ। ਸਾਡੇ ਜਵਾਕ ਪੜ੍ਹੇ ਹੋਏ ਜਿਨ੍ਹਾਂ ਨੂੰ ਇੱਥੇ ਮਿਲਦੀ ਨਹੀਂ ਐਡਮਿਸ਼ਨ, ਉਹ ਬਾਹਰ ਪੜ੍ਹ ਕੇ ਆਉਂਦੇ ਆ ਅਤੇ ਮੁੜ ਕੇ ਰੈਜ਼ੀਡੈਂਸੀ ਹੈ ਜਿਹੜੀ ਉਹਨਾਂ ਨੂੰ ਜਗ੍ਹਾ ਨਹੀਂ ਮਿਲਦੀ, ਫਿਰ ਅਮਰੀਕਾ ਵੱਲ ਜਾ ਵੜਦੇ ਆ ਅਤੇ ਉੱਥੇ ਵਿਆਹ ਵੂਹ ਕਰਾ ਕੇ ਸੈਟਲ ਹੋ ਜਾਂਦੇ ਆ। ਅਤੇ ਅਸੀਂ ਡਾਕਟਰ 2 ਵਜੇ ਨੂੰ ਲਿਖ ਕੇ ਲਾ ਦਿੰਦੇ ਨੇ ਬਾਹਰ, ਜਿਵੇਂ ਮਿੱਟੀ ਦੇ ਤੇਲ ਦੇ ਡੀਪੂ 'ਚ ਕਹਿੰਦੇ ਨੇ ਮਿੱਟੀ ਦਾ ਤੇਲ ਮੁੱਕ ਗਿਆ, ਇਸ ਤਰ੍ਹਾਂ
ਕੋਵਿਡ ਕਾਹਦਾ ਆਇਆ? ਡਾਕਟਰ ਲੱਭਦੇ ਨਹੀਂ, ਡਾਕਟਰ ਮਿਲਦੇ ਨਹੀਂ, ਡਾਕਟਰ ਜਿਹੜੀਆਂ ਮੂਰੇ ਚੌਧਰੀ ਰੱਖੇ ਨੇ ਫੋਨ ਤੇ ਬੈਠਣ ਵਾਲੇ ਉਹੀ ਨਹੀਂ ਬਾਂਹ ਪੱਲਾ ਫੜਾਉਂਦੇ। ਉਹ ਕਹਿੰਦਾ ਡਾਕਟਰ ਹੈ ਨਹੀਂ, ਡਾਕਟਰ ਨੂੰ ਕਿਤੇ ਮਿਲੋ, ਡਾਕਟਰ ਕਹਿੰਦਾ ਤੁਸੀਂ ਮੈਨੂੰ ਸਿੱਧਾ ਫੋਨ ਕਰਦੇ, ਸਿੱਧਾ ਫੋਨ ਕਰੋ, ਉਹ ਕਹਿੰਦੇ ਫਿਰ ਮੂਹਰਲਾ ਸਟਾਫ ਕਹਿੰਦਾ ਵੀ ਸਾਨੂੰ ਬਾਈਪਾਸ ਕਰਤਾ ਤੁਸੀਂ। ਬੜਾ ਪੰਗਾ। ਪਰ ਪੇਲੀਆ ਜੀ ਨੇ ਭੇਜਿਆ ਵੀ ਇੰਨੇ ਡਾਕਟਰ ਹੋਰ ਚਾਹੀਦੇ ਨੇ, ਇੰਨੇ ਬੈੱਡ ਚਾਹੀਦੇ ਨੇ। ਹੁਣ ਵੋਟਾਂ ਪਾਉਣ ਵੇਲੇ ਤੁਹਾਨੂੰ ਪਤਾ ਹੋਣਾ ਚਾਹੀਦਾ, ਸੂਬੇ ਦੀ ਆਵੇ, ਸ਼ਹਿਰ ਦੀ ਆਵੇ, ਫੈਡਰਲ ਆਵੇ, ਵੋਟਾਂ ਜਦ ਆਉਣੀਆਂ ਨੇ ਉਸ ਸਮੇਂ ਤੁਸੀਂ ਸਵਾਲ ਪੁੱਛਣੇ। ਉਸ ਸਮੇਂ ਫਿਰ ਸਾਨੂੰ ਇਹ ਬਹੁਤ ਸੋਹਣਾ ਲੱਗਦਾ, ਮੈਂ 4 ਵਾਰ ਬਣ ਗਿਆ, ਮੈਂ 5 ਵਾਰ ਬਣ ਗਿਆ, ਫਿਰ ਇਹ ਇਲਾਕੇ ਦਾ ਆਪਣਾ, ਫਿਰ ਪਿੰਡਾਂ ਦਾ, ਫਿਰ ਸਾਡੇ ਘਰ ਬਾਹਰ ਆਉਂਦਾ ਜਾਂਦਾ ਹੈ। ਅਤੇ ਬਸ ਇੱਥੇ ਹੀ ਕਹਾਣੀ ਆਉਂਦਾ ਜਾਂਦਾ ਜਾਂ ਆਉਂਦਾ ਜਾਂਦੀ, ਇੱਕ ਵਿਅਕਤੀ ਵਿਸ਼ੇਸ਼ ਲਈ ਨਹੀਂ ਮੈਂ ਕਹਿੰਦਾ। ਅਤੇ ਫਿਰ ਸਾਡਾ ਮਾਪਦੰਡ ਇਹ ਆ ਵੀ ਕਿੰਨੀ ਵਾਰ ਕੌਣ ਬਣਿਆ ਬਸ। ਅਤੇ ਵੋਟਾਂ ਵੇਲੇ ਅਸੀਂ ਸਵਾਲ ਨਹੀਂ ਪੁੱਛਦੇ ਜਿਹੜੇ ਪੁੱਛਣੇ ਚਾਹੀਦੇ। ਲਓ ਜੀ ਅੱਗੇ ਚੱਲਦੇ। ਉਦੋਂ ਪਹਿਲਾਂ ਡਾਕਟਰ ਜੰਡੀ ਹੋਲਡ ਕਰ ਰਹੇ ਨੇ। ਡਾਕਟਰ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ, ਜਿਹੜਾ ਸਿਸਟਮ ਹੈ ਨਾ ਮੈਡੀਕਲ ਦਾ, ਜਿਹੜਾ ਤੁਸੀਂ ਡਾਟਾ ਦਿੱਤਾ, ਉਹ ਡਾਟਾ ਜਿਹੜਾ ਉਹ ਡਾਟਾ ਡਜ਼ਨਟ ਸਪੀਕ ਫॉर ਇਟਸੈਲਫ। ਉਹਨੂੰ ਕਿਤੇ ਐਨਾਲਾਈਜ਼ ਕਰਨ ਲਈ ਤੁਹਾਨੂੰ ਬਹੁਤ ਚੀਜ਼ਾਂ ਫੈਕਟਰ ਇਨ ਕਰਨੀਆਂ ਪੈਂਦੀਆਂ। ਜੇ ਆਪਾਂ ਇਹ ਲਾਈਏ ਵੀ ਜਿਹੜੇ ਨੌਰਥ ਈਸਟ ਕੰਟਰੀਜ਼ ਆ ਜਾਂ ਸਮ ਯੂਰਪੀਅਨ ਕੰਟਰੀਜ਼ ਆ, ਜੇ ਆਪਾਂ ਉਸ ਬੇਸ ਸਟਰਕਚਰ ਤੇ ਆਪਾਂ ਕਹੀਏ ਵੀ ਇੱਥੇ ਨਰਸ ਹਾਇਰ ਕਰਕੇ ਆਪਾਂ ਕੰਮ ਚਲਾ ਲੈਣਾ, ਦੈਟ ਵੋਂਟ ਵਰਕ। ਠੀਕ। ਕਿਉਂਕਿ ਇੱਥੇ ਜਿਹੜੇ ਲਿਵਿੰਗ ਐਕਸਪੈਂਸਿਸ ਬਹੁਤ ਜ਼ਿਆਦਾ ਆ, ਉੱਥੇ ਲਿਵਿੰਗ ਐਕਸਪੈਂਸਿਸ ਬਹੁਤ ਘੱਟ ਆ। ਉੱਥੇ 90% ਲੋਕੀ ਜਿਹੜੇ ਉਹ ਅਪਾਰਟਮੈਂਟਾਂ 'ਚ ਰਹਿੰਦੇ, ਇੱਥੇ 90% ਲੋਕੀ ਜਿਹੜੇ ਉਹ ਘਰ 'ਚ ਰਹਿਣਾ ਲਾਈਕ ਕਰਦੇ ਆ। ਜੇ ਮੈਨੂੰ ਉੱਥੇ ਦਾ ਜਿਹੜਾ ਸਟਰਕਚਰ ਆ ਉਹਨੂੰ ਤੁਸੀਂ ਕੰਪੇਅਰ ਨਹੀਂ ਕਰ ਸਕਦੇ ਇੱਥੇ ਦੇ ਸਟਰਕਚਰ ਨਾਲ। ਇਹ ਮੈਂ ਮੰਨਦਾ ਵੀ ਮੈਡੀਕਲ ਦੇ ਵਿੱਚ ਬਹੁਤ ਪ੍ਰੋਬਲਮ ਹੈ, ਪਰ ਉਹ ਪ੍ਰੋਬਲਮ ਸੋਲਵ ਕਰਨ ਲਈ ਆਪਾਂ ਯੂਰਪੀਅਨ ਡਾਟੇ 'ਤੇ ਨਹੀਂ ਜਾ ਸਕਦੇ। ਆਪਾਂ ਨੂੰ ਇਹ ਤੋਂ ਆਪਣਾ ਜਨਰੇਟ ਕਰਨਾ ਪਊਗਾ ਵੀ ਆਪਾਂ ਉਹਨੂੰ ਕਿੱਦਾਂ ਇੰਪਰੂਵ ਕਰ ਸਕਦੇ ਹਾਂ। ਤੁਸੀਂ ਯੂਰਪੀਅਨ ਡਾਟੇ ਨੂੰ ਇੱਥੇ ਇੰਪੋਰਟ ਨਹੀਂ ਕਰਕੇ ਕਰ ਸਕਦੇ, ਕਿਉਂਕਿ ਉਹਨਾਂ ਦਾ ਲਿਵਿੰਗ, ਉਹਨਾਂ ਦੀ ਬੇਸ ਸਟਰਕਚਰ ਉਹ ਸਾਰਾ ਕੁਝ ਡਿਫਰੈਂਟ ਹੈ। ਉਹਦੇ ਉੱਤੇ ਤਾਂ ਤੁਸੀਂ ਇੱਥੇ ਡਾਕਟਰ ਦੇਖੋਗੇ, ਅਗਲਾ ਕਹਿੰਦਾ ਮੈਂ ਤਾਂ ਇੱਥੇ ਘਰ ਨਾ ਬਣਾ ਕੇ ਉਹਦੇ ਵਿੱਚੋਂ ਪੈਸੇ ਕਮਾ ਲੂੰ। ਇਸ ਕਰਕੇ ਇਹ ਚੀਜ਼ਾਂ ਦਾ ਕੋਈ ਕੰਪੈਰੀਜ਼ਨ ਨਹੀਂ। ਬਾਕੀ ਤੁਹਾਡੀ ਮੈਂ ਲਾਸਟ ਵੀਕ ਜਿਹੜੀ ਤੁਸੀਂ ਵੈਸਟੇ ਨੂੰ ਗੱਲ ਕਰਦੇ ਸੀ, ਜਿਹੜੇ ਉਹ ਇੱਕ ਵਕੀਲ ਮੈਡਮ ਆ ਜਿਹੜੇ ਉਹ ਪਰਸਿਊ ਕਰ ਰਹੇ, ਇਹਦੇ ਵਿੱਚ ਵੀ ਬਹੁਤ ਕੰਪਲੀਕੇਟਡ ਸਿਸਟਮ ਹੈ। ਇਹੋ ਇੱਦਾਂ ਨਹੀਂ ਵੀ ਜਿੱਦਾਂ ਤੁਸੀਂ ਕਹਿੰਦੇ ਆ ਜਾਂ ਕੋਈ ਵੀ ਬੰਦਾ ਕਹਿੰਦਾ ਵੀ ਮੈਂ ਬਾਹਰੋਂ ਡਿਗਰੀ ਕਰਿਆ ਜਾਂ ਬਾਹਰੋਂ, ਉਹਨੂੰ ਅਪਗ੍ਰੇਡ ਕਰਨ ਲਈ ਡੈਫੀਨੇਟਲੀ ਤੁਹਾਨੂੰ ਹੋਰ ਰੈਜ਼ੀਡੈਂਸੀ ਜਨਰੇਟ ਕਰਨੀਆਂ ਪੈਣੀਆਂ। ਉਹ ਰੈਜ਼ੀਡੈਂਸੀਜ਼ ਦੀ ਪੋਜੀਸ਼ਨ ਹੈਗੀ, ਉਹਦੇ ਲਈ ਤੁਹਾਨੂੰ ਗਵਰਨਮੈਂਟ 'ਤੇ ਪ੍ਰੈਸ਼ਰ ਪਾਉਣਾ ਪੈਣਾ ਵੀ ਜਿਹੜੇ ਡਾਕਟਰ ਉਸ ਪ੍ਰੋਗਰਾਮ 'ਚ ਜਾਂਦੇ ਆ ਉਹਨਾਂ ਨੂੰ ਐਡੀਸ਼ਨਲ ਫੰਡਿੰਗ ਦਿੱਤੀ ਜਾਵੇ, ਤਾਂ ਕਿ ਜਿਹੜਾ ਵੇਸਟ ਉਹਨਾਂ ਦਾ ਟਾਈਮ ਇੱਕ ਰੈਜ਼ੀਡੈਂਟ ਨੂੰ ਟ੍ਰੇਨ ਕਰਨ ਲਈ ਜਾਇਆ ਹੁੰਦਾ ਉਹਨੂੰ ਉਹ ਕੰਪਨਸੇਟ ਕਰ ਸਕਣ। ਕਿਉਂ ਨਹੀਂ ਡਾਕਟਰ ਲੈਂਦੇ? ਡਾਕਟਰ ਕਹਿੰਦਾ ਮੇਰੇ 20% ਟਾਈਮ ਦਾ ਮੇਰਾ ਰੈਜ਼ੀਡੈਂਟ ਨੂੰ ਟ੍ਰੇਨਿੰਗ 'ਚ ਲੱਗ ਜਾਂਦਾ, ਮੈਂ ਤਾਂ ਸ਼ਾਮ ਨੂੰ ਉੱਦਾਂ ਵੀ ਇੱਥੇ ਡਾਕਟਰ $1500 ਹੀ ਬਣਾਉਂਦੇ ਆ ਸ਼ਾਮ ਤਾਈਂ ਸਾਰਿਆਂ ਤੋਂ। ਮੈਨੂੰ ਲੱਗਦਾ ਜੇ ਨਾਰਥ ਅਮਰੀਕਾ ਜੋ ਮਿਨੀਮਮ ਵੇਜਸ ਡਾਕਟਰਾਂ ਦੀਆਂ ਉਹ ਇੱਥੇ BC ਦੇ ਵਿੱਚ ਹੀ ਆ। ਬਾਕੀ ਜਿੱਥੋਂ ਤਾਈਂ ਤੁਸੀਂ ਕਹਿੰਦੇ ਮੈਂ ਅਮਰੀਕਾ ਚੱਲ ਜਾਣਾ, ਉਹ ਲੋਕਾਂ ਨੇ ਚੱਲ ਜਾਣਾ, ਕਿਉਂਕਿ ਉੱਥੇ ਦਾ ਇੱਕ ਸਟਰਕਚਰ ਬਹੁਤ ਡਿਫਰੈਂਟ ਸਟਰਕਚਰ ਆ। ਤੁਸੀਂ ਉਹਨਾਂ ਕੰਮ ਕਰਕੇ ਇੱਥੇ ਨਾਲੋਂ 5-6 ਗੁਣਾ ਜ਼ਿਆਦਾ ਵੇਜਸ, ਜ਼ਿਆਦਾ ਤੁਹਾਡੀ ਤਨਖਾਹ ਬਣ ਜਾਣੀ ਹੈ। ਤੁਸੀਂ ਇੱਥੇ ਕਾਹਦੇ ਧੱਕੇ ਖਾਓਗੇ? ਆਪਾਂ ਨੂੰ ਚਾਹੀਦਾ ਆਪਾਂ ਨੂੰ ਚਾਹੀਦਾ ਵੀ ਡਾਕਟਰਾਂ ਨੂੰ ਇੱਥੇ ਵੀ ਜਿਹੜੇ $30 ਪਰ ਪੇਸ਼ੈਂਟ ਦਿੰਦੇ ਆ, ਉਹ 50 ਪੇਸ਼ੈਂਟ ਦੇਖ ਸਕਦੇ, $1500 ਉਹਦੇ ਵਿੱਚੋਂ ਜਿਹੜਾ ਉਹਨਾਂ ਦਾ 30% ਹੈ ਆਫਿਸ ਦਾ ਐਕਸਪੈਂਸਿਸ ਨਿਕਲ ਜਾਂਦਾ। ਕੀ ਬਚਿਆ ਕੀ ਤੇ ਡਾਕਟਰ ਨੂੰ? ਮੈਂ ਤਾਂ ਕਈ ਵਾਰੀ ਆਪ ਹੈਰਾਨ ਉਹਨਾਂ ਨਾਲ ਵੀ ਡਾਕਟਰ ਕੰਮ ਕਿੱਦਾਂ ਕਰਦੇ ਆ। ਦੈਟ ਇਜ਼ ਰਿਐਲਿਟੀ ਆ। ਉਹਨੂੰ ਆਪਾਂ ਨੂੰ ਇਹ ਚੀਜ਼ ਨੂੰ ਬਹੁਤ ਮਤਲਬ ਡਾਕਟਰਾਂ ਦਾ ਮੈਨੂੰ ਪਤਾ ਨਹੀਂ ਡਾਕਟਰ ਅੱਜ ਦੀ ਡਿਮਾਂਡ ਕਿਸੇ ਲੈਵਲ 'ਤੇ ਤਾਂ ਕਰਦੇ ਹੋਣਗੇ, ਪਰ ਉਹ ਅਪ ਫਰੰਟ ਪਬਲਿਕਲੀ ਉਹਨੇ ਕਦੀ ਨਹੀਂ ਕੀਤੀ। ਪਰ ਜਿੰਨੀ ਵੇਜਸ ਡਾਕਟਰ ਨੂੰ ਮਿਲਦੀਆਂ ਉਹ ਅਨਐਕਸੈਪਟੇਬਲ ਹੈ। ਉਹ ਉਹਨਾਂ ਵੇਜਸ 'ਤੇ ਜੇ ਤੁਸੀਂ ਕਹੋ ਵੀ ਤੁਹਾਡੇ ਬੱਚਿਆਂ ਨੇ ਅੱਗੇ 30 ਡਾਕਟਰਾਂ ਨਾਲ ਉਹਨੇ $900 ਦੀ ਦਿਹਾੜੀ ਕੱਢ ਲੈਣੀ ਆ, ਵਿੱਚੋਂ ਟੈਕਸ ਪੇ ਕਰਕੇ ਮੇਰੇ ਖਿਆਲ 'ਚ ਕਿਸੇ ਤੋਂ ਨਹੀਂ ਨਿਕਲਣੀ। ਬੱਚਿਆਂ ਨੇ ਹੌਲੀ ਹੌਲੀ ਜਿਹੜਾ ਇੱਥੇ ਵੀ ਆ ਉਹ ਵੀ ਇਹੀ ਲੱਭਦਾ ਮੈਨੂੰ ਕਿਸ ਤਰ੍ਹਾਂ। ਹਾਲੇ ਤਾਂ ਨੈਫਟਾ ਦੇ ਅੰਦਰ ਡਾਕਟਰ ਕਵਰ ਹੋ ਕੇ ਉੱਥੇ ਜਾ ਨਹੀਂ ਸਕਦੇ। ਜੇ ਕਿਤੇ ਨੈਫਟਾ ਦੇ ਅੰਡਰ ਕਵਰ ਹੁੰਦੇ ਹੁਣ ਜਿਹੜੇ ਇੱਥੇ ਜਵਾਕ ਆਉਂਦੇ ਉਹ ਵੀ ਉੱਧਰ ਨੂੰ ਚਲੇ ਜਾਣ। ਉਹ ਨੈਫਟਾ ਦੇ ਅੰਡਰ ਨਹੀਂ ਕਵਰ ਹੁੰਦੇ, ਉਹ ਤਾਂ ਕਰਕੇ ਨਹੀਂ ਜਾ ਰਹੇ। ਬਾਕੀ ਜਿਹਦਾ ਕਿਸ ਤਰ੍ਹਾਂ 19-21 'ਚ ਨਿਕਲਦਾ ਅਗਲਾ ਨਿਕਲ ਕੇ ਇੱਥੋਂ ਚੱਲ ਜਾਂਦਾ। ਇਹ ਰਿਐਲਿਟੀ ਹੈ। ਥੈਂਕ ਯੂ ਜੀ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ। ਰਘਵੀਰ ਸਿੱਧੂ ਜੀ, ਲਾਈਨ ਨੰਬਰ 2। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਚਲੋ ਮਾਫੀ ਮੰਗਦਾ ਵੀ ਆਊਟ ਆਫ ਟੌਪਿਕ। ਨਹੀਂ ਕੋਈ ਨਾ ਜੀ। ਹਾਂ, ਇਹ ਕੀ ਹੋਇਆ ਗਿੱਲ ਸਾਹਿਬ, ਮੈਨੂੰ ਨਾ ਜਿਵੇਂ ਫਰਾਡ ਦੇ ਫੋਨ ਆਉਂਦੇ ਹੁੰਦੇ ਆਪਾਂ ਨੂੰ ਕਈ ਵਾਰੀ,
ਕਿ ਪਹਿਲੀ ਵਾਰੀ ਮੈਨੂੰ ਜਿਵੇਂ ਆਪਣਾ ਮੰਨ ਲਓ ਕਿਸੇ ਵੀ ਬੈਂਕ 'ਚ ਅਕਾਊਂਟ ਆਰਬੀਸੀ TD ਜਾਂ ਕੋਈ ਵੀ, ਤਾਂ ਉਹ ਬੈਂਕ ਦਾ ਉੱਤੇ ਆਇਆ, ਜਿਵੇਂ ਮੰਨ ਲਓ ਸਪੋਜ਼ ਵੀ CIBC ਹੈ ਨਾ, ਕਾਲ ਆਈ ਤੇ ਉਹ ਕਹਿੰਦੇ ਤੁਹਾਡੇ ਲਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਹੈ, ਜਦ ਕਿ ਉਹੀ 1 ਦਬੋ 2 ਦਬੋ। ਤੇ ਮੈਂ ਇਹੀ ਤੁਹਾਡੇ ਥਰੂ ਦੱਸਣਾ ਚਾਹੁੰਦਾ ਆਪਣੇ ਸਾਰੇ ਸਰੋਤਿਆਂ ਨੂੰ ਵੀ ਜੇ ਕੋਈ ਤੁਹਾਡੇ ਬੈਂਕ ਦੇ ਵਿੱਚ ਅਕਾਊਂਟ ਆ ਤੇ ਕਾਲ ਆਉਂਦੀ ਹੈ ਨਾ, ਤੇ ਬੀ ਅਵੇਅਰ। ਓਕੇ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਲਓ ਜੀ, ਸਰਦਾਰ ਹਰਦੀਪ ਸਿੰਘ ਡਿਬਡਿਬਾ ਮੇਰੇ ਨਾਲ ਸ਼ਾਮਲ ਨੇ। ਮੈਨੂੰ ਪਤਾ ਹੈ ਕਿ ਔਖਾ ਹੈ, ਅੱਧੀ ਰਾਤ ਦਾ ਸਮਾਂ, ਤੇ ਪਰ ਉਹਨਾਂ ਨੇ ਆਪਣੀ ਬੇਨਤੀ ਮੰਨੀ ਹੋਈ ਹੈ ਗੱਲਬਾਤ ਕਰਨ ਲਈ। ਆਪਣੇ ਨਾਲ ਸ਼ਾਮਲ ਹੈ ਡਿਬਡਿਬਾ ਸਾਹਿਬ, ਬਹੁਤ ਬਹੁਤ ਸਤਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਸਾਹਿਬ ਧੰਨਵਾਦ ਬਹੁਤ ਬਹੁਤ, ਤੁਸੀਂ ਸਾਡੇ ਲਈ ਰਾਤ ਨੂੰ ਜਾਗਦੇ ਹੋ। ਤੇ ਆਪਾਂ ਪਿਛਲੀ ਵਾਰ ਸੰਯੁਕਤ ਅਕਾਲੀ ਦਲ ਬਣਾਉਣ 'ਤੇ ਗੱਲ ਛੱਡ ਦਿੱਤੀ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣੀ ਜੇਲ੍ਹ ਦੇ ਵਿੱਚ ਸਨ ਭਾਗਲਪੁਰ, ਤੇ ਬਾਬਾ ਜੋਗਿੰਦਰ ਸਿੰਘ ਜੀ ਤੁਸੀਂ ਉਹਨਾਂ ਦੇ ਸਾਥੀ ਦੇ ਤੌਰ 'ਤੇ ਸਰਦਾਰ ਅਮੋਲਕ ਸਿੰਘ, ਸਰਦਾਰ ਜਸਵੀਰ ਸਿੰਘ ਗਰੇਵਾਲ, ਤੇ ਤੁਸੀਂ ਇਹ ਸੇਵਾ ਨਿਭਾ ਰਹੇ ਸੀ। ਹੁਣ ਇੱਦੋਂ ਅੱਗੇ ਆਪਾਂ ਚੱਲਣਾ ਜੀ, ਅਗਲੀਆਂ ਵੱਡੀਆਂ ਘਟਨਾਵਾਂ ਜਿਹੜੀਆਂ ਹੋਰ ਪੰਥਕ ਸ਼ਖਸੀਅਤਾਂ ਪਰਦੇ ਦੇ ਉੱਪਰ ਜਿਹੜੀਆਂ ਆਉਂਦੀਆਂ ਨੇ। ਜਸਵੀਰ ਸਿੰਘ ਰੋਡੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਦੇ ਨੇ, ਮਨੀਲਾ ਤੋਂ ਉਹਨਾਂ ਨੂੰ ਫੜ ਕੇ ਮੇਰੇ ਖਿਆਲ ਸਾਗਰ ਜੇਲ੍ਹ ਭੇਜਦੇ ਨੇ, ਸਾਗਰ ਜੇਲ੍ਹ ਤੋਂ ਬਾਅਦ ਫਿਰ ਤਿਹਾੜ 'ਚ ਆਉਂਦੇ ਨੇ, ਤਿਹਾੜ ਤੋਂ ਬਾਅਦ ਉਹਨਾਂ ਨੂੰ ਛੱਡਦੇ ਨੇ। ਤੇ ਤੁਸੀਂ ਇਸ ਲਾਈਨ ਨੂੰ ਅੱਗੇ ਤੋਰਿਓ ਵੀ 87 ਤੋਂ ਬਾਅਦ ਫਿਰ ਇਹ ਸੰਯੁਕਤ ਅਕਾਲੀ ਦਲ ਬਣਨ ਤੋਂ ਬਾਅਦ ਫਿਰ ਵੱਡੀਆਂ ਘਟਨਾਵਾਂ ਜਿਹੜੀਆਂ ਤੁਹਾਡੇ ਧਿਆਨ ਗੋਚਰੇ ਨੇ ਉਹ ਕਿਹੜੀਆਂ ਸਨ? ਬਣਨ ਤੋਂ ਬਾਅਦ ਸਭ ਤੋਂ ਵੱਡੀ ਘਟਨਾ ਤੇ ਸੀਗੀ ਜੀ ਉਦੋਂ ਜਿਹੜਾ ਇਲੈਕਸ਼ਨ ਆਈ ਲੌਂਗੋਵਾਲ ਦੇ ਮੌਤ ਤੋਂ ਬਾਅਦ, ਕਤਲ ਤੋਂ ਬਾਅਦ। ਅੱਛਾ ਜੀ। ਤੇ ਉਸ ਇਲੈਕਸ਼ਨ ਦਾ ਬਾਈਕਾਟ ਕੀਤਾ ਸ਼੍ਰੋਮਣੀ ਅਕਾਲੀ ਸੰਯੁਕਤ ਅਕਾਲੀ ਦਲ ਵੱਲੋਂ। ਕਿਹੜੇ ਸੰਨ ਦੇ ਵਿੱਚ ਜੀ? ਇਹ 85 ਚ ਹੋਈਆਂ ਸੀ ਜੀ ਚੋਣਾਂ। ਇਹ SGPC ਦੀਆਂ ਜੀ? ਨਹੀਂ ਜੀ। ਅੱਛਾ ਜੀ। ਪੰਜਾਬ ਦੀਆਂ ਜਿਹੜੀਆਂ ਆਮ ਚੋਣ ਵਿਧਾਨ ਸਭਾ ਦੀਆਂ। ਅੱਛਾ ਜੀ। ਤੇ ਸੰਯੁਕਤ ਅਕਾਲੀ ਦਲ ਨੇ ਬਾਈਕਾਟ ਕੀਤਾ ਸੀਗਾ, ਤੇ ਇਹ ਬਰਨਾਲਾ ਸਾਹਿਬ ਤੇ ਉਦੋਂ ਇਹ ਸਾਰੀ ਟੀਮ ਜਿਹੜੀ ਲੌਂਗੋਵਾਲ ਅਕਾਰਡ ਦੇ ਨਾਲ ਸੀਗੀ, ਇਹਨਾਂ ਨੇ ਇਲੈਕਸ਼ਨ ਲੜਿਆ ਸੀਗਾ ਜੀ। ਫਿਰ ਇਹਨਾਂ ਦੀ ਸਰਕਾਰ ਬਣ ਗਈ ਬਰਨਾਲਾ ਸਾਹਿਬ ਦੀ, ਔਰ ਮੁੱਖ ਮੰਤਰੀ ਬਰਨਾਲਾ ਸਾਹਿਬ ਬਣ ਗਏ। ਕਿਉਂਕਿ ਜਦੋਂ ਇਹ ਸਮਝੌਤਾ ਹੋਇਆ ਸੀ ਨਾ ਜੀ, ਬਾਦਲ ਤੇ ਚੌੜਾ ਸਾਹਿਬ ਨੂੰ ਬਿਲਕੁਲ ਲਾਂਭੇ ਰੱਖ ਕੇ ਸਮਝੌਤਾ, ਨਵੀਂ ਟੀਮ ਜਿਹੜੀ ਸੀਗੀ ਸਮਝੌਤੇ ਵਾਲੀ ਰਾਜੀਵ ਗਾਂਧੀ ਨੇ ਉਹਨਾਂ ਨਾਲ ਹੀ ਗੱਲ ਕੀਤੀ ਸੀ ਔਰ ਉਹਨਾਂ ਨੂੰ ਹੀ ਅੱਗੇ ਲਾਇਆ ਸੀ। ਅੱਛਾ ਜੀ। ਤੇ ਫਿਰ ਉਹ ਜਿਹੜਾ ਸਮਝੌਤਾ ਸੀਗਾ ਲੌਂਗੋਵਾਲ ਨਾਲ ਹੋਇਆ, ਤੇ ਉਹ ਸਮਝੌਤਾ ਜਿਹੜਾ ਸੀਗਾ ਫਿਰ ਆਮ ਸਿੱਖਾਂ ਨੇ ਉਸਨੂੰ ਪ੍ਰਵਾਨ ਨਹੀਂ ਕੀਤਾ। ਤੇ ਜਦੋਂ ਪਹਿਲੀ ਵਾਰੀ ਲੌਂਗੋਵਾਲ ਦਰਬਾਰ ਸਾਹਿਬ ਆਇਆ, ਬਹੁਤ ਵੱਡਾ ਵਿਰੋਧ ਹੋਇਆ ਉੱਥੇ, ਔਰ ਉੱਥੇ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਈਆਂ, ਸ਼ਾਇਦ ਆਪਾਂ ਪਿਛਲੀ ਵਾਰੀ ਗੱਲ ਕਰ ਵੀ ਚੁੱਕੇ ਹਾਂ। ਤੇ ਉਸ ਤੋਂ ਬਾਅਦ ਫਿਰ ਲੌਂਗੋਵਾਲ ਦਾ ਕਤਲ ਹੋ ਗਿਆ, ਕਤਲ ਤੋਂ ਬਾਅਦ ਚੋਣਾਂ ਆ ਗਈਆਂ ਔਰ ਚੋਣਾਂ ਦਾ ਬਾਈਕਾਟ ਹੋ ਗਿਆ ਜੀ। ਤੇ ਬਾਈਕਾਟ ਤੋਂ ਬਾਅਦ ਜਿਹੜੀਆਂ ਵੋਟਾਂ ਸੀਗੀਆਂ ਉਹ ਫਿਰ ਲੋਕਾਂ ਨੇ ਜਿਹੜੀਆਂ ਇਹਨਾਂ ਦਾ ਜਿਹੜਾ ਇੱਕੋ ਇੱਕ ਨਾਅਰਾ ਸੀਗਾ ਇਸ ਅਕਾਲੀ ਦਲ ਦਾ ਵੀ ਤੁਸੀਂ ਸਾਨੂੰ ਵੋਟਾਂ ਪਾਓ ਤੇ ਜਿਹੜੇ ਤੁਹਾਡੇ ਪੰਜਾਬ ਦੇ ਮਸਲੇ ਆ ਉਹ ਅਸੀਂ ਹੱਲ ਕਰਾਂਗੇ। ਔਰ ਸਭ ਤੋਂ ਵੱਡਾ ਮਸਲਾ ਇਹ ਆ ਵੀ ਲੋਕ ਜਿਹੜੇ ਜੇਲ੍ਹਾਂ ਵਿੱਚ ਨਜ਼ਰਬੰਦ ਨੇ 1984 ਤੋਂ ਉਹਨਾਂ ਨੂੰ ਅਸੀਂ ਬਾਹਰ ਕੱਢਾਂਗੇ। ਇਹ ਕਹਿੰਦੇ ਸੀਗੇ ਜੀ ਤੁਹਾਡੇ ਬੱਚਿਆਂ ਦੀਆਂ ਜੇਲ੍ਹ ਦੀਆਂ ਚਾਬੀਆਂ ਤੁਹਾਡੇ ਹੱਥ ਆ, ਵਾਹ ਵਾਹ ਵਾਹ, ਜੇ ਤੁਸੀਂ ਸਾਡੀ ਸਰਕਾਰ ਬਣਾ ਦਿਓ ਤੇ ਤੁਸੀਂ ਸਮਝ ਲਓ ਵੀ ਉਹ ਜਿੰਦਰੇ ਦੀਆਂ ਚਾਬੀਆਂ ਤੁਹਾਡੀਆਂ ਜਿਹੜੀਆਂ ਉਹ ਸਾਨੂੰ ਫੜਾਓ ਤੇ ਅਸੀਂ ਤਾਲੇ ਖੋਲ ਦਿਆਂਗੇ, ਸਾਰੇ ਬੱਚੇ ਤੁਹਾਡੇ ਬਾਹਰ ਆ। ਬਰਨਾਲੇ ਦਾ ਨਾਅਰਾ ਸੀ ਜੀ, ਇਹ ਨਾਅਰਾ ਸੀਗਾ ਜੀ ਕੰਪੇਨ ਦਾ ਮੇਨ ਨਾਅਰਾ ਸੀਗਾ। ਤੇ ਫਿਰ ਲੋਕਾਂ ਨੇ ਸੋਚਿਆ ਚਲੋ ਰਾਹਤ ਮਿਲਦੀ ਆ, ਲੋਕ ਘਰਾਂ ਚ ਆਉਣਗੇ, ਕਿਉਂਕਿ ਬਹੁਤ ਵੱਡੀ ਗਿਣਤੀ 84 ਤੋਂ ਬਾਅਦ ਜਿਹੜੀ ਜੇਲ੍ਹਾਂ ਚ ਡੱਕ ਦਿੱਤੀ ਸੀ ਇਹਨਾਂ ਨੇ, ਤੇ ਉਸ ਕਰਕੇ ਲੋਕਾਂ ਨੇ ਵੋਟਾਂ ਪਾਈਆਂ। ਔਰ ਮੈਂ ਸਮਝਦਾ ਵੀ ਜਿੰਨੀ ਵੱਡੀ ਗੈਦਰਿੰਗ ਬਾਈਕਾਟ ਲਈ ਸਾਡੀ ਹੁੰਦੀ ਸੀਗੀ, ਐਡੀ ਵੱਡੀ ਗੈਦਰਿੰਗ ਤੇ ਬਰਨਾਲੇ ਉਹਨਾਂ ਦੀ ਕਦੀ ਹੋਈ ਨਹੀਂ ਸੀ। ਇਹਨਾਂ ਨੇ ਜਿਹੜੇ ਚੋਣ ਲੜ ਰਹੇ ਸੀਗੇ, ਪਰ ਲੋਕਾਂ ਨੇ ਫਿਰ ਵੀ ਵੋਟਾਂ ਉੱਧਰ ਪਾਈਆਂ, ਕਿਉਂਕਿ ਲੋਕਾਂ ਨੂੰ ਲੱਗਿਆ ਵੀ ਇਹ ਬਾਈਕਾਟ ਦੇ ਨਾਲ ਤੇ ਸਾਡਾ ਕੁਛ ਨਹੀਂ ਹੱਲ ਨਹੀਂ ਹੁੰਦਾ। ਜੇ ਅਸੀਂ ਵੋਟ ਪਾਉਂਦੇ ਹਾਂ, ਸਰਕਾਰ ਅਕਾਲੀਆਂ ਦੀ ਬਣਦੀ ਹੈ, ਤੇ ਫਿਰ ਸਾਡੇ ਜਿਹੜੇ ਅੰਦਰ ਬੈਠੇ ਹੋਏ ਲੋਕ ਨੇ ਉਹ ਬਾਹਰ ਆ ਜਾਣਗੇ। ਤੇ ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਦਿੱਤੀਆਂ।
ਭਾਵੇਂ ਉਹ ਲੌਂਗੋਵਾਲਾ ਕਾਰਡ ਨਾਲ ਸਹਿਮਤ ਸੀ ਜਾਂ ਨਹੀਂ ਸੀ, ਪਰ ਇਹ ਹੀ ਇੱਕ ਨਾਰਾ ਬਹੁਤ ਵੱਡਾ ਲੋਕਾਂ ਨੂੰ ਆਪਣੇ ਵੱਲ ਖਿੱਚ ਕੇ ਲੈ ਗਿਆ ਕਿ ਸਾਡੇ ਬੰਦੇ ਬਾਹਰ ਆ ਜਾਣ ਜੀ। ਵੋਟਾਂ ਪੈ ਗਈਆਂ, ਸਰਕਾਰ ਬਣ ਗਈ, ਔਰ ਸਰਕਾਰ ਬਣਨ ਤੋਂ ਬਾਅਦ ਫਿਰ ਜਿਹੜਾ ਸੀਗਾ ਜਿਹੜੀ ਸੀਗੀ ਇੱਥੇ 1986 ਜਿਹੜਾ ਸਰਬੱਤ ਖਾਲਸਾ ਹੋਇਆ ਫਿਰ ਜੀ, ਜਿਹਦੇ ਵਿੱਚ ਇਹਨਾਂ ਨੇ ਖਾਲਿਸਤਾਨ ਦਾ ਐਲਾਨ ਕੀਤਾ ਪੰਥਕ ਕਮੇਟੀ ਵੱਲੋਂ। ਅੱਛਾ ਜੀ। ਉਸ ਦਿਨ ਫਿਰ ਬਰਨਾਲੇ ਨੇ ਪੁਲਿਸ ਵਾਰ ਦਿੱਤੀ ਫਿਰ ਦੁਬਾਰਾ ਦਰਬਾਰ ਸਾਹਿਬ। ਠੀਕ। ਤੇ ਉਸ ਦੇ ਵੜਨ ਦੇ ਰੋਸ ਵਿੱਚ ਬਹੁਤ ਵੱਡਾ ਜਿਹੜਾ ਸੀਗਾ ਫਿਰ ਪ੍ਰੋਟੈਸਟ ਹੋਇਆ ਸਿੱਖਾਂ ਵੱਲੋਂ। ਫਿਰ ਬਰਨਾਲੇ ਦੇ ਮੁੰਡੇ ਨੇ ਆਣ ਕੇ ਮਤਲਬ ਗੋਲੀ ਵੀ ਚਲਾਈ ਇੱਥੇ। ਹਾਂਜੀ, ਇਹ ਅਧਿਆਏ ਮੈਂ ਸੁਣਨਾ ਚਾਹੁੰਦਾ ਤੁਹਾਡੀ ਜ਼ੁਬਾਨੀ, ਕਿਉਂਕਿ ਮੈਂ ਇਸ ਨੂੰ ਪੜ੍ਹਿਆ ਵੀ ਆ, ਕਿਤੇ ਸੁਣਿਆ ਵੀ ਜਿਹੜਾ ਬਰਨਾਲੇ ਦਾ ਮੁੰਡਾ ਸੀ ਉਹ ਮਾਲਵੇ ਦੇ ਵਿੱਚੋਂ ਬਰਨਾਲੇ ਸੰਗਰੂਰ ਦੇ ਵਿੱਚੋਂ 12 ਬੋਰ ਵਾਲੇ ਤੇ ਕਹਿਰੀ ਨਾਲ ਵਾਲੀਆਂ ਇੱਕ ਨਾਲੀ ਵਾਲੀਆਂ ਬੰਦੂਕਾਂ ਵਾਲੇ ਬੰਦੇ ਲੈ ਗਿਆ ਤੇ ਉਹ ਸ਼ਰਾਬ ਪੀ ਕੇ ਪ੍ਰਕਰਮਾਂ 'ਚ ਜਾਂਦੇ ਰਹੇ। ਗੱਲ ਸੱਚ ਸੀ? ਨਹੀਂ ਜੀ, ਇਹੀ ਸੀ ਕਿ ਉਹਨਾਂ ਨੇ ਨਸ਼ੇ ਦੇ ਵਿੱਚ ਵੀ ਸੀਗੇ ਤੇ ਉਹਨਾਂ ਨੇ ਜਾ ਕੇ ਜਦੋਂ ਗੋਲੀਆਂ ਚਲਾਈਆਂ ਦਰਬਾਰ ਸਾਹਿਬ ਤੇ, ਸਭ ਤੋਂ ਵੱਡੀ ਗੱਲ ਸੀਗੀ ਵੀ ਅਕਾਲ ਤਖਤ ਤੇ ਉਹਨਾਂ ਨੇ ਆਪ ਗੋਲੀਆਂ ਹਮਲਾ ਇੱਕ ਤਰ੍ਹਾਂ ਨਾਲ ਕੀਤਾ। ਔਰ ਇਸ ਦੇ ਮਤਲਬ ਇਸ ਨਾਲ ਜਿਹੜਾ ਸੀਗਾ ਉਸ ਕੌਮ ਦੇ ਵਿੱਚ ਬਹੁਤ ਵੱਡਾ ਵਿਦਰੋਹ ਜਾਗਿਆ। ਤੇ ਇਹ ਘਟਨਾ ਜਿਹੜੀ ਹੈ ਇਹ ਮੇਰੇ ਖਿਆਲ ਜਿਹੜਾ ਅਕਾਰਡ ਜਿਹੜਾ ਸੀਗਾ ਹੋਣਾ ਜੀ, ਜਿਹੜਾ ਅਕਾਰਡ ਹੋਇਆ ਸੀ ਉਹਨੂੰ ਲਾਗੂ ਹੋਣ ਤੋਂ ਜਿਹੜੇ ਕਈ ਸਾਰੀਆਂ ਮੱਦਾਂ ਸੀ ਹਾਲੇ ਲਾਗੂ ਹੀ ਨਹੀਂ ਸੀ ਹੋਈਆਂ। ਤੇ ਉਹ ਪਹਿਲਾਂ ਜਦੋਂ ਇਹ ਘਟਨਾ ਹੋ ਗਈ ਜੀ ਤੇ ਉਹਦਾ ਬਹੁਤ ਵੱਡਾ ਵਿਰੋਧ ਜਾਗ ਗਿਆ, ਪ੍ਰੋਟੈਸਟ ਹੋ ਗਿਆ। ਤੇ ਇਸੇ ਗੱਲ ਕਰਕੇ ਹੀ ਮੇਰੇ ਖਿਆਲ ਕਿਉਂਕਿ 38 ਸਾਲ ਹੋ ਗਏ, ਬਹੁਤ ਸਾਰੀਆਂ ਘਟਨਾਵਾਂ ਅੱਗੇ ਪਿੱਛੇ ਹੋ ਜਾਂਦੀਆਂ। ਬਿਲਕੁਲ ਠੀਕ ਆ ਜੀ, ਕੋਈ ਨਾ। ਹਾਂਜੀ। ਹਾਂ, ਤੇ ਫਿਰ ਸਰਕਾਰ ਜਿਹੜੀ ਸੀ ਬਰਨਾਲੇ ਦੀ ਉਹਦੇ ਵਿੱਚੋਂ ਇਹ ਵਿਡਰੋ ਕਰ ਗਏ ਟੌੜੇ ਹੋਣੀ ਸਾਰੇ, ਔਰ ਬਰਨਾਲਾ ਬਾਦਲ ਟੌੜਾ ਔਰ ਇਹ ਇੱਕ ਬਹੁਤ ਵੱਡੀ ਟੀਮ ਜਿਹੜੀ ਸੀਗੀ ਇਹ ਬਰਨਾਲੇ ਤੋਂ ਸਮਰਥਨ ਵਾਪਸ ਲੈ ਲਿਆ। ਇਸ ਰੋਸ ਵਿੱਚ ਵੀ ਇਹਨਾਂ ਨੇ ਅਕਾਲ ਤਖਤ ਜੀ, ਔਰ ਉੱਥੇ ਟੌੜਾ ਸਾਹਿਬ ਨੇ ਇੱਕ ਰਾਜਨੀਤੀ ਕੀਤੀ। ਜੇ ਉਹ ਰਾਜਨੀਤੀ ਨਾ ਕਰਦੀ ਤਾਂ ਸਰਕਾਰ ਉਦੋਂ ਡਿੱਗ ਜਾਣੀ। ਅੱਛਾ ਜੀ। ਕਿਉਂਕਿ ਜਿਹੜੇ ਬਾਦਲ ਦੇ MLA ਸੀ ਉਹ ਤਾਂ ਸਾਰੇ ਬਾਹਰ ਆ ਗਏ ਤੇ ਜਿਹੜਾ ਟੌੜਾ ਧੜਾ ਸੀਗਾ ਜਿਹੜਾ ਉਹਨੇ ਆਪਦੇ ਬੰਦੇ ਉੱਥੇ ਰੋਕਤੇ ਬਰਨਾਲੇ ਦੇ ਨਾਲ। ਅੱਛਾ, ਉਹ ਬਰਨਾਲੇ ਦੇ ਨਾਲ ਰਹਿ ਗਏ, ਇਸ ਕਰਕੇ ਸਰਕਾਰ ਡਿੱਗਣੋਂ ਬਚ ਗਈ। ਅੱਛਾ ਜੀ। ਤੇ ਹਾਂਜੀ, ਤੇ ਕਾਂਗਰਸ ਨੇ ਬਾਹਰੋਂ ਸਮਰਥਨ ਦਿੱਤਾ, ਰਾਜੀਵ ਗਾਂਧੀ ਨੇ ਇਹਨਾਂ ਨੂੰ ਸਰਕਾਰ ਜਿਹੜੀ ਸੀ ਉਹ ਇਹਨਾਂ ਦੀ ਬਚਾ ਲਈ। ਤੇ ਫਿਰ ਇਸੇ ਤਰ੍ਹਾਂ ਸਰਕਾਰ ਚੱਲਦੀ ਰਹੀ। ਫਿਰ ਬਾਹਰੋਂ ਸਮਰਥਨ ਨਾਲ ਥੋੜਾ ਬਹੁਤ ਸਮਾਂ ਹੋਰ ਕੱਢ ਗਈ, 2.5 ਸਾਲ ਕੱਢੇ ਇਸ ਸਰਕਾਰ ਨੇ ਜੀ। ਅੱਛਾ ਜੀ। ਤੇ ਫਿਰ ਇਹ ਮੇਰੇ ਖਿਆਲ ਜੂਨ 'ਚ ਜਾਂ ਮਈ ਜੂਨ ਦੇ ਵਿੱਚ ਜਾ ਕੇ ਸਰਕਾਰ ਫਿਰ ਬਰਨਾਲੇ ਡਿੱਗੀ। ਕਿਉਂ ਮੈਨੂੰ ਇਹ ਯਾਦ ਆ ਵੀ ਮੈਂ ਉਦੋਂ ਜੇਲ੍ਹ 'ਚ ਚਲਾ ਗਿਆ, ਇੱਥੇ ਛਾਪਾ ਪੈ ਗਿਆ ਦਰਬਾਰ ਸਾਹਿਬ ਮੇਰੇ ਕੁਆਟਰ ਤੇ। ਅੱਛਾ ਜੀ। ਮੈਂ ਦਰਬਾਰ ਸਾਹਿਬ ਵੀ ਉਦੋਂ ਰਹਿੰਦਾ ਸੀਗਾ ਜੀ। ਅਕਾਲੀ ਦਲ ਦਾ ਇਹ ਜਿਹੜਾ ਸੰਯੁਕਤ ਅਕਾਲੀ ਦਲ ਬਣਿਆ ਨਾ ਜਦੋਂ, ਫਿਰ ਇਹ ਤੋੜ ਕੇ ਸਰਕਾਰ ਬਣਾਈ, ਬਾਦਲ ਨੂੰ ਛੱਡ ਕੇ ਆਏ ਜਿਹੜੇ ਬਾਦਲ ਗਰੁੱਪ ਤੇ ਆਪਣਾ ਜਿਹੜਾ ਅਕਾਲ ਤਖਤ ਦਾ ਜਥੇਦਾਰ ਸੀਗੇ ਉਹ ਪ੍ਰੋਫੈਸਰ ਦਰਸ਼ਨ ਸਿੰਘ ਸੀ ਉਦੋਂ, ਇਹਨਾਂ ਨੂੰ ਬਣਾ ਦਿੱਤਾ ਗਿਆ ਸੀਗਾ ਜੀ। ਤੇ ਪ੍ਰੋਫੈਸਰ ਦਰਸ਼ਨ ਸਿੰਘ ਉਹਨਾਂ ਨੇ ਕਾਲ ਕੀਤੀ ਵੀ ਸਾਰੇ ਅਕਾਲੀ ਦਲ ਭੰਗ ਕਰਕੇ ਜਿਹੜੇ ਇੱਕ ਅਕਾਲੀ ਦਲ ਬਣਾ ਦਿੱਤਾ ਜਾਵੇ। ਅੱਛਾ ਜੀ। ਤੇ ਉਹ ਸੰਯੁਕਤ ਅਕਾਲੀ ਦਲ ਬਣਾ ਦਿੱਤਾ। ਫਿਰ ਸਾਰੇ ਅਕਾਲੀ ਦਲ ਭੰਗ ਕਰਕੇ ਤੇ ਇੱਕ ਅਕਾਲੀ ਦਲ ਜਿਹੜਾ ਬਣਾਇਆ ਗਿਆ ਸੀਗਾ ਜਿਹਦੇ ਵਿੱਚ ਬਾਦਲ ਵੀ ਸੀਗਾ ਤੇ ਫਿਰ ਸਾਡਾ ਅਕਾਲੀ ਦਲ ਵੀ ਬਾਬਾ ਜੀ ਵਾਲਾ ਸੀਗਾ, ਉਹਦੇ ਵੱਲੋਂ ਫਿਰ ਮੇਰੀ ਡਿਊਟੀ ਲੱਗੀ ਸੀਗੀ ਵੀ ਜਿਹੜਾ ਅਕਾਲੀ ਦਲ ਦੇ ਸੈਕਟਰੀ ਵੱਲੋਂ। ਅੱਛਾ ਜੀ। ਮੇਰੀ ਤੇ ਮਨਜੀਤ ਸਿੰਘ ਤਰਨਤਾਰਨੀ। ਅੱਛਾ ਜੀ। ਮਨਜੀਤ ਸਿੰਘ ਤਰਨਤਾਰਨੀ ਬਾਦਲ ਦਲ ਵੱਲੋਂ ਸੀ ਤੇ ਮੈਂ ਸੰਯੁਕਤ ਅਕਾਲੀ ਦਲ ਵੱਲੋਂ ਸੀ। ਮਨਮੋਹਨ ਸਿੰਘ ਸਾਡੇ ਨਾਲ ਅਸੀਂ ਆਫਿਸ ਵੇਅਰਰ ਸੀ, ਜਿਹੜੇ ਚਲਾਉਂਦੇ ਸੀ ਅਸੀਂ ਆਫਿਸ ਇੱਥੇ ਅੰਮ੍ਰਿਤਸਰ ਦੇ ਵਿੱਚ। ਠੀਕ ਹੈ ਜੀ। ਹਾਂਜੀ। ਤੇ ਫਿਰ ਇਸੇ ਤਰ੍ਹਾਂ ਹੀ ਘਟਨਾਵਾਂ ਅੱਗੇ ਵੱਧਦੀਆਂ ਨੇ ਕਿਉਂਕਿ ਮੂਵਮੈਂਟ ਬਹੁਤ ਤੇਜ਼ ਹੋ ਗਈ ਸੀਗੀ ਇਸ ਦੌਰਾਨ। ਖਾੜਕੂ ਮੂਵਮੈਂਟ ਜਿਹੜੀ ਸੀ ਬਹੁਤ ਜ਼ਬਰਦਸਤ ਸੀਗਾ, ਉਹਨਾਂ ਦਾ ਜਿਹੜਾ ਹੋਲਡ ਹੋ ਗਿਆ ਪੰਜਾਬ। ਬੈਲੈਂਸ ਕਿਵੇਂ ਡੇਢਵਾ ਸਾਹਿਬ ਬਣਾ ਕੇ ਰੱਖਿਆ ਤੁਸੀਂ ਤਾਂ ਇੱਕ ਅਕਾਲੀ ਦਲ ਵੱਲੋਂ ਵਿਚਰ ਰਹੇ ਸੀ ਤੇ ਸੰਘਰਸ਼ ਦੇ ਬੰਦੇ ਵੀ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਚ ਆਉਂਦੇ ਤੇ ਮਾਝੇ ਦੇ ਵਿੱਚ ਸੰਘਰਸ਼ ਬਹੁਤ ਗਰਮ ਸੀ। ਫਿਰ ਇਹ ਬੈਲੈਂਸ ਕਿਵੇਂ ਬਣਾ ਕੇ ਰੱਖਿਆ ਤੁਸੀਂ ਉਸ ਸਮੇਂ?
ਬਸ ਜੀ ਬੈਲੈਂਸ ਕਾਹਦਾ ਸੀਗਾ ਜੀ, ਇੱਕ ਤਰ੍ਹਾਂ ਨਾਲ ਅੱਗੇ ਅਕਾਲੀ ਦਲ ਨੂੰ ਚਲਾਉਣ ਵਾਲੀ ਗੱਲ ਸੀ, ਕਿਉਂਕਿ ਬਾਬਾ ਜੀ ਨੂੰ ਨਜ਼ਰਬੰਦ ਕਰ ਲਿਆ ਘਰੇ ਰੋਡੇ, ਤੇ ਰਿਬੈਰੋ ਸੀਗਾ ਉਦੋਂ ਆਪਣਾ ਡੀਜੀਪੀ, ਤੇ ਹਾਲਾਤ ਬਹੁਤ ਮਾੜੇ ਸੀਗੇ, ਤੇ ਖਾਸ ਕਰਕੇ ਰੋਡਿਆਂ ਦਾ ਆਲਾ ਦੁਆਲਾ ਉਸ ਏਰੀਏ 'ਚ ਸਰਗਰਮੀਆਂ ਬਹੁਤ ਸੀਗੀਆਂ ਖਾੜਕੂ ਮੂਵਮੈਂਟ ਦੀਆਂ ਜੀ। ਤੇ ਜਿਹੜਾ ਉੱਥੇ ਕਾਂਡ ਜਿਹੜਾ ਹੋਇਆ ਬੁੱਧ ਸਿੰਘ ਵਾਲੇ ਦੇ ਪਿਤਾ ਜੀ ਵਾਲਾ, ਔਰ ਬੁੱਧ ਸਿੰਘ ਬਾਗੇ ਪੁਰਾਣੇ ਥਾਣੇ ਦੇ ਵਿੱਚ ਅਮਿਤ ਸਿੰਘ ਇੱਕ ਥਾਣੇਦਾਰ ਆਇਆ ਸੀਗਾ ਜੀ। ਹਾਂ, ਉਹ ਵੀ ਉਹਨੂੰ ਉਸ ਦੌਰਾਨ ਹੀ ਸੀਗਾ। ਮੈਨੂੰ ਯਾਦ ਆ ਇੱਕ ਦਿਨ ਮੈਂ ਸਲਾਹ ਲੈ ਕੇ ਜਾਣਾ ਸੀ ਬਾਬਾ ਜੀ ਕੋਲ, ਪਾਰਟੀ ਦਾ ਸਲਾਹ ਕਰਨੀ ਸੀਗੀ ਵੀ ਆਪਾਂ ਆ ਕੋਈ ਮੈਸੇਜ ਸੀਗਾ, ਫੈਸਲਾ ਸੀਗਾ ਮੀਟਿੰਗ ਦਾ, ਤੇ ਜ਼ਰੂਰੀ ਸੀਗੀ ਵੀ ਬਾਬਾ ਜੀ ਨੇ ਸਲਾਹ ਕਰਨੀ। ਤੇ ਮੈਂ ਜਦੋਂ ਇੱਥੋਂ ਅੰਮ੍ਰਿਤਸਰ ਤੋਂ ਗਿਆ ਬੱਸ ਗਿਆ, ਤੇ ਜਦੋਂ ਮੈਂ ਬਾਗੇ ਪੁਰਾਣੇ ਉਤਰਿਆ ਤੇ ਮੈਂ ਬਾਜ਼ਾਰ ਦੇ ਵਿੱਚ ਸੁੰਨ ਵਰਤੀ ਹੋਈ ਸੀਗੀ, ਮਤਲਬ ਜਿਵੇਂ ਬਘਿਆੜ ਪਿਆ ਹੋਵੇ। ਤੇ ਉੱਥੇ ਇੱਕ ਡਾਕਟਰ ਸੀਗਾ ਜਿਹੜਾ ਸਾਡਾ ਤਾਲਮੇਲ ਲਈ ਮੈਨੂੰ ਕਈ ਵਾਰੀ ਮੈਂ ਉਹਦੇ ਕੋਲ ਖੜ ਕੇ ਪੁੱਛ ਲੈਂਦਾ ਸੀਗਾ ਸਲਾਹ। ਤੇ ਮੈਂ ਉਹਦੇ ਕੋਲ ਗਿਆ ਜਦੋਂ, ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਂ ਰੋਡੇ ਜਾਣਾ। ਕਹਿੰਦਾ ਕਦੀ ਨਾਮ ਹੀ ਨਾ ਲਈ ਰੋਡਿਆਂ ਦਾ। ਮੈਨੂੰ ਜੋ ਉਸ ਰਾਹ ਤੇ ਗਿਆ ਨਾ ਤੇ ਫਿਰ ਮੁੜ ਕੇ ਨਹੀਂ ਆਉਂਦਾ। ਕਹਿੰਦਾ ਇਹ ਬਹੁਤ ਪੁੱਛ ਰਿਹਾ ਹੋਇਆ ਮਿੱਤਾ ਸਿੰਘ ਥਾਣੇਦਾਰ, ਤੇ ਉਹ ਸਿਰਫ ਸੜਕ ਤੇ ਚੜ੍ਹ ਨਹੀਂ ਦਿੰਦਾ ਕਿਸੇ ਨੂੰ, ਤੇ ਤੂੰ ਕਿਵੇਂ ਚਲੇ ਜਾਏਗਾ ਉੱਥੇ? ਮੈਂ ਕਿਹਾ ਵੀ ਮੇਰਾ ਜਾਣਾ ਬਹੁਤ ਜ਼ਰੂਰੀ ਹੈ ਬਾਬਾ ਜੀ ਨਾਲ, ਕਿਉਂਕਿ ਬਹੁਤ ਜ਼ਰੂਰੀ ਗੱਲ ਆ ਮੀਟਿੰਗ ਦੇ ਵਿੱਚ ਕੋਈ ਫੈਸਲਾ ਲੈਣਾ ਬਾਬਾ ਜੀ ਨਾਲ ਸਲਾਹ ਕਰਕੇ। ਤੇ ਮੈਂ ਕਿਹਾ ਚਲੋ ਕੋਈ ਮੈਨੂੰ ਦੱਸੋ ਵੀ ਮੈਂ ਕਿਵੇਂ ਜਾਵਾਂ। ਫਿਰ ਉਹ ਕਹਿੰਦੇ ਵੀ ਟੈਂਪੂ ਚੱਲਦੇ ਸੀਗੇ ਜੀ ਰੋਡਿਆਂ ਵੱਲ ਨੂੰ, ਠੀਕ ਵੀ ਤੁਸੀਂ ਟੈਂਪੂ ਤੇ ਚੜ੍ਹ ਕੇ ਇੱਕ ਪਿੰਡ ਚਲੇ ਜਾਓ, ਤੇ ਸਿੱਧੇ ਪਿੰਡ ਤੋਂ ਗਾਂ ਸਿੱਧੇ ਬਾਬਾ ਜੀ ਘਰੇ ਨਾ ਜਾਇਆ ਜੇ, ਉੱਥੋਂ ਕੋਈ ਜੁਗਾੜ ਕਰਕੇ ਜਾਇਆ ਜੇ ਪਾਸੇ ਐਸੇ ਖੇਤਾਂ ਵਿੱਚ। ਤੇ ਮੈਂ ਪਿੰਡ ਚਲਾ ਗਿਆ ਜੀ। ਰੋਡੇ ਪਿੰਡ ਤੋਂ ਜਦੋਂ ਆਪਾਂ ਬਾਬਾ ਜੀ ਦੇ ਘਰ ਨੂੰ, ਜੇ ਢਾਣੀ ਨੂੰ ਰਾਹ ਜਾਂਦਾ ਨਾ, ਉੱਥੇ ਡੇਰਾ ਸੀਗਾ ਉੱਥੇ ਸੜਕ ਦੇ ਉੱਤੇ। ਅੱਛਾ ਜੀ। ਤੇ ਮੈਂ ਉਹਨਾਂ ਦੇ ਘਰ ਚਲਾ ਗਿਆ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਬਾਬਾ ਜੀ ਦੇ ਘਰੇ ਜਾਣਾ, ਬਾਬਾ ਜੀ ਨੂੰ ਮਿਲਣਾ ਮੇਰਾ ਬਹੁਤ ਜ਼ਰੂਰੀ ਹੈ। ਉਦੋਂ ਸਿੰਘ ਮਦਦ ਕਰਦੇ ਸੀ ਜੀ ਬਹੁਤ ਜ਼ਿਆਦਾ। ਤੇ ਉਹ ਤੂੜੀ ਢੋ ਰਹੇ ਸੀ, ਉਹਨਾਂ ਦੇ ਟਰਾਲੀ ਲੱਗੀ ਹੋਈ ਸੀ, ਕਣਕਾਂ ਦੀ ਤੂੜੀਆਂ ਕੱਢਦੇ, ਤੂੜੀ ਢੋਣ ਡਏ ਸੀ। ਉਹ ਕਹਿੰਦੇ ਵੀ ਅਸੀਂ ਤੂੜੀ ਢੋਈ ਜਾਂਦੇ ਹਾਂ, ਟਰੈਕਟਰ ਤੇ ਬਹਿ ਜਾ ਤੂੜੀ ਵਾਲੇ ਤੇ। ਯਾਰ ਕੀ ਅਸੀਂ ਨਾ ਤੈਨੂੰ ਤੂੜੀ ਢੋਣ ਗਏ, ਉੱਧਰ ਦੀ ਟਰੈਕਟਰ ਲੰਘਣਾ, ਤੇ ਤੈਨੂੰ ਅਸੀਂ ਗਲੀ ਦੇ ਸਾਹਮਣੇ ਤਾਰ ਦਾਂਗੇ। ਵਾਹ। ਤੇ ਉਹ ਮੈਨੂੰ ਤਾਰ ਗਏ। ਮੈਂ ਬਾਬਾ ਜੀ ਕੋਲੇ ਗਿਆ, ਬਾਬਾ ਜੀ ਹੈਰਾਨ ਹੋ ਗਏ ਵੀ ਕਿਵੇਂ ਆ ਗਿਆ, ਕਿਸੇ ਨੂੰ ਵੜਨ ਨਹੀਂ, ਸੰਗਣ ਨਹੀਂ ਦਿੰਦੇ, ਸੁੰਨ ਵਰਤੀ ਹੋਈ ਸੀਗੀ। ਤੇ ਮੈਂ ਕਿਹਾ ਵੀ ਆਹ ਗੱਲ ਆ ਜੀ ਬਾਬਾ ਜੀ, ਪਾਰਟੀ ਦਾ ਕੋਈ ਫੈਸਲਾ ਕਰਨਾ ਤੇ ਤੁਹਾਡੀ ਰਾਏ ਸੀਗੀ ਜਿਹੜੀ ਉਹ ਜ਼ਰੂਰੀ ਸੀਗੀ। ਤੇ ਫਿਰ ਬਾਬਾ ਜੀ ਨਾਲ ਗੱਲ ਕਰਕੇ, ਤੇ ਕਿਉਂਕਿ ਸਾਡੇ ਵੱਲੋਂ ਜਿਹੜੇ ਨੁਮਾਇੰਦੇ ਸੀਗੇ ਉਹ ਰਣਜੀਤ ਸਿੰਘ ਬ੍ਰਹਮਪੁਰਾ ਸੀਗਾ ਬਾਬਾ ਜੀ ਤੁਹਾਡੇ ਵੱਲੋਂ। ਅੱਛਾ ਜੀ। ਕਿਉਂਕਿ ਉੱਥੇ ਇੱਕ ਬਹੁਤ ਵੱਡੀ ਗੇਮ ਹੋ ਗਈ ਪ੍ਰੋਫੈਸਰ ਦਰਸ਼ਨ ਸਿੰਘ ਹੋਣਾ ਵੱਲੋਂ। ਅੱਛਾ। ਵੀ ਜਦੋਂ ਸਾਰੇ ਦਲ ਭੰਗ ਕੀਤੇ ਇਹਨਾਂ ਦੇ, ਉਹਨਾਂ ਨੇ ਬਾਬਾ ਜੀ ਨੂੰ ਕਿਹਾ ਵੀ 5 ਮੈਂਬਰੀ ਕਮੇਟੀ ਬਣਾਉਣੀ ਹੈ ਤੇ ਤੁਹਾਡੇ 2 ਮੈਂਬਰ ਪਾਉਣੇ। ਅੱਛਾ ਜੀ। 2 ਮੈਂਬਰ ਤੁਸੀਂ ਦੇ ਦਿਓ ਤੇ 2 ਮੈਂਬਰ ਬਾਦਲ ਕੇ ਪਾਉਣਗੇ, 1 ਮੈਂਬਰ ਮੈਂ ਪਾਉਂਗਾ। ਬਾਬਾ ਜੀ ਨੇ ਕਿਹਾ ਵੀ ਠੀਕ ਹੈ। ਬਾਬਾ ਜੀ ਨੇ ਇੱਕ ਆਪਦਾ ਨਾਂ ਦਿੱਤਾ ਤੇ ਇੱਕ ਆਪਣੇ ਬ੍ਰਹਮਪੁਰਾ ਸਾਹਿਬ ਦਾ ਦਿੱਤਾ। ਤੇ ਉਹ ਕੈਪਟਨ ਸਾਹਿਬ ਉਹਨਾਂ ਨੇ ਪ੍ਰੋਫੈਸਰ ਸਾਹਿਬ ਨੇ ਕਮੇਟੀ ਬਣਾਤੀ। ਫਿਰ ਮੇਰੇ ਖਿਆਲ 7 ਮੈਂਬਰੀ ਕਰਤੀ ਜਾਂ 8 ਮੈਂਬਰੀ ਕਰਤੀ। ਤੇ ਜਿਹੜੇ ਸਾਡੇ ਹੀ ਮੈਂਬਰ ਸੀਗੇ, ਜਿਵੇਂ ਤਲਵੰਡੀ ਸਾਹਿਬ ਸੀਗੇ, ਤੇ ਆਪਣਾ ਸੀਗਾ ਉਜਾਗਰ ਸਿੰਘ ਸੇਖਵਾਂ ਸੀਗਾ, ਜਿਹੜਾ ਸਾਡੇ ਬਾਬਾ ਜੀ ਦੀ ਗੈਰ ਹਾਜ਼ਰੀ 'ਚ ਜਿਨ੍ਹਾਂ ਨੂੰ ਪ੍ਰਧਾਨ ਬਣਾਇਆ ਸੀ ਅਕਾਲੀ ਦਲ ਦਾ। ਅੱਛਾ ਜੀ। ਕਾਰਜਕਾਰੀ ਉਹਨਾਂ ਨੂੰ ਬਣਾਤਾ ਸੀਗਾ। ਤੇ ਉਹਨੇ ਕੈਪਟਨ ਆਪਣੇ ਪ੍ਰੋਫੈਸਰ ਸਾਹਿਬ ਕਹਿਣ ਲੱਗੇ ਵੀ ਦੇਖੋ ਤੁਹਾਡਾ ਬਾਬਾ ਜੀ ਵੱਲੋਂ ਤਾਂ ਨਾਂ ਨਹੀਂ ਆਇਆ, ਮੈਂ ਤੁਹਾਨੂੰ ਆਪਣੇ ਵੱਲੋਂ ਪਾਉਣਾ ਮੈਂਬਰ। ਸਾਡੇ ਮੈਂਬਰ ਤੇ ਉਹ ਸਾਡੇ ਨਾਲ ਨਾਰਾਜ਼ ਕਰਕੇ ਵੀ ਪਾ ਲਏ, ਤੇ ਸਾਡੇ ਨਾਲ ਉਹ ਨਾਰਾਜ਼ ਵੀ ਕਰਤੇ ਬੰਦੇ। ਹੁਣ ਉਸ ਮੀਟਿੰਗ ਕੋਈ ਫੈਸਲਾ ਹੋਣਾ ਸੀਗਾ, ਅਗਲੀ ਰਣਨੀਤੀ ਕੋਈ ਫੈਸਲਾ ਹੋਣਾ ਸੀ, ਤੇ ਬਾਬਾ ਜੀ ਚਾਹੁੰਦੇ ਸੀ ਵੀ ਉਹ ਮੀਟਿੰਗ ਦੇ ਨੂੰ ਜਾਂ ਤਾਂ ਡਿਲੇ ਕਰ ਦਿੱਤਾ ਜਾਵੇ, ਥੱਲੇ ਇਹ ਫੈਸਲਾ ਨਾ ਕੀਤਾ ਜਾਵੇ। ਮੈਨੂੰ ਹੁਣ ਐਗਜ਼ੈਕਟ ਯਾਦ ਨਹੀਂ ਵੀ ਕੀ ਫੈਸਲਾ ਹੋਣਾ ਸੀਗਾ, ਕੋਈ ਅਹਿਮ ਫੈਸਲਾ ਪਾਰਟੀ ਨੇ ਲਿਆ। ਤੇ ਉੱਥੇ ਰਣਜੀਤ ਸਿੰਘ ਉਹਨਾਂ ਨੂੰ ਮੈਂ ਜਾ ਕੇ ਦੱਸਿਆ ਬਾਬਾ ਜੀ ਹੁਣੀ, ਮੈਂ ਕਿਹਾ ਵੀ ਬਾਬਾ ਜੀ ਆਹ ਚਾਹੁੰਦੇ ਆ। ਤੇ ਨਾਲੇ ਮੈਂ ਪ੍ਰੋਫੈਸਰ ਸਾਹਿਬ ਨੂੰ ਕਿਹਾ ਵੀ, ਮੈਂ ਕਿਹਾ ਵੀ ਤੁਸੀਂ 2 ਮੈਂਬਰ ਕਹਿ ਕੇ ਤੇ ਮੁੜ ਕੇ ਜੇ ਮੈਂਬਰ ਵਧਾਏ ਹੀ ਆ ਤੇ ਤੁਸੀਂ ਕੰਸੈਂਸਸ ਤਾਂ ਲਈ ਨਹੀਂ ਫਿਰ ਬਾਬਾ ਜੀ ਦੀ ਕਿਹੜੇ ਮੈਂਬਰ ਤੁਹਾਡੇ ਵਧਾਉਣੇ ਆ। ਬਾਬਾ ਜੀ ਵੱਲੋਂ ਤਾਂ ਮੈਂਬਰ ਨਹੀਂ ਆਏ, ਭਾਵੇਂ ਉਹ ਕਹਿੰਦੇ ਨਹੀਂ ਜੀ ਮੈਂਬਰ ਤਾਂ ਫਿਰ ਤੁਸੀਂ ਦੱਸੋ ਜੀ ਆਪਣਾ
ਰਣਜੀਤ ਸਿੰਘ ਬ੍ਰਹਮਪੁਰਾ ਤੁਹਾਡਾ ਨਹੀਂ ਮੈਂਬਰ? ਤੁਸੀਂ ਦੱਸੋ ਜੀ ਤੁਹਾਡਾ ਸੇਖੋਂ ਸਾਹਿਬ ਤੁਹਾਡਾ ਨਹੀਂ ਮੈਂਬਰ? ਮੈਂ ਕਿਹਾ ਸਾਡੇ ਆ ਮੈਂਬਰ, ਪਰ ਇਹ ਸਾਡੇ ਵੱਲੋਂ ਅਸੀਂ ਕਹਿਣ ਤੇ ਥੋੜ੍ਹੀ ਆਏ ਆ, ਇਹ ਤਾਂ ਤੁਸੀਂ ਆਪਣੇ ਵੱਲੋਂ ਪਾਏ ਆ। ਤੇ ਹਨਾ, ਜੇ ਅਸੀਂ ਨਾ ਦਿੰਦੇ ਤੇ ਫਿਰ ਹੋ ਸਕਦਾ ਅਸੀਂ ਇਹਨਾਂ ਦੇ ਨਾਂ ਹੀ ਦੇ ਦਿੰਦੇ ਭਾਵੇਂ, ਪਰ ਤੁਸੀਂ ਆਪਣੇ ਵੱਲੋਂ ਮੈਂਬਰ ਪਾ ਕੇ ਤੇ ਹੁਣ ਉਹਨਾਂ ਦੇ ਮਨ 'ਚ ਸਾਡੇ ਪ੍ਰਤੀ ਤੁਸੀਂ ਸ਼ੱਕ ਪੈਦਾ ਕਰਕੇ ਹੁਣ ਫਿਰ ਉਦੋਂ ਹੋਇਆ ਵੀ ਐਵੇਂ ਜੀ ਵੀ ਉਹ ਬੰਦੇ ਸਾਡੇ ਫੈਸਲੇ ਫਿਰ ਉਹ ਆਪ ਕਰਿਆ ਕਰਨ ਤੇ ਉਹ ਸਾਡੇ ਬੰਦੇ ਸੀ ਜਿਹੜੇ ਉਹ ਉਹਨਾਂ ਦੇ ਫੈਸਲਿਆਂ ਸ਼ਾਮਲ ਹੋ ਜਾਇਆ ਕਰਨ, ਸਹਿਮਤ ਹੋ ਜਾਇਆ ਕਰਨ, ਉਹ ਰਲ ਕੇ ਫੈਸਲੇ ਹੋਣ ਲੱਗ ਗਏ ਤੇ ਸਾਨੂੰ ਆਈਸੋਲੇਸ਼ਨ 'ਚ ਕਰ ਦਿੱਤਾ। ਤੇ ਉਹ ਸਾਰਾ ਜਿਵੇਂ ਬਾਦਲ ਥੋੜੇ ਗੇਮਾਂ ਖੇਡਦੇ ਹੁੰਦੇ ਜੀ, ਫਿਰ ਇਹਨਾਂ ਨੇ ਖੇਡੀਆਂ ਸਾਰੀਆਂ। ਦਰਸ਼ਨ ਸਿੰਘ ਨੇ ਵੀ ਖੇਡਤੀ ਨਾਲ, ਦਰਸ਼ਨ ਸਿੰਘ ਨੇ ਉਹ ਵੀ ਰਲ ਗਿਆ, ਹਾਂਜੀ ਸਾਰਿਆਂ ਨੇ ਰਲ ਗਿਆ, ਹਾਂਜੀ। ਔਰ ਹਾਂ ਮੈਨੂੰ ਯਾਦ ਹੈ ਰੌਲਾ ਇਹ ਸੀਗਾ ਵੀ ਜਿਹੜੇ ਉਹ ਟੁੱਟ ਕੇ ਆਏ ਸੀਗੇ ਬਰਨਾਲਾ ਸਰਕਾਰ ਨੂੰ, ਉਹਨਾਂ ਨੂੰ ਅਹੁਦੇਦਾਰੀਆਂ ਦੇਣ ਦਾ ਰੌਲਾ ਸੀ। ਅੱਛਾ ਜੀ। ਹਾਂ, ਪ੍ਰੋਫੈਸਰ ਉਹਨਾਂ ਨੂੰ ਮੇਨ ਅਹੁਦੇ ਦੇਣਾ ਚਾਹੁੰਦੇ ਤੇ ਸਾਡਾ ਇਤਰਾਜ਼ ਸੀਗਾ ਵੀ ਜਿਹੜੇ ਬੰਦੇ ਰਾਜ ਭੋਗ ਕੇ ਆਏ ਆ, ਠੀਕ ਆ, ਸਾਡਾ ਸਾਂਝਾ ਅਕਾਲੀ ਦਲ ਬਣ ਗਿਆ ਹੈ, ਪਰ ਉਹਨਾਂ ਨੂੰ ਹੁਣ ਅਸੀਂ ਪਾਰਟੀ ਦੇ ਵਿੱਚ ਜਨਰਲ ਸਕੱਤਰ ਤੇ ਮੀਤ ਪ੍ਰਧਾਨ ਤੇ ਫਲਾਣਾ ਟਿੰਗੜਾ ਇਹ ਸਾਰਾ ਕੁਛ ਅਸੀਂ ਕਿਵੇਂ ਮੰਨ ਲਈਏ? ਨਾਲੇ ਉੱਧਰ ਭੋਗ ਗਿਆ ਨਾਲੇ ਇੱਧਰ ਵੀ ਸਾਰੀ ਤੁਸੀਂ ਉਹਨਾਂ ਨੂੰ ਚੌਧਰ ਦੇਣਾ ਚਾਹੁੰਦੇ ਹੋ, ਕਿਉਂਕਿ ਸਾਡੇ ਜਿਹੜੇ ਬੰਦੇ ਸੀਗੇ ਜਿਹੜੇ ਉਹਨੇ ਕਹਿ ਕੇ ਇਹ ਵੀ ਤੁਹਾਨੂੰ ਬਾਬਾ ਜੀ ਨੇ ਤੇ ਤੁਹਾਨੂੰ ਨਾਂ ਭੇਜਿਆ ਨਹੀਂ, ਮੈਂ ਤੁਹਾਨੂੰ ਆਪਦੇ ਖਾਤੇ 'ਚੋਂ ਪਾਉਣਾ ਤੇ ਸਾਨੂੰ ਇਹ ਕਹਿ ਕੇ ਚੁੱਪ ਕਰਾ ਦਿਆ ਕਰੇ ਵੀ ਇਹ ਬੰਦੇ ਤੁਹਾਡੇ ਨਹੀਂ। ਦੱਸੋ ਹਾਂਜੀ, ਮਤਲਬ ਇਹ ਗੇਮ ਜਿਹੜੀ ਹੋਈ ਇਹਨੇ ਫਿਰ ਉਹ ਬਾਦਲਾਂ ਦੇ ਹੱਥ ਚਲੀ ਗਈ ਸਾਰੀ ਪਾਵਰ, ਬਾਦਲ ਫਿਰ ਆਪਣੇ ਹਿਸਾਬ ਨਾਲ ਅਕਾਲੀ ਦਲ ਚਲਾਉਣ ਲੱਗ ਗਏ। ਅੱਛਾ, ਤੇ ਜਿਹੜਾ ਸਰਦਾਰ ਜਸਵੀਰ ਸਿੰਘ ਹੋਣੀ ਕਦ ਆਉਂਦੇ ਆ ਜੀ ਫਿਰ ਜੇਲ੍ਹ 'ਚੋਂ ਛੁੱਟ ਕੇ, ਕਿਹੜੇ ਸਾਲ 'ਚ? ਇਹ 1987 ਚ ਆਉਂਦੇ ਆ ਜੀ। ਅੱਛਾ, ਸੋ 99 ਦੀ ਇਲੈਕਸ਼ਨ ਤੋਂ ਪਹਿਲਾਂ ਆਉਂਦੇ ਆ, ਤੇ ਉਹਨਾਂ ਦਾ ਆਉਣਾ ਦੱਸੋ ਜੀ ਫਿਰ। ਇਹ ਜਦੋਂ ਐਵੇਂ ਹੋਇਆ ਨਾ ਜੀ, ਫਿਰ ਦਰਬਾਰ ਸਾਹਿਬ ਦੇ ਵਿੱਚ ਵੀ ਹਾਲਾਤ ਤਣਾਅਪੂਰਨ ਸੀਗੇ ਬਹੁਤ ਜ਼ਿਆਦਾ, ਤੇ ਸਾਡੇ ਜਿਹੜੇ ਜਥੇਦਾਰ ਸੀਗੇ ਸਰਬੱਤ ਖਾਲਸਾ ਵਿੱਚ ਚੁਣੇ ਗਏ ਖਾੜਕੂਆਂ ਵੱਲੋਂ, ਭਾਈ ਜਸਵੰਤ ਸਿੰਘ ਸੀਗੇ ਆਪਣੇ, ਤੇ ਆਨੰਦਪੁਰ ਸਾਹਿਬ ਦੇ ਸੀਗੇ ਆਪਣੇ, ਕੀ ਨਾਮ ਸੀ ਉਹਨਾਂ ਦਾ ਧਿਆਨ ਨਹੀਂ, ਤੇ ਅਕਾਲ ਤਖ਼ਤ ਦੇ ਹੈਡ ਗ੍ਰੰਥੀ ਸੀ ਭਾਈ ਕਸ਼ਮੀਰ ਸਿੰਘ ਜੀ, ਤੇ ਦਮਦਮਾ ਸਾਹਿਬ ਦੇ ਜਸਵੰਤ ਸਿੰਘ ਸੀਗੇ, ਤੇ ਭਾਈ ਜਸਵੀਰ ਸਿੰਘ ਸੀਗੇ ਅਕਾਲ ਤਖ਼ਤ ਦੇ ਜਥੇਦਾਰ। ਇਸ ਤਰ੍ਹਾਂ 5 ਜਥੇਦਾਰ ਜਿਹੜੇ ਇਹਨਾਂ ਨੇ ਬਣਾਏ ਸੀਗੇ ਇੱਥੋਂ ਹੀ, ਤੇ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪੂਰਨ ਸਿੰਘ ਸੀ ਜੀ, ਉਹ 5 ਜਥੇਦਾਰ ਇਸ ਤਰ੍ਹਾਂ ਪੂਰੇ ਕੀਤੇ ਸੀਗੇ। ਸੋ ਬਾਬਾ ਜੋਗਿੰਦਰ ਸਿੰਘ ਉਹਨਾਂ ਨੇ ਜਸਵੀਰ ਸਿੰਘ ਉਹਨਾਂ ਨੂੰ ਬਣਵਾਇਆ ਜੀ, ਇਹਦੇ ਤੇ ਉਹਨਾਂ ਨੇ ਮਿਹਨਤ ਕੀਤੀ ਵੀ ਮੇਰੇ ਪੋਤੇ ਨੂੰ ਰੱਖੋ। ਇੱਥੇ ਹੋਇਆ ਸੀ ਜੀ ਥੋੜਾ ਡਿਸਪਿਊਟ ਹੋਇਆ ਦਰਬਾਰ ਸਾਹਿਬ ਦੇ ਵਿੱਚ, ਕਿਉਂਕਿ ਉੱਥੇ ਜਦੋਂ ਅਕਾਲ ਤਖ਼ਤ ਦੇ ਜਥੇਦਾਰ ਬਣਾਉਣ ਦੀ ਗੱਲ ਆਈ, ਉਦੋਂ ਜਿਹੜਾ ਪ੍ਰਭਾਵਸ਼ਾਲੀ ਉੱਥੇ ਗਰੁੱਪ ਸੀਗਾ ਜਿਹੜਾ ਖਾੜਕੂਆਂ ਦੇ ਵਿੱਚ ਪੰਥਕ ਕਮੇਟੀ ਖਾਸ ਕਰਕੇ ਜਿਹੜੀ ਸੀ, ਇਹ ਉਹਨਾਂ ਨੂੰ ਬਣਾਉਣੀ ਚਾਹੁੰਦੀ ਸੀ। ਰੋਡਿਆਂ ਦੇ ਉਹ ਸੀਗੇ ਜਿਨ੍ਹਾਂ ਦੇ ਘਰੇ ਉਹ ਡਾਕੇ ਦੇ ਪੈਸੇ ਰੱਖੇ ਗਏ ਸੀ, ਕੀ ਨਾਮ ਸੀ ਬਖਸ਼ੀਸ਼ ਸਿੰਘ ਸੀ ਸ਼ਾਇਦ, ਉਹਨਾਂ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਉਣਾ ਚਾਹੁੰਦੇ ਸੀ ਬਾਬਾ ਬਖਸ਼ੀਸ਼ ਸਿੰਘ। ਹਾਂਜੀ, ਇਹ ਜਿਹੜਾ ਹੁਣ ਵਾਲਾ ਬਾਬਾ ਬਖਸ਼ੀਸ਼, ਹਾਂ ਇਹ ਨਹੀਂ ਜੀ, ਪਹਿਲੇ ਜਿਹੜੇ ਸੰਤਾਂ ਦੇ ਅੰਗ ਰੱਖਿਅਕ ਰਹੇ ਨੇ, ਹਾਂਜੀ ਸ਼ਾਇਦ ਉਹੀ ਸੀ, ਤੇ ਉਹਨਾਂ ਨੂੰ ਬਣਾਉਣਾ ਚਾਹੁੰਦੇ ਸੀ। ਬਾਬਾ ਜੀ ਨੇ ਇਸ ਗੱਲ ਤੇ ਇਤਰਾਜ਼ ਕੀਤਾ ਵੀ ਨਹੀਂ, ਜੇ ਹੁਣ ਅਕਾਲ ਤਖ਼ਤ ਦਾ ਜਥੇਦਾਰ ਬਣਾਉਣਾ ਤੇ ਫਿਰ ਸਾਡੇ ਪਰਿਵਾਰ ਦੇ ਵਿੱਚੋਂ ਹੀ ਬਣਾਇਆ ਜਾਵੇ। ਅੱਛਾ ਜੀ। ਤੇ ਫਿਰ ਭਾਈ ਜਸਵੀਰ ਸਿੰਘ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਇਆ ਸੀ, ਤੇ ਕਾਰਜਕਾਰੀ ਪ੍ਰਧਾਨ ਉਹਨਾਂ ਦੀ ਜਗ੍ਹਾ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਬਣਾਇਆ ਗਿਆ। ਅੱਛਾ ਜੀ। ਤੇ ਉੱਥੇ ਹੀ ਇੱਕ ਵੱਡੀ ਘਟਨਾ ਜਿਹੜੀ ਹੋਈ ਸੀਗੀ, ਜਿਹਦਾ ਮਤਲਬ ਬਾਬਾ ਜੀ ਨੇ ਉੱਥੇ ਉਸ ਦਾ ਵਿਰੋਧ ਕੀਤਾ ਸੀ। ਉੱਥੇ ਇੱਕ ਫੈਸਲਾ ਲਿਆ ਗਿਆ ਸੀ ਵੀ ਅਕਾਲ ਤਖ਼ਤ ਦੇ ਜਥੇਦਾਰ ਤੋਂ ਵੀ ਸੁਪਰੀਮ ਹੋਏਗੀ ਪੰਥਕ ਕਮੇਟੀ। ਅੱਛਾ ਜੀ। ਪੰਥਕ ਕਮੇਟੀ ਜੋ ਫੈਸਲੇ ਲਏਗੀ ਉਹ ਸਾਰਿਆਂ ਨੂੰ ਮੰਨੇ ਜਾਣਗੇ। ਅਕਾਲ ਤਖ਼ਤ ਦਾ ਜਥੇਦਾਰ ਸਿਰਫ ਉਹ ਫੈਸਲਿਆਂ ਨੂੰ ਅਨਾਉਂਸ ਕਰੇਗਾ। ਅੱਛਾ ਜੀ। ਫੈਸਲੇ ਪੰਥਕ ਕਮੇਟੀ ਲਏਗੀ, ਜਿਸ ਤੇ ਬਾਬਾ ਜੀ ਨੇ ਇਤਰਾਜ਼ ਕੀਤਾ ਵੀ ਨਹੀਂ, ਇਹ ਨਹੀਂ ਹੋ ਸਕਦਾ, ਅਕਾਲ ਤਖ਼ਤ ਦਾ ਜਥੇਦਾਰ ਹੀ ਸੁਪਰੀਮ ਰਹੇਗਾ ਤੇ ਉਹੀ ਫੈਸਲੇ ਲਏਗਾ। ਤੇ ਬਾਬਾ ਜੀ ਫਿਰ ਇਸ ਗੱਲ ਤੋਂ ਵਾਕਆਊਟ ਕਰ ਗਏ ਸੀ, ਉਸ ਸਟੇਜ ਤੋਂ ਉੱਠ ਕੇ ਆ ਗਏ ਸੀ। ਬਿਲਕੁਲ ਠੀਕ ਹੈ। ਹਾਂ, ਮਤਲਬ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਰੈਗੂਲਰ ਹੁੰਦੀਆਂ ਰਹੀਆਂ। ਉਸ ਤੋਂ ਬਾਅਦ ਅਨੰਦਪੁਰ ਸਾਹਿਬ ਹੋਲਾ ਮਹੱਲਾ ਸੀਗਾ, ਹੋਲੇ ਮਹੱਲੇ ਤੇ ਸਟੇਜ ਲੱਗਣੀ ਸੀਗੀ ਉਦੋਂ,
ਤੇ ਉਹਨਾਂ ਨੇ ਪੰਥਕ ਕਮੇਟੀ ਵਾਲਿਆਂ ਨੇ ਸਟੇਜ ਲਾ ਲਈ ਤੇ ਹੁਣ ਬਾਬਾ ਜੀ ਜਿਹੜੇ ਸੀਗੇ ਇਹ ਜਿਹੜੇ ਵਿਰੋਧੀ ਧਿਰ ਸੀ, ਜਿਹੜੀ ਪੰਥਕ ਧਿਰ ਸੀ, ਉਹਦੇ ਆਗੂ ਸੀ ਮੇਨ। ਤੇ ਜੇ ਹੁਣ ਬਾਬਾ ਜੀ ਉੱਥੇ ਵੱਖਰੀ ਸਟੇਜ ਲਾਉਂਦੇ ਔਰ ਪੰਥਕ ਕਮੇਟੀ ਵੱਖਰੀ ਸਟੇਜ ਲਾਉਂਦੀ ਤਾਂ ਬਹੁਤ ਵੱਡਾ ਮੈਸੇਜ ਗਲਤ ਚਲੇ ਜਾਂਦਾ ਜੀ। ਤੇ ਉੱਥੇ ਭਾਈ ਗੁਰਦੇਵ ਸਿੰਘ ਹੁਣਾਂ ਨੇ ਕਹੋਂਕੇ ਸਾਹਿਬ ਨੇ ਬਾਬਾ ਜੀ ਨੂੰ ਕਿਹਾ ਵੀ ਤੁਸੀਂ ਵੱਖਰੀ ਸਟੇਜ ਨਹੀਂ ਲਾਉਣੀ, ਤੁਸੀਂ ਉਸੇ ਸਟੇਜ ਤੇ ਜਾਣਾ। ਅੱਛਾ ਜੀ। ਪੰਥਕ ਕਮੇਟੀ ਵਾਲੀ ਸਟੇਜ ਤੇ ਇੱਕ ਚਿੱਠੀ ਵੀ ਲਿਖ ਕੇ ਮਤਲਬ ਮੈਨੂੰ ਦਿੱਤੀ, ਉਹ ਚਿੱਠੀ ਮੇਰੇ ਕੋਲ ਅੱਜ ਵੀ ਹੈਗੀ ਆ। ਅੱਛਾ। ਗੁਰਦੇਵ ਸਿੰਘ ਕਹੋਂਕੇ ਦੇ ਹੱਥਾਂ ਨਾਲ ਲਿਖੀ ਹੋਈ ਚਿੱਠੀ, ਜਿਹੜੀ ਮੈਂ ਉਹਨੂੰ ਲੈਮੀਨੇਟ ਕਰਾ ਕੇ ਰੱਖਿਆ ਹੋਇਆ। ਤੇ ਉਹ ਚਿੱਠੀ ਉਹਨਾਂ ਨੇ ਲਿਖ ਕੇ ਦਿੱਤੀ, ਬਾਬਾ ਜੀ ਨੂੰ ਇੱਕ ਤਰ੍ਹਾਂ ਦਾ ਹੁਕਮ ਕੀਤਾ ਵੀ ਤੁਸੀਂ ਉਸ ਸਟੇਜ ਤੇ ਜਾਓਗੇ, ਤੁਸੀਂ ਕੋਈ ਹੋਰ ਸਟੇਜ। ਬਿਲਕੁਲ ਠੀਕ। ਫਿਰ ਉਹ ਸਟੇਜ ਤੇ ਗਏ ਬਾਬਾ ਜੀ ਥੋੜੀ ਦੇਰ, ਮਤਲਬ ਉਹ ਸਟੇਜ ਫਿਰ ਉਹ ਜਿਹੜੀ ਪੰਥਕ ਕਮੇਟੀ ਚੱਲ ਰਹੀ ਸੀ ਨਾ ਉਹਨਾਂ ਦਿਨਾਂ ਦੇ ਵਿੱਚ, ਜਿਹੜੀ ਪੰਥਕ ਕਮੇਟੀ ਦੇ ਆਗੂ ਸੀ, ਉਹਦੇ ਬਾਅਦ ਸਾਰੀਆਂ ਚੀਜ਼ਾਂ ਤੇ ਐਕਸਪੋਜ਼ ਹੋ ਗਈਆਂ ਵੀ ਪੰਥਕ ਕਮੇਟੀ ਜਿਹੜੀ ਸੀਗੀ ਉਹਦੇ ਵਿੱਚੋਂ ਜਿਹੜੇ ਕਈ ਬਹੁਤੇ ਮੈਂਬਰ ਸੀਗੇ ਜਿਹੜੇ ਉਹਨਾਂ ਦੀਆਂ ਤਾਰਾਂ ਤੇ ਕਿਤੇ ਹੋਰ ਜੁੜੀਆਂ ਹੋਈਆਂ ਸੀਗੀਆਂ। ਅੱਛਾ ਜੀ। ਤੇ ਉਹ ਫੈਸਲੇ ਜਿਹੜੇ ਸੀ ਫਿਰ ਉੱਥੋਂ ਹੁੰਦੇ ਸੀਗੇ, ਤੇ ਜਿਹੜੇ ਕਈ ਵਾਰੀ ਪੰਥ ਵਿਰੋਧੀ ਵੀ ਹੁੰਦੇ ਸੀਗੇ ਫੈਸਲੇ, ਜਿਹੜੇ ਸਾਡੇ ਨਹੀਂ ਸੀ ਸਬੂਤ ਆਉਂਦੇ। ਹਾਂਜੀ। ਤੇ ਫਿਰ ਅਨੰਦਪੁਰ ਸਾਹਿਬ ਦੀ ਸਟੇਜ ਤੇ ਤਾਂ ਬਾਬਾ ਜੀ ਉਹਨਾਂ ਦੇ ਨਾਲ ਗਏ, ਫਿਰ ਹੌਲੀ ਹੌਲੀ ਡਿਸਪਿਊਟ ਵੱਧਦੇ ਗਏ, ਵਖਰੇਵੇਂ ਵੱਧਦੇ ਗਏ। ਅੱਛਾ ਜੀ। ਉਹਨਾਂ ਦੇ ਨਾਲ ਫਿਰ ਸਾਡੇ ਨਾਲ ਜਿਹੜੇ ਸੀਗੇ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਜਿਹੜੀ ਸੀਗੀ ਉਹ ਸਾਡੇ ਨਾਲ ਰਹੀ। ਖਾਲਿਸਤਾਨ ਕਮਾਂਡੋ ਫੋਰਸ ਸੀ ਜਿਹੜੀ, ਉਹ ਪੰਥਕ ਕਮੇਟੀ ਵਾਲਿਆਂ ਦੇ ਨੇੜੇ ਚਲੇ ਗਏ, ਜਾਂ ਇਸ ਤਰ੍ਹਾਂ ਹੋਰ ਕਈ ਗਰੁੱਪ ਬਣ ਗਏ ਹੌਲੀ ਹੌਲੀ ਅਲੱਗ ਅਲੱਗ। ਪਰ ਇਹ ਦੋ ਮੇਨ ਸੀਗੇ, ਜਿਵੇਂ ਖਾਲਿਸਤਾਨ ਲਿਬਰੇਸ਼ਨ ਫੋਰਸ ਤੇ ਖਾਲਿਸਤਾਨ ਕਮਾਂਡੋ ਫੋਰਸ। ਲਿਬਰੇਸ਼ਨ ਜਿਹੜੀ ਸੀ ਉਹ ਰੋਡਿਆਂ ਵਾਲਿਆਂ ਦੇ ਨਾਲ ਰਹੀ, ਬੁੱਧ ਸਿੰਘ ਵਾਲੇ ਦੀ। ਕਮਾਂਡੋ ਫੋਰਸ ਜਿਹੜੀ ਬੁੱਧ ਸਿੰਘ ਵਾਲੀ, ਉਹ ਜਿਹੜੀ ਕਮਾਂਡੋ ਫੋਰਸ ਸੀਗੀ ਉਹ ਇਹਨਾਂ ਨਾਲ ਰਹੀ, ਆਪਣੇ ਨਾਲ ਪੰਥਕ ਕਮੇਟੀ ਦੇ ਨਾਲ। ਲਾਭ ਸਿੰਘ ਉਹਨਾਂ ਦੀ, ਲਾਭ ਸਿੰਘ ਉਹਨਾਂ ਨਾਲ। ਇਸ ਦੌਰਾਨ ਹੀ ਇੱਕ ਘਟਨਾ ਜਿਹੜੀ ਵੱਡੀ, ਸ਼ਾਇਦ ਮੈਂ ਤੁਹਾਨੂੰ ਆਪਾਂ ਜ਼ਿਕਰ ਕਰਨਾ ਭੁੱਲ ਗਏ ਜੀ, ਜਦੋਂ ਅਸੀਂ ਇਲੈਕਸ਼ਨਾਂ ਸੀ, ਮੇਰੇ ਖਿਆਲ ਬਾਈਕਾਟ ਦੀ ਹੀ ਸਾਡੀ ਕਾਨਫਰੰਸ ਸੀਗੀ ਬਟਾਲੇ, ਤੇ ਅਸੀਂ ਬਟਾਲੇ ਬਾਬਾ ਜੀ ਬੋਲ ਰਹੇ ਸੀ ਸਟੇਜ ਤੇ, ਜਦੋਂ ਸਾਨੂੰ ਮੈਸੇਜ ਮਿਲਿਆ ਕਿ ਜਗਜੀਤ ਸਿੰਘ ਦਾ ਕਤਲ ਹੋ ਗਿਆ, ਸਾਡੇ ਵੱਡੇ ਭਾਈ ਸਾਹਿਬ ਦਾ। ਅੱਛਾ ਜੀ। ਕਿਉਂਕਿ ਉੱਥੇ ਉਦੋਂ ਭਰਾ ਮਾਰੂ ਜੰਗ ਜਿਹੜੀ ਸੀ ਅੰਦਰ ਸ਼ੁਰੂ ਹੋ ਗਈ। ਅੱਛਾ ਜੀ। ਇੱਕ ਤਰ੍ਹਾਂ ਨਾਲ ਖਾਨਾ ਜੰਗੀ, ਰੋਡਿਆਂ ਵਾਲਿਆਂ ਦੇ ਕਈ ਬੰਦੇ ਮਾਰ ਦਿੱਤੇ, ਦੂਸਰੇ ਧੜੇ ਵੱਲੋਂ। ਇਹਨਾਂ ਮਤਲਬ ਇੱਧਰੋਂ ਜਿਹੜੇ ਸੀਗੇ, ਹੋ ਸਕਦਾ ਇੱਧਰੋਂ ਵੀ ਕੋਈ ਬੰਦੇ ਉਹਨਾਂ ਦੇ ਵੀ ਸ਼ਹੀਦ ਹੋ ਗਏ ਹੋਣਗੇ, ਜਾਂ ਉਹਨਾਂ ਨੂੰ ਕਰਤੇ। ਜਿੱਦਣ ਜਗਜੀਤ ਸਿੰਘ ਦਾ ਕਤਲ ਹੋਇਆ ਉਦੋਂ ਮੈਨੂੰ ਯਾਦ ਆ ਕਿ ਅਸੀਂ ਬਟਾਲੇ ਸੀ ਬਾਬਾ ਜੀ ਬੋਲ। ਕਿਵੇਂ ਕਤਲ ਹੋਇਆ ਸੀ? ਨਾਲੇ ਕਹਿੰਦੇ ਜੀ ਰੇਲਵੇ ਪਟੜੀ ਤੇ ਉਹਨਾਂ ਦਾ ਸਰੀਰ ਮਿਲਿਆ ਸੀ। ਉਹ ਮਾਰ ਕੇ ਸਿੱਟਿਆ ਸੀਗਾ ਜੀ। ਅੱਛਾ 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 ਅੱਛਾ। ਮਾਰ ਕੇ ਸਿੱਟਿਆ। ਤੇ ਜਗਜੀਤ ਸਿੰਘ ਹੋਣੀ ਬਹੁਤ ਇਨਫਲੂਐਂਸ਼ੀਅਲ ਸੀ ਮੇਰਾ ਖਿਆਲ, ਹਨਾ? ਮੇਰੇ ਖਿਆਲ ਦੇ ਪੋਲਿਟਿਕਸ ਦੇ ਵਿੱਚ ਰੋਡੇ ਪਰਿਵਾਰ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹਨਾਂ ਨੂੰ ਅਕਾਲੀ ਪੋਲਿਟਿਕਸ ਦੀ ਸਮਝ ਸੀ, ਕਿਉਂਕਿ ਉਹ ਫਤਿਹ ਸਿੰਘ ਦੇ ਪੀਏ ਵੀ ਰਹੇ। ਅੱਛਾ ਜੀ। ਅੱਛਾ ਅੱਛਾ। ਹਾਂ, ਉਹ ਲੰਮੇ ਸਮੇਂ ਤੋਂ ਪੋਲਿਟਿਕਸ ਵਿੱਚ ਸੀਗੇ, ਔਰ ਬੜੇ ਮਤਲਬ ਮੈਂ ਕਹਾਂ ਕਿ ਜਾਣਕਾਰ ਸੀ ਪੰਜਾਬ ਦੀ ਗੁੰਝਲਦਾਰ ਸਿਆਸਤ। ਫਿਰ ਕਨਫਲਿਕਟ ਡੇਵਿਡਵਾ ਸਾਹਿਬ ਕਿਹਦੇ ਨਾਲ ਕਨਫਲਿਕਟ ਹੋਇਆ ਜੀ ਉਹਨਾਂ ਦਾ? ਫਿਰ ਜਿਹੜੀ ਇਸ ਜਗ੍ਹਾ ਤੇ ਪਹੁੰਚ ਗਏ ਅਸੀਂ ਵੀ ਸੰਤਾਂ ਦੇ ਪਰਿਵਾਰ ਚੋਂ ਉਹਨਾਂ ਦੇ ਭਾਈ ਸਾਹਿਬ ਦਾ ਮੈਨੂੰ ਇੱਧਰ ਨੂੰ ਜਦ ਲੈ ਗਏ ਕਤਲ ਵਾਲੇ ਪਾਸੇ ਨੂੰ, ਕਨਫਲਿਕਟ ਕਿੱਥੋਂ ਪਿਆ ਇਹ ਜ਼ਿਆਦਾ? ਇਹ ਜੀ ਕਨਫਲਿਕਟ ਤਾਂ ਅਸਲ ਜੀ ਫੈਡਰੇਸ਼ਨ ਵੀ ਦੋ ਧੜਿਆਂ ਚ ਜਦੋਂ ਵੰਡੀ ਗਈ। ਬਿਲਕੁਲ। ਤੁਹਾਨੂੰ ਮੈਂ ਦੱਸਿਆ ਵੀ ਫੈਡਰੇਸ਼ਨ ਜਿਹੜਾ ਇੱਕ ਧੜਾ ਬਾਬਾ ਜੀ ਉਹਨਾਂ ਨੇ ਮਤਲਬ ਇਸ ਨੂੰ ਸਾਰਿਆਂ ਪਰਿਵਾਰਾਂ ਨੂੰ, ਟਕਸਾਲੀ ਪਰਿਵਾਰਾਂ ਨੂੰ ਨਾਲ ਰੱਖਣ ਵਾਸਤੇ ਭਾਈ ਮਨਜੀਤ ਸਿੰਘ ਨੂੰ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ ਸੀ। ਬਿਲਕੁਲ, ਭਾਈ ਅਮਰੀਕ ਸਿੰਘ ਦੇ ਭਰਾ। ਹਾਂਜੀ ਹਾਂਜੀ। ਤੇ ਜਿਹੜਾ ਦੂਸਰਾ ਧੜਾ ਸੀਗਾ ਇਹ ਭਾਈ ਮਨਜੀਤ ਸਿੰਘ ਨੂੰ ਨਹੀਂ ਸੀ ਮੰਨਦਾ, ਤੇ ਇਹਨਾਂ ਨੇ ਭਾਈ ਮਨਜੀਤ ਸਿੰਘ ਦੇ ਬਰਾਬਰ ਗੁਰਜੀਤ ਸਿੰਘ ਨੂੰ ਬਣਾਤਾ। ਹਰੀਹਰ ਚੌਕ ਵਾਲਾ ਸੰਤਾਂ ਦਾ ਜਵਾਈ ਜਿਹੜਾ। ਹਾਂਜੀ, ਉਹ ਮੈਨੂੰ ਘਟਨਾ ਯਾਦ ਹੈ ਜੀ ਕਿ ਜਿੱਦਣ ਜਗਜੀਤ ਸਿੰਘ ਦਾ ਕਤਲ ਹੋਇਆ, ਜਿੱਦਣ ਜਗਜੀਤ ਸਿੰਘ ਦਾ ਭੋਗ ਸੀਗਾ ਮੇਰੇ ਖਿਆਲ, ਉੱਥੇ ਬਾਬਾ ਜੀ ਨੇ ਪ੍ਰੈਜ਼ੀਡੀਅਮ ਜਦੋਂ ਬਣਾਈ ਮਨਜੀਤ ਸਿੰਘ ਹੋਣਾ ਨੇ ਆਪਦੀ, ਮਨਜੀਤ ਸਿੰਘ ਜੇਲ੍ਹ ਸੀ, ਇਹਨਾਂ ਦੀ ਗੈਰ ਹਾਜ਼ਰੀ ਵਿੱਚ ਫੈਡਰੇਸ਼ਨ ਚਲਾਊਗਾ ਕੌਣ, 5 ਮੈਂਬਰੀ ਕਮੇਟੀ ਬਣਾਈ ਗਈ, ਤੇ ਬਾਬਾ ਠਾਕਰ ਸਿੰਘ ਹੋਣਾ ਨੇ ਉਹਨਾਂ ਨੂੰ ਸਰੋਪੇ ਦਿੱਤੇ ਉੱਥੇ ਰੋਡੇ। ਠੀਕ। ਇੱਥੇ ਬਾਬਾ ਜੀ ਉਹਨਾਂ ਨੂੰ ਸਰੋਪੇ ਦੇ ਕੇ ਗਏ ਰੋਡੇ, ਤੇ ਸ਼ਾਮ ਨੂੰ ਜਾ ਕੇ ਉਹਨਾਂ ਨੇ ਗੁਰਜੀਤ ਸਿੰਘ ਦੇ ਦਫ਼ਤਰ ਦਾ ਉਦਘਾਟਨ ਕਰਤਾ ਦਰਬਾਰ ਸਾਹਿਬ। ਕਿਹਨੇ ਕੀਤਾ ਜੀ? ਉਹ ਬਾਬਾ ਠਾਕਰ ਸਿੰਘ ਹੋਣਾ। ਵਾਹ ਜੀ ਵਾਹ। ਹਾਂਜੀ ਹਾਂ। ਤੇ ਉੱਥੋਂ ਜਿਹੜੀ ਮਤਲਬ ਜਿਹੜੀ ਰਿਫਟ ਸੀਗੀ ਜਿਹੜੀ ਉਹ ਬਿਲਕੁਲ ਸਾਹਮਣੇ ਹੋ ਗਈ, ਖੁੱਲ ਕੇ ਨੰਗੀ।
ਸੋ ਉਸ ਸਮੇਂ ਹਰਮਿੰਦਰ ਸੰਧੂ ਵੀ ਜੋਧਪੁਰੇ ਸੀ। ਇਹ ਜੋਧਪੁਰ ਸੀਗੇ ਜੀ, ਇਹ ਵੀ ਜੋਧਪੁਰ ਸੀ। ਇਹ ਸਾਰੇ ਜੋਧਪੁਰ ਵਾਲਾ ਕੈਦੀ ਤੇ ਕੋਈ ਛੁੱਟਿਆ ਨਹੀਂ ਸੀ। ਛੁੱਟਿਆ ਨਹੀਂ ਸੀ। ਠੀਕ ਹੈ, ਠੀਕ ਹੈ। ਹਾਂਜੀ ਹਾਂਜੀ, ਇਹ ਭਾਈ ਜਸਵੀਰ ਸਿੰਘ ਵੀ ਨਹੀਂ ਸੀ ਆਏ ਉਦੋਂ। ਸੋ 2 ਫੈਡਰੇਸ਼ਨਾਂ ਹੋ ਗਈਆਂ ਤੇ ਸੇਮ ਡੇ ਬਾਬਾ ਠਾਕਰ ਸਿੰਘ ਨਾਲੇ ਤਾਂ ਪੰਜਾਂ ਨੂੰ ਉਹਨਾਂ ਦੀ ਗੈਰ ਹਾਜ਼ਰੀ 'ਚ ਮਨਜੀਤ ਸਿੰਘ ਨੂੰ ਤੇ ਹਰੀਹਰ ਝੋਕ ਜਿਹਦੇ ਤੇ ਰੋਡੇ ਪਰਿਵਾਰ ਦਾ ਨੇੜਤਾ ਸੀ ਤੇ ਹਰੀਹਰ ਝੋਕ ਕਨਵੀਨਰ ਗੁਰਜੀਤ ਸਿੰਘ ਨੂੰ ਬਣਾਤਾ। ਉਹਦੇ ਵਾਸਤੇ ਵੀ ਪਰਿਵਾਰ ਇੱਕ ਤਰ੍ਹਾਂ ਦਾ ਕੜਿੱਕੀ 'ਚ ਆ ਗਿਆ। ਇੱਕ ਬੰਨੇ ਪਰਿਵਾਰ ਤੇ ਭਾਈ ਮਨਜੀਤ ਸਿੰਘ ਨੂੰ ਬਣਾ ਰਿਹਾ, ਬਿਲਕੁਲ ਉਧਰੋਂ ਜਵਾਈ ਆ ਮੁੰਡਾ ਤੇ ਉਧਰੋਂ ਪਰਿਵਾਰ ਦਾ ਹੀ ਜਵਾਈ ਜਿਹੜਾ ਹੈ ਉਹ ਦੂਜੇ ਧੜੇ ਦਾ ਬਣ ਗਿਆ ਫੈਡਰੇਸ਼ਨ ਦਾ। ਬਿਲਕੁਲ ਠੀਕ। ਤੇ ਉਹਦੇ ਨਾਲ ਬਹੁਤ ਸਾਰਾ ਮਤਲਬ ਬਹੁਤ ਵੱਡੇ ਮੈਸੇਜ ਗਲਤ ਚਲੇ ਗਏ ਹੁਣ। ਮਤਲਬ ਜਿਹੜਾ ਸੀਗਾ ਗੁਰਜੀਤ ਸਿੰਘ ਉਹਦੇ ਦਿਮਾਗ 'ਚ ਵੀ ਕੁਛ ਇਸ ਤਰ੍ਹਾਂ ਦਾ ਸੀਗਾ ਵੀ ਮਤਲਬ ਸੰਤ ਜਰਨੈਲ ਸਿੰਘ, ਕਿਉਂਕਿ ਇਹ ਸੰਤ ਜਰਨੈਲ ਸਿੰਘ ਤੇ ਭਾਈ ਵੀਰ ਸਿੰਘ ਜੀ ਦਾ ਗੁਰਜੀਤ ਸਿੰਘ ਜਵਾਈ ਸੀਗਾ। ਬਿਲਕੁਲ, ਉਹ ਭਾਈ ਸੀ, 2 ਭਾਈ ਸੀਗੇ ਸਕੇ। ਤੇ ਜਿਹੜੇ ਬਾਕੀ ਦੇ ਬਾਬਾ ਜੀ ਦੇ 5 ਬੇਟੇ ਸੀ, ਜਿਹਨਾਂ ਚੋਂ ਸਭ ਤੋਂ ਵੱਡੇ ਜਗਜੀਤ ਸਿੰਘ ਸੀ, ਉਸ ਤੋਂ ਵੱਡੇ ਆਪਣੇ ਸੀ ਜਗੀਰ ਸਿੰਘ ਜਿਹੜੇ ਭਾਈ ਜਸਵੀਰ ਸਿੰਘ ਦੇ ਫਾਦਰ ਸੀਗੇ। ਬਿਲਕੁਲ। ਤੇ ਜਦੋਂ ਮਤਲਬ ਪਾਵਰ ਸੀਗੀ ਜਿਹੜੀ ਉਹ ਬਾਬਾ ਜੀ ਵੱਲੋਂ ਉਹਨਾਂ ਨੂੰ ਐਂ ਲੱਗਦਾ ਸੀ ਵੀ ਪਾਵਰ ਜਿਹੜੀ ਆ ਬਾਬਾ ਜੀ ਨੇ ਜਗੀਰ ਸਿੰਘ ਦੇ ਬੇਟੇ ਨੂੰ ਭਾਈ ਜਸਵੀਰ ਸਿੰਘ ਨੂੰ ਤੇ ਜਿਹਦੇ ਲਈ ਉਹ ਰਾਜੀ ਨਹੀਂ। ਮਤਲਬ ਇਸ ਤਰ੍ਹਾਂ ਦਾ ਵਿੱਚ ਪਰਿਵਾਰ ਦੇ ਜਿਹੜਾ, ਕਿਉਂਕਿ ਅਸੀਂ ਘਰੇ ਰਹਿੰਦੇ ਸੀਗੇ, ਬਹੁਤ ਸਾਰੀਆਂ ਗੱਲਾਂ ਸਾਡੇ ਸਾਹਮਣੇ ਵੀ ਹੁੰਦੀਆਂ ਸੀਗੀਆਂ, ਅਸੀਂ ਪਰਿਵਾਰਕ ਮੈਂਬਰਾਂ ਵਰਗੇ ਸੀਗੇ। ਬਿਲਕੁਲ ਠੀਕ ਹੈ। ਵੀ ਰੈਗੂਲਰ ਜਦੋਂ ਘਰੇ ਹੀ ਰਹਿਣਾ ਤੇ ਸਾਰਾ ਕੁਝ ਸਾਡੇ ਸਾਹਮਣੇ ਹੋਣਾ। ਬਿਲਕੁਲ ਠੀਕ। ਸਾਨੂੰ ਪਤਾ ਸੀਗਾ ਵੀ ਇਹ ਕੁਛ ਹੋਈ ਜਾਂਦਾ ਹੈ। ਤੇ ਮਤਲਬ ਸੰਤਾਂ ਦੀ ਸਿੰਘਣੀ ਜਿਹੜੀ ਸੀਗੀ ਬੀਬੀ ਪ੍ਰੀਤਮ ਕੌਰ, ਉਹਨਾਂ ਦਾ ਵੀ ਰੁਖ ਜਿਹੜਾ ਸੀਗਾ ਪਰਿਵਾਰ ਨਾਲ ਬਾਬਾ ਜੀ ਉਹਨਾਂ ਨਾਲ ਠੀਕ ਨਹੀਂ ਰਿਹਾ ਉਹਨਾਂ ਦਿਨਾਂ ਦੇ ਵਿੱਚ। ਮਤਲਬ ਉਹਨਾਂ ਨੂੰ ਵੀ ਇਹਨਾਂ ਨੇ ਟੋੜੇ ਹੋਣਾ ਨੇ ਮਤਲਬ ਉਹਨਾਂ ਨੇ ਪਰਿਵਾਰ ਨਾਲ ਵੱਖ ਕਰ ਲਿਆ ਸੀਗਾ। ਤੇ ਭਾਈ ਵੀਰ ਸਿੰਘ ਦੀ ਸ਼ਖਸੀਅਤ ਕਿਹੋ ਜਿਹੀ ਸੀ? ਸੰਤਾਂ ਦੇ ਜਿਹੜੇ ਭਾਈ ਸਨ ਬਹੁਤ ਜੀ, ਮੈਂ ਕਹਿੰਦਾ ਕਿਆ ਪੁੱਛਦੇ ਆ, ਬਿਲਕੁਲ ਸਾਧੂ ਆਦਮੀ ਸੀਗੇ। ਮਤਲਬ ਉਹਨਾਂ ਦੇ ਮਨ ਵਿੱਚ ਕੋਈ ਈਰਖਾ ਨਹੀਂ ਸੀ ਇਹੋ ਜਿਹੀ। ਉਹ ਭਾਈ ਜਸਵੀਰ ਸਿੰਘ ਦਾ ਆਖਰੀ ਤੱਕ ਹੀ ਉਹਨਾਂ ਹੀ ਸਤਿਕਾਰ ਕਰਦੇ ਆ ਜਿੰਨਾ ਪਹਿਲੇ ਦਿਨ ਤੋਂ ਕਰਦੇ। ਬਿਲਕੁਲ, ਭਤੀਜੇ ਦਾ। ਬਿਲਕੁਲ ਠੀਕ। ਬਾਬਾ ਜੀ ਦਾ ਵੀ ਉਸੇ ਤਰ੍ਹਾਂ ਸਤਿਕਾਰ ਕਰਦੇ ਰਹੇ। ਮਤਲਬ ਭਾਈ ਵੀਰ ਸਿੰਘ ਵੱਲੋਂ ਉਹ ਭਾਈ ਵੀਰ ਸਿੰਘ ਗੁਰਜੀਤ ਸਿੰਘ ਦੇ ਬਣਨ ਤੇ ਬਿਲਕੁਲ ਨਾਰਾਜ਼ ਸੀਗੇ। ਉਹ ਨਹੀਂ ਸੀ ਕੁਛ, ਨਾਲੇ ਆਪਣਾ ਜਵਾਈ ਸੀ ਜਿਹੜਾ ਬਾਬਾ ਜੀ ਦਾ ਫੈਸਲਾ, ਨਾਲੇ ਜਵਾਈ ਸੀ ਭਾਵੇਂ, ਪਰ ਉਹਨਾਂ ਨੇ ਕਿਹਾ ਵੀ ਜੋ ਬਾਪੂ ਦਾ ਫੈਸਲਾ ਉਹ ਸਹੀ ਹੈ। ਸਹੀ ਸੀਗਾ ਜੀ। ਬਿਲਕੁਲ ਠੀਕ। ਜੇ ਹੁਣ ਪਰਿਵਾਰਾਂ ਨੂੰ ਸਾਰਿਆਂ ਨੂੰ ਇਕੱਠਿਆਂ ਲੈ ਕੇ ਚੱਲਣਾ ਸੀਗਾ ਤੇ ਉਹਨਾਂ ਦੇ ਸੰਤਾਂ ਦੇ ਪਰਿਵਾਰ ਨੂੰ ਨਾਲ ਰੱਖਣਾ ਜ਼ਰੂਰੀ ਸੀਗਾ। ਪੂਰੇ ਕੋਨੇ ਉੱਥੋਂ ਹੀ ਤਾਂ ਪਹਿਲਾਂ ਜਿਹੜਾ ਟਕਸਾਲ ਦਾ ਰਿਫਟ ਭਾਈ ਸਾਹਿਬ ਭਾਈ ਮੋਹਨ ਸਿੰਘ ਤੇ ਸੰਤ ਕਰਤਾਰ ਸਿੰਘ ਵਾਲਾ, ਉਹਨੂੰ ਨਿਬੇੜਨ ਦਾ ਯਤਨ ਕੀਤਾ ਰੋਡੇ ਪਰਿਵਾਰ ਨੇ ਬਾਬਾ ਜੀ ਨੇ। ਹਾਂਜੀ ਇਹੀ ਸੀਗਾ ਵੀ ਇਹ ਹੁਣ ਗਾਂ ਜਿਹੜਾ ਨਵਾਂ ਰਿਫਟ। ਹਾਲਾਂਕਿ ਜਿਹੜਾ ਸੀਗਾ ਆਪਣੇ ਸੰਤਾਂ ਦੀ ਸਿੰਘਣੀ ਸੀਗੀ, ਮਤਲਬ ਉੱਥੇ ਬੜੀਆਂ ਚੀਜ਼ਾਂ ਹੋ ਰਹੀਆਂ ਸੀ, ਅਸੀਂ ਵੇਖ ਰਹੇ ਸੀ। ਸਾਡੀ ਕੋਸ਼ਿਸ਼ ਹੁੰਦੀ ਸੀ ਵੀ ਪਰਿਵਾਰ ਨਾਲ ਰਵੇ, ਤੇ ਇਹਨਾਂ ਦੀ ਕੋਸ਼ਿਸ਼ ਹੁੰਦੀ ਸੀ ਟੋੜੇ ਧੜੇ ਦੀ, ਜਾਂ ਇਹਨਾਂ ਦੇ ਜਿਹੜਾ ਆਪਣੇ ਖਾੜਕੂ ਧਿਰਾਂ ਦੇ ਜਿਹੜਾ ਵੱਖਰਾ ਧੜਾ ਸੀ ਰੋਡਿਆਂ ਦੇ ਖਿਲਾਫ ਵਾਲਾ, ਇਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਵੀ ਕਰਤਾਰ ਸਿੰਘ ਦਾ ਪਰਿਵਾਰ ਜਿਹੜਾ ਇਹਨਾਂ ਦੇ ਨਾਲ ਨਾ ਜਾਏ। ਤੇ ਉਹ ਜੇ ਮਾਤਾ ਜੀ ਨੂੰ ਅਸੀਂ ਕਿਤੇ ਮਨਾਮ ਨੂੰ ਲੈ ਵੀ ਆਉਂਦੇ ਤੇ ਮਾਤਾ ਜੀ ਫਿਰ ਸਟੇਜ ਤੇ ਖੜ ਕੇ ਵੀ ਕਈ ਵਾਰੀ ਬਾਬਾ ਜੀ ਦੇ ਖਿਲਾਫ ਬੋਲ ਜਾਂਦੇ। ਕਮਾਲ ਹੋ ਗਈ। ਹਾਂ, ਮਤਲਬ ਬਹੁਤ ਕੁਛ ਹੁੰਦਾ ਸੀਗਾ ਜੀ। ਮਤਲਬ ਸਮਝ ਹੀ ਨਹੀਂ ਸੀ ਆਉਂਦੀ ਹੁੰਦੀ ਵੀ ਇਹ ਕੀ ਹੋਈ ਕੀ ਜਾਂਦਾ। ਤੇ ਜਦੋਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਸੀ, ਕਿਉਂਕਿ ਕੋਸ਼ਿਸ਼ ਇਹ ਸੀਗੀ ਕਿ ਅਸੀਂ ਇੱਕ ਜੰਗ ਵਿੱਚ ਆ, ਤੇ ਜੰਗ ਦੇ ਵਿੱਚ ਜਿਹੜੀ ਆ ਏਕਤਾ ਜਿਹੜੀ ਆ ਜ਼ਰੂਰੀ ਆ। ਜੰਗ ਦੀ ਅਗਵਾਈ ਬਾਬਾ ਜੀ ਕਰ ਰਹੇ ਨੇ ਤੇ ਪੰਜਾਬ ਸਾਰਾ ਬਾਬਾ ਜੀ ਦੇ ਨਾਲ ਖੜਾ ਹੈ। ਤੇ ਜਦੋਂ ਇਹੋ ਜਿਹੀਆਂ ਛੋਟੀਆਂ ਘਟਨਾਵਾਂ ਹੁੰਦੀਆਂ, ਮੇਨ ਪਰਿਵਾਰ ਜਿਹੜੇ ਉਹ ਵਿਰੋਧ ਕਰਦੇ, ਤੇ ਫਿਰ ਉਹਦੇ ਨਾਲ ਜਿਹੜਾ ਸੀਗਾ ਉਹ ਮਨੋਬਲ ਵੀ ਟੁੱਟਦਾ ਸੀ। ਬਹੁਤ ਦੁੱਖ ਦੀ ਕਹਾਣੀ ਸੀ। ਉਧਰੋਂ 84 ਹੋ ਕੇ ਹਟਿਆ, ਉਧਰੋਂ ਬਲੈਕ ਥੰਡਰ ਹੋ ਗਿਆ, ਉਧਰੋਂ ਫੈਡਰੇਸ਼ਨ ਅਲੱਗ, ਉਧਰੋਂ ਸਰਕਾਰੀ ਜਿਹੜੇ ਬੰਦੇ ਸੀ। ਸੋ ਸਰਕਾਰੀ ਬੰਦਿਆਂ ਦੀ ਸਿੱਧੀ ਦਖਲਅੰਦਾਜ਼ੀ ਇਹਨਾਂ ਦੇ ਵਿੱਚ ਦੀ ਹੁੰਦੀ ਸੀ। ਅਕਾਲੀ ਲੀਡਰ ਜਾਂ ਜੈਲ ਸਿੰਘ ਦਾ ਬੰਦਾ ਜਿਹੜਾ ਫਰੀਦਕੋਟ ਵਾਲਾ, ਉਹਦੇ ਰਾਹੀਂ ਫਿਰ ਇਹ ਇੰਟਰਵੀਨ ਕਰਦੇ ਸੀ ਬਹੁਤ ਜ਼ਿਆਦਾ ਜੀ। ਕਿਉਂਕਿ ਹੁਣ ਜਿਵੇਂ ਆ ਜਿਹੜਾ ਸਾਡਾ ਕਿਸਾਨ ਮੋਰਚਾ ਚੱਲਿਆ, ਇਹਦੇ ਵਿੱਚ ਸਾਡਾ ਮੇਰਾ ਖਾਸ ਕਰਕੇ ਜਿਹੜਾ ਉਹ ਤਜਰਬਾ ਸੀ ਮੇਰੇ ਕੋਲ, ਸੇਮ ਮੂਹਰੇ ਆ ਗਿਆ। ਉਹ ਸੇਮ ਸੀਗਾ ਵੀ ਇੱਕ ਬੰਦੇ ਨਾਲ ਇੱਕ ਇੰਟੈਲੀਜੈਂਸ ਦਾ ਗਰੁੱਪ ਲਾ ਰੱਖਿਆ ਸੀ ਇਹਨਾਂ ਨੇ। ਵੀ ਜੇ ਭਾਈ ਜਸਵੀਰ ਸਿੰਘ ਨਾਲ ਇੰਟੈਲੀਜੈਂਸ ਦਾ ਇੱਕ ਗਰੁੱਪ ਲੱਗਿਆ ਹੋਇਆ ਸੀ, ਤੇ ਦੂਜੇ ਬੰਨੇ ਮਾਨ ਦੇ ਪਰਿਵਾਰ ਨਾਲ ਇੱਕ ਗਰੁੱਪ ਲੱਗਿਆ ਹੋਇਆ ਸੀ, ਤੀਜੇ ਬੰਨੇ ਭਾਈ ਮਨਜੀਤ ਸਿੰਘ ਨਾਲ ਇੱਕ ਗਰੁੱਪ ਲੱਗਿਆ ਹੋਇਆ ਸੀ।
ਕੋਈ ਮਤਲਬ ਆ ਜਿਹੜੇ ਖਾੜਕੂ ਜਥੇਬੰਦੀਆਂ ਦੇ ਵਿੱਚ ਉਹਨਾਂ ਦੀ ਜ਼ਬਰਦਸਤ ਪੈਨੀਟ੍ਰੇਸ਼ਨ ਹਾਈ ਲੈਵਲ ਤੱਕ। ਹਾਂਜੀ, ਤੇ ਜਦੋਂ ਮਤਲਬ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਇਹ ਸਾਨੂੰ ਭਰਾ ਮਾਰੂ ਜੰਗ ਵੱਲ ਲੈ ਹੀ ਗਈਆਂ ਆਖਿਰ। ਤੇ ਉਸਨੇ ਫਿਰ ਸਾਡੇ ਬਹੁਤ ਵੱਡੇ ਨੁਕਸਾਨ ਕੀਤੇ, ਜਿਵੇਂ ਹੁਣ ਚਮਕੌਰ ਸਿੰਘ ਰੋਡੇ ਔਰ ਅੱਕਾਂ ਵਾਲੀ ਔਰ ਇਹ ਸਾਰੇ ਦੂਸਰੇ ਧਿਰ ਵੱਲ ਨੂੰ ਮਾਰ ਦਿੱਤੇ ਗਏ, ਸ਼ਹੀਦ ਕਰ ਦਿੱਤੇ ਗਏ। ਔਰ ਭਾਈ ਹਰਮਿੰਦਰ ਸਿੰਘ ਦਾ ਕਤਲ ਜਦੋਂ ਹੋਇਆ ਉਹ ਤਾਂ ਐਕਸਟ੍ਰੀਮ ਹੋ ਗਈ ਨਾ ਗੱਲ, ਸੰਧੂ ਵਾਲਾ ਤਾਂ ਐਕਸਟ੍ਰੀਮ ਹੋ ਗਿਆ ਨਾ ਜੀ, ਬਿਲਕੁਲ। ਫਿਰ ਜਾ ਕੇ ਹਾਂ ਵੀ ਉਸ ਤੋਂ ਬਾਅਦ ਤਾਂ ਮਤਲਬ ਖਤਮ ਹੋ ਗਈ ਨਾ ਕਹਾਣੀ। ਫਿਰ ਜਿਹੜੀ ਸੰਘਰਸ਼ ਦੀ ਜਿਹੜੇ ਦਾਅਵੇਦਾਰਾਂ ਵਾਲੀ ਕਹਾਣੀ ਤਾਂ ਖਤਮ ਹੋ ਗਈ, ਕਿਉਂਕਿ ਇਹ ਜਦੋਂ ਜੇਲ੍ਹ ਚੋਂ ਬਾਹਰ ਆਇਆ ਤੇ ਸਭ ਤੋਂ ਜ਼ਿਆਦਾ ਇਕੱਠ ਜਿਹੜਾ ਜੇਲ੍ਹ ਤੋਂ ਬਾਹਰ ਆਇਆ ਉਹਦੇ ਆਲੇ ਦੁਆਲੇ ਸੀ ਜੀ, ਉਹ ਬੜਾ ਦਿਮਾਗੀ ਬੰਦਾ ਸੀ, ਉਹਦੇ ਆਲੇ ਦੁਆਲੇ ਚੀਜ਼ਾਂ ਘੁੰਮ ਰਹੀਆਂ ਸੀ। ਹਾਂ, ਹਰਮਿੰਦਰ ਸਿੰਘ ਹੁਣ ਜਿਹੜੇ ਇਹ ਇਲਜ਼ਾਮ ਲਾਉਂਦੇ ਨੇ ਨਾ ਵੀ ਇਹ ਸਰਕਾਰ ਇਹਦੇ ਨਾਲ ਗੱਲ ਕਰਦੀ ਸੀਗੀ, ਇਹ ਇਲਜ਼ਾਮ ਤਾਂ ਲੱਗਦੇ ਹੀ ਨਹੀਂਗੇ। ਹੁਣ ਜਿਹੜੇ ਮੂਵਮੈਂਟ ਦੀ ਅਗਵਾਈ ਕਰ ਰਹੇ ਲੋਕ ਸਰਕਾਰ ਤੇ ਜਿਹੜੇ ਕੋਈ ਚੌਥੀ ਪੰਜਵੀਂ ਲੈਣ ਦੇ ਬੰਦੇ ਸੀ ਸਰਕਾਰ ਤੇ ਉਹਨਾਂ ਨਾਲ ਵੀ ਗੱਲ ਕਰੀ ਜਾਂਦੀ। ਬਿਲਕੁਲ ਠੀਕ ਹੈ, ਲੀਡਰ ਤਾਂ ਬਹੁਤ ਦੂਰ ਦੀ। ਜੇ ਭਾਈ ਹਰਮਿੰਦਰ ਸਿੰਘ ਨਾਲ ਕੋਈ ਗੱਲਬਾਤ ਕਰ ਰਿਹਾ ਸੀ ਤੇ ਉਹ ਕੋਈ ਮਤਲਬ ਇਹ ਨਹੀਂ ਸੀਗਾ ਕਿ ਉਹ ਬਹੁਤ ਵੱਡਾ ਕੋਈ ਗੁਨਾਹ ਥੋੜਾ ਸੀ, ਉੱਥੋਂ ਗੱਲ ਤੁਰਨੀ ਸੀ, ਉੱਥੋਂ ਗੱਲ ਤੁਰਨੀ ਸੀ। ਤੇ ਅੱਜ ਵੀ ਹੁਣ ਤੁਸੀਂ ਵੇਖ ਲਓ ਵੀ ਜਦੋਂ ਵੀ ਕੋਈ ਮੂਵਮੈਂਟ ਹੁੰਦੀ ਆ ਸਰਕਾਰਾਂ ਤੇ ਗੱਲ ਤਾਂ ਕਰਦੀਆਂ ਹੀ ਆ, ਉਹਨਾਂ ਦੇ ਬੈਕਡੋਰ ਚੈਨਲ ਜਿਹੜੇ ਹਮੇਸ਼ਾ ਖੁੱਲੇ ਰਹਿੰਦੇ। ਬਿਲਕੁਲ ਠੀਕ ਹੈ। ਹਾਂਜੀ, ਸੋ ਅਗਲੇ ਸਾਡੀ ਜਿਹੜੀ ਸਾਡੀ ਖਾੜਕੂ ਧਿਰਾਂ ਲੜ ਰਹੀਆਂ ਸੀ ਉਹ ਇਸ ਚੀਜ਼ ਨੂੰ ਜਾਂ ਉਹ ਸਮਝ ਨਹੀਂ ਸਕੇ ਤੇ ਜਾਂ ਜਿਹੜੀ ਜਿਵੇਂ ਸੈਂਟਰ ਚਾਹੁੰਦਾ ਸੀਗਾ ਵੀ ਹੋ ਗਿਆ ਭਰਾ ਮਾਰੂ ਜੰਗ ਤੇ ਚਲੇ ਗਏ। ਗੱਲ ਬਿਲਕੁਲ ਠੀਕ ਹੈ, ਗੱਲ ਉੱਥੇ ਚਲੀ। ਸੰਧੂ ਦੇ ਕਤਲ ਦੇ ਬਾਰੇ ਸਰਦਾਰ ਸਾਹਿਬ ਅਗਲੇ ਮੰਗਲਵਾਰ ਹਰਮਿੰਦਰ ਸਿੰਘ ਸੰਧੂ ਦਾ ਵਿਅਕਤੀਤਵ ਉਹਦੇ ਬਾਰੇ ਬਹੁਤ ਪਿਛਲੇ ਸਾਲ ਵੀ ਬਹੁਤ ਘੰਟਾ ਜਿਹੜੇ ਲੈਕਚਰ ਨੇ ਸਰਦਾਰ ਅਜਮੇਰ ਸਿੰਘ ਵੱਲੋਂ ਹੋਏ ਤੇ ਗੱਲਾਂ ਦੁਆਰਾ ਚੱਲ ਪਈਆਂ ਸੰਧੂ ਦੇ ਕਤਲ ਦੀਆਂ। ਸੰਧੂ ਦਾ ਸਰਕਾਰ ਦੇ ਨਾਲ ਚੈਨਲ ਜਾਂ ਜੋਧਪੁਰ ਵਾਲੇ ਜਿਹੜੇ ਭਾਈ ਮਨਜੀਤ ਸਿੰਘ ਉਹਨਾਂ ਦਾ, ਸੰਧੂ ਉਹਨਾਂ ਦਾ ਦਿੱਲੀ ਦੀਆਂ ਮੀਟਿੰਗਸ, ਉੱਧਰੋਂ ਜਸਵੀਰ ਸਿੰਘ ਰੋਡੇ ਉਹਨਾਂ ਦਾ ਵਾਪਸ ਆਉਣਾ ਸਾਗਰ ਜੇਲ੍ਹ ਤੋਂ, ਤਿਹਾੜ ਤੋਂ ਵਾਪਸ ਆਉਣਾ, ਉਹਨਾਂ ਨਾਲ ਇੱਕ ਚੈਨਲ ਖੁੱਲ੍ਹਣਾ, ਤੇ ਉਸ ਸਮੇਂ ਤੋਂ ਆਪਾਂ ਅਗਲੇ ਮੰਗਲਵਾਰ ਤੁਰਾਂਗੇ ਜੀ। ਠੀਕ ਹੈ ਜੀ, ਮੈਨੂੰ ਅਜੇ ਵੀ ਮੈਂ ਕਨਫਿਊਜ਼ਨ ਜੀ, ਅੱਜ ਮੰਗਲਵਾਰ ਨਹੀਂ ਅੱਜ ਸੋਮਵਾਰ। ਮੈਂ ਤੁਹਾਨੂੰ ਥੋੜਾ ਜਿਹਾ ਸੰਦੇਹਾ ਫੋਨ ਕਰਿਆ ਕਰੂੰਗਾ ਜੀ ਡੇਡਵਾ ਸਾਹਿਬ। ਧੰਨਵਾਦ ਬਹੁਤ ਬਹੁਤ, ਤੇ ਸਾਰਿਆਂ ਵੱਲੋਂ ਧੰਨਵਾਦ ਜਿੰਨੇ ਸੁਣਦੇ ਨੇ। ਤੁਸੀਂ ਬਹੁਤ ਚੀਜ਼ਾਂ ਨੇ ਜਿਹੜੀਆਂ, ਤੇ ਮੈਂ ਚਾਹਾਂਗਾ ਵੀ ਜਿਵੇਂ ਪਹਿਲੀ ਤੁਹਾਡੀ ਕਿਤਾਬ ਆ, ਇੱਕ ਕਿਤਾਬ ਹੋਰ ਲਿਖੋ ਜੇ ਤੁਸੀਂ, ਤੁਹਾਡਾ ਮਨ ਹੋਵੇ। ਮੈਨੂੰ ਪਤਾ ਹੈ ਕਿ ਪੋਤਰੇ ਤੋਂ ਬਾਅਦ, ਉਹਦੀ ਸ਼ਹੀਦੀ ਤੋਂ ਬਾਅਦ ਪਰਿਵਾਰ ਦਾ ਬਹੁਤ, ਪਰ ਫਿਰ ਵੀ ਤੁਸੀਂ ਗੁਰੂ ਆਸ਼ੇ ਮੁਤਾਬਕ ਚੜ੍ਹਦੀ ਕਲਾ, ਸਿਹਤਯਾਬੀ ਦੀ ਅਰਦਾਸ ਕਰਦੇ ਹਾਂ, ਤੇ ਅਗਲੇ ਮੰਗਲਵਾਰ ਫੇਰ ਗੱਲਬਾਤ ਕਰਾਂਗੇ। ਜੀ। ਧੰਨਵਾਦ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਹਰਦੀਪ ਸਿੰਘ ਡਿਵਡਿਵਾ ਉਹਨਾਂ ਨਾਲ ਮੈਂ ਉਸ ਨੂੰ ਖੰਗੋਲਣ ਦਾ ਯਤਨ ਕਰ ਰਿਹਾ, ਖੰਗਾਲ ਰਿਹਾ ਉਸ ਸਮੇਂ ਨੂੰ। ਹਾਲਾਂਕਿ ਉਹ ਲੰਘ ਗਿਆ, ਪਰ ਉਹਦੇ ਤੋਂ ਬਹੁਤ ਸੇਧ ਇੱਕ ਹੁਣ ਦੇ ਸਮੇਂ ਦੀ ਮਿਲ ਸਕਦੀ ਹੈ ਕਿ ਐਕਟ ਕਿਵੇਂ ਕਰਨਾ, ਨੇਸ਼ਨ ਕਿਵੇਂ ਐਕਟ ਕਰਨੀ ਚਾਹੀਦੀ ਹੈ, ਉਹਦਾ ਚੈਨਲ ਕੀ ਚਾਹੀਦਾ ਹੈ। ਹਥਿਆਰਬੰਦ ਸੰਘਰਸ਼ ਦੀ ਇੱਕ ਅਹਿਮੀਅਤ ਹੈ, ਉਸ ਤੋਂ ਨੈਕਸਟ ਲੈਵਲ ਕੀ ਹੈ। ਉਹ ਰਣਤੱਤੇ ਦੀ ਕਹਾਣੀ ਜਿਹੜੀ ਹੋਈ ਹੈ 18ਵੀਂ ਸਦੀ 'ਚ ਵੀ ਹੋਈ ਹੈ। ਸਿੰਘਾਂ ਦੇ ਮੁੱਲ ਜਦ ਪਏ ਨੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ, ਤਾਰਾ ਸਿੰਘ ਵਾਂ, ਤੇ ਉਸ ਤੋਂ ਬਾਅਦ ਮਿਸਲਾਂ ਵਾਲੇ ਪਾਸੇ ਨੂੰ ਜਦ ਅਸੀਂ ਗਏ ਹਾਂ, ਉਹ ਇੱਕ ਫੇਜ਼ ਆ ਸਾਡਾ। ਬਾਬਾ ਤਾਰਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਜ਼ਕਰੀਆ ਸਾਡੇ ਸਿਰਾਂ ਦੇ ਮੁੱਲ ਪਾਉਂਦਾ, ਸਾਡੀਆਂ ਧੀਆਂ ਧਿਆਣੀਆਂ ਦੇ ਸਿਰ ਵੱਢ ਕੇ ਉਹਨਾਂ ਦੇ ਸਿਰ 'ਤੇ ਜੂੜਾ ਕਰਕੇ ਉਹਨਾਂ ਨੂੰ ਪੁੱਤ ਬਣਾ ਕੇ ਪੈਸੇ ਰੰਗੜ ਲੈ ਰਹੇ ਨੇ ਜ਼ਕਰੀਆ ਤੋਂ। ਨਖਾਸ ਚੌਂਕ ਦੇ ਵਿੱਚ ਸਾਡੇ ਸਿਰਾਂ ਦੇ ਥਮਲੇ ਬਣਾਏ ਗਏ। ਉਹੀ ਜ਼ਕਰੀਆ ਫਿਰ ਸਾਨੂੰ ਨਵਾਬੀ ਭੇਜਦਾ। ਸੋ ਇਹ ਕੁਛ ਮੁਲਾਂਕਣ ਕਰਨ ਦਾ ਯਤਨ ਹੈ, ਅਤੇ ਸਰਦਾਰ ਸਾਹਿਬ ਦੇ ਨਾਲ ਕਿਉਂਕਿ ਚੀਜ਼ਾਂ ਬੜੀਆਂ ਪੁਰਾਣੀਆਂ ਨੇ, 38-40 ਸਾਲ ਦੀਆਂ, ਅਤੇ ਬਜ਼ੁਰਗ ਵੱਲ ਨੂੰ ਉਹਨਾਂ ਦੀ ਅਵਸਥਾ ਵੀ ਉੱਧਰ ਨੂੰ 60+ ਨੇ ਹੁਣ, ਅਤੇ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ। ਚੰਗਾ ਵੀ ਲੱਗਦਾ ਸੰਘਰਸ਼ ਦੇ ਹਾਣੀ ਨੂੰ ਕਿ ਮੇਰੇ ਨਾਲ ਕੋਈ ਗੱਲ ਕਰ ਰਿਹਾ ਅਤੇ ਮੈਨੂੰ ਪੁੱਛ ਰਿਹਾ ਕਿ ਕੀ ਹੋਇਆ। ਜਦ ਇਹ ਲਕਬ ਲੈ ਦੇਣਾ ਵੀ ਇਹ ਸਰਕਾਰੀ ਹੈ, ਟੋਡੀ ਹੈ ਜੀ, ਤਾਂ ਗਦਾਰ ਹੈ, ਤਾਂ ਸ਼ਬਦ ਇਹ ਦੋ ਨੇ, ਕਹਿ ਕੇ ਜਿਹਨੂੰ ਮਰਜ਼ੀ ਠੋਕ ਦਿਓ, ਪਰ ਗੱਲ 'ਤੇ ਜਾਣਾ ਚਾਹੀਦਾ ਜ਼ਰੂਰ ਕਿ ਅਸਲ ਹੋਇਆ ਕੀ। ਖਬਰਾਂ ਸੁਣਾ ਦਿਆਂ ਅਤੇ ਆ ਕੇ ਅਗਲੇ ਘੰਟੇ 'ਚ ਫਿਰ ਇੱਕ
ਇੱਕ ਬ੍ਰੇਕਿੰਗ ਨਿਊਜ਼ ਦੇ ਦਿਆਂ। ਜਿਸ ਤਰ੍ਹਾਂ ਬਾਹਰ ਗੱਲ ਚੱਲ ਰਹੀ ਸੀ ਕਿ ਬਈ ਸ਼ਾਇਦ ਜੈਕ ਹੁੰਦਲੋਣੀ ਚੋਣ ਨਾ ਲੜਨ, ਉਹ ਸੱਚ ਹੋ ਗਈ। ਤੇ ਜੈਕ ਹੁੰਦਲੋਣੀ ਕਹਿੰਦੇ ਵੀ ਮੈਂ ਦੁਬਾਰਾ ਨਹੀਂ ਲੜ ਰਿਹਾ ਕਿਉਂਕਿ ਮੈਨੂੰ ਓਕਨਾਗਨ ਦੇ ਵਿੱਚ ਨੌਕਰੀ ਮਿਲ ਗਈ। ਨੌਕਰੀ ਤਾਂ ਪਹਿਲਾਂ ਹੀ ਸੀ ਉਹਨਾਂ ਕੋਲ, ਨੌਕਰੀ ਤਾਂ BC ਹਾਈਡਰੋ ਨਾਲ ਉਹ ਕੰਮ ਕਰ ਰਹੇ ਨੇ ਇਨਵੈਸਟੀਗੇਟਰ ਦੇ ਤੌਰ ਤੇ ਇੱਧਰਲੀ ਤਨਖਾਹ ਤੇ ਉਹ ਤਨਖਾਹ ਜਿਹੜੀਆਂ ਉਹ ਦੋਨੇ ਲੈਂਦੇ ਸੀ। ਇੱਥੇ ਸੋਮਵਾਰ ਦੇ ਸੋਮਵਾਰ 4 ਜਿਹੜੀਆਂ ਹੀਅਰਿੰਗਸ ਹੁੰਦੀਆਂ ਨੇ, ਉਹਦੇ 'ਚੋਂ 2 'ਚ ਆ ਜਾਓ, 2 'ਚ ਨਾ ਆਓ। ਅਤੇ ਨੌਕਰੀ ਤਾਂ ਉਹਨਾਂ ਕੋਲ ਜਦੋਂ ਇਹ ਇਹਦੇ ਕੌਂਸਲਰ ਬਣੇ ਨੇ ਜਦ ਹੀ ਉਹ ਸੀ ਉਹਨਾਂ ਕੋਲ। ਨੌਕਰੀ ਤਾਂ ਉਹਨਾਂ ਨੇ ਛੱਡੀ ਹੋਣੀ, ਨਵੀਂ ਤਾਂ ਕੱਲ੍ਹ ਨਹੀਂ ਇਹਦੇ 'ਚ ਕੋਈ। ਲੋਕਾਂ ਨੂੰ ਫੇਸ ਕਰਨਾ ਬਹੁਤ ਔਖਾ ਹੈ। ਲੋਕ ਇਸ ਗੱਲ ਨੂੰ ਐਕਸੈਪਟ ਨਹੀਂ ਕਰ ਰਹੇ ਵੀ ਤੁਸੀਂ ਚੋਣ ਜਿੱਤੀ ਤਾਂ ਮੇਅਰ ਮੁਕੱਲਮ ਦੇ ਨਾਲ ਵਾਅਦੇ ਤੇ ਕਰਕੇ ਵੀ ਤੁਸੀਂ ਜਿਹੜਾ ਸਕਾਈ ਟ੍ਰੇਨ ਬਣਾਓਗੇ ਅਤੇ ਤੁਸੀਂ ਸਰੀ ਪੁਲਿਸ ਦੇ ਹੱਕ 'ਚ ਹੋ। ਉਹਦੇ ਬਾਅਦ ਫਿਰ ਉਹ ਗਰੁੱਪ ਦੇਖ ਲਓ ਅਲੱਗ ਹੋ ਗਿਆ, ਬਰਿੰਡਾ ਲੌਕ ਇਹ। ਅਤੇ ਉਸ ਗੱਲ ਕਰਕੇ 4 ਜਣੇ ਅੱਡ ਹੋ ਗਏ, ਇਹ 4 ਅਲੱਗ ਰਹਿ ਗਏ। ਮੇਅਰ ਦੀ 5ਵੀਂ ਵੋਟ ਪਾ ਕੇ ਸਾਰੇ ਪ੍ਰੋਜੈਕਟ ਪਾਸ ਹੁੰਦੇ ਨੇ 5 ਦੇ 5। ਰਿਫਟ ਆ ਗਈ ਅਤੇ ਇਸ ਨੇ ਬੜਾ ਸੁਨੇਹਾ ਵੱਡਾ ਦਿੱਤਾ ਹੋਇਆ ਭਾਈਚਾਰੇ ਦੇ ਵਿੱਚ। ਟੀਮਾਂ ਬੜੀਆਂ ਗਠਿਤ ਹੋ ਰਹੀਆਂ ਨੇ, ਬਹੁਤ ਅਲੱਗ-ਅਲੱਗ ਇਸ ਵਾਰ। ਉਹ ਕਮੇਟੀਆਂ ਜਿਨ੍ਹਾਂ ਨੂੰ ਕੋਈ ਪਹਿਲਾਂ ਰੱਖਦਾ ਨਹੀਂ ਸੀ, ਹੁਣ ਸਲੇਟਾਂ 'ਤੇ ਆ ਰਹੀਆਂ ਨੇ। ਦੇਖਿਓ ਤੁਸੀਂ ਆਉਣ ਵਾਲੇ ਦਿਨਾਂ 'ਚ ਅਨਾਊਂਸਮੈਂਟਸ ਜਿਹੜੀਆਂ ਨੇ ਬੜੀਆਂ ਅਲੱਗ ਹੋ ਰਹੀਆਂ ਨੇ। ਇਸ ਵਾਰ ਦੀ ਕੋਸ਼ਿਸ਼ ਜਿਹੜੀ ਹੈ ਉਹ ਬੜੀ ਗਰਮ ਹੋ ਰਹੀ ਹੈ, ਤੇਜ਼ ਹੋ ਰਹੀ ਹੈ ਕਿ ਸਾਬਕਾ ਲਿਬਰਲ ਪੋਲੀਟੀਸ਼ੀਅਨ ਜਿਹੜਾ ਉਹ ਲੈਂਗਲੀ ਟਾਊਨਸ਼ਿਪ ਦੇ ਵਿੱਚ ਮੇਅਰ ਦੀ ਚੋਣ ਦੀ ਵੀ ਗੱਲ ਚੱਲ ਰਹੀ ਹੈ। ਅਨਾਊਂਸ ਕਰੇਗਾ ਤਾਂ ਤੁਹਾਨੂੰ ਦੱਸਾਂਗੇ, ਪਰ ਫਾਰਮਾਂ 'ਚ ਗੇੜੇ ਗੂੜੇ ਨਿਕਲ ਰਹੇ ਨੇ ਬਈ ਕੌਂਸਲਰਾਂ ਦੀ ਟੀਮ ਬਣਾਉਣ ਦੇ ਲਈ। ਕੁਛ ਪੱਤਰਕਾਰਾਂ ਦਾ ਵੀ ਉਸ ਟੀਮ ਦੇ ਵਿੱਚ ਮੈਨੂੰ ਲੱਗਦਾ ਗੁਣਾ ਪੈ ਸਕਦਾ ਹੈ। ਜਦ ਫਿਰ ਪੂਰੀ ਲਿਸਟ ਆਵੇ ਜਦੇ ਗੱਲ ਕਰਨ ਦੀ ਲੋੜ ਹੈ, ਕਿਉਂਕਿ ਕੱਚੀਆਂ ਗੱਲਾਂ ਹੁੰਦੀਆਂ ਨੇ, ਪਹਿਲਾਂ ਕਰਨੀਆਂ ਠੀਕ ਨਹੀਂ ਹੈ। ਸੋ ਇਹ ਲੋਕ ਜਿਹੜੇ ਨੇ ਉਹ ਬੜੇ ਇਸ ਗੱਲ ਤੋਂ ਗੁੱਸੇ ਸਨ ਜਦ ਵੀ ਜੈਕ ਹੁੰਦਲੋਣਾ ਨਾਲ ਉਹ ਕਹਿੰਦੇ ਵੀ ਤੁਸੀਂ ਨਾ ਪਾਉਂਦੇ ਵੋਟਾਂ, ਫਿਰ ਨਾ ਆਉਂਦੇ ਉਹ ਟੀਮ 'ਚ, ਇਹ ਕੀ ਹੋਇਆ। ਅਤੇ ਇਸ ਵਾਰ ਦੀ ਇਲੈਕਸ਼ਨ ਬੜੀ ਅਲੱਗ ਹੋਏਗੀ, ਜਿਹੜੀ ਬਹੁਤ ਕਿਹਦਾ ਗੁਣਾ ਪੈਂਦਾ, ਕਿਹਨੇ ਜਿੱਤਣਾ, ਕਿੰਨੀ ਕੁ ਮਾਰਜਨ ਨਾਲ ਜਿੱਤਣਾ, ਇਹ ਤਾਂ ਸਮਾਂ ਦੱਸੇਗਾ। ਇੱਕ ਰਾਜਨੀਤਿਕਾਂ ਨੂੰ ਮੈਂ ਬੇਨਤੀ ਕਰਾਂ ਥੋੜ੍ਹੀ ਜਿਹੀ, ਹਲੇ ਅਫੀਸ਼ੀਅਲ ਜਿਹੜੀ ਹੈ ਤੁਹਾਡੀ ਕੈਂਪੇਨ ਹਲੇ ਸ਼ੁਰੂ ਨਹੀਂ ਹੋਈ, ਅਤੇ ਜਿੱਥੇ ਜਨਤਕ ਕਿਤੇ ਇਕੱਠ ਜਾਂਦੇ ਹੋ ਹਰ ਜਗ੍ਹਾ ਉਹ ਲੋਕ ਇਹੀ ਨਹੀਂ ਸੁਣਨਾ ਚਾਹੁੰਦੇ ਵੀ ਤੁਸੀਂ ਰਾਜਨੀਤੀ ਦੀਆਂ ਗੱਲਾਂ ਕਰੋ। ਥੋੜ੍ਹੀ ਜਿਹੀ ਬੇਨਤੀ ਆ ਸਾਰਿਆਂ ਨੂੰ, ਕੋਈ ਪਬਲਿਕ ਫੰਕਸ਼ਨ 'ਤੇ ਆਏ ਹੋ, ਉੱਥੇ ਉਹ ਫੰਕਸ਼ਨ ਦੀ ਗੱਲ ਜਾਂ ਉਹ ਬਿਜ਼ਨਸ ਦੀ ਗੱਲ ਕਰ ਲਓ। ਇਹ ਨਾ ਗੱਲ ਕਰੋ ਵੀ ਹਰ ਜਗ੍ਹਾ ਹੀ ਅਸੀਂ ਹੁਣ ਮੇਅਰ ਦੀ ਅਤੇ ਕੌਂਸਲਰਾਂ ਦੀ ਉਹ ਗੱਲ ਕਰਨੀ ਹੈ। ਥੋੜ੍ਹੀ ਜਿਹੀ ਬੇਨਤੀ ਹੈ, ਇਹ ਮੰਨ ਲਿਓ। ਮੈਂ ਕੋਈ ਵਿਅਕਤੀ ਵਿਸ਼ੇਸ਼ ਨਹੀਂ ਕਹਿਣਾ ਚਾਹੁੰਦਾ, ਫਿਰ ਕਈ ਵਾਰ ਉਹਨਾਂ ਨੂੰ ਲੱਗ ਜਾਂਦਾ ਵੀ ਜਾਣ ਕੇ ਮੈਂ ਗੱਲ ਕਰਦਾ। ਮੈਂ ਇਸ ਚੀਜ਼ ਤੋਂ ਪਰਾਂ ਹੀ ਰਹਿਣਾ ਚਾਹੁੰਦਾ, ਸਾਰੇ ਬਰਾਬਰ ਨੇ ਮੇਰੇ ਲਈ। ਪਰ ਬੇਨਤੀ ਮੰਨਿਓ, ਸਾਡੇ ਪਰਮ ਮਿੱਤਰ ਸਤਿੰਦਰਪਾਲ ਸਿੰਘ SP ਸਿੰਘ ਕਹਿੰਦੇ ਰਹੇ ਆ, ਮੈਂ ਇੱਕ ਚਾਰਟ ਉਹਨਾਂ ਦੀ ਸੀ ਪਹਿਲਾਂ, ਅਤੇ ਕਾਲਜ ਸਾਡੇ ਨਾਲ ਪੜ੍ਹੇ SP ਸਿੰਘ ਪਰਮ ਮਿੱਤਰ ਸਾਡੇ ਮੋਹਾਲੀ ਤੋਂ। ਉਹਨਾਂ ਨੇ 2 ਜਣਿਆਂ ਦੇ ਨਾਲ ਜਿਹੜਾ ਰਲ ਕੇ ਡਰੀਮ ਬੈਂਕਟ ਹਾਲ ਜਿਹੜਾ 72 ਤੇ ਸਕਾਟ ਦੇ ਕਾਰਨਰ 'ਤੇ ਆ, ਜਿੱਥੇ ਸਪਾਈਸ ਜਿਹੜਾ ਰੈਸਟੋਰੈਂਟ ਆ ਉਹ ਵੀ ਇਹਨਾਂ ਦਾ ਹੀ ਆ, ਅਤੇ ਉਹਦੇ ਨਾਲ ਉਹ ਬੈਂਕਟ ਹਾਲ ਖੋਲ੍ਹਿਆ। ਕੱਲ੍ਹ ਉਹਦੀ ਘੁੰਡ ਚੁਕਾਈ ਸੀ। ਬੜੀ ਵਧੀਆ ਇੱਕ ਜਿਹੜਾ ਉਹ ਜਿਹੜਾ ਉਤਸਵ ਸੀ, ਸਮਾਰੋਹ ਸੀ, ਜਿਹਦੇ ਵਿੱਚ ਪੂਰੀਆਂ ਟੀਮਾਂ ਜਿਹੜੀਆਂ ਪਹੁੰਚੀਆਂ। ਸੁਖ ਧਾਲੀਵਾਲ ਵੀ ਆਪਣੇ ਟੀਮ ਮੈਂਬਰਾਂ ਨੂੰ ਲੈ ਕੇ, ਜਸਵੀਰ ਸੰਧੂ ਉਹਨਾਂ ਨੂੰ ਲੈ ਕੇ ਪਹੁੰਚੇ, ਅਤੇ ਉਸ ਤੋਂ ਬਾਅਦ ਮੇਅਰ ਮੁਕੱਲਮ ਆਪਣੇ ਕੌਂਸਲਰਾਂ ਦੇ ਨਾਲ ਆਏ, ਅਤੇ ਕੌਂਸਲਰ ਨਾਗਰਾ ਅਤੇ ਗੋਏਰਾ ਪੈਟੀਸਨ ਅਤੇ ਐਲਿਸਨ ਪੈਟਨ ਅਤੇ ਡਗ ਗੈਲਫਰਡ, ਉਹਨਾਂ ਦੇ ਨਾਲ 3 ਹੋਰ ਨਵੇਂ ਮੈਂਬਰ ਵੀ ਸੀ। ਇੱਕ ਆਪਣੀ ਕੁੜੀ ਜਿਹੜੀ ਹੈ
ਮੈਂ ਨਾਗਰਿਕਾਂ ਨੂੰ ਪੁੱਛਿਆ ਵੀ ਉਹ ਕਹਿੰਦੇ ਆਪਣੀ ਕੁੜੀ ਹੈ, ਸਾਡੀ ਟੀਮ ਦੀ ਮੈਂਬਰ ਹੈ, ਲਾਸਟ ਨੇਮ ਉਹਦਾ ਜੱਸੜ ਦੱਸਿਆ ਉਹਨੇ, ਅਤੇ ਪਰ ਉਹ ਕਹਿੰਦੇ ਵੀ ਇਹਦਾ ਹੁਣੇ ਵਿਆਹ ਹੋਇਆ, ਵਿਆਹ ਇੱਕ ਹਿੰਦੂ ਪਰਿਵਾਰ 'ਚ ਹੋਇਆ, ਅਤੇ ਉਹ ਹਲੇ ਕਿਉਂਕਿ ਪੂਰੀ ਜਦੋਂ ਡਿਕਲੇਅਰ ਕਰਨ ਫਿਰ ਹੀ ਮੈਂ ਤੁਹਾਨੂੰ ਦੱਸਾਂ, ਫਿਰ ਹੀ ਵਧੀਆ। ਚਲੋ ਵਿਆਹ ਦੀ ਨਹੀਂ ਕੋਈ ਗੱਲ, ਕੋਈ ਕਿਤੇ ਵੀ ਕਰਾ ਸਕਦਾ, ਪਰ ਇਸ ਬਾਰੇ ਦਾ ਮਤਲਬ ਮੇਰ ਮੁਕੱਲਮ ਵਾਲੀ ਟੀਮ ਦੇ ਵਿੱਚ 2 ਪੰਜਾਬੀ ਹੋ ਗਏ, ਅਤੇ ਬਾਕੀ ਜਿਨੀ ਸਿਮਜ਼ ਦੀ ਟੀਮ ਦੇ ਵਿੱਚ ਵੀ ਉਹਨਾਂ ਨੇ ਵੀ ਜਿਹੜੇ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਇਸ ਨੂੰ ਜਿਹੜੇ ਉਹਨਾਂ ਦੇ ਮੈਂਬਰ ਫਿਲਪੀਨੋ ਕਮਿਊਨਿਟੀ ਦੇ ਵਿੱਚੋਂ, ਚਾਈਨੀਜ਼ ਕਮਿਊਨਿਟੀ ਦੇ ਵਿੱਚੋਂ, ਅਤੇ ਸਾਰੇ ਉਹਨਾਂ ਨੇ ਵਧੀਆ ਜਿਹੜੇ ਨੇ ਮੈਂਬਰ ਲਏ ਨੇ, ਅਤੇ ਇੱਕ ਆਪਣਾ ਮੁੰਡਾ ਵਕੀਲ ਵੀ ਆ, ਯੰਗ ਮੁੰਡਾ, ਅਤੇ ਉਹ ਵੀ ਜਿਹੜਾ ਉਹਨਾਂ ਨੇ ਲਿਆ, ਜਿਹੜਾ ਸੋ ਉਹਦਾ ਪੂਰਾ ਨਾਮ ਹੈ, ਪੂਰਾ ਲੈ ਕੇ ਪਤਾ ਤਾਂ ਹੈ ਮੈਨੂੰ ਕਿ ਇਹਨਾਂ ਦਾ ਲੜਕਾ ਉਹ, ਅਤੇ ਨਾਲ ਜਿਹੜੀ ਕੁੜੀ ਜੂਡੀ ਹੈ, ਉਹ ਵੀ ਆਪਣੀ ਕੁੜੀ ਹੈ ਅਤੇ ਡਾਕਟਰ ਹੈ। ਉਹ ਮੈਂ ਸਾਰੇ ਪਰਿਵਾਰਾਂ ਦੇ ਨਾਲ ਫਿਰ ਵੀ ਕਿਹੜੇ ਪਰਿਵਾਰ ਨੇ ਉਹ ਜਿਨ੍ਹਾਂ ਦੇ ਇਹ ਬੱਚੇ ਨੇ ਆਉਣ ਵਾਲੇ ਦਿਨਾਂ 'ਚ ਦੱਸਾਂਗਾ। ਬਹੁਤ ਬੜੀ ਇੱਕ ਦੂਜੇ ਦੇ ਵਧੀਆ ਬੰਦੇ ਲੈ ਕੇ ਇਹ ਟੀਮਾਂ ਬਣੀਆਂ ਨੇ, ਜਿਨ੍ਹਾਂ ਦਾ ਆਧਾਰ ਹੈ ਭਾਈਚਾਰੇ 'ਚ। ਜਿਹੜੇ ਕਦੇ ਦੂਜੇ ਪਾਸੇ ਦੇ ਵੋਟਰ ਤਕੜੇ ਹੁੰਦੇ ਸੀ, 1-2 ਜਿਹੜੇ ਇੱਧਰ ਜਿਨੀ ਸਿਮਜ਼ ਦੇ ਟੀਮ ਦੇ ਵਿੱਚ ਮੈਂਬਰ, ਉਹ ਸੁਖ ਧਾਲੀਵਾਲ ਦੇ ਪੂਰੇ ਤਕੜੇ ਸਪੋਰਟਰ ਸੀ। ਮੈਂ ਇੱਕ ਪਰਿਵਾਰ ਦੀ ਤਾਂ ਜਿਨ੍ਹਾਂ ਦਾ ਮੁੰਡਾ ਜਿਨੀ ਸਿਮਜ਼ ਵਾਲੇ ਪਾਸੇ ਖੜਿਆ, ਮੈਂ ਜਦ ਡੋਰ ਨੌਕਿੰਗ ਕਰ ਰਿਹਾ ਸੀ, ਉਹਦੀ ਮਾਤਾ ਮੁੰਡੇ ਦੀ ਨਿਕਲ ਗਿਆ, ਉਹ ਕਹਿੰਦੀ ਅਸੀਂ ਤਾਂ ਵੋਟ ਸੁੱਖ ਨੂੰ ਪਾਉਣੀ ਹੈ। ਮੈਂ ਕਿਹਾ ਚੰਗਾ ਜੀ, ਗਾਂਹ ਹੋ ਗਏ ਅਸੀਂ। ਹੁਣ ਉਹ ਜਿਨੀ ਸਿਮਜ਼ ਉਹਨਾਂ ਨਾਲ ਖੜ੍ਹੇ ਨੇ। ਇਸ ਤਰ੍ਹਾਂ ਹੀ ਹੋਰ ਇੱਕ ਸਪੋਰਟਰ ਜਿਹੜਾ ਵੱਡਾ ਗਰੁੱਪ ਸੀ ਸੁਖ ਧਾਲੀਵਾਲ ਉਹਨਾਂ ਦੀ ਲੜਕੀ ਵੀ ਜਿੰਨੀ ਉਹਨਾਂ ਦੇ ਪਾਸੇ ਖੜੀ ਹੈ। ਉਹ ਇਹ ਬੜਾ ਇਸ ਵਾਰ ਦਾ ਅਲੱਗ ਕੰਮ ਚੱਲਣਾ, ਅਤੇ ਮੇਰ ਮੁਕੱਲਮ ਉਹਨਾਂ ਨੇ ਜਿਹੜੀ ਇਹ ਲੜਕੀ ਬਿਲਕੁਲ ਨੌਜਵਾਨ ਸਾਡੀ ਬੱਚੀ ਹੈ, ਅਤੇ ਉਹਦੀ ਪੜ੍ਹਾਈ ਵਗੈਰਾ ਜਿਹੜਾ ਸਾਰਾ ਕੁਛ ਆਉਣ ਵਾਲੇ ਦਿਨਾਂ ਦੇ ਵਿੱਚ ਜਦ ਪਤਾ ਲੱਗੇਗਾ ਉਹਦਾ ਪੂਰਾ ਨਾਂ ਵਗੈਰਾ ਫਿਰ ਦੱਸਾਂਗਾ ਮੈਂ। ਸੋ ਇਹ ਇਲੈਕਸ਼ਨ ਸਿਰੇ 'ਤੇ ਕਰੋ ਅਤੇ ਮਰੋ ਵਾਲੀ ਗੱਲ ਚੱਲੀ ਹੈ, ਅਤੇ ਲੋਕ ਵੀ ਦੇਖ ਰਹੇ ਨੇ ਕੌਣ ਕਿਹਦੇ ਪਿੱਛੇ ਖੜ੍ਹਾ ਹੈ, ਕਿੱਥੇ ਕਹਾਣੀ ਚੱਲਦੀ ਹੈ, ਕਿਹਨੇ ਕਿੱਥੇ ਵੋਟ ਪਾਉਣੀ ਹੈ, ਕਿਹਦੇ ਲਈ ਕੀ ਹੋਣਾ, ਅਤੇ ਇਹ ਬਹੁਤ ਕੁਝ ਇਸ ਵਾਰ ਤੈਅ ਹੋਏਗਾ। ਪਤਾ ਨਹੀਂ ਕਿਵੇਂ ਚੁਣਨਗੇ, ਵੀ ਮੇਅਰ ਕੋਈ ਅਤੇ ਕੌਂਸਲਰ ਕੋਈ ਇਉਂ ਵੀ ਚੁਣ ਸਕਦੇ ਨੇ ਵੀ ਸਵਾਰ ਕੇ, ਪਰ ਸਾਰੇ ਲੋਕਾਂ ਦਾ ਇੱਕ ਪਾਸੇ ਜਿਹੜਾ ਝੁਕਾਅ ਨਹੀਂ ਹੋ ਸਕਦਾ। ਜ਼ਿਆਦਾਤਰ ਅਸੀਂ ਬਲਾਕ ਵੋਟਿੰਗ ਕਰਦੇ ਹਾਂ ਸਾਰੀ ਟੀਮ ਨੂੰ ਹੀ, ਪਰ ਦੇਖਦੇ ਹਾਂ ਰਿਜ਼ਲਟ ਕਿਹੋ ਜਿਹੇ ਹੋਣਗੇ। ਸਾਰਿਆਂ ਦਾ ਜਿਉਂ-ਜਿਉਂ ਸਮਾਂ ਹੋਏਗਾ ਉਹਨਾਂ ਨੂੰ ਦੇਵਾਂਗੇ, ਆ ਕੇ ਆਉਣਗੇ ਮੰਚ 'ਤੇ। ਜੈਕ ਹੁੰਦਲੋਣੀ ਕਹਿੰਦੇ ਮੈਂ ਤਾਂ ਓਕਨਾਗਨ ਚੱਲਿਆ, ਬਸ ਨੌਕਰੀ ਕਹਿੰਦੇ ਮੈਨੂੰ ਉੱਥੇ ਮਿਲ ਗਈ। ਨੌਕਰੀ ਤਾਂ ਪਹਿਲਾਂ ਵੀ ਸੀ ਉਹਨਾਂ ਕੋਲ ਭਾਈ ਸਾਹਿਬ, ਨੌਕਰੀ ਤਾਂ ਤੁਸੀਂ ਛੱਡੀਓ ਨਹੀਂ। ਪੇਪਰਾਂ 'ਚ ਖਬਰਾਂ ਛਪੀਆਂ ਨੇ ਤੁਹਾਡੀ ਦੂਰੀ ਨੌਕਰੀ ਦੀਆਂ। ਇਹ ਵੀ ਕਿਤੇ ਨਾ ਕਿਤੇ ਸਾਡੇ ਸਿਸਟਮ ਦੇ ਵਿੱਚ ਚਾਹੀਦਾ ਹੈ ਕਿ ਬਈ ਇਹ ਜਿਹੜੇ 2-2 ਨੌਕਰੀਆਂ ਕਰਦੇ ਨੇ, $1,00,000 ਇੱਧਰੋਂ ਲੈ ਲਓ ਅਤੇ $1,50,000 ਉੱਧਰੋਂ ਲੈ ਲਓ, ਤੁਰੇ ਫਿਰੋ। ਇੱਧਰ ਤਾਂ ਐਤਵਾਰ ਦੀ ਐਤਵਾਰ ਇਹ ਫੁੱਲ ਟਾਈਮ ਜੋਬ ਹੈ ਕੌਂਸਲਰ ਦੀ, ਫੁੱਲ ਟਾਈਮ। ਹਾਂ ਵਲੰਟੀਅਰ ਕਰ ਲਵੇ ਜਿੱਥੇ ਮਰਜ਼ੀ, ਅਤੇ ਇਹ ਬੜਾ ਅਲੱਗ ਜਿਹੜਾ ਇਸ ਵਾਰ ਦੀ ਇਲੈਕਸ਼ਨ ਹੋਣੀ ਆ ਸਰੀ ਦੀ। ਖਾਸ ਟਾਊਨਸ਼ਿਪ ਆਫ ਲੈਂਗਲੀ ਵੀ ਗਰਮ ਹੋਣੀ ਆ, ਤੁਸੀਂ ਦੇਖਿਓ ਉੱਥੇ ਜਿਹੜੇ ਪ੍ਰੋਵਿੰਸ਼ੀਅਲ ਲੀਡਰ ਜਿਹੜੇ ਨੇ ਬਾਹਰ ਨੂੰ ਨਿਕਲ ਰਹੇ ਨੇ, ਪਹਿਲੇ ਨੇ ਜਿਹੜੇ, ਉਹ ਫਾਰਮਾਂ 'ਚ ਗੇੜੇ ਕੱਢਦੇ ਫਿਰਦੇ ਨੇ, ਟੀਮ ਬਣਾਉਂਦੇ ਫਿਰਦੇ ਨੇ, ਬੜਾ ਕੁਛ ਚੱਲ ਰਿਹਾ। ਸੁਣ ਲਓ ਸਾਰੀਆਂ ਚੀਜ਼ਾਂ ਪਤਾ ਲੱਗ ਰਹੀਆਂ ਨੇ, ਅਤੇ ਲੋਕ ਕਨੈਕਸ਼ਨ ਜੋੜ ਰਹੇ ਨੇ ਵੀ ਕਿਹੜੇ ਪੈਸੇ ਵਾਲੇ ਦਾ ਕਿੱਥੇ ਕਨੈਕਸ਼ਨ ਹੈ। ਸਰੀ ਦੇ ਅਡਾਨੀਆਂ ਦੀ ਵੀ ਗੱਲ ਚੱਲ ਰਹੀ ਹੈ। ਹੁਣ ਇੱਕ ਗੱਲ ਬਹੁਤ ਹਾਸੇ ਦੀ ਚੱਲਿਆ ਵੀ ਸਰੀ ਦਾ ਅਡਾਨੀ ਕੌਣ ਆ, ਵੀ ਲੱਭੋ। ਬੁਝਾਰਤਾਂ ਪੈ ਰਹੀਆਂ ਨੇ, ਲੱਭ ਨਹੀਂ ਰਿਹਾ ਕਹਿੰਦੇ ਬੰਦਾ, ਪਰ ਜਿਵੇਂ ਉਦੋਂ ਸਮੀਰ ਕੌਂਸਲਰ ਨੇ ਕਿਹਾ ਕਹਿੰਦੇ ਬੰਦਾ ਲੱਭ ਨਹੀਂ ਰਿਹਾ, ਪਰ ਗੱਲ ਚੱਲ ਰਹੀ ਹੈ। ਅੱਛਾ ਜੀ, ਮੈਂ ਅਗਲਾ ਜਿਹੜਾ ਹਿੱਸਾ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਉਹ ਇਹ ਹੈ, ਪਰ 2 ਕਾਲਰ ਨੇ, ਮੈਂ ਪਲੀਜ਼ ਸ਼ਾਰਟ ਰੱਖਿਓ ਜੀ। ਬਸਰਾਂ ਸਾਹਿਬ, ਮੈਂ ਅਗਲਾ ਵਿਸ਼ਾ ਸ਼ੁਰੂ ਕਰਨਾ। ਕਰਨ ਬਸਰਾਂ ਜੀ। ਜੀ ਥੈਂਕ ਯੂ ਗਿੱਲ ਸਾਹਿਬ ਜੀ। ਨਹੀਂ, ਮੈਂ ਤਾਂ ਫੋਨ ਤਾਂ ਕੀਤਾ ਸੀਗਾ ਕਿ ਜੈਕ ਹੁੰਦਲ ਸਾਹਿਬ ਦੀ ਗੱਲ ਸੁਣੀ ਆ, ਹਾਂ,
ਕਹਿੰਦੇ ਨਾ ਮੈਂ ਪੇਕਿਆਂ ਦੀ ਹੋਈ ਨਾ ਮੈਂ ਸਹੁਰਿਆਂ ਦੀ ਹੋਈ, ਉਹ ਹਾਲ ਹੋ ਗਿਆ। ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ। ਹਾਂਜੀ, ਉਹ ਜਿਹੜੀ ਹੁਣ ਮੇਰੇ ਲਈ ਖੜੀ ਕੀਤੀ ਉਹ ਹੁਣ ਉਹਦਾ ਕੀ ਬਣੂਗਾ। ਉਹ ਮੈਂ ਕੁਦਰਤੀ ਪਿਛਲੇ ਸੰਡੇ ਬਰਿੰਡਾ ਲੋਕ ਨੂੰ ਮਿਲਿਆ। ਇੱਕ ਸਾਨੂੰ ਜਾਣਾ ਪਿਆ ਆਪਣੇ ਰਣਦੀਪ ਸਰਾਏ ਹੁਣਾਂ ਵੱਲੋਂ ਬਾਰਬੀਕਿਊ ਪਾਰਟੀ ਸੀਗੀ। ਅੱਛਾ ਜੀ। ਉੱਥੇ ਸਾਰੇ ਹੀ ਕੈਂਡੀਡੇਟ ਆਏ ਹੋ ਸੀਗੇ, ਗੋਲਡੀ ਹੌਗ ਵੀ, ਬਰਿੰਡਾ ਵੀ, ਐਂਡ ਮਤਲਬ ਕਿ ਆਪਣੇ ਠੀਕ ਹੈ, ਆਪਣੀ ਕੰਪੇਨ ਕਰ ਰਹੇ। ਬਹੁਤ ਵਧੀਆ ਗੱਲ ਆ। ਗੋਲਡੀ ਹੌਗ ਵਰਗਾ ਬਹੁਤ ਹੀ ਜਿਹੜਾ ਵਧੀਆ ਪੋਲੀਟੀਸ਼ੀਅਨ ਕਹਿ ਸਕਦੇ ਆ, ਕੋਈ ਉਹਨਾਂ ਵਿੱਚ ਪਤਾ ਨਹੀਂ ਸੀ ਲੱਗ ਰਿਹਾ ਹੈਗਾ, ਚੁੱਪ ਕਰਕੇ ਖੜੇ ਆਪਣੀ ਗੱਲ ਕਹਿ ਰਹੇ ਆ। ਐਂਡ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਜੈਕ ਹੁੰਡੇਲ ਹੁਣ ਤੇਰੇ ਨਾਲ ਰਨ ਕਰੂਗਾ? ਉਹ ਬਰਿੰਡਾ ਨੇ ਕੋਈ ਹੰਗਾਰਾ ਜਿਹਾ ਨਹੀਂ ਭਰਿਆ। ਮੈਂ ਕਿਹਾ ਸ਼ਾਇਦ ਭਈ ਹਾਲੇ ਆਪਣਾ ਬਣਾ ਰਹੇ ਹੋਣਗੇ, ਪਰ ਅੱਜ ਜਿਹੜੀ ਤੁਸੀਂ ਖਬਰ ਦਿੱਤੀ ਹੈ ਤਾਂ ਫਿਰ ਬਿਲਕੁਲ ਹੀ ਇਹ ਹੋ ਗਿਆ ਭਈ ਤੁਸੀਂ ਵਿੱਚ ਚੁਬਾਰੇ ਤੇ ਚੜ੍ਹ ਕੇ ਪੌੜੀ ਚੱਕ ਲਈ ਪਿੱਛਿਓਂ। ਸੋ ਦੂਸਰੀ ਗੱਲ ਇਹ ਹੈਗੀ ਆ, ਮੈਨੂੰ ਲੱਗਦਾ ਗਿੱਲ ਸਾਹਿਬ ਹੈਗੀ ਨਾ ਇਹ ਤ੍ਰਿਸ਼ੰਕੂ ਗਵਰਨਮੈਂਟ ਬਣੂਗੀ। ਉਹ ਵਧੀਆ ਗੱਲ ਆ ਕਿ ਇੱਕ ਮੈਂਬਰ ਸਾਰਿਆਂ ਦਾ ਜਿੱਤ ਜਵੇ ਤੇ ਮੈਜੋਰਟੀ ਕਿਸੇ ਕੋਲ ਨਾ ਹੋਵੇ, ਫੇਰ ਥੋੜੀ ਬਹੁਤੀ ਮੈਨੂੰ ਲੱਗਦਾ ਹੈਗਾ ਕੰਮ ਇੱਥੇ ਠੀਕ ਹੋਊਗਾ। ਨਹੀਂ ਤਾਂ ਸਾਨੂੰ ਪਤਾ ਹੀ ਆ ਹੁਣ ਪਹਿਲਾਂ ਜੋ ਰੌਲਾ ਪਾਉਂਦੇ ਰਹੇ ਆ ਆਪਾਂ ਸਾਰੇ ਜਣੇ, ਔਰ ਹੁਣ ਵੀ ਉਹੀ ਕੁਛ ਹੋ ਰਿਹਾ ਹੈਗਾ। ਹੁਣ ਤੁਸੀਂ ਅਡਾਨੀ ਦੀ ਗੱਲ ਕਰਦੇ ਆ, ਹੁਣ ਅਡਾਨੀ ਤਾਂ ਇੱਥੇ 2-3 ਹੈਗੇ ਆ, ਔਰ ਹਰੇਕੇ ਆਪਣੇ ਵੱਲੋਂ ਜ਼ੋਰ ਲਾ ਰਿਹਾ ਹੈਗਾ ਪੂਰੇ ਦਾ ਪੂਰਾ। ਬਾਕੀ ਦੇਖੋ ਪੰਜਾਬੀ ਭਾਈਚਾਰੇ ਵਿੱਚੋਂ ਜੇ ਨਵੇਂ ਬੱਚੇ ਸਾਡੇ ਆ ਰਹੇ ਹੈਗੇ ਆ, ਉਹ ਵੀ ਅੱਛੀ ਗੱਲ ਆ। ਪਰ ਚੱਕਰ ਇਹ ਹੈਗਾ ਭਈ ਉਹਨਾਂ ਨੂੰ ਫਿਰ ਬਾਅਦ ਵਿੱਚ ਈਨ ਨਹੀਂ ਮੰਨਣੀ ਚਾਹੀਦੀ ਹੈਗੀ ਬੌਸ ਦੀ। ਜਿੱਥੇ ਸਹੀ ਗੱਲ ਆ ਸਹੀ ਤੇ ਸਹੀ ਪਾਉਣ, ਗਲਤ ਤੇ ਗਲਤ ਕਹਿਣ, ਫਿਰ ਵਧੀਆ ਗੱਲ ਹੋਊਗੀ। ਬਾਕੀ ਬਾਰ ਸਿਸਟਮ ਬਣਨਾ ਚਾਹੀਦਾ ਗਿੱਲ ਸਾਹਿਬ, ਇਹਦੇ ਬਾਰੇ ਆਪਾਂ ਨੂੰ ਗੱਲ ਕਰਨੀ ਚਾਹੀਦੀ ਜ਼ਰੂਰ। ਥੈਂਕ ਯੂ ਤੁਹਾਡਾ ਬਹੁਤ ਧੰਨਵਾਦ ਜੀ। ਅਮਰੀਕ ਥਿੰਦ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਸਾਡੀ ਇਲੈਕਸ਼ਨ ਕਦੋਂ ਜਾਂ ਮਦਦ ਵਾਲੀ ਮੈਨੂੰ ਨਹੀਂ ਗੱਲ ਇਹ ਕੁਛ ਹਜਮ ਹੋਈ। ਕਦੋਂ ਜਾਂ ਮਦਦ ਤਾਂ ਹੁੰਦੀ ਹੈ ਜੀ ਜੇ ਜਿਹੜੇ ਮਤਲਬ ਫੈਡਰਲ ਜਾਂ ਪ੍ਰੋਵਿੰਸ਼ੀਅਲ ਲੈਵਲ ਦੇ ਲੀਡਰ ਆ ਆਪਣੀ ਸੀਟ ਛੱਡ ਕੇ ਆਏ ਹੁਣ, ਹਨਾ। ਨਹੀਂ ਤਾਂ ਦੋਨੇ ਪਾਸੇ ਮਲਾਈ ਆ, ਜੇ ਇੱਧਰੋਂ ਹਾਰ ਗਏ ਉਧਰੋਂ ਤਾਂ ਹੈਗੇ ਹੀ ਆ ਨਾ। ਜਿੱਦਾਂ ਜੈ ਕੁੰਦਲ ਸਾਹਿਬ ਉਹਨੀ 2 ਪਾਸੇ ਆਪਣੀ ਫਾਇਦੇ ਵੀ ਲਈ ਜਾਂਦੇ ਸੀਗੇ। ਮਤਲਬ ਇਹ ਸਾਡੇ ਲਈ ਆ ਜਿੱਤ ਹਾਰ ਦੀ ਮਤਲਬ ਨਿਰਾਸ਼ਾ, ਇਹਨਾਂ ਲਈ ਦੋਨੇ ਪਾਸੇ ਮਲਾਈ ਆ। ਜਿੱਦਾਂ ਚਾਹੇ ਜਿੱਤ ਜਾਣ ਚਾਹੇ ਹਾਰ ਜਾਣ। ਬਾਕੀ ਗੱਲ ਇਹ ਆ ਜਿਹੜੇ ਵੀ ਤੁਹਾਡੇ ਨਾ ਕੈਂਡੀਡੇਟ ਆਉਂਦੇ ਆ ਉਹਨਾਂ ਨੂੰ ਇਹ ਪੁੱਛਿਆ ਕਰੋ ਵੀ ਬਾਈ ਇਲੈਕਸ਼ਨ ਦਾ ਖਰਚਾ ਕੌਣ ਦਊਗਾ ਜੇ ਤੁਸੀਂ ਮਿਊਨਿਸਪਲ ਚੁਣੇ ਜਾਂਦੇ। ਬਿਲਕੁਲ ਪੁੱਛਾਂਗੇ ਅਗਲੀ ਵਾਰ। ਸਾਡੇ ਸਿਰ ਪੈਣਾ ਜੀ, ਸਾਡੇ ਸਿਰ ਪੈਣਾ ਆ। ਅਸੀਂ ਬੜੇ ਲੋਕ ਖੁਸ਼ ਹੋ ਕੇ ਦੌੜੇ ਫਿਰਦੇ ਆ ਨਾ ਇਹਨਾਂ ਦੇ ਪਿੱਛੇ। ਮਤਲਬ ਇਹ ਟੈਕਸ ਸਾਡੇ ਸਿਰ ਹੀ ਪੈਣੇ ਆ। ਜਾਂ ਤਾਂ ਫਿਰ ਇਹਨਾਂ ਨੂੰ ਰਿਜ਼ਾਈਨ ਕਰਕੇ ਆਉਣਾ ਚਾਹੀਦਾ ਇੱਕਦਮ, ਜਾਂ ਫਿਰ ਇਹਨਾਂ ਨੂੰ ਦੱਸਣਾ ਚਾਹੀਦਾ ਕਿ ਬਾਈ ਇਲੈਕਸ਼ਨ ਹੂ ਇਜ਼ ਗੋਣਾ ਪੇ ਆ ਨਾ। ਬਿਲਕੁਲ ਥੈਂਕ ਸਾਹਿਬ, ਅਗਲੀ ਵਾਰ ਪੁੱਛਾਂਗੇ। ਹਰਵੰਤ ਜੱਸਲ ਜੀ, ਲਾਈਨ ਨੰਬਰ 3। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੱਸਲ ਸਾਹਿਬ। ਰੋਟੀ ਦੇ ਸੈਂਚੇ ਪਏ ਗਿੱਲ ਸਾਹਿਬ, ਕਿਰਾਏ ਕਰਨੇ ਔਖੇ ਹੋਏ ਆ। ਇਹ ਡਬਲ ਤਨਖਾਹਾਂ ਚੱਕਦੇ, ਕਿਤੇ ਮਹਿੰਗਾਈ ਦੇ ਵਿੱਚ ਟਾਕ ਸ਼ੋ ਲਿਆ। ਹੁਣ ਸਾਡੀ ਚਿੱਠੀਆਂ ਆਈਆਂ ਵੋਟਾਂ ਪਾ 10 ਸਾਲ ਹੋ ਗਏ ਸਾਨੂੰ ਸਿਟੀਜ਼ਨ ਲਈ ਨੂੰ। ਬਿਲਕੁਲ ਜੀ, ਆਮ ਬੰਦੇ ਦਾ ਔਖਾ ਹੋਇਆ। ਖਬਰ ਜਿਹੜੀ ਲੱਗੀ ਹੈ ਜੀ ਜੈ ਕੁੰਦਲ ਸਰੀ ਨਾਓ ਲੀਡਰ 'ਚ, ਉਹ ਕਹਿੰਦੇ ਵੀ ਮੈਂ ਸਰੀ ਕਨੈਕਟ ਦੇ ਨਾਲ ਰਹਿਣਾ, ਮੈਂ ਡਾਇਰੈਕਟਰ ਦੇ ਤੌਰ ਤੇ ਬਰਿੰਡਾ ਦੀ ਮੈਂ ਸਪੋਰਟ ਕਰਨੀ ਆ, ਪਰ ਮੈਂ ਨਹੀਂ ਰਲਦਾ। 25 ਸਾਲ ਕਹਿੰਦੇ ਮੈਂ RCMP 'ਚ ਨੌਕਰੀ ਕੀਤੀ। ਉਹਦੇ ਬਾਅਦ BC ਹਾਈਡਰੋ ਦੇ ਵਿੱਚ ਇਨਵੈਸਟੀਗੇਟਰ ਦੇ ਤੌਰ ਤੇ ਵੀ ਇਲੈਕਟ੍ਰੀਕਲ ਥੈਫਟ ਜਿੱਥੇ ਚੋਰੀ ਹੁੰਦੀ ਹੈ ਬਿਜਲੀ ਦੀ, ਉਹਦੇ 'ਚ ਵੀ ਮੈਂ ਕੰਮ ਕਰਦਾ ਅਤੇ ਨਾਲ ਫੋਰਟਿਸ BC 'ਚ ਵੀ ਮੈਂ ਕੰਮ ਕਰਦਾ। ਕਹਿੰਦੇ ਕਵਰਿੰਗ ਏਰੀਆ ਜਿਹੜਾ ਓਕਨਾਗਨ ਦਾ। ਕਮਾਲ ਕਰਤੀ ਆ। ਆਹ ਫੋਰਟਿਸ BC ਦਾ ਤਾਂ ਪਤਾ ਨਹੀਂ ਸੀ, ਪਹਿਲਾਂ BC ਹਾਈਡਰੋ ਦਾ ਤਾਂ ਪਤਾ ਸੀ। ਹੁਣ ਨਵੀਂ ਨੌਕਰੀ ਨਹੀਂ, BC ਹਾਈਡਰੋ 'ਚ ਤਾਂ ਬਹੁਤ ਚਿਰ ਦੇ ਕੰਮ ਕਰਦੇ ਆ, ਉਹ ਪਹਿਲਾਂ ਦੇ ਕੰਮ ਕਰਦੇ ਆ। ਅਤੇ ਭਾਈ ਬੰਦਾ ਲਈ ਵੀ ਖਾਸੀ ਨਿਰਾਸ਼ਾ ਹੋਣੀ ਹੈ, ਕਿਉਂਕਿ ਜਿਹੜੇ ਨਾਲ ਕਾਇਮ ਹੋ ਕੇ ਫਿਰਦੇ ਸੀ ਵੀ ਬੰਦੇ ਨੂੰ ਜਿਤਾਉਣਾ ਹੈ, ਅਤੇ ਇਹ ਤਾਂ ਫਿਰ ਗੱਲ ਕੱਚੀ ਹੋ ਗਈ ਹੁਣ। ਅਮਰਿੰਦਰ ਸਿੰਘ ਜੀ, ਲਾਈਨ ਨੰਬਰ 1। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਜੀ ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਇਹ ਫੁੱਲ ਟਾਈਮ ਜੋਬ ਆ, ਇਹਨਾਂ ਨੂੰ ਹੋਰ ਕੋਈ ਚੀਜ਼ ਕਰਨੀ ਅਲਾਉਡ ਨਹੀਂ ਹੋਣੀ ਚਾਹੀਦੀ। ਇਹ 5 ਡੇ 6 ਡੇ ਜਿਹੜਾ ਹੈਗਾ ਆਪਣੇ ਉੱਥੇ ਆਫਿਸ 'ਚ ਬੈਠਣ, ਚਾਹੇ ਉਹ ਕੰਮ ਹੋਵੇ ਨਾ। ਛੁੱਟੀਆਂ ਇਹਨਾਂ ਨੇ ਲੈਣੀਆਂ, ਪੈਸੇ ਤਨਖਾਹਾਂ ਇਹਨਾਂ ਨੇ ਲੈਣੀਆਂ, ਪੈਨਸ਼ਨਾਂ ਇੱਥੇ ਲੈਣੀਆਂ, ਸਾਰਾ ਕੁਝ ਕਰ ਕਰਕੇ ਤੇ ਨਜ਼ਾਰੇ ਹੀ ਲੈਣੇ ਆ। ਫਿਰ ਕੰਮ ਕਿੱਥੇ ਕਰਨਾ ਇਹਨਾਂ ਨੂੰ। ਹੈਵ ਟੂ 8 ਆਵਰ 9 ਆਵਰ ਦੀ ਇਹਨਾਂ ਦੀ ਵੀ ਸ਼ਿਫਟ ਉੱਥੇ ਆਫਿਸ ਦੇ ਵਿੱਚ ਹੋਣੀ ਚਾਹੀਦੀ, ਤਾਂ ਜੋ ਲੋਕੀ ਸਿੱਧਾ ਸੰਪਰਕ ਕਰ ਸਕਣ। ਬਿਲਕੁਲ ਠੀਕ ਹੈ। ਕੌਂਸਲਰ ਦਾ ਜੇ ਦੇਖੋ, ਇਹਨਾਂ ਦਾ ਬਲਾਕ ਆ ਜਿਹੜਾ 8 ਦਾ, ਉੱਥੇ ਉਹਦੇ ਉੱਪਰ 8 ਦੇ ਉੱਪਰ ਬਣਿਆ ਬਣਾਇਆ ਮੇਅਰ ਦਾ ਬਲਾਕ ਹੈ, ਟੌਪ 'ਤੇ ਸੱਜੇ ਬੰਨੇ ਵਰਦੀਸਾਰ। ਉੱਧਰ ਤਾਂ ਕਾਰਡ ਵੀ ਇੱਕ ਖਾਸ ਘੁਮਾਉਣਾ ਪੈਂਦਾ ਤਾਂ ਉੱਧਰ ਨੂੰ ਜਾ ਹੁੰਦਾ। ਉਹ ਨਹੀਂ ਜਾ ਸਕਦਾ ਵੀ ਹਰੇਕ ਕਹੇ ਵੀ ਮੈਂ ਕੌਂਸਲਰ ਦੇ ਦਫ਼ਤਰ ਜਾ ਵੜੂੰ। ਪਹਿਲਾਂ ਖੱਬੇ ਪਾਸੇ ਪੌੜੀਆਂ ਦੇ ਕੋਲ ਲੇਡੀ ਬੈਠੀ ਹੈ, ਉਹ ਕਹਿੰਦੀ ਕੋਈ ਨਾ ਲੈ ਕੇ ਜਾਂਦੇ ਆ, ਫਿਰ ਤੁਹਾਨੂੰ ਉੱਧਰ ਦੂਜੇ ਬੰਦੇ ਜਿੰਦਾ ਖੁੰਡਾ, ਫੇਰ ਰਿਸੈਪਸ਼ਨ, ਫੇਰ ਅਸਿਸਟੈਂਟ,
ਡਲ ਹੁਣ ਤਨਖਾਹ ਵੀ ਲੱਖ ਦੇ ਕਰੀਬ ਹੈ, ਹੁਣੇ ਉਹ ਸਸਤਾ ਨਹੀਂ ਹੈ, ਕਮੇਟੀਆਂ 'ਚ ਪਾ ਕੇ ਖਾਸਾ ਬਣ ਜਾਂਦਾ ਕੰਮ। ਸੋ ਜੈਕ ਹੁੰਦਲ ਉਹਨਾਂ ਨੇ ਡਿਕਲੇਅਰ ਕੀਤਾ ਜੀ ਮੈਂ ਲੜਨਾ ਨਹੀਂ ਬਰਿੰਡਾ ਲੋਕ ਨਾਲ, ਅਤੇ ਮੈਂ ਨੌਕਰੀ ਹੋਰ ਕਰ ਰਿਹਾ ਅਤੇ ਓਕਨਾਗਨ 'ਚ ਮੂਵ ਹੋ ਰਿਹਾ। ਨੌਕਰੀ ਤਾਂ ਭਾਈ ਸਾਹਿਬ ਨੇ ਛੱਡੀ ਉਹ ਨਹੀਂ, ਪਿਛਲੇ 4 ਸਾਲ ਕਿਹੜਾ ਛੱਡੀ ਹੈ ਨੌਕਰੀ, ਉਹ ਕਰਦੇ ਰਹੇ ਨੇ BC ਹਾਈਡਰੋ 'ਚ ਇਨਵੈਸਟੀਗੇਟਰ ਦੇ ਤੌਰ 'ਤੇ। ਉਹਦੀ ਤਨਖਾਹ ਕਿੰਨੀ ਕੁ ਲੈਂਦੇ ਸੀ ਇਹ ਨਹੀਂ ਪਤਾ, ਇਹ ਕਢਾਉਣੇ ਆ, ਪਤਾ ਕਰਕੇ ਮਾੜਾ ਜਿਹਾ ਨਿਊਜ਼ ਡਿਪਾਰਟਮੈਂਟ ਪਤਾ ਕਰੇਗਾ। ਸੋ ਇਹ ਰਾਜਨੀਤੀ ਦੀ ਖਬਰ ਸੀ। ਅਗਲੀ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਤੁਹਾਨੂੰ ਉਹ ਇਹ ਸੀ ਕਿ ਜਿਹੜੇ ਧਰਮੀ ਬੰਦੇ ਨੇ ਜਿਨ੍ਹਾਂ ਨੇ ਧਰਮ ਸਿਖਾਉਣਾ ਹੈ, ਉਹਨਾਂ ਦਾ ਜਿਹੜਾ ਜਦ ਨਾਂ ਆਉਂਦਾ ਹੈ, ਖਾਸ ਤੌਰ 'ਤੇ ਜਿੰਨੇ ਕੈਥੋਲਿਕ ਚਰਚ ਦੇ ਵਿੱਚ ਇਹ ਆਰਚੀ ਬਿਸ਼ਪ ਨੇ ਅਤੇ ਕੁਬੈਕ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਇੱਕ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਮੈਨੇਜਮੈਂਟ ਦਾ ਬਹੁਤ ਵੱਡਾ, ਕੁਬੈਕ ਦਾ ਇੱਕ ਡਿਸਟ੍ਰਿਕਟ ਹੈ, ਉਹਦਾ ਆਰਚੀ ਬਿਸ਼ਪ ਸੀ ਕਾਰਡੀਨਲ ਮਾਰਕ ਵਾਲਟ, ਅਤੇ ਹੁਣ ਉਹ ਨਾਲ ਰਹਿੰਦਾ ਬਹੁਤ ਪੋਪ ਦੇ, ਅਤੇ ਅਗਲੇ ਉਹਦਾ ਨੰਬਰ ਲੱਗਣ ਵਾਲਾ, ਵੈਟੀਕਨ ਕਾਰਡੀਨਲ ਹੈ, ਇੱਥੋਂ ਚਲੇ ਗਿਆ ਹੁਣ ਉੱਥੇ ਰਹਿ ਰਿਹਾ ਉਹ। ਅਤੇ ਇਹ ਜਿਹੜਾ ਬੰਦਾ ਹੈ ਹੁਣ ਇੱਕ ਲਿਸਟ ਰੇਡੀਓ ਕੈਨੇਡਾ ਨੇ ਕੁਬੈਕ ਦੇ ਛਾਪੀ ਆ, ਜਿਹਦੇ ਵਿੱਚ ਜਿਹੜਾ ਟਰੁੱਥ ਅਤੇ ਰੀਕਨਸੀਲੀਏਸ਼ਨ ਕਮਿਸ਼ਨ ਬਣਿਆ, 88 ਮੈਂਬਰਾਂ ਦੀ ਇਹਨਾਂ ਦੀ ਕਾਰਡੀਨਲ ਦੀ, ਅਤੇ ਇਹ ਜਿਹੜੇ ਧਰਮ ਸਿਖਾਉਣ ਵਾਲੇ ਨੇ ਸੈਕਸ਼ੂਅਲ ਅਸਾਲਟ ਦਾ ਜਿਹੜਾ ਉਹਨਾਂ 'ਤੇ ਲਿਸਟ ਆ, ਜਿਹੜੀ ਜਿਨ੍ਹਾਂ ਨੇ ਧੱਕਾ ਕੀਤਾ, ਉਹਦੇ 'ਚ ਵਾਲਟ ਦਾ ਨਾਂ ਵੀ ਆ ਗਿਆ। ਲੀਗਲ ਪ੍ਰੋਸੀਡਿੰਗ ਦੇ ਵਿੱਚ ਕੇਸ ਹੋਇਆ, ਉਹਨੂੰ ਸੂ ਕੀਤਾ। 100 ਦੇ ਕਰੀਬ ਇਹ ਵਿਕਟਮ ਨੇ, ਅਤੇ ਜਿਹੜੇ ਮਾਈਨਰ ਸਨ 1940 ਤੋਂ ਲੈ ਕੇ ਲਗਭਗ 80 ਸਾਲਾਂ ਤੋਂ ਇਹ ਲਿਸਟ ਹੈ ਜਿਹੜੀ, ਇਹ ਜਿਹੜੇ ਜ਼ਿਆਦਾ ਜਿਹੜੀ ਐਕਸਪਲੋਇਟੇਸ਼ਨ ਉਹਨਾਂ ਨਾਲ ਹੋਈ ਹੈ, ਇਹ 1950 ਅਤੇ 1960 'ਚ ਹੋਈ ਹੈ। ਹੁਣ ਇਹ ਬਹੁਤ ਪ੍ਰੋਮੀਨੈਂਟ ਬੰਦਾ, ਮਾਰਕ ਵਾਲਟ ਇਸ ਦਾ ਨਾਂ ਹੈ, ਕਲਾਸ ਐਕਸ਼ਨ ਲਾ ਸੂਟ ਦੇ ਵਿੱਚ ਹੋਇਆ, ਅਤੇ ਕੈਥੋਲਿਕ ਚਰਚ ਹਾਈਐਸਟ ਰੈਂਕਿੰਗ ਹੈ ਇਹ ਬੰਦੇ ਦੀ, ਅਤੇ ਕ੍ਰਿਮੀਨਲ ਇਹਦੇ 'ਤੇ ਚਾਰਜਸ ਲੱਗੇ ਨੇ। ਹੁਣ F9 ਦਾ ਡਾਕੂਮੈਂਟ ਦੇ ਵਿੱਚ ਵਿਕਟਮ ਹੈ F, ਅਤੇ ਉਹ ਇੰਟਰਨਸ਼ਿਪ ਕਰ ਰਹੀ ਸੀ ਇੱਕ ਪੈਸਟਰਲ ਏਜੰਟ ਦੇ ਤੌਰ 'ਤੇ 2008 ਤੋਂ 2010 ਤੱਕ। ਜਦ ਉਹ ਕਹਿੰਦਾ ਵੀ ਉਸਨੇ ਲੜਕੀ ਨੇ ਕਿਹਾ, ਜਦ ਇਸ ਮਾਰਕ ਵਾਲਟ ਨੇ ਉਹਦੇ ਨਾਲ ਮੈਨੂੰ ਕਹਿੰਦਾ, ਉਹਨੇ ਦੱਸਿਆ ਵੀ ਮੈਨੂੰ ਗ੍ਰੈਬ ਕੀਤਾ, ਮੇਰੇ ਸਰੀਰ 'ਤੇ ਇਸਨੇ ਹੱਥ ਫੇਰਿਆ, ਅਤੇ ਬਹੁਤ ਕੁਛ ਨੇ ਕੀਤਾ। ਮੈਂ ਹੁਣ ਕੀ ਪੜ੍ਹ ਕੇ ਸੁਣਾਉਣਾ ਤੁਹਾਨੂੰ, ਛੱਡੀ ਇਹ ਗੱਲ। ਅਤੇ ਉਹ ਕਹਿੰਦਾ ਵੀ ਮੇਰਾ ਜਿਹੜਾ ਸੁਪੀਰੀਅਰ ਸੀ ਉਸ ਸਮੇਂ ਆਰਚੀ ਬਿਸ਼ਪ ਕੁਬੈਕ ਦਾ ਸਭ ਤੋਂ ਵੱਡਾ ਪਾਦਰੀ, ਉਹਦੇ ਵੱਲੋਂ ਇਹੋ ਜਿਹਾ ਕੁਛ ਕਰਨਾ, ਉਹ ਕਹਿੰਦੇ ਮੈਂ ਤਾਂ ਹਿੱਲ ਗਈ, ਟੁੱਟ ਗਈ। ਅਤੇ ਉਹ ਕਹਿੰਦਾ ਵੀ ਉਸ ਸਮੇਂ ਮੈਨੂੰ ਇਹ ਕਹਿੰਦਾ ਵੀ ਜਦ ਦੂਸਰੀ ਵਾਰ ਮੈਂ ਮਿਲੀ ਤਾਂ ਉਸ ਸਮੇਂ ਫਿਰ ਉਹ ਕਹਿੰਦਾ ਵੀ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ, ਮੈਨੂੰ ਟਰੀਟ ਇੰਨਾ ਕਰਨਾ ਪੈਣਾ ਅਤੇ ਮੈਂ ਇਸ ਤਰ੍ਹਾਂ ਹੀ ਕਰਾਂਗਾ। ਬਹੁਤ ਕਹਿੰਦੀ ਮੈਂ ਅਨਕੰਫਰਟੇਬਲ ਹੋਈ ਜਦ ਉਹਨੇ ਟਰੀਟਿੰਗ ਹਿਮਸੈਲਫ ਕਿਹਾ, ਜਿਵੇਂ ਮੈਂ ਉਹਦੀ ਟਰੀਟ ਸੀ। ਹੁਣ ਇਹ ਇਸਤਰੀਆਂ ਦੂਜੇ ਬੰਨੇ ਉਹ ਪੋਪ ਬਣਨ ਨੂੰ ਫਿਰਦਾ ਬੰਦਾ, ਸੈਕੰਡ ਇਨ ਕਮਾਂਡ ਆ ਹੋਣ ਵਾਲੇ ਪੋਪ ਦੇ ਬਾਅਦ। ਫਿਰ ਉਹਨੇ ਦੱਸਿਆ ਵੀ ਮੇਰੇ ਨਾਲ ਕੀ ਕਰਦਾ ਰਿਹਾ, ਅਤੇ ਕੁਬੈਕ ਤੋਂ ਬਾਅਦ ਹੁਣ ਇਹ ਵੈਟੀਕਨ 'ਚ ਰਹਿੰਦਾ ਹੈ। ਇਹ ਪਹਿਲੀ ਵਾਰ ਨਹੀਂ ਹੋਈ। ਉਹ ਕਹਿੰਦੀ ਵੀ ਮੈਂ ਇਹ ਸੁਣ ਰਹੀ, ਮੈਨੂੰ ਇਹ ਦੇਖੋ ਵੀ ਮੈਂ 20 ਸਾਲਾਂ ਦੀ ਅਤੇ ਇੱਕ ਪਾਵਰਫੁਲ ਬੰਦਾ ਪੋਜੀਸ਼ਨ 'ਤੇ ਅਥਾਰਟੀ 'ਚ, ਉਹ ਜਿਹੜਾ 60 ਵਰਿਆਂ ਦਾ ਮੇਰੇ ਤੋਂ 40 ਵਰੇ ਵੱਡਾ, ਜੋ 2010 ਦੀ ਗੱਲ ਆ, ਹੁਣ 70-72 ਦਾ ਉਹ ਬੱਚੀ 30-32 ਦੀ ਹੋਏਗੀ। ਸੋ ਲਿਸਟ ਆ ਇਹ 1940 ਤੋਂ ਛਪੀ, ਇਹਦੀ ਤਾਜ਼ੀ ਹੈ, ਜਿਹੜਾ ਉੱਪਰਲੀ ਪੌੜੀ 'ਤੇ ਪੈਰ ਰੱਖੀ ਬੈਠਾ ਵੀ ਮੈਂ ਹੁਣ ਲੋਕਾਂ ਨੂੰ ਧਰਮ ਸਿਖਾਉਣਾ।
ਤੇ ਉਹ ਕਹਿੰਦੀ ਮੈਂ ਆਪਣੇ ਹੋਰ ਸੀਨੀਅਰਸ ਨੂੰ ਵੀ ਦੱਸਿਆ, ਉਹ ਕਹਿੰਦਾ ਨਾ ਉਹਦਾ ਵਾਰਮ ਬੰਦਾ ਬਹੁਤ, ਇਸ ਓਕੇ। ਫੋਟੋਆਂ ਛਪੀਆਂ 2021 ਦੇ ਵਿੱਚ ਵੈਟੀਕਨ ਦੀਆਂ, ਪੋਪ ਫ੍ਰਾਂਸਿਸ ਦੇ ਨਾਲ, ਅਤੇ ਵੈਟੀਕਨ ਦੇ ਵਿੱਚ ਕਾਲਾ ਪਾਇਆ ਹੋਇਆ ਬਾਹਰ ਦੀ ਰੌਬ ਜਿਹਾ ਅਤੇ ਸਿਰ 'ਤੇ ਲਾਲ ਟੋਪੀ ਹੈ। ਸੈਕੰਡ ਇਨ ਕਮਾਂਡ, ਫਰਵਰੀ 2022 ਦੀ ਹੈ। ਹੁਣ ਇਹ ਚਾਰਜਸ ਲੱਗੇ ਨੇ ਇਹਦੇ 'ਤੇ, ਹੁਣ ਦੱਸੇਗਾ। ਹਾਲੇ ਨਿਬੇੜ ਕੇ ਗਿਆ, ਹੁਣੇ ਹੀ ਗਿਆ ਪੋਪ, ਵੀ ਜਿਹੜਾ ਪੰਗਾ ਕੀਤਾ ਮੂਲ ਵਾਸੀਆਂ ਦੇ ਨਾਲ, ਜਿਹੜੇ ਉਜਾੜੇ ਨੇ ਸਕੂਪ 60 ਦੇ ਵਿੱਚ, ਅਤੇ ਉਸ ਤੋਂ ਬਾਅਦ ਰੈਜ਼ੀਡੈਂਸ਼ੀਅਲ ਸਕੂਲ ਲੈਣਾ, ਆਹ ਪੰਗਾ ਹੋਰ ਪੈ ਗਿਆ। ਇਹਨਾਂ ਨੂੰ ਪੁੱਛਣ ਹੋਣ ਵਾਲਾ ਹੋਵੇ, ਇਹਨਾਂ ਨੂੰ ਜਾਨਵਰਾਂ ਨੂੰ ਜਿਹੜੇ ਇਹੋ ਜਿਹਾ ਕੁਛ ਕਰਦੇ ਆ ਧਰਮ ਦਾ ਲਵਾਦਾ ਪਾ ਕੇ, ਜੇ ਧਰਨ ਖੜਦੀ ਨਹੀਂ ਫਿਰ ਆ ਲਾ ਦਿਓ ਉੱਪਰੋਂ, ਆਮ ਲੋਕਾਂ ਵਾਂਗੂ ਪਾ ਕੇ ਟਕਸੀਡੋ ਫਿਰੋ, ਵਿਆਹ ਵੂ ਕਰਾਓ ਅਤੇ ਆਪਣੀ ਜ਼ਿੰਦਗੀ ਨੂੰ ਸੈਟਲ ਕਰੋ। ਫਿਰਨੇ ਚੋਲੇ ਪਾ ਕੇ ਅਤੇ ਕਰਨਾ ਲੋਕਾਂ ਦਾ ਸ਼ਿਕਾਰ, ਉਹ ਚੋਲੇ ਦੇ ਡਰ ਦੇ ਥੱਲੇ। ਇਹ ਬਹੁਤ ਕੁਝ ਹੋਇਆ ਭਾਈਚਾਰੇ ਦੇ ਵਿੱਚ ਜਦ ਇਹ ਗੱਲਾਂ ਚੱਲਦੀਆਂ। ਜੇ ਜਵਾਕ ਆ ਕੇ ਘਰੇ ਦੱਸਦਾ ਵੀ ਸਾਨੂੰ ਐਂ ਟੱਚ ਕੀਤਾ, ਜਵਾਕ ਦੇ ਪਿੱਛੇ ਮਾਪੇ ਪੈ ਜਾਂਦੇ, ਤੂੰ ਖਬਰਦਾਰ ਬਾਬਾ ਜੀ ਨੂੰ ਇਹ ਗੱਲ ਕਹਿਣਾ, ਇਹ ਨਹੀਂ ਹੋ ਸਕਦਾ। ਇਹਦੀ ਆੜ ਥੱਲੇ ਹੀ ਜਿਹੜੀ ਇਹ ਬੁਰਾ ਹਾਲ ਹੋਇਆ, ਰਿਸ਼ਤਿਆਂ 'ਚ ਵੀ ਇਹੀ ਹੋਇਆ। ਉਹ ਰਿਸ਼ਤੇ ਬਾਰੇ ਜਿਹਦੇ 'ਚ ਕੋਈ ਗੱਲ ਨਹੀਂ ਸੀ ਕਰਨ ਦਿੰਦਾ, ਕਹਿੰਦਾ ਇਹ ਰਿਸ਼ਤੇ 'ਚ ਨਹੀਂ ਗੱਲ ਹੋ ਸਕਦੀ, ਉਹ ਰਿਸ਼ਤਿਆਂ ਥੱਲੇ ਘਾਣ ਹੋਇਆ। ਪਿਛਲੇ ਦਿਨੀ ਵਕੀਲ ਨਾਹਲ ਹੋਣੀ ਦੱਸ ਕੇ ਗਏ ਨੇ ਵੀ ਕਿਸ ਤਰ੍ਹਾਂ ਜਿਹੜੇ ਨੇ ਫੁੱਫੜ ਭਤੀਜਾ, ਮਾਮੇ ਭਾਣਜੇ ਅਤੇ ਚਾਚੇ ਭਤੀਜੇ ਭਤੀਜੀਆਂ, ਪਤਾ ਨਹੀਂ ਕੀ ਕੁਛ, ਕਲਯੁੱਗ ਜਿਵੇਂ ਕਹਿੰਦੇ ਨੇ, ਕਲਯੁੱਗ ਆ ਗਿਆ। ਕਲਯੁੱਗ ਕੀ, ਇਹ ਤਾਂ ਉੱਪਰ ਚਲ ਗਿਆ ਕਲਯੁੱਗ ਤੋਂ। ਜਿਹੜਾ ਬੰਦਾ ਪੋਪ ਬਣਨ ਜਾ ਰਿਹਾ, 88 ਮੈਂਬਰਾਂ ਦੇ ਵਿੱਚ ਕਾਰਡੀਨਲ ਮਾਰਕ ਵਾਲਟ ਦਾ ਨਾਂ ਛਪ ਗਿਆ, ਅਤੇ ਕੁੜੀ ਨੇ ਆ ਕੇ ਦੱਸਤਾ ਵੀ 2010 ਤੋਂ 12 ਤੱਕ ਇਹ ਹੋਇਆ, ਜਾਂ ਮੈਂ ਪੈਸਟਰਲ ਏਜੰਟ ਬਣਦੇ ਦਾ ਕੋਰਸ ਕਰ ਰਹੀ ਸੀ, ਇਸ ਨੇ ਮੇਰੇ ਨਾਲ ਆਹ ਕੀਤਾ। ਮੈਂ 20 ਵਰ੍ਹਿਆਂ ਦੀ ਸੀ, 60 ਵਰ੍ਹਿਆਂ ਦਾ ਸੀ ਖੌਲਾ ਜਿਹੜਾ ਇਹ। ਅਤੇ ਹੁਣ 17-72 ਦਾ ਵੈਟੀਕਨ 'ਚ ਰਹਿੰਦਾ, ਆਪਣੀਆਂ ਕਰੰਸੀਆਂ ਨੇ, ਆਪਣੇ ਜਹਾਜ਼ ਨੇ, ਆਪਣੀ ਸਿਕਿਉਰਿਟੀ ਆ, ਬੱਲੇ ਬੱਲੇ ਹੈ। ਅਤੇ ਇਹਦੇ ਕਾਲਾ ਪਾ ਲਓ, ਚਿੱਟਾ ਪਾ ਲਓ, ਲਾਲ ਪਾ ਲਓ, ਅਤੇ ਇਹਦੇ ਥੱਲੇ ਸਣੇ ਮਲਾਈ ਚੱਕੀ ਚੱਲੋ, ਬਸ। ਕਿਹੜਾ ਪੁੱਛਦਾ ਇੱਥੇ, ਕਿਸੇ ਨੇ ਪੁੱਛਣਾ। ਪਰ ਇਹੋ ਜਿਹੀਆਂ ਬਹੁਤ ਨੇ ਰੂਹਾਂ ਜਿਹੜੀਆਂ ਬਿਨਾਂ ਕੁਛ ਦੱਸੇ ਦਮ ਤੋੜ ਜਾਂਦੀਆਂ ਨੇ, ਜਿਹੜੀਆਂ ਨਹੀਂ, ਬਹੁਤ ਇਸਤਰੀ ਦੇ ਦਿਮਾਗ ਦੇ ਵਿੱਚ ਬਹੁਤ ਕੁਝ ਚੱਲਦਾ ਇਹ ਚੀਜ਼ਾਂ ਕਰਨ ਬੋਲਣ ਤੋਂ ਪਹਿਲਾਂ, ਵੀ ਮੇਰਾ ਸਮਾਜ ਦੇ ਵਿੱਚ ਜਗ੍ਹਾ, ਮੈਂ ਸਮਾਜ 'ਚ ਵਿਚਰਨਾ ਕਿੱਥੇ ਆ, ਮੇਰੀ ਅਗਲੀ ਜ਼ਿੰਦਗੀ ਕਿਵੇਂ ਸੈਟਲ ਹੋਊ, ਮੈਂ ਕਿਵੇਂ ਰਹਿਣਾ। ਹੁਣ ਇਹ ਲੜਕੀ 32 ਵਰ੍ਹਿਆਂ ਦੀ ਹੋਣੀ ਹੈ, 20 ਦੀ ਸੀ, ਹੁਣ ਤਾਂ ਚਲੋ 32 ਆ, 10 ਦੀ ਗੱਲ ਹੈ। ਅਤੇ ਹਲੇ ਵੀ ਉਹ ਸੰਤਾਪ 'ਚੋਂ ਨਿਕਲ ਥੋੜ੍ਹਾ ਰਹੀ ਹੈ। ਹਾਈਐਸਟ ਤੇਰੀ ਪੋਜੀਸ਼ਨ ਹੋਵੇ ਕੁਬੈਕ ਦਾ, ਤੂੰ ਡਾਈਕੋਸਿਸ ਜਿਹੜਾ ਉਹਨਾਂ ਦਾ ਮੇਨ ਕਲਰਜੀ ਹੈ, ਜਿਹੜੀ ਉਹਨਾਂ ਦੀ ਕਲਰਗੀ ਆ ਜਿਹੜੀ, ਉਹਦਾ ਤੂੰ ਆਰਚੀ ਬਿਸ਼ਪ ਹੋਵੇਂ, ਅਤੇ ਤੂੰ ਇੱਕ ਬੱਚੀ ਦੇ ਨਾਲ ਇਹੋ ਜਿਹਾ ਕੁਛ ਕਰੇ, ਅਤੇ ਉਹਨੂੰ ਕਹਿਣਾ ਨਾ ਇੰਨਾ ਕੁ ਤਾਂ ਮੈਨੂੰ ਟਰੀਟ ਕਰਨਾ ਹੀ ਪੈਣਾ, ਤੈਨੂੰ ਕਿਸ ਕਰਕੇ ਆਈ ਹੈਵ ਟੂ ਟਰੀਟ ਮਾਈ ਸੈਲਫ। ਉਹ ਕਹਿੰਦੀ ਮੈਨੂੰ ਟਰੀਟ ਸਮਝ ਰਿਹਾ ਸੀ। ਅਤੇ ਜਦ ਉਹ ਕਹਿੰਦੀ ਮੈਂ ਦੂਜਿਆਂ ਨੂੰ ਕਿਹਾ ਬਈ ਇਹ, ਜਦ ਉਹਨੇ ਮੈਨੂੰ ਗ੍ਰੈਬ ਕੀਤਾ, ਅਤੇ ਜਦ ਕਹਿੰਦੀ ਮੈਂ ਮੇਰਾ ਸੁਪੀਰੀਅਰ ਆ ਜਿਹੜਾ ਆਰਚੀ ਬਿਸ਼ਪ ਹੈ, ਅਤੇ ਉਹ ਕਹਿੰਦਾ ਮੈਨੂੰ ਕਹਿ ਰਿਹਾ ਵੀ ਕੋਈ ਹਾਰਮ ਨਹੀਂ, ਮੈਨੂੰ ਆਪਣੇ ਆਪ ਨੂੰ ਟਰੀਟ ਕਰ ਲਈ। ਉਸਨੇ ਰੇਡੀਓ 'ਤੇ ਆ ਕੇ, ਜਿਹਦਾ ਨਾਂ F ਕੁੜੀ ਦਾ ਰੱਖਿਆ ਹੋਇਆ ਲਾਸਟ ਸੂਟ ਡਾਕੂਮੈਂਟ, ਅਤੇ ਉਹਨੇ ਆ ਕੇ ਦੱਸਿਆ, ਕਹਿੰਦੇ ਬਹੁਤ ਫਿਰ ਕਈ ਵਾਰ ਇਹ ਹੋਇਆ। ਅਤੇ ਫਿਰ ਉਸਨੇ ਮੈਨੂੰ ਫਿਰ ਫੜਿਆ ਇੱਕ ਵਾਰ, ਅਤੇ ਫਿਰ ਮੇਰੇ ਮੋਢੇ ਉਹਨੇ ਮਸਾਜ ਕੀਤੇ, ਅਤੇ ਫਿਰ ਮੈਂ ਕਹਿੰਦੀ ਮੈਂ ਇਹਨੂੰ ਐਂ ਲੱਗਿਆ ਜਿਵੇਂ ਮੈਨੂੰ ਚੇਜ਼ ਕਰ ਰਿਹਾ, ਮੋਰ ਐਂਡ ਮੋਰ ਹੋਣ ਲੱਗਿਆ। ਅਤੇ ਫਿਰ ਕਹਿੰਦੀ ਮੈਂ ਇਵੈਂਟ ਜਿਹੜੇ ਅਟੈਂਡ ਕਰਨੇ ਬੰਦ ਕਰ ਦਿੱਤੇ, ਜਿੱਥੇ ਉਹਦੀ ਪ੍ਰੈਜੈਂਸ ਹੋਣੀ ਮੈਂ ਉੱਥੇ ਜਾਣਾ ਨਾ। ਅਤੇ ਸੋ ਇਹ ਜਿਹੜੀਆਂ ਫਿਰ ਉਹ ਕਹਿੰਦੀ ਮੈਂ ਜਦ ਅਸੌਲਟ ਹੋਇਆ, ਉਹ ਆਰਚੀ ਬਿਸ਼ਪ ਸੀ, ਹੈੱਡ ਸੀ ਇਹਨਾਂ ਦੀ ਇਹ ਪਾਦਰੀਆਂ ਦਾ, ਉਹ ਸਾਰੇ ਕਿਊਬੈਕ ਦਾ।
ਤੇ ਉਹਦਾ ਫਾਈਨਲ ਉਹਦਾ ਕਹਿਣਾ ਸੀ ਜਦ ਮੈਨੂੰ ਪੈਸਟਰਲ ਏਜੰਟ ਬਣਨਾ ਸੀ, ਉਹਦੇ ਤੋਂ ਬਿਨਾਂ ਮੈਂ ਏਜੰਟ ਨਹੀਂ ਸੀ ਬਣ ਸਕਦੀ। ਲੋਇਰ ਨੇ ਇਹ ਦੱਸਿਆ, ਐਲੇਨ ਆਰਸਨੋ ਉਹਦਾ ਲੋਇਰ ਹੈ ਤੇ ਲੋਇਰ ਆ ਉਹਦੀ। ਉਸ ਤੋਂ ਬਾਅਦ ਉਹ ਕਹਿੰਦੀ ਮੈਂ ਆਪਣੇ ਜਦ ਮੈਂ ਆਪਣੇ ਸੁਪੀਰੀਅਰਸ ਨੂੰ ਹੋਰਾਂ ਨੂੰ ਉਹ ਤੋਂ ਬਿਨਾਂ ਦੱਸਿਆ, ਉਹ ਕਹਿੰਦੇ ਨਾ ਕਾਰਡੀਨਲ ਬਹੁਤ ਵਾਰਮ ਮੈਨ ਹੈ ਤੇ ਤੂੰ ਇਕੱਲੀ ਨਹੀਂ ਹੈ ਜਿਹੜਾ ਇਹ ਪ੍ਰੋਬਲਮ ਫੇਸ ਕਰ ਰਹੀ ਹੈ। ਕਮਾਲ ਕਰਤੀ। ਗਾਂ ਚੇਲੇ ਬਾਲ ਕੇ, ਚੇਲੇ ਵੀ ਛੜੱਪ ਜਾ ਰਹੇ ਨੇ ਨਾਲ ਹੀ। 604 204 0600 ਇਹ ਧਰਮ ਦੇ ਇਹ ਤਾਂ ਚੀਜ਼ਾਂ ਜਗ ਜ਼ਾਹਰ ਹੋ ਰਹੀਆਂ ਨੇ। ਅੱਗੇ ਆਪਾਂ ਇੱਕ ਕੇਸ ਵਿਚਾਰਿਆ ਸੀ ਤੁਹਾਡੇ ਨਾਲ ਆਪਣੇ ਦਾ ਵਿਨੀਪੈਗ ਵਾਲਾ ਗੁਰਦੁਆਰੇ ਦੇ ਗ੍ਰੰਥੀਆਂ ਨੇ, ਇੱਕ ਮੁੰਡਾ ਜਿਹੜਾ ਸੀ ਉਹਨਾਂ ਬਦਫੈਲੀ ਕੀਤੀ ਸੀ ਤੇ ਵਕੀਲ ਦੱਸ ਕੇ ਗਏ ਸੀ ਆਪਣੇ ਆ ਕੇ ਆਪਣੇ ਬ੍ਰਿਜਮੋਹਨ ਹੋਣੀ। ਸੋ ਇਹ ਚੀਜ਼ਾਂ ਜਿਹੜੀਆਂ ਚੱਲਣੀਆਂ ਨੇ ਨਾਲ ਨਾਲ। ਸਤਰਕ ਕਿਵੇਂ ਰਹਿਣਾ ਤੁਸੀਂ, ਇਹ ਗੱਲ ਕਰਨੀ ਹੈ। 604 204 0600 ਫਰੇਜ਼ਰ ਵਿਊ ਮੀਟ ਸ਼ਾਪ ਦੀਆਂ 2 ਲੋਕੇਸ਼ਨਾਂ ਨਵੀਆਂ ਖੁੱਲ੍ਹੀਆਂ, 280 40 ਫਰੇਜ਼ਰ ਹਾਈਵੇ ਯੂਨਿਟ 140 ਅਲਡਰਗ੍ਰੋਵ 'ਚ ਐਵਸਪੋਰਟ ਦੇ ਬਾਰਡਰ 'ਤੇ। ਦੂਜੀ ਲੋਕੇਸ਼ਨ ਯੂਨਿਟ 102 331 6 ਸਟਰੀਟ ਨਿਊ ਵੈਸਟਮਿੰਸਟਰ ਫਰੂਟੀਕਾਨਾ 'ਚ ਫਰੇਜ਼ਰ ਵਿਊ ਮੀਟ ਤੇ 1 ਸਟਾਪ ਮੀਟ ਸ਼ਾਪ ਹੈ। ਕਮਿਊਨਿਟੀ ਦੀ ਨਾਮਵਰ ਮੀਟ ਸ਼ਾਪ ਆ ਫਰੇਜ਼ਰ ਵਿਊ ਮੀਟਸ ਤੇ 2 ਲੋਕੇਸ਼ਨਾਂ ਖੁੱਲ੍ਹੀਆਂ ਫਰੇਜ਼ਰ ਵਿਊ ਮੀਟ ਸ਼ਾਪ। ਗ੍ਰੇਟ ਕੈਨੇਡੀਅਨ ਆਇਲ ਚੇਂਜ 604 590 25 80 64 80 ਕਿੰਗ ਜਾਰਜ ਬੁਲੇਵਾਰਡ। 25 ਮਿੰਟ ਲੱਗਦਾ। ਵੈਲਬੋ ਲਾਈਨ ਦਾ ਪ੍ਰੀਮੀਅਮ ਆਇਲ ਵਰਤਦੇ ਆ ਚੇਂਜ ਕਰਨ ਲਈ। ਵੈਲਬੋ ਲਾਈਨ ਪ੍ਰੀਮੀਅਮ ਆਇਲ 604 590 25 80 64 80 ਕਿੰਗ ਜਾਰਜ ਬੁਲੇਵਾਰਡ ਗ੍ਰੇਟ ਕੈਨੇਡੀਅਨ ਆਇਲ ਚੇਂਜ। ਸਰ ਦਵਿੰਦਰ ਸਿੰਘ ਲਾਈਨ ਨੰਬਰ 1। ਹੈਲੋ ਗਿਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗਿਲ ਸਾਹਿਬ, ਮੈਂ ਇੱਕ ਵੈਸੇ ਗੱਲ ਕਰਨ ਲੱਗਾ, ਮਾਈਂਡ ਨਹੀਂ ਕਰਨਾ ਜੀ। ਤੁਸੀਂ ਇੱਕ ਲਫ਼ਜ਼ ਬੋਲਦੇ ਹੋ ਸੈਕੰਡ ਇਨ ਕਮਾਂਡ। ਐਕਚੁਅਲੀ ਇਹ ਹੈਗਾ 2IC ਸੈਕੰਡ ਇਨ ਕਮਾਂਡ ਹੁੰਦਾ ਹੈ। ਇੱਕ ਫੁੱਲ ਜੌਬ ਬੰਦੇ ਕੋਲ ਹੁੰਦੀ ਹੈ ਤੇ ਦੂਸਰੀ ਉਹਨੂੰ ਮਿਲੀ ਹੁੰਦੀ ਹੈ ਨਾਲ। ਇਹ ਆਰਮੀ ਦਾ ਲਫ਼ਜ਼ ਸੀ। ਸਾਡੇ ਨਾਲ ਆਈ ਵੀ ਜਦੋਂ NCC ਕਰਦੇ ਸਾਡੇ ਨਾਲ ਇੱਕ ਮੇਜਰ ਹੁੰਦਾ ਸੀ, ਹੁਣ ਜੋ ਦੂਸਰੀ ਕਮਾਂਡ ਨਾਲ ਮਿਲਦੀ ਹੈ ਤੇ ਉਹਨੂੰ 2IC ਬੋਲਦੇ ਸੈਕੰਡ ਇਨ ਕਮਾਂਡ। ਅੱਛਾ ਜੀ। ਦੋ ਰੈਂਕ ਜਿਹਦੇ ਕੋਲ ਹੋਣ, ਇੱਕ ਫੁੱਲ ਰੈਂਕ ਹੋਵੇ ਨਾਲ ਐਡੀਸ਼ਨਲ ਚਾਰਜ ਉਹਦੇ ਕੋਲ ਨਾਲ ਹੋਵੇ, ਉਹਨੂੰ ਬੋਲਦੇ 2IC। ਥੈਂਕ ਯੂ। ਚਲੋ ਜੀ, ਸੈਕੰਡ ਕਮਾਂਡ ਨਹੀਂ ਕਹਿ ਸਕਦੇ, ਉੱਪਰੋਂ 2 ਨੰਬਰ ਤੇ ਕਹਿ ਦਿਆ ਕਰਾਂਗਾ ਨੂੰ। ਧੰਨਵਾਦ, ਤੁਸੀਂ ਮਿਲਟਰੀ ਵਾਲੇ ਬੰਦੇ ਹੋ, ਤੁਹਾਨੂੰ ਰੈਂਕਾਂ ਦਾ ਵੱਧ ਪਤਾ ਹੈ। ਸਰ ਚੰਨ ਸਿੰਘ ਔਲਖ ਜੀ ਲਾਈਨ ਨੰਬਰ 2। ਹੈਲੋ ਜੀ ਗਿੱਲ ਸਾਹਿਬ। ਜੀ ਸਤਿ ਸ਼੍ਰੀ ਅਕਾਲ ਔਲਖ ਸਾਹਿਬ। ਦੇਖੋ ਜੀ, ਤੁਸੀਂ ਪਿਛਲੀ ਵਾਰ ਮੈਂ ਇਸੇ ਗੱਲ ਤੇ ਟਾਪਿਕ ਤੇ ਗੱਲ ਕੀਤੀ ਸੀ ਤੇ ਮੈਂ ਤੁਹਾਨੂੰ ਕਿਹਾ ਸੀ ਵੀ ਡਾਕਟਰੀਨ ਔਰ ਡਿਸਕਵਰੀ ਬਾਰੇ ਦੱਸਿਓ। ਤੁਸੀਂ ਨਹੀਂ ਉਹ ਨਹੀਂ ਸੋਇਆ। ਅਸਲ ਵਿੱਚ ਗੱਲ ਇਹ ਆ, ਇੱਥੇ ਜਿਹੜੀ ਪੋਪ ਦੀ ਫੇਰੀ ਹੋਈ ਆਈ ਆ ਨਾ, ਉਹ ਆਇਆ ਤੇ ਆਪਣੇ ਆਪ ਸੀ ਡੈਮੇਜ ਕੰਟਰੋਲ ਕਰਨ। ਉਹ ਡੈਮੇਜ ਕੰਟਰੋਲ ਨਹੀਂ ਹੋਣਾ, ਉਹ ਸਗੋਂ ਦੇ ਨਾਲ ਦੂਣੀ ਉਲਟਾ ਗੱਲ ਹੋ ਗਈ ਆ। ਕਿਉਂਕਿ ਓਰੀਜਨਲ ਪੀਪਲ ਨੇ ਉੱਥੇ ਜਦੋਂ ਇਹ ਗਿਆ ਨਾ ਕਿਊਬਕ ਦੇ ਵਿੱਚ, ਉਹਨਾਂ ਨੇ ਸਵਾਲ ਕੀਤਾ ਵੀ ਜੇ ਤੂੰ ਸਾਡੇ ਤੇ ਬੱਲਬ ਪੱਟੀ ਲਾਉਣੀ ਹੈ, ਜਿਹੜਾ ਤੁਹਾਡੀ ਬੇਸਿਕ ਥਿਊਰੀ ਹੈ ਡਾਕਟਰੀ ਆਫ ਡਿਸਕਵਰੀ, ਉਹਨੂੰ ਆਪਣੀ ਕਿਤਾਬਾਂ ਦੇ ਵਿੱਚੋਂ ਕੱਢੋ, ਆਪਣੀ ਰਿਲੀਜੀਅਸ ਬੁੱਕ ਦੇ ਵਿੱਚੋਂ, ਤੇ ਜਾ ਇੱਕ ਪੋਪ ਬੁੱਲ ਜਾਂ ਕੋਈ ਇਸ ਤਰ੍ਹਾਂ ਦੇ ਉਹ ਵੀ ਟਰਮਨੋਲੋਜੀ ਦਾ ਹੁਣ ਪਤਾ ਲੱਗਾ ਵੀ ਕੀ ਹੈ। ਹੁਣ ਡਾਕਟਰ ਔਰ ਡਿਸਕਵਰੀ ਜਿਹੜੀ ਹੈ 1493 ਪੋਪ ਉਸ ਵੇਲੇ 6ਵਾਂ ਸੀ ਸ਼ਾਇਦ, ਤੇ ਗੁਰੂ ਨਾਨਕ ਸਾਹਿਬ ਨੇ ਅੱਗੇ ਵੀ ਦੱਸਿਆ ਵਾ ਉਦੋਂ 22-23 ਸਾਲ ਦੇ ਸੀ। ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਹੀ ਪੜ੍ਹੇ ਆਏ ਸੀ, ਕਿਉਂਕਿ 5ਵੀਂ ਜਮਾਤ ਦੇ ਵਿੱਚ ਹੀ ਉਹ ਫਾਰਸੀ ਪੜ੍ਹਾਉਣ ਡਿਆ ਬਈ ਆਪਣੇ ਟੀਚਰ ਨੂੰ, ਤੇ ਉਹਨਾਂ ਨੂੰ ਇਹ ਗੱਲ ਦਾ ਪਤਾ ਨਾ ਹੋਊਗਾ। ਜਦੋਂ ਡਾਕਟਰ ਡਿਸਕਵਰੀ ਜ਼ਰੂਰ ਉਹਨਾਂ ਨੂੰ ਪਤਾ ਹੋਊਗਾ, ਉਹਦਾ ਨੌਲੇਜ ਬਹੁਤ ਸੀ। ਤੇ ਜਦੋਂ ਆਪਣੇ ਗੁਰੂ ਨਾਨਕ ਸਾਹਿਬ ਆਪਣੀ ਫੇਰੀਆਂ ਤੇ ਚੜ੍ਹਿਆ ਨਾ, ਜਦੋਂ ਮੱਕੇ ਪਹੁੰਚਿਆ, ਤੇ ਇਤਿਹਾਸ ਇਹ ਦੱਸਦਾ ਵਾ ਵੀ ਉਹ ਇਟਲੀ ਦੇ ਵਿੱਚ ਵੀ ਪਹੁੰਚਿਆ। ਉਸ ਵੇਲੇ ਜਹਾਜ਼ ਹੈਗੇ ਸੀ, ਬਾਦਬਾਨੀ ਵਾਲੇ ਜਹਾਜ਼ ਚੱਲਦੇ। ਤੇ ਇਹ ਸਾਡੇ ਜਿਹੜੇ ਇਤਿਹਾਸਕਾਰ ਹੈ, ਇਹਨਾਂ ਨਹੀਂ ਫੋਲਿਆ। ਉਹ ਤੇ ਕਿਤਾਬਾਂ ਦੇ ਇਹਨਾਂ ਦੀ ਉਹ ਪੋਪ ਦੇ ਬੁੱਕ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਵਿਜ਼ਨ ਜਿਹੜੀ ਆ ਉਹਨੇ ਮੈਂਸ਼ਨ ਕੀਤਾ ਵਾ। ਇਹਨੇ ਪੋਪ ਨੂੰ ਜਾ ਕੇ ਗੁਰੂ ਨਾਨਕ ਸਾਹਿਬ ਨੇ ਗਿੱਚੀ ਤੋਂ ਫੜਿਆ ਵੀ ਤੂੰ ਇਹ ਦੱਸ ਵੀ ਜਿਹੜੇ ਡਾਕਟਰ ਆਫ ਡਿਸਕਵਰੀ ਆ, ਇਹ ਤੂੰ ਮਤਲਬ ਇਹ ਕੀਤਾ ਵਾ ਵੀ ਜਿਹੜੇ ਲੋਕ ਜਿਨ੍ਹਾਂ ਦੇ ਤੁਸੀਂ ਕਬਜ਼ੇ ਕੀਤੇ ਆ, ਜਿੱਥੇ ਆਪਣੀਆਂ ਬਸਤੀਆਂ ਵਸਾਈਆਂ ਵਾ, ਜਿਸ ਤਰ੍ਹਾਂ ਇੱਥੋਂ ਦੇ ਓਰੀਜਨਲ ਪੀਪਲ ਆ, ਉਹਨਾਂ ਨੂੰ ਤੁਸੀਂ ਸਮਝਦੇ ਜੇ ਵੀ ਇਹ ਐਨੀਮਲ ਆ, ਬੰਦੇ ਨਹੀਂ ਗੇ, ਤੇ ਇਹਨਾਂ ਦਾ ਜਿਸ ਤਰ੍ਹਾਂ ਦਾ ਜਿਹੋ ਜਿਹਾ ਵੀ ਟ੍ਰੀਟਮੈਂਟ ਕੀਤਾ ਜਾਵੇ ਜਾਇਜ਼ ਆ। ਇਹ ਡਾਕਟਰ ਆਫ ਡਿਸਕਵਰੀ ਆ।
ਇਹ ਇੰਡੀਅਨ ਨੂੰ ਪਤਾ ਲੱਗਾ, ਹੁਣ ਪਤਾ ਲੱਗਾ ਵਾ ਇਹ ਗੱਲ ਵਧਣੀ ਹੈ, ਘਟਣੀ ਨਹੀਂ ਗੀ। ਪੋਪ ਜਿੰਨਾ ਮਰਜ਼ੀ ਜ਼ੋਰ ਲਾ ਲੇ, ਇਹਦੇ ਨਾਲ ਬਹੁਤ ਜ਼ਿਆਦਾ ਇਹ ਹੋਣਾ ਵਾ ਡੈਮੇਜ ਇਹਨਾਂ ਨੂੰ। ਤੇ ਮੈਨੂੰ ਇਹਦੀ ਸਮਝ ਨਹੀਂ ਲੱਗੀ, ਤੁਸੀਂ ਦੱਸਿਆ ਵਾ ਵੀ ਇਹ ਧਰਮ ਇੰਨਾ ਆਰਗੇਨਾਈਜ਼ਡ ਆ, ਇੰਨਾ ਜ਼ਿਆਦਾ ਹੁਸ਼ਿਆਰ ਹੈ ਲੋਕ, ਇਹ ਕੋਸੀ ਜਾਂਦੇ ਇੱਕ ਦੂਜੇ ਦੇ। ਇੱਥੇ ਸਾਡੇ ਲੋਕਾਂ ਦੇ ਵਿੱਚ ਵੀ ਬਹੁਤ ਘੁਸ ਗਿਆ। ਜਿਹੜੀਆਂ ਨੀਡੀ ਜਨਾਨੀਆਂ ਦਾ ਇਹ ਉਹਨਾਂ ਦੇ ਘਰੀ ਜਾ ਕੇ ਪਹੁੰਚਦੇ, ਉਹਨਾਂ ਦੀ ਸੇਵਾ ਕਰਦੇ ਆ, ਉਹਨਾਂ ਦੇ ਬੱਚੇ ਸਕੂਲ ਖੜ ਕੇ ਸਕੂਲੋਂ ਲਿਆਉਂਦੇ ਆ, ਫਿਰ ਉਹਨਾਂ ਦੇ ਹੋਰ ਵੀ ਉਹਨਾਂ ਦੀਆਂ ਗਰੋਸਰੀ ਵੀ ਉਹਨਾਂ ਨੂੰ ਸਪਲਾਈ ਕਰਦੇ ਆ। ਪੈਸਾ ਇਹਨਾਂ ਕੋਲ ਬਹੁਤ ਜ਼ਿਆਦਾ, ਤੇ ਕੁਛ ਕਾਮਯਾਬ ਵੀ ਹੋ ਗਿਆ। ਸੁਣਨ ਚ ਆਇਆ ਵਾ ਲੋਕ ਜਿਹੜੇ ਆ ਨਾ ਉਹ ਇਹਨਾਂ ਨੂੰ ਇਹ ਕਹਿੰਦੇ ਆ ਇਹ ਸੇਵਾ ਬੜੇ ਕਰਦੇ ਧਰਮ ਦੇ। ਮੈਂ ਕਹਿੰਦਾ ਇਹਨਾਂ ਕੋਲ ਬਿਲੀਅਨ ਤੋਂ ਅੱਗੇ ਹੀ ਜ਼ਿਆਦਾ ਵਾ, ਤੇ ਛੋਟੇ ਧਰਮਾਂ ਨੂੰ ਨਾ ਖਾ ਜਾਣ ਕਿਤੇ। ਸਾਨੂੰ ਡਰ RSS ਤੋਂ ਆਉਂਦਾ। ਮੈਂ ਕਹਿੰਦਾ RSS ਦੇ ਇਹਨਾਂ ਮੁਕਾਬਲਾ ਕਰ ਰਿਹਾ ਇੰਡੀਆ ਦੇ ਵਿੱਚ। ਜਿਹੜੀਆਂ ਪਿੱਛੇ ਖਬਰਾਂ ਆ ਰਹੀਆਂ ਦਰਬਾਰ ਸਾਹਿਬ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਕੱਟ ਹੋਇਆ, ਤੇ ਮੈਨੂੰ ਏਦਾਂ ਲੱਗਦਾ ਸਾਡੇ ਕਾਲੀਆਂ ਨੂੰ ਸਮਝ ਨਹੀਂ ਲੱਗਣੀ ਉੱਥੇ ਸਾਡੇ RSS ਵਾਲਿਆਂ ਦੇ ਜਿਹੜਾ ਉਹਨਾਂ ਦਾ ਕਬਜ਼ਾ ਕਰ ਰਿਹਾ, ਉਹਨਾਂ ਨੇ ਇਹਨਾਂ ਰੋਕ ਲੈਣਾ, ਸਾਡੇ ਕੋਲ ਨਹੀਂ ਰੋਕਣਾ। ਸੋ ਇਹ ਆਵਾਜ਼ਾਂ ਉਠਾਉਣੀਆਂ ਤੁਹਾਡੇ ਵਰਗੇ ਚਾਹੀਦੀਆਂ ਵਾ ਵੀ ਇਹਨਾਂ ਨੂੰ ਉੱਥੇ ਰੋਕਣ ਲਈ। ਉੱਥੇ ਗਰੀਬ ਲੋਕਾਂ ਦੇ ਘਰੀ ਜਾ ਕੇ ਸੇਵਾ ਕਰਦੇ ਆ, ਤੇ ਉਹਨਾਂ ਦੇ ਉਹਦੇ ਨਾਂ ਦੇ ਆਪਣੇ ਇਹ ਧਰਮ ਦੀ ਜਿਹੜੀ ਆ ਕਨਵਰਜ਼ਨ ਕਰਦੇ ਆ। ਇਹ ਵੀ ਇਲੀਗਲ ਆ। ਇੱਥੋਂ ਦੇ ਕਾਨੂੰਨ ਦੇ ਹਿਸਾਬ ਨਾਲ ਕਿਸੇ ਨੂੰ ਤੁਸੀਂ ਆਪਣੇ ਪੈਸੇ ਦੇ ਜ਼ੋਰ ਨਾਲ ਕਨਵਰਟ ਨਹੀਂ ਕਰ ਸਕਦੇ ਤੁਸੀਂ। ਕੈਨੇਡਾ ਦਾ ਰੂਲ ਹੈਗਾ ਵਾ ਇਹ। ਤੇ ਇਹ ਇਸ ਤਰ੍ਹਾਂ ਦਾ ਕੋਈ ਪ੍ਰਚਾਰ ਚਾਹੀਦਾ ਵਾ ਜਿਹੜਾ ਉੱਥੋਂ ਦੇ ਸਾਡੇ ਅਕਾਲ ਤਖਤ ਦੇ ਜਥੇਦਾਰ ਨੂੰ ਸਮਝ ਆਵੇ। ਉਹ ਤਾਂ ਜਥੇਦਾਰ ਉਹਦੇ ਪੈਰਾਂ ਤੋਂ ਮਿੱਟੀ ਨਿਕਲ ਗਈ ਜਦੋਂ ਐਡਾ ਵੱਡਾ ਇਕੱਠ ਹੋਇਆ ਲੱਖਾਂ ਦੇ ਉੱਤੇ, ਅੰਮ੍ਰਿਤਸਰ ਦੇ ਲਾਗੇ ਪਹੁੰਚਿਆ ਤੇ ਉਹਨਾਂ ਨੇ ਆਪਣਾ ਜਲਸਾ ਕੀਤਾ ਵਾ। ਤੇ ਇਹ ਕਨਵਰਟ ਹੋ ਰਹੇ ਉੱਥੇ ਜਿਹੜੇ ਨੀਡੀ ਲੋਕ ਹੈ ਨਾ ਜਿਹੜੇ। ਬਿਲਕੁਲ ਜੀ, ਬਹੁਤ ਵੱਡੇ ਹੀ ਹੋ ਰਿਹਾ ਜੀ, ਬਹੁਤ ਕੱਢੇ। ਤੇ ਉਹਨੂੰ ਠੱਲ ਪਾਉਣ ਲਈ ਹੁਣ ਦੇਖੋ ਵੀ ਕੌਣ ਕਰ ਸਕਦਾ ਵਾ। ਤੇ ਸ਼ੁਕਲਾ ਇੰਚਾਰਜ ਆ ਜੀ, ਉਹਦੇ ਨਾਲ 20 ਬੰਦੇ ਤਾਂ ਕਹਿੰਦੇ ਸਿਕਿਉਰਿਟੀ ਦੇ ਨੇ, ਖੰਨੀ ਕਮਾਂਡੋ ਲਈ ਫਿਰਦਾ। ਉਹ ਬੱਲਾ ਬੱਲਾ ਹੋਈ ਪਈ ਹੈ। ਜਗਜੀਤ ਸਿੰਘ ਬਰਾੜ ਜੀ, ਲਾਈਨ ਨੰਬਰ 3। ਹਾਂਜੀ ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਰਾੜ ਸਾਹਿਬ। ਮੈਂ ਤਾਂ ਇੱਕ ਜਾਣਕਾਰੀ ਵਾਸਤੇ ਹੀ ਜੇ ਦੱਸ ਸਕਦੇ ਹੋ ਤਾਂ ਜੀ, ਇਹ ਪੋਪ ਸਾਰੀ ਦੁਨੀਆ ਦਾ ਇੱਕੋ ਹੀ ਹੁੰਦਾ ਹੈ ਕਿ? ਹਾਂਜੀ, ਇਹ ਕੈਥੋਲਿਕ ਜਿਹੜੇ ਕ੍ਰਿਸਚੀਅਨ ਕੈਥੋਲਿਕ ਨੇ ਨਾ ਜੀ, ਇਹਨਾਂ ਦੇ ਮਸੀਹਾਂ ਦੇ ਬਹੁਤ ਅਲੱਗ-ਅਲੱਗ ਗਰੁੱਪ ਨੇ। ਇਹ ਕੈਥੋਲਿਕ ਦਾ ਹੈੱਡ ਆ ਜੀ, ਸਾਰੀ ਦੁਨੀਆ ਦਾ ਇਕੱਲਾ ਹੀ ਹੈੱਡ ਆ। ਤੇ ਫਿਰ ਇਹ ਵੋਟਾਂ ਪਾ ਕੇ ਜਿਵੇਂ ਹਾਂਜੀ ਹਾਂ, ਉੱਪਰਲੇ ਚੁਣਦੇ ਆ ਜੀ, ਉੱਪਰਲੇ ਸੀਨੀਅਰ ਬੰਦੇ ਚੁਣਦੇ ਆ ਜੀ। ਉੱਥੇ ਫਿਰ ਧੂੰਆਂ ਨਿਕਲਦਾ ਇੱਕ ਅੰਗੀਠੀ ਚੋਂ ਜਿੱਦਣ ਚੁਣ ਲੈਂਦੇ ਆ। ਅੰਦਰੋਂ ਕਿਸੇ ਨੂੰ ਦਿਖਾਉਂਦੇ ਨਹੀਂ ਇਹ ਵੀ ਕਿਹਨੂੰ ਚੁਣਨਾ ਕਿਹਨੂੰ ਨਹੀਂ। ਫਿਰ ਧੂਣੀ ਉਹ ਜਿਹੜੇ ਨੌ ਨੇ ਬਾਕੀਆਂ ਦੇ ਉਹਨਾਂ ਨੂੰ ਜਾਂ ਫੂਕ ਦਿੰਦੇ ਆ, ਫਿਰ ਉਹ ਅੰਗੀਠੀ ਦੇ ਵਿੱਚੋਂ ਬਾਹਰ ਧੂੰਆਂ ਨਿਕਲਦਾ। ਫਿਰ ਬਾਹਰ ਲੋਕ ਖੁਸ਼ ਹੁੰਦੇ ਨੇ ਵੀ ਪੋਪ ਚੁਣ ਲਿਆ। ਵੈਟੀਕਨ 'ਚ ਰਹਿੰਦਾ, ਇਹਦੀ ਆਪਣੀ ਰਿਆਸਤ ਆ ਇਟਲੀ ਦੇ ਵਿੱਚ, ਆਪਣੀ ਇਹਦੀ ਕਰੰਸੀ ਆ, ਆਪਣੇ ਜਹਾਜ਼ ਨੇ, ਆਪਣੀ ਸਿਕਿਉਰਿਟੀ ਹੈ ਇਹਦੀ। ਠੀਕ ਹੈ ਜੀ। ਚਲੋ ਜੀ, ਬਹੁਤ ਮਿਹਰਬਾਨੀ, ਧੰਨਵਾਦ ਜੀ। ਓਕੇ ਜੀ। ਪ੍ਰੋਗਰਾਮ ਤੁਹਾਡੇ ਤੱਕ ਜੈਰੀ ਬਰਾੜ ਪਹੁੰਚਾਉਂਦੇ ਨੇ। 604-762-8899 ਬੈਸਟ ਡੀਲ ਔਨ ਬੈਸਟ ਰੇਟਸ 6047628889 ਜੈਰੀ ਬਰਾੜ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਕੰਸਟਰਕਸ਼ਨ ਮੌਰਗੇਜ ਜੈਰੀ ਬਰਾੜ। ਗਗਨ ਸਿੰਘ 604-349-1313 ਦਾਵਾ ਤੇ ਵਾਅਦਾ ਪੱਕਾ। ਪੰਜਾਬ ਫੋਰੈਕਸ ਡਾਲਰ ਦੇ ਦਿਓ, ਰੁਪਈਏ ਲੈ ਲਿਓ, ਰੁਪਈਏ ਬਾਫਰੋਗੇ ਡਾਲਰ ਇੱਥੇ ਲੈ ਲਿਓ। ਬਾਹਲਾ ਤਾਂ ਗੇੜ ਹੈ ਹੀ ਨਹੀਂ, ਸਿੱਧੀ ਗੱਲ ਹੋ ਗਿਆ ਜੀ। ਲਿਖਾਓ ਜੀ ਬਸ ਗਗਨ ਸਿੰਘ ਦੇ 2 ਸ਼ਬਦ ਨੇ, ਤੀਜੀ ਨੂੰ ਨਿਬੇੜ ਦਿੰਦਾ। ਬਿਗ ਰਿਗ ਟ੍ਰੇਲਰ 604-349-1313 ਗਗਨ ਸਿੰਘ ਦਾ ਨੰਬਰ ਹੈ। ਹਰਪ੍ਰੀਤ ਸਿੰਘ 604-908-3100 ਬਿਗ ਰਿਗ ਟ੍ਰੇਲਰ ਤੇ ਲੀਜ਼ਿੰਗ। ਟ੍ਰੇਲਰ ਲੈਣਾ, ਯੂਜ਼ ਟਰੱਕ ਲੈਣਾ ਤਾਂ ਇਹ ਵੈਨਗਾਰਡ BC ਦੇ ਆਥਰਾਈਜ਼ਡ ਡੀਲਰ ਨੇ। ਬਿਗ ਰਿਗ ਟ੍ਰੇਲਰ ਤੇ ਲੀਜ਼ਿੰਗ। ਸਟਾਰ ਜਸਵੀਰ ਸਿੰਘ ਜੀ, ਲਾਈਨ ਨੰਬਰ 1। ਧੰਨਵਾਦ ਸਰਦਾਰ ਜੀ। ਇੱਕ ਬੇਨਤੀ ਵੀ ਜਿਹੜਾ ਤੁਸੀਂ ਕਾਰਡੀਨਲ ਵਿਸ਼ਵ ਇਹਨਾਂ ਦੇ ਜਿਹੜੇ ਜਿਵੇਂ ਨਾਂ ਨੇ, ਜਿਵੇਂ ਆਪਣੇ ਗ੍ਰੰਥੀਆਂ ਦੇ, ਛੋਟਾ ਗ੍ਰੰਥੀ, ਵੱਡਾ ਗ੍ਰੰਥੀ, ਇਹਨਾਂ ਦਾ ਇੱਕ ਦਿਨ ਤੁਸੀਂ ਪੂਰਾ ਜਿਹੜਾ ਵੀ ਥੱਲਿਓ ਇਹਨਾਂ ਦੀ ਪਦਵੀ ਦਿੰਦੇ ਆ ਜੀ ਇੱਕ ਦਿਨ। ਪਦਵੀਆਂ ਦਾ ਮਤਲਬ ਕੀ ਹੈ ਤੇ ਕਿਹਦੇ ਬਰਾਬਰ ਨੇ, ਠੀਕ ਹੈ, ਉਹਦੀ ਜਾਣਕਾਰੀ ਵੀ ਦਿਓ ਤਾਂ ਕਿ ਕਿਉਂਕਿ ਆਪਣਾ ਭਾਈਚਾਰਾ ਇਸ ਵਿਚਾਰਧਾਰਾ ਨੂੰ ਥੋੜਾ ਬਹੁਤ ਸਮਝ ਸਕੇ। ਠੀਕ ਹੈ ਜੀ। ਦੂਜੀ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਇਹ ਕੁਰੀਤੀਆਂ ਕਰਦੇ ਨੇ, ਦੇਖੋ ਧਰਮ ਜਿਹੜੇ ਬਣਾਏ ਨੇ ਨਾ, ਉਸ ਧਰਮ ਦੀ ਆਧਾਰਿਤ ਤੇ ਕੋਈ ਧਰਮ ਕੰਮ ਨਹੀਂ ਕਰ ਰਿਹਾ। ਔਰਤ ਇਹਨਾਂ ਦੇ ਵੀ ਵਿੱਚ ਵੀ ਧਰਮ ਦੇ ਵਿੱਚ ਪਹਿਲਾਂ ਜਿਹੜੀਆਂ ਨੰਜ ਹੁੰਦੀਆਂ ਸੀਗੀਆਂ ਉਹ ਵਿਆਹ ਨਹੀਂ ਕਰਾ ਸਕਦੀਆਂ। ਈਵਨ ਹੁਣ ਫਿਲਮਾਂ ਬਣੀਆਂ ਹੋਈਆਂ ਨੇ, ਉਹਨਾਂ ਦੇ ਨਾਲ ਇਹ ਜਿਹੜੇ ਬੰਦੇ ਸੀ ਉਹ ਦੁਰਵਿਹਾਰ ਕਰਦੇ ਸੀ, ਬੱਚੇ ਹੁੰਦੇ ਸੀ ਉਹਨਾਂ ਨੂੰ ਸਿੱਟ ਦਿੰਦੇ ਸੀ ਜਾਂ ਕੱਢ ਦਿੰਦੇ ਸੀ। ਉਹ ਆਮ ਇਹ ਦਿਖਾ ਰਹੇ ਨੇ। ਹੁਣ ਤੁਸੀਂ ਚਾਹੋ ਦੂਜੇ ਧਰਮ ਜਿਹੜਾ ਆਪਣੇ ਉਧਰ ਏਸ਼ੀਆ ਧਰਮ ਹੈ, ਬੁੱਧ ਧਰਮ ਹੈ, ਉਹਦੇ 'ਚ ਵੀ ਪਹਿਲਾਂ ਕੁਰੀਤੀਆਂ ਨਹੀਂ ਸੀ, ਉਹ 'ਚ ਵੀ ਆ ਗਈਆਂ। ਹਿੰਦੂ ਧਰਮ ਦੇ ਵਿੱਚ ਮੰਦਿਰਾਂ ਦੇ ਵਿੱਚ
ਛੋਟੀਆਂ ਲੜਕੀਆਂ ਨੂੰ ਦੇਵਦਾਸੀਆਂ ਬਣਾ ਕੇ ਮੂਰਤੀ ਜਿਹੜੀ ਪੱਥਰ ਦੀ ਆ ਉਹਦੇ ਨਾਲ ਵਿਆਹ ਦਿੰਦੇ ਨੇ, ਮੁੜ ਕੇ ਜਿਹੜੇ ਪੁਜਾਰੀ ਨੇ ਉਹ ਸ਼ੋਸ਼ਣ ਕਰਦੇ ਨੇ, ਸਾਰੀ ਜ਼ਿੰਦਗੀ ਉਹਨਾਂ ਔਰਤਾਂ ਦੀ ਬਰਬਾਦ। ਅਸੀਂ ਮਹਿਸੂਸ ਕਰਦੇ ਹਾਂ ਸਿੱਖ ਕਿ ਜੀ ਸਾਡਾ ਧਰਮ ਲੇਟੈਸਟ ਆ। ਸਾਡੇ ਧਰਮ ਦੇ ਉੱਤੇ ਮੈਂ ਕੱਲ੍ਹ ਦੇਖਦਾ ਸੀ ਪਟਨੇ ਦਾ ਜਿਹੜਾ ਪਟਨਾ ਸਾਹਿਬ ਦਾ ਜਿਹੜਾ ਜਥੇਦਾਰ ਰਣਜੀਤ ਸਿੰਘ ਤੋਂ ਬਣਾਇਆ, ਉਹ ਡਾਕਟਰ ਸਾਮਰਾ ਨੇ ਉਹਦੇ ਤੇ ਖੁੱਲ੍ਹ ਕੇ ਦੋਸ਼ ਲਾਏ ਨੇ ਵੀ ਉਹ ਲੜਕੀ ਦੇ ਨਾਲ ਬਲਾਤਕਾਰ ਕਰਦਾ ਰਿਹਾ, ਅਬੋਰਸ਼ਨ ਉਹਨੇ ਕੀਤਾ, ਤੇ ਉਹ ਜਥੇਦਾਰ ਆ ਸਕਦਾ ਸਿੱਖਾਂ ਦਾ। ਅਕਾਲ ਤਖ਼ਤ ਦੇ ਜਥੇਦਾਰ ਜਿਹੜੇ ਸੀਗੇ ਆਹ ਬਦੰਤੀ ਵਗੈਰਾ, ਇਹਨਾਂ ਨੇ ਉਹਨਾਂ ਲੋਕਾਂ ਨੂੰ, ਉਹਨਾਂ ਸਾਰਿਆਂ ਨੂੰ ਪੈਸੇ ਲੈ ਕੇ ਪ੍ਰੋਟੈਕਟ ਕੀਤਾ ਜਿਨ੍ਹਾਂ ਨੂੰ ਕੋਰਟਾਂ ਨੇ ਸਜ਼ਾ ਦਿੱਤੀ ਹੈ। ਆ ਗੁਰਦੁਆਰੇ ਦੀ ਵਿਨੀਪੈਗ ਦੀ ਤੁਸੀਂ ਗੱਲ ਕਰ ਸਕਦੇ ਹੋ। ਮੇਰਾ ਇਹ ਗੱਲ ਕਰਨ ਦਾ ਮਕਸਦ ਹੈ ਕਿ ਜਿਹੜੀ ਚੀਜ਼ ਇਹ ਹੋ ਰਹੀ ਹੈ ਇਹਦਾ ਕਾਰਨ ਕੀ ਹੈ। ਕੋਈ ਵੀ ਕਮਿਊਨਿਟੀ ਹੋਵੇ, ਚਾਹੇ ਉਹ ਕ੍ਰਿਸਚਨ ਨੇ, ਹਿੰਦੂ ਨੇ, ਜਾਂ ਸਿੱਖ ਨੇ, ਜਾਂ ਮੁਸਲਮਾਨ ਨੇ, ਉਹਦੇ ਵਿੱਚ ਕਾਰਨ ਵੱਡਾ ਇਹ ਹੈ ਕਿ ਆਮ ਲੋਕਾਂ ਨੂੰ ਧਰਮ ਦੇ ਨਾਂ ਤੇ ਰੱਬ ਇੱਕ ਖਿਡੌਣਾ ਬਣਾ ਕੇ ਉਹਦਾ ਡਰ ਤੇ ਉਹਦਾ ਲਾਲਚ ਦੇ ਕੇ ਵਰਗਲਾਇਆ ਜਾਂਦਾ, ਤੇ ਜਿਹੜੇ ਲੋਕ ਆਪਣੀਆਂ ਸੰਸਾਰਕ ਤੰਗੀਆਂ ਤੋਂ ਦੁਖੀ ਨੇ ਉਹ ਤੰਗੀਆਂ ਨੂੰ ਦੂਰ ਕਰਨ ਲਈ ਧਰਮ ਦਾ ਆਸਰਾ ਲੈ ਕੇ ਉਹਦੇ ਨਾਲ ਜੁੜਦੇ ਨੇ ਤੇ ਅੱਖਾਂ ਅੰਧੀਆਂ ਕਰ ਲੈਂਦੇ ਨੇ। ਸਾਡੀਆਂ ਛੋਟੀਆਂ ਛੋਟੀਆਂ ਬੱਚੀਆਂ ਦੇ ਨਾਲ ਇਹ ਲੋਕ ਬਦਮਾਸ਼ੀ ਕਰਦੇ ਨੇ। ਹੁਣ ਤੁਸੀਂ ਦੇਖੋ, ਤੁਸੀਂ ਹੁਣੇ ਸਾਡਾ ਡੱਬੇ ਨਾਲ ਗੱਲ ਕਰਕੇ ਹਟੇ ਹੋ, ਉਹਦੇ ਵਿੱਚ ਮੈਂ ਇੱਕ ਨਾਂ ਲੈਣ ਲੱਗਿਆ, ਬਹੁਤਾਂ ਨੂੰ ਸ਼ਾਇਦ ਤਕਲੀਫ ਹੋਵੇ, ਮੈਂ ਉਹਦਾ ਫਸਟ ਹੈਂਡ ਗਵਾਹ ਹਾਂ। ਆਹ ਗੁਰਜੀਤ ਸਿੰਘ ਵੀ ਤੁਸੀਂ ਨਾਂ ਲਿਆ ਸੀਗਾ, ਮੇਰਾ ਫੈਡਰੇਸ਼ਨ ਦਾ ਪ੍ਰਧਾਨ ਸੀ, ਲੋਕਾਂ ਦੇ ਘਰਾਂ 'ਚ ਰਹਿੰਦਾ ਰਿਹਾ ਔਰ ਉਹ ਲੋਕਾਂ ਦੀਆਂ ਧੀਆਂ ਨਾਲ ਤੇ ਮੁੰਡਿਆਂ ਦੇ ਨਾਲ ਬਲਾਤਕਾਰ ਕਰਦਾ ਰਿਹਾ। ਮੇਰੇ ਕੋਲ ਤਾਂ ਐਵੀਡੈਂਸ ਨੇ, ਔਰ ਕੋਈ ਬੰਦੇ ਨੂੰ ਜੇ ਕਦੇ ਤਕਲੀਫ ਹੋਵੇ ਓਪਨਲੀ ਤੌਰ ਦੇ ਉੱਤੇ ਮੈਂ ਉਹਦਾ ਐਵੀਡੈਂਸ ਪੇਸ਼ ਕਰ ਸਕਦਾ। ਮੈਨੂੰ ਇਹ ਲੱਗਦਾ ਵੀ ਜਿਹੜੇ ਲੋਕ ਨੇ ਨਾ, ਏਦਾਂ ਦੇ ਲੋਕਾਂ ਦੇ ਖਿਲਾਫ ਅਸੀਂ ਬੋਲਦੇ ਇਸ ਕਰਕੇ ਨਹੀਂ ਕਿ ਜਿਹੜੇ ਧਾਰਮਿਕ ਤੌਰ ਦੇ ਉੱਤੇ ਲੋਕ ਨੇ ਦੂਜਿਆਂ ਨੂੰ ਡਰਾਉਂਦੇ ਨੇ। ਦੇਖੋ ਜੀ, ਸਾਡੀ ਬਦਨਾਮੀ ਹੋਊਗੀ, ਉਹ ਬਦਨਾਮੀ ਹੋ ਕੇ ਆਉਣ ਜਿਹਦੇ ਨਾਲ ਧੱਕਾ ਆਉਂਦਾ ਉਹ ਵਿਚਾਰਾ ਚੁੱਪ ਕਰ ਦਿੰਦਾ, ਬਾਕੀ ਦੇ ਅਸੀਂ ਤਮਾਸ਼ਬੀਨ ਖੜ ਕੇ ਵੇਖਦੇ ਰਹਿੰਦੇ ਹਾਂ, ਔਰ ਉਹਨਾਂ ਦੀ ਸਾਰੀ ਜ਼ਿੰਦਗੀ ਬੱਚੇ ਦੀ ਬਰਬਾਦ ਹੋ ਜਾਂਦੀ ਹੈ। ਔਰ ਜਦੋਂ ਇੱਕ ਬੱਚੇ ਦੀ ਜ਼ਿੰਦਗੀ ਬਰਬਾਦ ਹੁੰਦੀ ਹੈ, ਜਿੰਨੀ ਦੇਰ ਤੱਕ ਕੋਈ ਬੱਚਾ ਮਰਦਾ ਨਹੀਂ ਹੈ, ਉਨੀ ਦੇਰ ਤੱਕ ਉਹਦਾ ਪਰਿਵਾਰ, ਉਹਦਾ ਜੀਵਨ, ਉਹਦੀ ਖੁਸ਼ੀ ਜਿਹੜੀ ਹੈ ਉਹ ਇੰਨੀ ਤੰਗੀ 'ਚ ਗੁਜ਼ਰਦੀ ਹੈ। ਤੇ ਜਿਨ੍ਹਾਂ ਦੇ ਪਰਿਵਾਰਾਂ ਦੇ ਨਾਲ ਇਹ ਕੰਮ ਹੋਇਆ ਉਹਨਾਂ ਨੂੰ ਪਤਾ ਹੈ। ਤੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਇਸ ਮਾਧਿਅਮ ਤੇ, ਇਹ ਜਿਹੜਾ ਵਿਸ਼ਾ ਤੁਸੀਂ ਚੁੱਕਿਆ, ਕੋਈ ਵੀ ਧਾਰਮਿਕ ਆਗੂ ਜਾਂ ਕੋਈ ਵੀ ਧਾਰਮਿਕ ਵਿਅਕਤੀ ਜਾਂ ਕੋਈ ਵੀ ਬੰਦਾ ਜਿਹੜਾ ਆਪਣੇ ਆਪ ਨੂੰ ਧਾਰਮਿਕ ਪੇਸ਼ ਕਰਕੇ ਇਦਾਂ ਦੀ ਬਦਫੈਲੀ ਕਰਦਾ, ਚਾਹੇ ਤੁਹਾਡੇ ਆਪਣੇ ਖਿਲਾਫ ਹੀ ਕਿਉਂ ਨਾ ਖੜੇ ਹੋ ਜਾਣ, ਤੁਹਾਨੂੰ ਉਹਨਾਂ ਮਾਸੂਮਾਂ ਦੇ ਹੱਕ ਵਿੱਚ ਖੜੇ ਹੋਣ ਦੀ ਜ਼ਰੂਰਤ ਕਰਨ ਦੀ ਲੋੜ ਹੈ। ਨਹੀਂ ਤਾਂ ਆਵਾਜ਼ ਕਿਸਮ ਦੇ ਲੋਕ ਧਰਮ ਦਾ ਪਹਿਰਾਵਾ ਪਾ ਕੇ, ਹੁਣ ਤੁਸੀਂ ਦੇਖੋ ਬੰਦੇ ਨੇ ਦਾੜੀ ਰੱਖੀ ਆ, ਕੇਸ ਰੱਖੇ ਨੇ, ਪਾਠ ਵੀ ਕਰਦਾ, ਦਾਤਰਾ ਵੀ ਪਾਇਆ, ਤੇ ਉਹ ਬਦਮਾਸ਼ੀਆਂ ਵੀ ਕਰਦਾ, ਤੇ ਆਗੂ ਵੀ ਬਣਿਆ ਹੋਇਆ, ਤੇ ਲੋਕ ਉਹਨੂੰ ਪੈਸੇ ਵੀ ਦਿੰਦੇ ਨੇ। ਕਮਾਲ ਦੀ ਗੱਲ ਹੈ। ਤੇ ਕਿਹੜਾ ਧਰਮ ਹੈ ਇਹ? ਧਰਮ ਚ ਅੱਜ ਕੱਲ੍ਹ ਸਭ ਤੋਂ ਵੱਡਾ ਬਦਮਾਸ਼ੀ ਦਾ ਇਹਨਾਂ ਲੋਕਾਂ ਨੇ ਬਣਾਇਆ। ਆਹ ਹੁਣ ਤੁਸੀਂ ਦੇਖ ਲਓ ਕਿੱਡਾ ਵੱਡਾ ਧਰਮ ਹੈ ਸੰਸਾਰ ਦਾ, ਕ੍ਰਿਸਚਨ, ਔਰ ਕਿੱਡੇ ਪਦਵੀ ਦੇ ਉੱਤੇ ਜਾਣ ਵਾਲਾ ਬੰਦਾ ਜਿਹਨੇ ਕੱਲ੍ਹ ਨੂੰ ਪੋਪ ਬਣ ਕੇ ਲੋਕਾਂ ਨੂੰ ਧਾਰਮਿਕ ਮਤਲਬ ਆਸ਼ੀਰਵਾਦ ਦੇਣੇ ਨੇ, ਉਹ ਜਨਾਨੀਆਂ ਦਾ ਕੀ ਹਾਲ ਕਰਦਾ। ਤੇ ਸਾਨੂੰ ਥੋੜ੍ਹਾ ਬਹੁਤ ਗਿਆਨਵਾਨ ਹੋ ਕੇ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਗੱਲ ਸੰਸਾਰ ਵਿੱਚ ਸਾਡੇ ਲਈ ਕੀਤੀ ਹੈ ਨਾ, ਉਹ ਇਨਸਾਨੀਅਤ ਦੀ ਇੱਕ ਸਬਕ ਦਿੱਤਾ ਹੈ ਕਿ ਮਨੁੱਖ ਨੇ ਵਧੀਆ ਮਨੁੱਖ ਕਿਵੇਂ ਬਣਨਾ। ਉਹਦੇ 'ਚ ਸਾਡੇ ਦੇਖੋ ਭਗਤ ਕਬੀਰ ਜੀ ਬੈਠੇ ਨੇ, ਮੁਸਲਮਾਨ ਨੇ, ਬਾਬਾ ਫਰੀਦ ਜੀ ਬੈਠੇ ਨੇ, ਮੁਸਲਮਾਨ ਨੇ, ਭਗਤ ਪੀਪਾ ਜੀ ਬੈਠੇ ਨੇ, ਹਿੰਦੂ ਨੇ, ਧੰਨਾ ਜੱਟ ਬੈਠਾ, ਤੇ ਉਹਦੇ 'ਚ ਗੁਰੂ ਸਾਹਿਬ ਆਪ ਬੈਠੇ ਨੇ। ਹੁਣ ਜੇ ਕਰਨਾ ਹੀ ਉਹ ਸਿੱਖ ਧਰਮ ਹੈ ਤੇ ਬਾਕੀ ਤਾਂ ਫਿਰ ਕੱਢਣਾ ਬਾਹਰ ਉਹਨਾਂ ਨੂੰ। ਏਦਾਂ ਨਹੀਂ ਹੈ ਗੱਲ। ਸਾਨੂੰ ਇੱਕ ਵਧੀਆ ਇਨਸਾਨ ਬਣਨ ਦੀ ਲੋੜ ਹੈ। ਤੇ ਜਿਹੜੇ ਲੋਕ ਆਪਣਾ ਦਾਇਰਾ ਬਣਾਉਂਦੇ ਨੇ, ਹੁਣ ਤੁਸੀਂ ਦੇਖੋ ਜਿਹੜੀਆਂ ਟਕਸਾਲਾਂ ਚੱਲਦੀਆਂ ਨੇ, ਉੱਥੇ ਮੁੰਡੇ ਛੋਟੇ ਛੋਟੇ ਜਾਂਦੇ ਨੇ, ਮਿਸ਼ਨਰੀ ਕਾਲਜ ਦੇ ਵਿੱਚ ਮੁੰਡੇ ਰਹਿੰਦੇ, ਉੱਥੇ ਬਦਫੈਲੀਆਂ ਹੁੰਦੀਆਂ ਨੇ, ਉਹਨਾਂ ਬਦਫੈਲੀਆਂ ਨੂੰ ਬਾਹਰ ਨਹੀਂ ਆਉਣ ਦਿੰਦੇ। ਸਾਨੂੰ ਬੋਲਣਾ ਵੀ ਚਾਹੀਦਾ, ਇਹਦਾ ਸਾਨੂੰ ਵਿਰੋਧ ਵੀ ਕਰਨਾ ਚਾਹੀਦਾ ਜੇ ਗੁਰੂ ਨਾਨਕ ਪਾਤਸ਼ਾਹ ਦੇ ਬਣਾਏ ਹੋਏ ਮਿਸ਼ਨ ਨੂੰ ਸੰਸਾਰ ਵਿੱਚ ਵਧੀਆ ਇਨਸਾਨੀਅਤ ਦਾ ਮੌਕਾ ਦੇਣਾ। ਨਹੀਂ ਤਾਂ ਇਹ ਪਖੰਡੀ ਕਿਸਮ ਦੇ ਲੋਕ ਸਾਨੂੰ ਡਰਾਉਂਦੇ ਨੇ, ਜੇ ਤੁਸੀਂ ਐਂ ਨਾ ਕੀਤਾ ਰੱਬ ਤੁਹਾਡਾ ਐਂ ਕਰ ਦੂ, ਜੇ ਤੁਸੀਂ ਐਂ ਕਰ ਲਿਆ ਰੱਬ ਤੁਹਾਨੂੰ ਫਿਰ ਖੁਸ਼ੀਆਂ ਦੇ ਦੂ, ਜਾਂ ਲਾਲਚ ਦਿੰਦੇ ਨੇ। ਐਕਚੁਅਲੀ ਧਰਮ ਨਾ ਡਰਾਉਣ ਦਾ, ਨਾ ਹਸਾਉਣ ਦਾ, ਸਮਝਾਉਣ ਦਾ ਵਿਸ਼ਾ, ਇਹਦੇ ਸਾਨੂੰ ਕੇਂਦਰਿਤ ਹੋਣ ਦੀ ਲੋੜ ਹੈ। ਧੰਨਵਾਦ, ਤੁਸੀਂ ਇਹ ਵਿਸ਼ਾ ਲਿਆਂਦਾ। ਸਾਨੂੰ ਖੁੱਲ੍ਹ ਕੇ ਬੋਲਣਾ ਚਾਹੀਦਾ। ਕਿਸੇ ਦਿਨ ਜੇ ਤੁਹਾਡੇ ਵਿੱਚ ਹੋਵੇ ਕਿਤੇ। ਧੰਨਵਾਦ ਜੀ। ਸੌਰੀ, ਕਿਤੇ ਡਰਾਈਵ ਕਰ ਰਹੇ ਹੋ ਤੁਸੀਂ। ਗੁਰਵਿੰਦਰ ਸਿੰਘ ਜੀ, ਤੁਸੀਂ ਏਅਰ ਤੇ ਹੋ। ਹਾਂਜੀ ਗਿਆਲ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਜੀ। ਗਿਆਲ ਸਾਹਿਬ, ਜਿਹੜਾ ਤੁਸੀਂ ਮੁੱਦਾ ਲੈ ਕੇ ਆਏ, ਤੁਸੀਂ ਨਾ ਪਹਿਲਾਂ ਗੱਲ ਕੀਤੀ ਸੀ ਇੱਕ ਵੀ ਨਿਆਣੇ ਆਣ ਕੇ ਘਰੇ ਦੱਸਦੇ ਆ, ਪੇਰੈਂਟਸ ਉਹਨਾਂ ਦੇ ਨਾ ਵੀ ਸਾਥ ਨਹੀਂ ਦਿੰਦੇ।
ਬਾਈ ਜੀ ਸਾਡੇ ਨਾਲ ਵੀ ਇਹ ਸੇਮ ਚੱਕਰ ਹੀ ਹੋ ਗਿਆ ਜੀ। ਹੋਇਆ ਸੀ ਤੁਹਾਡੇ ਕੋਲ ਵੀ ਆਈ ਹੈ ਜੀ ਉਹ, ਪਰ ਮਿੱਟੀ ਇਦਾਂ ਦੀ ਪਾਈ ਉਹਦੇ ਉੱਤੇ ਨਾ, ਵਿੱਚੇ ਮੀਡੀਆ ਵਾਲਿਆਂ ਨੇ, ਰੇਡੀਓ ਟੀਵੀਆਂ ਵਾਲੇ ਤਾਂ ਬਸ ਉਹ ਚਿੱਠੀ ਤੋਂ ਡਰ ਗਏ ਜੀ, ਵਕੀਲ ਦੀ ਚਿੱਠੀ ਨਾ। ਇੱਕ ਦਿਨ ਸ਼ਾਮ ਨੂੰ ਚਿੱਠੀ ਆ ਗਈ ਤੇ ਰੇਡੀਓ ਟੀਵੀਆਂ ਵਾਲੇ ਕਹਿੰਦੇ ਜੀ ਸਾਨੂੰ ਤਾਂ ਲੀਗਲ ਚਿੱਠੀ ਆ ਗਈ ਹੈ ਨਾ। ਅੱਛਾ ਜੀ। ਤੇ ਮੈਂ ਤਾਂ ਹੁਣ ਤਾਂ ਰੇਡੀਓ ਤੇ ਬੋਲਦਾ ਜੀ, ਸਾਡੇ ਨਿਆਣਿਆਂ ਨੇ ਪੁਲਿਸ ਦੇ ਕੋਲ ਵੀ ਜਾ ਕੇ ਸਾਰਾ ਕੁਝ ਦੱਸਿਆ ਜੀ। ਪੁਲਿਸ ਵਾਲੇ ਕਹਿੰਦੇ, ਪਹਿਲਾਂ ਤਾਂ ਪੁਲਿਸ ਵਾਲਿਆਂ ਨੇ ਇਹ ਘੱਟਾ ਝਾੜ ਦਿੱਤਾ ਜੀ, ਕਹਿੰਦੇ ਜੀ ਉਹ ਤਾਂ ਹੁਣ ਇੰਡੀਆ ਚਲ ਗਿਆ, ਹੁਣ ਅਸੀਂ ਉਹਨੂੰ ਕਿੱਦਾਂ ਲੈ ਗਏ ਜੀ ਇੰਡੀਆ ਤੋਂ, ਹਨਾ। ਤੇ ਮੁੜ ਕੇ ਜੀ ਉਹ ਉਦੋਂ ਬਾਅਦ ਉਹ ਸਾਡਾ ਪ੍ਰੋਪਰਟੀ ਦਾ ਚਲੋ ਵੀ ਚੱਲਦਾ, ਜੇ ਤੁਸੀਂ ਕਹਿੰਦੇ ਆ ਤਾਂ ਉਹ ਵੀ ਤੁਹਾਨੂੰ ਪੇਪਰ ਵੀ ਲਿਆ ਕੇ ਦਿਖਾ ਦੂੰ। ਚਲੋ ਤੁਸੀਂ ਬੱਚਿਆਂ ਦੀ ਗੱਲ ਕਰੋ ਗੁਰਵਿੰਦਰ ਸਿੰਘ ਜੀ, ਬੱਚਿਆਂ ਦੀ ਗੱਲ ਫਿਰ ਪੁਲਿਸ ਨੇ ਕੀ ਕਿਹਾ? ਬੱਚਿਆਂ ਦੀ ਮੇਰੀ ਕੁੜੀ ਹਜੇ ਤੇ ਟੈਨਸ਼ਨ ਦੇ ਵਿੱਚ ਆ ਜੀ ਗਿੱਲ ਸਾਹਿਬ, ਨਾ ਨਿਆਣੇ ਹਨਾ। ਹੁਣ ਵੀ ਉਹ ਬੰਦਾ ਹਨਾ ਇੱਕ ਦਿਨ ਸਾਡੇ ਘਰ ਦੇ ਮੂਹਰ ਦੀ ਫੇਰ ਲੰਘਿਆ ਉਹ, ਤੇ ਕੁੜੀ ਮੇਰੀ ਨੇ ਦੇਖ ਲਿਆ, ਕਹਿੰਦੀ ਡੈਡੀ ਤੁਸੀਂ ਕਹਿੰਦੇ ਪੁਲਿਸ ਵਾਲੇ ਕਹਿੰਦੇ ਸੀਗੇ ਵੀ ਉਹ ਬੰਦਾ ਵਾਪਸ ਨਹੀਂ ਆਉਂਦਾ, ਇੰਡੀਆ ਚਲ ਗਿਆ, ਉਹ ਤਾਂ ਫੇਰ ਇੱਥੇ ਫਿਰਦਾ। ਤੇ ਕੁੜੀ ਮੇਰੀ ਇੱਥੋਂ ਤੋਂ ਹੀ ਗਰਮ ਹੋਈ ਸੀਗੀ, ਹੁਣ ਵੱਡੀ ਹੋ ਗਈ, ਕਹਿੰਦੀ ਮੈਨੂੰ ਗੁਰਦੁਆਰੇ ਛੱਡ ਗਿਆ ਤੇ ਮੈਂ ਜਾਂ ਮੈਂ ਮਰ ਜੂਗੀ ਤੇ ਜਾਂ ਉਹਨੂੰ ਮਾਰੂਗੀ, ਹਨਾ। ਤੇ ਇੱਥੇ ਇਹ ਪੁਲਿਸ ਵਾਲਿਆਂ ਨੇ ਕੀ ਕਿਹਾ ਜੀ, ਪੁਲਿਸ ਵਾਲਿਆਂ ਨੇ ਕੁੜੀ ਪਹਿਲਾਂ ਤਾਂ 3 ਵਾਰੀ ਸੱਦਿਆ ਇਹਨਾਂ ਨੇ ਪੁਲਿਸ ਸਟੇਸ਼ਨ, ਹਨਾ। ਫਿਰ ਕਹਿੰਦੇ ਜੀ ਅਸੀਂ ਜਾਂਚ ਕਰਦੇ ਹਾਂ ਜੀ, ਅਸੀਂ ਪਤਾ ਕਰਦੇ ਹਾਂ ਜੀ। ਮੁੜ ਕੇ ਕਹਿੰਦੇ ਜੀ ਆਪਣਾ ਉਹ ਤਾਂ ਬੰਦਾ ਇੰਡੀਆ ਨੂੰ ਚਲ ਗਿਆ। ਹੁਣ ਫਿਰ ਕਿੱਥੇ ਫਾਈਲ ਬੰਦ ਕਰਤੀ ਜੀ? ਫਾਈਲ ਮੈਂ ਦੁਬਾਰਾ ਜਦੋਂ ਸਾਨੂੰ ਪਤਾ ਲੱਗਿਆ ਵੀ ਉਹ ਬੰਦਾ ਆ ਗਿਆ ਹਨਾ, ਦੁਬਾਰਾ ਅਸੀਂ ਪੁਲਿਸ ਸਟੇਸ਼ਨ ਗਏ। ਪੁਲਿਸ ਵਾਲਿਆਂ ਨੇ ਇਹ ਗੱਲ ਕਹਿ ਕੇ ਪੱਲਾ ਝਾੜਦਾ, ਕਹਿੰਦੇ ਜੀ ਤੁਸੀਂ ਉਹਦੇ ਲਾਗੇ ਨਾ ਜਾਇਓ। ਤੇ ਮੈਨੂੰ ਕੁੜੀ ਮੇਰੀ ਕਹਿੰਦੀ ਵੀ ਮੈਨੂੰ ਹਨਾ, ਉਹ ਜਿਹੜੀ ਪੁਲਿਸ ਵਾਲੀ ਆਂਟੀ ਸੀ ਮੈਨੂੰ ਇਹ ਕਹਿੰਦੀ ਸੀ ਵੀ ਜਦੋਂ ਨਾ ਉੱਥੇ ਜੱਜ ਦੇ ਗਿਆ ਤੇਰੇ ਡੈਡੀ ਨੂੰ ਵੀ ਸਜ਼ਾ ਹੋ ਜਾਣੀ ਆ। ਮੇਰੇ ਸਾਹਮਣੇ ਵੀ ਇਹ ਗੱਲ ਕਹੀ, ਤਾਂ ਤੈਨੂੰ ਵਕੀਲ ਨੇ ਆਹ ਪੁੱਛਣਾ ਉਹ ਪੁੱਛਣਾ। ਪੁਲਿਸ ਵਾਲਿਆਂ ਨੇ ਇਹ ਕਹਿ ਕੇ ਕੁੜੀ ਨੂੰ ਡਰਾਇਆ। ਪਹਿਲਾਂ ਤਾਂ ਜਾਂਦੀ ਨਹੀਂ ਸੀ। ਮੈਂ ਕਿਹਾ ਗੱਲ ਅਰਜ਼ ਕੀ ਆ? ਕਹਿੰਦੀ ਉਹ ਕਹਿੰਦੇ ਤੇਰੇ ਡੈਡੀ ਨੂੰ ਵੀ ਸਜ਼ਾ ਹੋ ਜਾਣੀ ਆ ਨਾ। ਮੈਂ ਕਿਹਾ ਪੁੱਤ ਜੇ ਤੂੰ ਝੂਠ ਬੋਲਦੀ ਆ ਫੇਰ ਤਾਂ ਮੈਨੂੰ ਸਜ਼ਾ ਹੋਊਗੀ, ਜੇ ਤੂੰ ਸੱਚ ਬੋਲਦੀ ਆ ਫੇਰ ਕਾਹਦੀ ਸਜ਼ਾ ਹੋ ਜੂਗੀ, ਹੈ ਨਾ। ਮੇਰੀ ਵੱਡੀ ਕੁੜੀ ਨੇ ਮੈਂ ਪਹਿਲਾਂ ਮੈਂ ਯਕੀਨ ਨਹੀਂ ਕਰਦਾ ਸੀ ਛੋਟੀ ਕੁੜੀ ਦੇ ਨਾ। ਮੈਂ ਕਿਹਾ ਵੀ ਉਹ ਹਜੇ ਨਿਆਣੀ ਕਰਕੇ ਨਾ। ਵੱਡੀ ਕੁੜੀ ਮੇਰੀ ਨੇ ਆਪ ਆਵਾਜ਼ ਕੀਤਾ, ਉਹ ਕਹਿੰਦੀ ਡੈਡੀ ਵੀ ਜੇ ਤੂੰ ਅੱਜ ਤੋਂ ਬਾਅਦ ਸਾਨੂੰ ਗੁਰਦੁਆਰੇ ਲੈ ਕੇ ਆਉਣਾ ਵਾ ਨਾ ਤੇ ਅਸੀਂ ਤੇਰੇ ਨਾਲ ਰਹਿਣਾ ਨਹੀਂ, ਹਨਾ। ਬਾਈ ਜੀ ਮੈਂ ਗੁਰਵਿੰਦਰ ਸਿੰਘ ਜੀ ਤੁਹਾਨੂੰ ਨਾ ਫੋਨ ਤੁਹਾਡਾ ਮੇਰੇ ਕੋਲ ਹੈਗਾ ਜਾਂ ਮੇਰਾ ਤੁਹਾਡੇ ਕੋਲ ਆ, ਮੈਨੂੰ ਕੰਟੈਕਟ ਕਰਿਓ। ਮੈਂ ਤੁਹਾਡੇ ਨਾਲ ਨਾ ਮਿਲਣਾ ਚਾਹੁੰਦਾ, ਫਿਰ ਆਪਾਂ ਇਹ ਗੱਲ ਕਰਦੇ। ਇਸ ਤਰ੍ਹਾਂ ਨਹੀਂ ਬਣਾਉਣਾ ਇਹਨਾਂ ਨੇ ਬੰਦਿਆਂ ਨੇ ਨਾ। ਮੈਂ ਤੁਹਾਡੇ ਨਾਲ ਜ਼ਰੂਰ ਗੁਰਵਿੰਦਰ ਸਿੰਘ ਜ਼ਰੂਰ। ਬਾਈ ਜੀ ਗੁਰਵਿੰਦਰ ਸਿੰਘ ਹੁਣੀ ਕਈ ਵਾਰ ਬੋਲੇ ਨੇ ਤੇ ਆ ਕੇ ਇਹਨਾਂ ਦੀ ਗੱਲ ਪੂਰੀ ਸੁਣ ਕੇ ਮੈਨੂੰ ਪਤਾ ਇਹ ਗੱਲ ਸ਼ੁਰੂ ਹੋਈ ਸੀ, ਫਿਰ ਗੱਲ ਬੰਦ ਹੋ ਗਈ ਪੁਲਿਸ ਨੇ, ਕਿਉਂਕਿ ਅਸੀਂ ਤਾਂ ਗੱਲ ਨਿੱਜੀ ਤੌਰ ਤੇ ਤਾਂ ਫਰਦਰ ਕਾਨੂੰਨ ਦੇ ਹਿਸਾਬ ਨਾਲ ਪੁਲਿਸ ਦੇ ਨਾਲ ਕਰ ਸਕਦੇ ਹਾਂ। ਪਰ ਉਹ ਕਹਿੰਦੇ ਬੰਦਾ ਫੇਰ ਇੱਥੇ ਵੇਖਿਆ ਮੇਰੀ ਬੇਟੀ ਨੇ, ਗੱਲ ਕਰਦੇ ਕਿਸੇ ਦਿਨ। ਇਹ ਸੀ ਅੱਜ ਦਾ ਪ੍ਰੋਗਰਾਮ, ਤੇ ਕੱਲ ਫੇਰ ਸਵੇਰੇ ਤੁਹਾਡੇ ਨਾਲ ਸਾਂਝ ਪਈ। ਕੱਲ ਕਹਾਣੀ ਖਾਸ ਮੈਂ 1947 ਦੇ ਵੰਡ ਦੇ ਸਮੇਂ ਹੋਏ ਕਤਲ ਜਿਹੜੇ ਨੇ ਰੂਹਾਂ, ਉਹਨਾਂ ਨੂੰ ਯਾਦ ਕਰਨਾ, ਖਾਸ ਕਹਾਣੀ ਇੱਕ ਸੁਣਾਵਾਂਗਾ। ਰੱਬ ਰਾਖਾ।